ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲਮਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਦ ਸਿੱਖ ਪੋਡਕਾਸਟ 'ਤੇ। ਅਤੇ ਸਾਨੂੰ ਬੜੀ ਖੁਸ਼ੀ ਤੁਸੀਂ ਸਾਡੇ ਨਾਲ ਜੁੜੇ ਹੋ। ਅਸੀਂ ਸਿੱਧਾ ਟੌਪਿਕ 'ਚ ਜੇ ਜੰਪ ਮਾਰੀਏ ਅਤੇ ਅਸੀਂ ਤੁਹਾਨੂੰ ਪੁੱਛੀਏ ਕਿ ਜਿਹੜਾ ਤੁਸੀਂ ਸੱਚ ਦਾ ਹੋਕਾ, ਸੱਚ ਦਾ ਨਾਅਰਾ ਲਾਉਂਦੇ ਪਏ ਹੋ ਹਰ ਜਗ੍ਹਾ 'ਤੇ, ਹਾਂਜੀ, ਤੁਹਾਨੂੰ ਮੋਸਟਲੀ ਅਸੀਂ ਟਿਕਟੋਕ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਆਈ ਵੋਂਟ ਬੀ ਸਰਪ੍ਰਾਈਜ਼ ਟੂ ਸੇ ਕਿ ਸਾਡੇ ਮੋਸਟਲੀ ਜਿਹੜੇ ਲਿਸਨਰਸ ਨੇ ਉਹ ਤੁਹਾਨੂੰ ਆਲਰੇਡੀ ਜਾਣਦੇ ਆ। ਹਾਂਜੀ, ਬਟ ਇਟਸ ਗੁੱਡ ਕਿ ਪੋਡਕਾਸਟ ਥਰੂ ਵਿੱਚ ਜੇ ਹੋਰ ਜਾਣਨ, ਉਹ ਵਾਲਾ ਜੇ ਹੋਰ ਮੈਸੇਜ ਅੱਗੇ ਪਹੁੰਚੇ ਉਹ ਵੀ ਵਧੀਆ ਹੋਏਗਾ। ਹਾਂਜੀ। ਸੋ ਸਾਨੂੰ ਦੱਸੋ ਕਿ ਵਾਟ ਇਜ਼ ਇਟ ਆਲ ਅਬਾਊਟ, ਜਿਹੜਾ ਤੁਸੀਂ ਦੱਸਣਾ ਚਾਹ ਰਹੇ ਹੋ ਲੋਕਾਂ ਨੂੰ ਕਿ ਉਹ ਕੀ ਆਪਣੇ ਲਾਈਫ 'ਚ ਬਦਲਣ, ਅਤੇ ਜੋ ਐਜ਼ ਅ ਸੁਸਾਇਟੀ ਅਸੀਂ ਕਿਹੜੀ ਚੀਜ਼ ਨੂੰ ਫੇਸ ਕਰ ਰਹੇ ਹਾਂ। ਨਿਊ ਵਰਲਡ ਆਰਡਰ ਜਿਹੜਾ ਨਾਮ ਹੈਗਾ, ਹਾਂਜੀ, ਸਾਨੂੰ ਉਹਦੇ ਥੋੜ੍ਹਾ ਚਾਨਣਾ ਪਾਓ ਕੀ ਚੀਜ਼ ਹੈਗੀ ਉਹ। ਠੀਕ ਆ। ਪਹਿਲਾਂ ਤਾਂ ਹਰਜੋਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੱਥੇ ਬੁਲਾਉਣ ਲਈ, ਸਮਾਂ ਕੱਢਣ ਲਈ। ਅਤੇ ਜਿਹੜਾ ਟੌਪਿਕ ਹੈ ਇਹਦੇ ਉੱਤੇ ਲੋਕ ਬਹੁਤ ਘੱਟ ਗੱਲ ਕਰਦੇ ਆ, ਜੇ ਕਰਦੇ ਵੀ ਆ ਤਾਂ ਜਿਹੜਾ ਆਡੀਅנਸ ਉਹਨਾਂ ਨੂੰ ਨਹੀਂ ਪਤਾ ਕੀ ਆ। ਜੇ ਤੁਸੀਂ ਜਾ ਕੇ ਗੂਗਲ ਕਰੋਗੇ ਨਿਊ ਵਰਲਡ ਆਰਡਰ, ਉੱਥੇ ਉਹਨਾਂ ਨੇ ਕਹਿ ਦੇਣਾ ਇਟਸ ਏ ਕੌਨਸਪੀਰੇਸੀ ਥਿਊਰੀ, ਠੀਕ ਆ। ਪਰ ਜੋ ਅਸੀਂ ਪਿਛਲੇ 2 ਸਾਲਾਂ 'ਚ ਦੇਖ ਰਹੇ ਨੇ, ਜੋ ਇਹ ਥਿਊਰੀਆਂ ਹੁੰਦੀਆਂ ਸੀ ਕਾਈਂਡ ਆਫ, ਉਹ ਫੈਕਟਸ ਬਣਦੇ ਦੇਖੇ, ਅਸੀਂ ਅੱਖੀਂ ਦੇਖੇ ਆ, ਉਹ ਐਵੀਡੈਂਸ ਪਏ, ਉਹਨਾਂ ਦੇ ਪ੍ਰੂਫ ਪਏ ਆ ਜੀ। ਅਤੇ ਹੁਣ ਆਪਾਂ ਕਹਿੰਦੇ ਸੱਚ ਦੀ ਆਵਾਜ਼, ਹੈ ਨਾ। ਹੁਣ ਆਪਾਂ ਪੰਜਾਬ ਤੋਂ ਆਏ, ਇੱਥੇ ਕਿਉਂ ਆਏ ਹਾਂ? ਕਿਉਂਕਿ ਇੱਥੇ ਸਿਸਟਮ ਵਧੀਆ, ਇੱਥੇ ਲੋਕ ਕਹਿੰਦੇ ਵੀ ਸੱਚ ਬੋਲਦੇ ਆ, ਸਰਕਾਰਾਂ ਵਧੀਆ ਖਿਆਲ ਰੱਖਦੀਆਂ, ਮੈਡੀਕਲ ਸਿਸਟਮ ਵਧੀਆ, ਸਾਰਾ ਕੁਛ ਵਧੀਆ, ਤਾਂ ਆਪਾਂ ਕੈਨੇਡਾ ਆਏ ਸੀਗੇ। ਸੋ ਜੇ ਤੁਸੀਂ ਮੈਨੂੰ ਪੁੱਛੋ, ਮੈਂ ਵੀ ਐਜ਼ ਏ ਸਟੂਡੈਂਟ ਆਇਆ ਸੀ 2009 ਦੇ ਵਿੱਚ। ਮੈਂ ਕਿਹਾ ਚਲੋ ਕੈਨੇਡਾ ਚੱਲਦੇ ਹਾਂ। ਅਤੇ ਟੂ ਬੀ ਓਨੈਸਟ ਵਿਦਨ 6-7 ਮੰਥਸ ਦੇ ਵਿੱਚ ਮੈਨੂੰ ਸਮਝ ਲੱਗ ਗਈ ਸੀ ਕਹਾਣੀ ਕੀ ਹੈ ਕੈਨੇਡਾ ਦੀ। ਵੀ ਬਹੁਤ ਸੋਹਣਾ ਮੁਲਕ ਆ ਜੀ। ਅਤੇ ਲੋਕਾਂ 'ਚ ਐਟੀਕੇਟ ਹੈਗੇ ਨੇ, ਤੁਹਾਨੂੰ ਐਕਸਕਿਊਜ਼ ਮੀ, ਥੈਂਕ ਯੂ, ਸੋਰੀ, ਜਿੱਦਾਂ ਸਿਸਟਮ ਹੈਗਾ, ਮਰਿਆਦਾ 'ਚ ਚੱਲ ਰਿਹਾ ਮੁਲਕ, ਠੀਕ ਆ, ਸਾਰਾ ਕੁਛ ਆ, ਸਾਫ ਸੁਥਰਾ ਆ। ਪਰ ਜੋ ਮੈਂ ਫੈਮਿਲੀ ਲਾਈਫ ਦੇਖ ਰਿਹਾ ਸੀ ਲੋਕਾਂ ਦੀ, ਫਿਰ ਸਿਸਟਮ ਦੇਖ ਰਿਹਾ ਸੀ, ਕਾਈਂਡ ਆਫ ਮੈਨੂੰ ਡਾਊਟ ਸੀਗੇ ਕੁਛ। ਮੈਂ ਕਿਹਾ ਚਲੋ ਚਲਾਈ ਜਾਂਦੇ, ਕੈਨੇਡਾ ਆ ਗਏ, ਬੀ ਗ੍ਰੇਟਫੁਲ, ਵਰਕ ਹਾਰਡ, ਪਲੇ ਹਾਰਡਰ, ਜਿੱਦਾਂ ਚੱਲਦਾ ਕੰਮ, ਹੈ ਨਾ। ਸੋ ਹੁਣ ਤੱਕ ਫਿਰ ਆਪਣਾ ਕੰਮ ਸ਼ੁਰੂ ਕਰ ਲਿਆ, ਸਾਰਾ ਕੁਛ 2 ਸਾਲ ਪਹਿਲਾਂ ਤੋਂ। ਜੇ ਮੈਂ ਪਿੱਛੇ ਚੱਲਾਂ 2 ਸਾਲ ਪਿੱਛੇ, ਆਪਣੀ ਗੇਮ ਪਾਵਾਂ ਜੀ, ਪੈਸੇ ਦੇ ਮਗਰ ਪਏ ਹੋਏ ਸੀ। ਜਿੱਦਾਂ ਆਪਾਂ ਮਿਹਨਤ ਕਰਦੇ ਹਾਂ ਵੀ ਆਪਾਂ ਵਧੀਆ ਪੈਸਾ ਹੋਵੇ, ਲਾਈਫ ਸਟਾਈਲ ਹੋਵੇ, ਕਿਉਂਕਿ ਪੈਸੇ ਨਾਲ ਤੁਹਾਡੇ ਕੋਲ ਫਰੀਡਮ ਆਉਂਦੀ ਆ, ਹੈ ਨਾ। ਫਰੀਡਮ, ਅਤੇ ਉਹਦੇ ਨਾਲ ਤੁਸੀਂ ਕਹਿੰਦੇ ਹੋ ਚਲੋ ਲਾਈਫ ਇੰਜੋਏ ਕਰਾਂਗੇ ਅਤੇ ਆਪਣਾ ਮਨ ਭਾਉਂਦੇ ਕੰਮ ਕਰਾਂਗੇ। ਵੀ ਕੈਨੇਡਾ ਵੱਲੋਂ ਕੋਈ ਇੱਦਾਂ ਦਾ ਗੁੱਸਾ ਗਿਲਾ ਨਹੀਂ ਸੀਗਾ ਵੀ ਹਾਂ ਵੀ ਸਿਸਟਮ ਵਧੀਆ ਚੱਲੀ ਜਾਂਦਾ, ਠੀਕ ਹੈ ਨਾ। ਵੀ ਮਿਹਨਤ ਜਿਹੜਾ ਬੰਦਾ ਕਰਦਾ ਉਹਨੂੰ ਫਲ ਮਿਲਦਾ ਉਹਦਾ, ਅਤੇ ਕੋਈ ਇੱਥੇ ਕੋਈ ਬੋਦਰ ਨਹੀਂ ਕਰਦਾ ਤੁਹਾਨੂੰ, ਜਿੱਦਾਂ ਆਪਾਂ ਇੰਡੀਆ ਦੇ ਵਿੱਚ ਸਟਰਗਲ ਐਕਸਟਰਾ ਕਰਨੀ ਪੈਂਦੀ ਆ ਉੱਥੇ। ਜੀ। ਉਹ ਵੀ ਚਲੋ ਵੱਖਰਾ ਟੌਪਿਕ ਆ ਸਾਰਾ। ਹੁਣ ਜਿਹੜੀ ਹੁਣ ਅੰਡਰਸਟੈਂਡਿੰਗ ਹੋਈ ਆਪਾਂ ਨੂੰ, ਹੁਣ ਜਿਹੜਾ ਪਿਛਲੇ 2 ਸਾਲਾਂ 'ਚ ਮੈਂ ਕਿਉਂ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਫਰੀਡਮ ਕੌਨਵੋਏ ਸ਼ੁਰੂ ਹੋਇਆ ਸੀ ਕੈਨੇਡਾ ਦੇ ਵਿੱਚ। ਹੁਣ ਫਰੀਡਮ ਕੌਨਵੋਏ ਕੀ ਆ, ਉਹਦੇ ਉੱਤੇ ਥੋੜ੍ਹੀ ਜਿਹੀ ਆਪਾਂ ਗੱਲ ਕਰ ਲੈਂਦੇ ਹਾਂ। ਆਪਣੇ ਮੈਜੋਰਟੀ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਨਹੀਂ ਪਤਾ ਲੱਗਿਆ ਵੀ ਉਹ ਕੀ ਹੋ ਗਿਆ ਉੱਥੇ ਓਟਾਵਾ 'ਚ, ਕਿਉਂਕਿ ਮੇਨ ਸਟ੍ਰੀਮ ਮੀਡੀਆ ਸੁਣਦੇ ਹੋ, ਉੱਥੇ ਕੁਛ ਹੋਰ ਦਿਖਾਇਆ ਗਿਆ। ਅਤੇ ਜਿਹੜਾ ਕਿ ਉਹ ਫਰੀਡਮ ਕੌਨਵੋਏ ਦੇ ਵਿੱਚ ਜਾਣ ਕਰਕੇ ਮੇਰੇ ਬਹੁਤ ਭਰਮ ਟੁੱਟੇ ਕੈਨੇਡਾ ਨੂੰ ਲੈ ਕੇ। 2020 ਦੀ ਗੱਲ ਹੈ? ਹਾਂਜੀ, ਆਹੀ ਆਪਣੇ ਪਿਛਲੇ ਸਾਲ ਹੀ 2022 ਦੀ ਗੱਲ ਹੀ ਆ, ਪਿਛਲੇ ਆਪਣੀ ਜਨਵਰੀ ਫਰਵਰੀ ਦੀ ਗੱਲ ਆ ਇਹ। ਓਕੇ। ਹੁਣ ਫਰੀਡਮ ਕੌਨਵੋਏ ਕੀ ਸੀ? ਆਪਾਂ ਕਈ ਲਿਸਨਰ ਨਵੇਂ ਨੇ, ਸੁਣਦੇ ਪਏ ਨੇ, ਜਿੱਥੋਂ ਮੇਰੀ ਕਹਾਣੀ ਸ਼ੁਰੂ ਹੋਈ, ਜਿੱਥੋਂ ਮੈਂ ਵਾਇਰਲ ਹੋਇਆ, ਲੋਕਾਂ ਨੇ ਮੈਨੂੰ ਦੇਖਣਾ ਸ਼ੁਰੂ ਕੀਤਾ, ਹੈ ਨਾ। ਹੁਣ ਆਪਣੇ ਇੰਡੀਆ ਦੇ ਵਿੱਚ ਫਾਰਮਰ ਬਿੱਲ ਆਏ ਸੀਗੇ। ਕਦੋਂ ਲੈ ਕੇ ਆਏ ਉਹ ਫਾਰਮਰ ਬਿੱਲ? ਡਿਊਰਿੰਗ ਦਾ ਪੈਨਡੈਮਿਕ। ਪਹਿਲਾਂ ਪੈਨਡੈਮਿਕ ਆਇਆ, ਕਹਿੰਦੇ ਜੀ ਘਰੇ ਬਹਿ ਜਾਓ, ਲੋਕਡਾਊਨ ਲੱਗ ਗਿਆ, ਵੀ ਮਰ ਜਾਓਗੇ ਜੇ ਬਾਹਰ ਨਿਕਲੇ ਤਾਂ ਤੁਸੀਂ। ਕਰਫਿਊ ਲੱਗ ਗਏ ਉੱਥੇ, ਜੇ ਕੋਈ ਬਾਹਰ ਨਿਕਲਦਾ ਪੁਲਿਸ ਉਹਨਾਂ ਨੂੰ ਕੁੱਟਦੀ ਸੀ। ਉਹਨਾਂ ਨੇ ਫਿਰ ਦੇਖਿਆ ਵੀ ਹੁਣ ਇਹ ਸੁਨਹਿਰੀ ਮੌਕਾ ਆ, ਜਿਹੜੇ ਇਹ ਆਪਣੇ ਬਿੱਲ ਸੀਗੇ ਪੇਸ਼ ਕੀਤੇ ਉਹਨਾਂ ਨੇ, ਬਈ ਇਹ ਹੁਣ ਆਪਾਂ ਬਿੱਲ ਇੰਪੋਜ਼ ਕਰ ਦਈਏ। ਕਿਸੇ ਦੀ ਸਲਾਹ ਨਹੀਂ ਲਈ ਗਈ, ਨਾ ਕਿਸਾਨਾਂ ਦੀ, ਨਾ ਕਿਸਾਨ ਯੂਨੀਅਨ ਦੀ। ਉਹ ਬਿੱਲ ਪਾਸ ਕਰਤੇ ਉਹਨਾਂ ਨੇ ਚੁੱਪ ਚਪੀਤੇ। ਅਤੇ ਉਹਨਾਂ ਨੂੰ ਸੀਗਾ ਬਈ ਕਿਸੇ ਨੇ ਬਗਾਵਤ ਨਹੀਂ ਕਰਨੀ, ਕਿਉਂਕਿ ਲੋਕਡਾਊਨ ਲੱਗਾ ਹੋਇਆ, ਲੋਕ ਵਾਇਰਸ ਤੋਂ ਡਰੇ ਹੋਏ ਆ। ਇਹਦੇ ਵਿੱਚ ਸਾਰੀਆਂ ਗੱਲਾਂ ਅਨਫੋਲਡ ਹੋਣਗੀਆਂ ਹੁਣ, ਵਾਇਰਸ ਨੂੰ ਲੈ ਕੇ, ਮੈਂਡੇਟਸ ਨੂੰ ਲੈ ਕੇ, ਹੈ ਨਾ। ਹੁਣ ਉੱਥੇ ਫਿਰ ਆਪਣੇ ਕਿਸਾਨਾਂ ਨੇ ਨਹੀਂ ਪ੍ਰਵਾਹ ਕੀਤੀ ਵੀ ਵਾਇਰਸ ਫਿਰਦਾ ਬਾਹਰ। ਉਹਨਾਂ ਨੂੰ ਪਤਾ ਸੀ ਵੀ ਸਾਡੀ ਜ਼ਮੀਨਾਂ 'ਤੇ ਗੱਲ ਆ ਜਾਣੀ ਆ। ਅਤੇ ਉਹ ਧੰਨਵਾਦ ਕਰਦੇ ਆ ਉਹਨਾਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਸ਼ੁਰੂ ਕੀਤਾ ਇਹ ਕੰਮ, ਜਿਨ੍ਹਾਂ ਨੇ ਅਵੇਅਰਨੈਸ ਲਿਆਂਦੀ। ਫਿਰ ਆਪਣੇ ਸਿੰਗਰ ਭਰਾ ਹੋਣੀ ਸਾਰੇ ਵਿਹਲੇ ਬੈਠੇ ਸੀ ਲੋਕਡਾਊਨ 'ਚ, ਉਹਨਾਂ ਨੇ ਵੀ ਮੋਰਚੇ 'ਚ ਆ ਕੇ ਹਿੱਸਾ ਪਾਇਆ, ਪੜ੍ਹੇ ਲਿਖੇ ਸੀ, ਉਹਨਾਂ ਨੇ ਦੱਸਿਆ ਵੀ ਕੀ ਆ ਬਿੱਲ ਇਹ ਸਾਰਾ। ਐਂਡ 'ਤੇ ਆ ਕੇ ਗੱਲ ਆ ਗਈ ਵੀ ਸਾਡੀ ਇਹ ਹੋਂਦ ਦੀ ਜੰਗ ਆ, ਅਤੇ ਮੋਦੀ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰਦਾ। ਉਹਦੇ ਨਾਲ ਬੱਚੇ ਬਜ਼ੁਰਗ 'ਚ ਲਹਿਰ ਦੌੜ ਗਈ ਵੀ ਅਸੀਂ ਤਾਂ ਬਸ ਹੁਣ
ਮੋਦੀ ਦੇ ਗੋਡੇ ਲਵਾਉਣੇ ਆ ਥੱਲੇ, ਬਈ ਇਹ ਬੱਲ ਵਾਪਸ ਕਰਾ ਕੇ ਸਾਹ ਲੈਣਾ। ਉਹਦੇ ਕਰਕੇ ਅਸੀਂ ਉੱਥੇ ਫਾਰਮਰ ਪ੍ਰੋਟੈਸਟ ਕੱਢੀ ਜੀ। ਅਤੇ ਉਹ ਆਪਾਂ ਫਿਰ ਦਿੱਲੀ ਘੇਰੀ ਜਾ ਕੇ ਉੱਥੇ 500,000 ਕਿਸਾਨ ਸੀ। ਪਹਿਲਾਂ ਇਕੱਲੇ ਪੰਜਾਬ ਤੋਂ ਸ਼ੁਰੂ ਹੋਈ, ਫਿਰ ਹਰਿਆਣਾ, ਫਿਰ ਨਾਲ ਯੂਪੀ ਦੇ ਕਿਸਾਨ ਸਾਰੇ ਆ ਗਏ ਸੀਗੇ, ਹੈ ਨਾ ਜੀ। ਕੈਨੇਡਾ 'ਚ ਵੀ ਪ੍ਰੋਟੈਸਟ ਹੁੰਦੇ ਰਹੇ, ਤੁਸੀਂ ਇੱਥੇ ਵੀ ਯੋਗਦਾਨ ਪਾਇਆ ਕਿਸ ਤਰ੍ਹਾਂ ਦਾ? ਫਾਰਮਰ ਪ੍ਰੋਟੈਸਟ ਦੇ ਵਿੱਚ ਮੈਂ ਟੂ ਬੀ ਓਨੈਸਟ ਫਿਜ਼ੀਕਲੀ ਮੈਂ ਕਿਸੇ ਪ੍ਰੋਟੈਸਟ 'ਚ ਨਹੀਂ ਇੱਥੇ ਗਿਆ, ਕਿਉਂਕਿ ਕੰਮਾਂ 'ਤੇ ਬਿਜ਼ੀ ਸੀ। ਮੈਂ ਔਨਲਾਈਨ ਜ਼ਿਆਦਾ ਮੇਰਾ ਸੀਗਾ ਧਿਆਨ, ਕਿਉਂਕਿ ਔਨਲਾਈਨ ਓਬਜ਼ਰਵ ਕਰਦੇ ਪਏ ਸੀ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ। ਟਰੈਕਟਰ ਟੂ ਟਵਿੱਟਰ ਉਦੋਂ ਚੱਲਿਆ ਜ਼ਿਆਦਾ, ਆਪਾਂ ਔਨਲਾਈਨ ਰੌਲਾ ਪਾਇਆ ਸੀਗਾ, ਬਾਹਰ ਬੈਠਿਆਂ ਦਾ ਜ਼ਿਆਦਾ ਪ੍ਰਭਾਵ ਉਹਦਾ ਪਿਆ ਸੀਗਾ। ਪ੍ਰੈਸ਼ਰ ਜਿਹੜਾ ਸੀਗਾ ਬਣਿਆ, ਬਈ ਕੌਮੈਂਟ ਆਉਂਦੇ ਆ, ਸਾਰਾ ਕੁਛ ਟਵਿੱਟਰ ਦੇ ਉੱਤੇ ਆਪਣੀ ਹੈਸ਼ਟੈਗ ਚੱਲਦੀ ਸੀਗੀ। ਸੋ ਸਾਡਾ ਜ਼ੋਰ ਔਨਲਾਈਨ ਜ਼ਿਆਦਾ ਲੱਗਾ ਸੀ। ਪਲੱਸ ਮੈਂ ਰਹਿੰਦਾ ਵੀ ਦੂਰ ਸੀਗਾ, ਇੱਥੋਂ 1.5 ਘੰਟਾ ਦੂਰ ਰਹਿੰਦੇ ਅਸੀਂ ਬਰੈਂਪਟਨ ਤੋਂ। ਸੋ ਮੈਂ ਫਿਜ਼ੀਕਲੀ ਕਿਸੇ ਪ੍ਰੋਟੈਸਟ 'ਚ ਨਹੀਂ ਆਇਆ, ਟੂ ਬੀ ਓਨੈਸਟ। ਪਰ ਜਿੱਦਾਂ ਕਹਿ ਲਓ ਇਨ ਸਪਿਰਿਟ, ਜਿੱਦਾਂ ਕਹਿ ਲਓ ਆਤਮਾ ਉੱਥੇ ਹੀ ਸੀਗੀ। ਜੀ ਕਰਦਾ ਸੀ ਜਾਣ ਨੂੰ ਵੀ ਉੱਥੇ ਜਾਈਏ, ਵੀ ਮਾਹੌਲ ਦਾ ਆਨੰਦ ਲਈਏ ਜਾ ਕੇ। ਪਰ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਾਂ ਰੇਸ 'ਚ ਪਏ ਹੋਏ ਹਾਂ, ਉਹ 'ਚੋਂ ਨਿਕਲਣਾ ਬੜਾ ਔਖਾ ਜੀ। ਸੋ ਮੈਂ ਕਿਉਂ ਫਾਰਮਰ ਪ੍ਰੋਟੈਸਟ ਦਾ ਨਾਂ ਲਿਆ, ਤਾਂ ਕਿ ਸਾਨੂੰ ਫਰੀਡਮ ਕੌਨਵੇ ਸਮਝ ਆ ਜਾਵੇ ਕੀ ਸੀਗਾ ਇਹ। ਸੋ ਉਸੇ ਟੈਂਪਲੇਟ ਦੇ ਉੱਤੇ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਟੀਕੇ ਕਾਹ ਤੋਂ ਲਵਾਏ ਆ ਮੈਜੋਰਟੀ ਆਫ ਲੋਕਾਂ ਨੇ, ਕਿਉਂਕਿ ਜੋਬਾਂ 'ਤੇ ਜਾਣਾ ਪੈਣਾ ਸੀ। ਉਹਨਾਂ ਨੇ ਕੰਪਲਸਰੀ ਕਰਤਾ, ਜੇ ਤੁਸੀਂ ਟੀਕਾ ਨਹੀਂ ਲਵਾਓਗੇ ਤਾਂ ਤੁਹਾਨੂੰ ਜੋਬ 'ਤੇ ਨਹੀਂ ਜਾਣ ਦੇਣਾ। ਹੁਣ ਟਰੂਡੋ ਸਾਹਿਬ ਨੇ ਸ਼ਰੇਆਮ ਧਮਕੀ ਦਿੱਤੀ ਸੀ ਵੀ ਇਫ ਯੂ ਆਰ ਨਾਟ ਵੈਕਸੀਨੇਟਡ, ਬਈ ਤੁਹਾਨੂੰ ਅਸੀਂ ਫਲਾਈਟਾਂ 'ਚ ਨਹੀਂ ਚੜ੍ਹਨ ਦੇਣਾ, ਤੁਹਾਨੂੰ ਟ੍ਰੇਨਾਂ 'ਤੇ ਨਹੀਂ ਚੜ੍ਹਨ ਦੇਣਾ, ਹੈ ਨਾ। ਅਤੇ ਤੁਸੀਂ ਖਤਰਾ ਹੋ ਜਿਨ੍ਹਾਂ ਦੇ ਟੀਕੇ, ਕਾਮਨ ਸੈਂਸ ਦੀ ਐਨ ਧੱਜੀਆਂ ਉਡਾਈਆਂ ਗਈਆਂ ਬਈ ਜਿਨ੍ਹਾਂ ਦੇ ਟੀਕੇ ਲੱਗੇ ਆ, ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਤੋਂ ਖਤਰਾ ਆ, ਹੈ ਨਾ। ਚਲੋ ਠੀਕ ਆ, ਸੁਣੀ, ਜਿਹੜੇ ਆਲਰੇਡੀ ਇਮਿਊਨ ਹੋ ਚੁੱਕੇ ਆ, ਜਿਹੜੇ ਆਲਰੇਡੀ ਜਿਨ੍ਹਾਂ ਦੀ ਪ੍ਰੋਟੈਕਸ਼ਨ ਜਿਨ੍ਹਾਂ ਨੂੰ ਲੈ ਲਈ ਆ, ਹੈ ਨਾ। ਫਿਰ ਗੱਲ ਆ ਗਈ ਟਰੱਕ ਵਾਲਿਆਂ 'ਤੇ। ਹੁਣ ਟਰੱਕ ਵਾਲੇ ਕੀ ਕਰਦੇ ਆ, ਉਹ ਇਕੱਲਾ ਡਰਾਈਵਰ ਬੈਠਾ, ਬਾਰਡਰ ਕ੍ਰੋਸ ਕਰਦੇ ਆ, ਲੋਡ ਚੱਕ ਕੇ ਆ ਜਾਂਦੇ ਆ। ਹੁਣ ਉਹ ਕਿਸੇ ਨੂੰ ਮਿਲਦੇ ਨਹੀਂ, ਕਿਸੇ ਨੂੰ ਜਾ ਕੇ ਜੱਫੀਆਂ ਨਹੀਂ ਪਾਉਂਦੇ, ਕਿਸੇ ਭੀੜ 'ਚ ਨਹੀਂ ਜਾਂਦੇ। ਹੁਣ ਕਿੰਨਾ ਕੁ ਉਹ ਖਤਰਾ ਆ ਟਰੱਕ ਵਾਲਿਆਂ ਨੂੰ, ਹੈ ਨਾ। ਉਹ ਫਿਰ ਉਹ ਕਹਿੰਦੇ ਜੀ ਟਰੱਕ ਵਾਲੇ ਜਿਹੜੇ ਤੁਸੀਂ ਜਿਹਨਾਂ ਨੇ ਟੀਕਾ ਨਹੀਂ ਲਵਾਇਆ, ਤੁਸੀਂ ਬਾਰਡਰ ਨਹੀਂ ਕ੍ਰੋਸ ਕਰ ਸਕਦੇ। ਅਤੇ ਉਹਦੇ ਕਰਕੇ ਟਰੱਕ ਵਾਲਿਆਂ ਨੇ ਵੀ ਟੀਕੇ ਲਵਾਉਣੇ ਸ਼ੁਰੂ ਕਰਤੇ। ਪਰ ਕੁਛ ਕੁ ਟਰੱਕਾਂ ਵਾਲੇ ਇੱਦਾਂ ਦੇ ਸੀ, ਮੈਜੋਰਟੀ ਜਿਹਨੂੰ ਮੈਂ ਕਹਿੰਦਾ ਜਿਹੜੇ ਪਿੰਡਾਂ ਵਾਲੇ ਜਿਹੜੇ ਹੁੰਦੇ ਆਮ, ਜਿੱਦਾਂ ਹੁਣ ਕਿਸਾਨ ਮੋਰਚਾ ਕਿੱਥੋਂ ਉੱਠਿਆ ਸੀ, ਪਿੰਡਾਂ 'ਚੋਂ ਜੀ। ਇੱਥੇ ਵੀ ਜਿਹੜਾ ਫਰੀਡਮ ਕੌਨਵੇ ਉੱਠਿਆ, ਇੱਧਰੋਂ ਆਇਆ ਸਸਕੈਚੁਅਨ ਵੱਲੋਂ, ਅਲਬਰਟਾ ਵੱਲੋਂ ਜਿਹੜੇ ਸੀਗੇ ਉੱਧਰੋਂ ਖੜ੍ਹੇ ਹੋਏ ਸੀਗੇ ਸਾਰੇ ਇਹ, ਬਈ ਅਸੀਂ ਮੈਂਡੇਟ ਦੇ ਖਿਲਾਫ ਆ ਅਤੇ ਅਸੀਂ ਓਟਵਾ ਆਵਾਂਗੇ ਫਰੀਡਮ ਕੌਨਵੇ ਲੈ ਕੇ। ਸੇਮ ਜਿੱਦਾਂ ਫਾਰਮਰ ਪ੍ਰੋਟੈਸਟ ਦੇ ਟੈਂਪਲੇਟ ਦੇ ਉੱਤੇ ਉਹਨਾਂ ਨੇ ਆਪਣਾ ਪਲੈਨਿੰਗ ਕੀਤੀ। ਸਾਰੇ ਟਰੱਕਾਂ ਵਾਲਿਆਂ ਨੇ ਕਮੇਟੀਆਂ ਬਣਾਈਆਂ, ਰੋਡ ਕੈਪਟਨ ਤਿਆਰ ਕੀਤੇ ਜਿਹਨੇ ਲੀਡ ਕਰਨਾ ਸੀਗਾ। ਇੱਥੋਂ ਨਿਆਗਰਾ ਤੋਂ, ਡਫਰਿਨ ਤੋਂ, ਫਿਰ ਸਸਕੈਚੁਅਨ ਤੋਂ, ਕਿਊਬਿਕ ਤੋਂ, ਸਾਰੇ ਇੱਕ ਪਾਸੇ ਉਹਨਾਂ ਨੇ ਔਰਗੇਨਾਈਜ਼ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਫਰੀਡਮ ਕੌਨਵੇ ਲੈ ਕੇ ਆਂਦਾ। ਜਿੱਦਾਂ ਉੱਥੇ ਆਪਾਂ ਦਿੱਲੀ ਘੇਰੀ ਸੀਗੀ, ਹਾਂਜੀ, ਇੱਥੇ ਇਹਨਾਂ ਨੇ ਘੇਰਿਆ ਸੀ ਓਟਵਾ, ਇੱਥੋਂ ਦੀ ਰਾਜਧਾਨੀ। ਹਾਂ, ਰਾਜਧਾਨੀ ਜਿਹੜੀ ਉੱਥੇ ਬਸ ਕੀ ਸੀਗਾ ਮੁੱਦਾ ਮੇਨ, ਮੈਂਡੇਟਸ ਫਰੀਡਮ, ਬਈ ਮੈਂਡੇਟ ਦੇ ਖਿਲਾਫ ਅਸੀਂ, ਜਿਹਨੇ ਟੀਕਾ ਲਵਾਉਣਾ ਭਾਈ ਜੀ ਸਦਕੇ ਲਵਾਓ। ਤੁਹਾਨੂੰ ਕਿਸੇ ਨੂੰ ਪ੍ਰੈਸ਼ਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਵੀ ਤੁਸੀਂ ਲਵਾਉਣਾ ਹੀ ਲਵਾਉਣਾ ਆ। ਹੁਣ ਫੋਰਸ ਲੋਕ ਕਹਿੰਦੇ ਕਿਸੇ ਨੇ ਧੱਕਾ ਤਾਂ ਕੀਤਾ ਨਹੀਂ ਤੁਹਾਡੇ ਨਾਲ। ਹੁਣ ਜਿਹਨੂੰ ਤੁਹਾਨੂੰ ਕਿਹਾ ਤਾਂ ਵੀ ਤੁਸੀਂ ਜੋਬ 'ਤੇ ਨਹੀਂ ਆ ਸਕਦੇ, ਟਰੈਵਲ ਨਹੀਂ ਕਰ ਸਕਦੇ, ਮੇਨ ਗੱਲ ਲੈ ਲਓ ਜੋਬ। ਇੱਕ ਬੰਦਾ ਕਹਿੰਦਾ ਵੀ ਜੋਬ 'ਤੇ ਨਹੀਂ, ਉਹ ਕਹਿੰਦੇ ਤੁਸੀਂ ਜੋਬ 'ਤੇ ਨਹੀਂ ਜਾ ਸਕਦੇ ਜੇ ਤੁਸੀਂ ਟੀਕਾ ਨਹੀਂ ਲਵਾਇਆ। ਹੁਣ ਉਹਦੀ ਜੋਬ ਇਕੱਲੀ ਜੋਬ ਨਹੀਂ ਹੈਗੀ ਬਰੋ, ਉਹਦੇ ਨਾਲ ਉਹਦਾ ਘਰ ਚੱਲਦਾ ਆ, ਉਹਦੀ ਫੈਮਿਲੀ, ਉਹਦੇ ਬੱਚੇ ਆ ਜੀ। ਹੁਣ ਜੇ ਜੋਬ ਛੱਡਦਾ ਆ ਅਤੇ ਉਹਦਾ ਵੀਰੇ ਘਰ ਵਿਕਦਾ ਆ, ਉਹਦੇ ਬੱਚੇ ਭੁੱਖੇ ਮਰਨਗੇ। ਇਹ ਜਿੱਦਾਂ ਕਹਿ ਲਓ ਵੀ ਧੱਕਾ ਜਿਹੜਾ ਆ ਲੋਕਾਂ ਨੂੰ ਸਮਝ ਨਹੀਂ ਆਇਆ। ਇਹ ਕੋਈ ਉਹੀ ਹੈ ਨਾ, ਇੱਕ ਤਾਂ ਹੁੰਦੀ ਵਿਜ਼ੀਬਲ ਅਪਰੈਸ਼ਨ ਹੁੰਦਾ ਵੀ ਲੋਕ ਫੜੇ ਜਾ ਰਹੇ ਆ, ਕੈਦ ਕੀਤੇ ਜਾ ਰਹੇ ਆ, ਅਰੈਸਟ ਕੀਤੇ ਜਾ ਰਹੇ ਆ, ਧੱਕੇ ਨਾਲ ਟੀਕੇ ਲਾਏ ਜਾ ਰਹੇ ਆ। ਤੁਹਾਨੂੰ ਉਹਨਾਂ ਨੇ ਬਸ ਕਿਉਂਕਿ ਆਲਰੇਡੀ ਸਿਸਟਮ ਨਾਲ ਪਲੱਗਡ ਇਨ ਅਸੀਂ ਉਹਨਾਂ ਦੇ ਨਾਲ, ਫਰੀਡਮ ਤਾਂ ਹੈ ਨਹੀਂ ਗੀ। ਇੱਥੇ ਆ ਕੇ ਰੀਅਲਾਈਜ਼ ਹੋਇਆ ਕਿ ਲੋਕਾਂ ਨੂੰ ਵੀ ਵੀ ਆਰ ਨਾਟ ਰੀਅਲੀ ਫਰੀ ਜੀ। ਉਹਨਾਂ ਨੇ ਫਿਰ ਕੀ ਕੀਤਾ ਜੀ, ਫਿਰ ਟਰੱਕਾਂ ਵਾਲਿਆਂ ਨੇ ਇਸੇ ਦੇ ਅਗੇਂਸਟ ਬਈ ਫਰੀ ਚੋਇਸ ਹੋਣੀ ਚਾਹੀਦੀ ਆ। ਜਿਹਨੇ ਲਵਾਉਣਾ ਭਾਈ ਜੀ ਸਦਕੇ ਲਵਾਓ, ਜਿਹੜਾ ਨਹੀਂ ਲਵਾਉਣਾ ਚਾਹੁੰਦਾ ਉਹਨੂੰ ਫੋਰਸ ਨਾ ਕਰੋ। ਓਕੇ, ਹੁਣ ਚਲੋ ਕਿਸਾਨ ਮੋਰਚਾ ਦਾ ਸਾਡਾ 14 ਮਹੀਨੇ ਚੱਲਿਆ ਉੱਥੇ, ਹੈ ਨਾ। ਫਿਰ ਮੈਂ ਇੱਥੇ 3 ਹਫ਼ਤੇ ਅਸੀਂ ਵੀ ਗਏ। ਸੋਵਰਨ ਸੇਵਾ ਜਿਹੜੀ ਆਪਣੀ ਜਥੇਬੰਦੀ ਆ, ਸਿੰਘ ਸਾਰੇ, ਕੁਲਜੀਤ ਹੋਣੀ ਸਾਰੇ ਅਸੀਂ ਨਾਲ ਉੱਥੇ ਹੀ ਸੀਗੇ, 10-15 ਸਿੰਘ। ਫਿਰ ਆਪਣੇ ਕੁਛ ਕੁ ਸਿੰਘ ਉੱਧਰੋਂ ਵੀ ਆਏ ਹੋਏ ਸੀਗੇ, BC ਵੱਲੋਂ ਵੀ ਆਏ ਸੀ, ਇੱਕ ਆਪਣੇ ਸਿੰਘ ਸਾਹਿਬ ਸੀ, ਪੂਰੀ ਫੈਮਿਲੀ ਨਾਲ ਆਏ ਹੋਏ ਸੀਗੇ ਉੱਥੇ ਟਰੱਕ ਦੇ ਉੱਤੇ। ਅਤੇ ਬਹੁਤ ਥੋੜ੍ਹੇ ਸੀ ਆਪਣੇ ਬੰਦੇ, ਬਈ ਅਸੀਂ ਐਕਸਪੈਕਟ ਕਰਦੇ ਸੀ ਵੀ ਸਿੰਘ ਹੋਣ ਇੱਥੇ। ਟਰੱਕਾਂ ਵਾਲੇ ਸਭ ਤੋਂ ਵੱਧ ਪੰਜਾਬੀ ਆ, ਅਤੇ ਪੰਜਾਬੀ ਆਪਣੇ ਗੇੜਿਆਂ 'ਤੇ ਬਿਜ਼ੀ ਹੋ ਗਏ ਕਿਉਂਕਿ ਬਾਕੀ ਟਰੱਕ ਖੜ੍ਹ ਗਏ, ਉਹਨਾਂ ਨੇ ਟੀਕੇ ਲਵਾਏ ਸੀ। ਉਹ ਕਹਿੰਦੇ ਚਲੋ ਗੇੜੇ ਵੱਧ ਗਏ ਸਾਡੇ, ਹੈ ਨਾ। ਕੀਤਾ ਉਹਨਾਂ ਨੇ, ਸੱਚ ਆ, ਸੱਚ ਬੋਲਣਾ ਆਪਾਂ ਨੇ ਜੀ। ਉਹ ਪਛਤਾ ਰਹੇ ਨੇ ਜਿਹੜੇ ਟੀਕੇ ਲਵਾਏ ਸੀ, ਜਿਨ੍ਹਾਂ ਨੂੰ ਸਾਰਿਆਂ ਦਾ ਪਤਾ, ਸਾਰਿਆਂ ਨੂੰ ਉਹ ਚੀਜ਼ਾਂ ਹੋਣ ਲੱਗ ਗਈਆਂ। ਸੋ ਫਰੀਡਮ ਕੌਨਵੇ ਹੋਇਆ ਸੀ ਮੈਂਡੇਟਸ ਦੇ ਖਿਲਾਫ, ਵੀ ਤੁਹਾਡੀ ਫਰੀ ਵਿਲ ਚੋਇਸ ਆਫ ਫਰੀਡਮ ਹੋਣਾ, ਫਰੀਡਮ ਆਫ ਚੋਇਸ ਹੋਣੀ ਚਾਹੀਦੀ ਹੈ। ਅਤੇ ਉਹ ਜਿਹੜਾ ਫਰੀਡਮ ਕੌਨਵੇ ਦੇ ਵਿੱਚ ਸਾਨੂੰ ਐਕਸਪੈਕਟ ਨਹੀਂ ਸੀ ਕੀਤਾ ਜੋ ਚੀਜ਼ਾਂ ਮੈਂ ਉੱਥੇ 3 ਹਫ਼ਤਿਆਂ 'ਚ ਦੇਖ ਲਈਆਂ ਕੈਨੇਡਾ 'ਚ।
ਕੈਨੇਡਾ ਦਾ ਜਿਹੜਾ ਸਾਰਾ ਮੇਰਾ ਇਲੂਜਨ ਵਾਲਾ ਬਣਾਇਆ ਸੀ ਨਾ, ਲਾਲਾ ਲੈਂਡ ਮੇਰੀ ਸੀ ਜਿਹੜੀ, ਉਹ ਇੱਦਾਂ ਕਰੈਸ਼ ਹੋ ਗਈ ਸਾਰੀ ਜੀ। ਹੁਣ ਫਾਰਮਰ ਪ੍ਰੋਟੈਸਟ 'ਚ ਕੀ ਹੋਇਆ ਸੀਗਾ, ਉਹਨਾਂ ਨੇ ਦੇਖ ਲਿਆ ਵੀ ਕਿਸਾਨ ਨਹੀਂ ਰੁਕੇ, ਇਹਨਾਂ ਨੇ ਪਹਿਲਾਂ ਉੱਥੇ ਹਰਿਆਣੇ ਰੋਕਿਆ, ਫਿਰ ਕੁਰਕਸ਼ੇਤਰ ਰੋਕੇ, ਕਿਤੇ ਕਿਤੇ ਨਹੀਂ ਰੋਕੇ। ਸਿੰਘਾਂ ਨੇ ਸਾਰੇ ਬੈਰੀਕੇਡ ਭੰਨ ਕੇ ਤੇ ਦਿੱਲੀ ਪਹੁੰਚ ਗਏ, ਉਹ ਆਪਣੀ ਪਾਵਰ ਦਿਖਾਤੀ ਮੋਦੀ ਨੂੰ। ਫਿਰ ਮੋਦੀ ਨੇ ਪਰਸਨਲੀ ਮੀਟਿੰਗ ਨਹੀਂ ਕੀਤੀ, ਪਰ ਕੈਬਨਿਟ ਦੇ ਨਾਲ ਕਿਸਾਨਾਂ ਨੇ ਟੋਟਲ 11 ਮੀਟਿੰਗਾਂ ਕੀਤੀਆਂ, ਅਸੀਂ ਦੇਖੀਆਂ ਆਪ, ਹੈ ਨਾ। 11 ਮੀਟਿੰਗਾਂ ਹੋਈਆਂ ਇੰਡੀਆ ਦੇ ਵਿੱਚ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇੰਡੀਆ ਮਾੜਾ ਆ ਕੈਨੇਡਾ ਨਾਲੋਂ। ਇੱਥੇ ਟਰੱਕਰ ਗਏ, ਇਹਨਾਂ ਦਾ ਕਮਿਸ਼ਨ ਬਣਿਆ ਸੀ ਪੂਰਾ, ਪ੍ਰੋਪਰ ਡਾਕੂਮੈਂਟ ਸੀਗੇ ਵੀ ਅਸੀਂ ਕਿਉਂ ਆਏ ਹਾਂ, ਸਾਡੀ ਕੀ ਮੰਗਾਂ ਨੇ, ਅਤੇ ਅਸੀਂ ਤੁਹਾਨੂੰ ਮੰਗਾਂ ਦੇਣ ਆਏ ਹਾਂ ਭਾਈ, ਸਾਡੇ ਨਾਲ ਬਹਿ ਕੇ ਗੱਲ ਕਰੋ। ਉਹਨਾਂ ਨੇ ਇੱਦਾਂ ਸਟੇਜ ਲਾ ਲਈ ਸੀਗੀ ਉੱਥੇ, ਅਤੇ ਉਹਨਾਂ ਨੇ ਇਨਵਾਈਟ ਕੀਤੇ ਆਪਣੇ ਜਿਹੜੇ ਚੀਫ ਮੈਡੀਕਲ ਆਫਿਸਰ ਆ, ਜਿਹੜੇ ਸਾਡੇ ਸੋ ਕਾਲਡ ਐਕਸਪਰਟ, ਜਿਹੜੇ ਖਬਰਾਂ 'ਚ ਨਹੀਂ ਆਉਂਦੇ ਸੀਗੇ, ਐਕਸਪਰਟ ਕਹਿ ਰਹੇ ਆ ਜੀ, ਐਕਸਪਰਟ ਕਹਿ ਰਹੇ ਆ। ਉਹ ਕਹਿੰਦੇ ਵੀ 4 ਜਣੇ ਇਹ ਸੀ ਆਪਣੇ ਡਾਕਟਰ ਸੀ, ਉਹਦੇ ਵਿੱਚ ਵਾਇਰੋਲੋਜਿਸਟ ਸੀਗੇ, ਸਾਇੰਟਿਸਟ ਸੀਗੇ। ਉਹ ਕਹਿੰਦੇ ਅਸੀਂ ਇੱਥੇ ਬੈਠੇ ਹਾਂ ਜਿਨ੍ਹਾਂ ਨੂੰ ਬੈਨ ਕੀਤਾ ਗਿਆ। ਕਮਲਪ੍ਰੀਤ ਸਿੰਘ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀਆਂ ਹੋਈਆਂ ਨੇ। ਸੋ ਉਹ ਕਹਿੰਦੇ ਅਸੀਂ ਚਾਰੇ ਬੈਠੇ ਹਾਂ ਭਾਈ, ਅਸੀਂ ਆਹ ਤਰੀਕ ਆ, ਇੰਨੇ ਟਾਈਮ ਅਸੀਂ ਇਨਵਾਈਟ ਕਰਦੇ ਹਾਂ। ਉਹਨਾਂ ਨੇ ਸਪੈਸ਼ਲ ਸੱਦੇ ਭੇਜੇ ਉਹਨਾਂ ਨੂੰ ਬਈ ਅਸੀਂ ਸਰਕਾਰ ਨੂੰ ਇਨਵਾਈਟ ਕਰਦੇ ਹਾਂ, ਸਾਡੇ ਨਾਲ ਬਹਿ ਕੇ ਇੱਥੇ ਗੱਲਬਾਤ ਕਰੋ, ਤੁਸੀਂ ਦੱਸੋ ਕਿਉਂ ਮੈਂਡੇਟ ਜ਼ਰੂਰੀ ਨੇ, ਅਸੀਂ ਦੱਸਾਂਗੇ। ਇਹਦੇ ਪਿੱਛੇ ਕੋਈ ਸਾਇੰਸ ਬੇਸ ਹੀ ਨਹੀਂ ਹੈਗਾ, ਬੇਸਲੈਸ ਆ ਸਾਰਾ ਕੁਝ ਜੋ ਤੁਸੀਂ ਕਰ ਰਹੇ ਹੋ। ਅਤੇ ਉਹਨਾਂ ਨੇ ਪ੍ਰੂਵ ਕਰਤਾ ਵੀ ਉਹ ਝੂਠੇ ਨੇ, ਉੱਥੇ ਕੋਈ ਨਹੀਂ ਆਇਆ। ਫਿਰ ਹੁਣ ਸਾਡਾ ਪ੍ਰਧਾਨ ਮੰਤਰੀ ਜਿਹੜਾ ਟਰੂਡੋ, ਉਹ ਤੋਂ ਆਪਾਂ ਕੀ ਐਕਸਪੈਕਟ ਕਰਦੇ ਹਾਂ ਵੀ ਬੰਦਾ ਆ ਕੇ ਗੱਲ ਸੁਣੂਗਾ। ਆਪਾਂ ਕਹਿੰਦੇ ਨੇ ਕੈਨੇਡਾ ਜੀ, ਇੱਥੇ ਤਾਂ ਪ੍ਰਧਾਨ ਮੰਤਰੀ MP ਇੱਦਾਂ ਹੀ ਸਾਈਕਲਾਂ 'ਤੇ ਤੁਰੇ ਫਿਰਦੇ ਆ, ਲੋਕਾਂ 'ਚ ਵਿਚਰਦੇ ਆ ਕੇ। ਅਤੇ ਪ੍ਰਧਾਨ ਮੰਤਰੀ ਸਾਹਿਬ ਹਾਲੇ ਫਰੀਡਮ ਕਾਨਵੇ ਉੱਥੇ ਪਹੁੰਚਣਾ ਸੀਗਾ, ਉਹ ਕਹਿੰਦੇ ਜੀ ਮੈਨੂੰ ਹੋ ਗਿਆ ਕੋਵਿਡ, 3 ਸ਼ਾਟ ਲੱਗੇ ਹੋਏ ਉਹਨਾਂ ਦੇ ਸ਼ਾਟ, ਅਤੇ ਉਹਨਾਂ ਨੂੰ ਕੋਵਿਡ ਹੋ ਗਿਆ। ਕਹਿੰਦੇ ਜੀ ਮੈਂ ਚੱਲਾ ਕੁਆਰੰਟਾਈਨ 'ਤੇ 2 ਹਫ਼ਤਿਆਂ ਲਈ। ਉਹ ਕੁਆਰੰਟਾਈਨ ਹੋ ਗਏ 2 ਹਫ਼ਤਿਆਂ ਲਈ ਫੈਮਿਲੀ ਨੂੰ ਲੈ ਕੇ। ਅੱਛਾ, ਉਸੇ ਸਮੇਂ ਦੀ ਗੱਲ? ਹਾਂਜੀ, ਸੇਮ ਟਾਈਮ ਸਾਰਾ ਕੁਛ ਪਿਆ ਵੀਰੇ ਨਿਊਜ਼ 'ਚ, ਐਵਰੀ ਸਿੰਗਲ ਡਿਟੇਲ ਲੱਭ ਲਓ ਤੁਸੀਂ, ਹੂ ਬਹੂ ਸਾਰੀ ਚੀਜ਼ਾਂ, ਜਿਹਨਾਂ ਮੈਂ ਵੀ ਨਹੀਂ ਬੋਲ ਰਿਹਾ, ਖਬਰਾਂ 'ਚ ਲੱਭ ਜਾਣਾ ਸਰ, ਸਰਚ ਕਰਕੇ ਦੇਖ ਲਿਓ ਵੀ ਉਦੋਂ ਟਰੂਡੋ ਨੂੰ ਕੋਵਿਡ ਹੋਇਆ ਸੀ ਜਾਂ ਨਹੀਂ ਹੋਇਆ ਸੀ। ਹੋਇਆ ਸੀ, 2 ਹਫ਼ਤੇ ਲਈ ਗਿਆ ਉਹ। ਬਾਅਦ 'ਚ ਫਿਰ ਬੈਠੇ ਹੀ ਬਿਆਨ ਦੇ ਰਿਹਾ ਸੀਗਾ ਵੀ ਇਹ ਫਰਿੰਜ ਮਿਨੋਰਿਟੀ ਆ, ਇਹ ਰੇਸਿਸਟ ਨੇ, ਇਹ ਮਿਸੋਜਨਿਸਟ ਨੇ, ਐਕਸਟਰੀਮਿਸਟ ਨੇ। ਸੇਮ ਚੀਜ਼ ਹੁਣ ਮੈਨੂੰ ਕਿਉਂ ਹੈਰਾਨੀ ਹੋ ਰਹੀ ਸੀ, ਆਪਾਂ ਫਰੈਸ਼ ਕਿਸਾਨ ਮੋਰਚਾ ਦੇਖ ਕੇ ਹਟੇ ਸੀ ਜੀ। ਉੱਥੇ ਕਿਸਾਨਾਂ ਨੂੰ ਕੀ ਕਿਹਾ ਗਿਆ ਸੀ, ਖਾਲਿਸਤਾਨੀ ਹੈ ਜੀ, ਇਹ ਐਕਸਟਰੀਮਿਸਟ ਆ, ਇਹ ਟੈਰਰਿਸਟ ਨੇ, ਇਹ ਦੇਸ਼ ਨੂੰ ਪਾੜਨ ਆਏ ਨੇ। ਸੇਮ ਚੀਜ਼ ਇੱਥੇ ਹੋ ਰਹੀ ਸੀ। ਮੈਂ ਕਿਹਾ ਵੀ ਜੇ ਸੇਮ ਟੈਂਪਲੇਟ 'ਤੇ ਮੋਰਚਾ ਨਿਕਲਿਆ ਆ, ਵੀ ਸਰਕਾਰ ਵੀ ਸੇਮ ਟੈਂਪਲੇਟ 'ਤੇ ਕੰਮ ਕਰ ਰਹੀ ਆ, ਫਿਰ ਆਪਾਂ ਨੂੰ ਥੋੜ੍ਹਾ ਬਹੁਤਾ ਭਰੋਸਾ ਹੁੰਦਾ ਚਲੋ ਕੈਨੇਡਾ ਆ ਭਾਈ। ਇੱਥੇ ਇੱਕ ਸਵਾਲ ਹੈ ਵੀਰ ਜੀ, ਜੇ ਅਸੀਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਜੋ ਪੰਜਾਬ 'ਚ ਵੀ ਹੋਇਆ ਅਤੇ ਇੱਧਰ ਵੀ ਹੋਇਆ, ਸੋ ਇੱਕ ਤਾਂ ਹੋ ਗਿਆ ਕਿ ਚਲੋ ਕੋਇਨਸੀਡੈਂਟਲੀ ਸੇਮ ਟੈਂਪਲੇਟ ਯੂਜ਼ ਕਰ ਲਿੱਤਾ ਗਿਆ, ਜਾਂ ਜੋ ਉੱਥੇ ਹੋਇਆ ਅਤੇ ਉੱਥੇ ਹੋ ਗਿਆ। ਤੁਹਾਨੂੰ ਕੀ ਲੱਗਦਾ ਕਿ ਪਿੱਛੇ ਖਾਤੇ ਜਿਵੇਂ ਬੈਕ ਸਟੇਜ ਕੋਈ ਸੱਚੀ ਐਵੇਂ ਦੀ ਕੋਈ ਸਕੀਮ ਹੈਗੀ ਹੈ ਕਿ ਜੋ ਇੰਡੀਆ 'ਚ ਹੋਇਆ ਉਹ ਵਰਤਾਰਾ ਸੇਮ ਇੱਥੇ ਆਲਰੇਡੀ ਪਲਾਨਡ ਹੈਗਾ ਸੀ, ਕਿੱਥੇ ਵਰਤਾਉਣਾ ਉਹਨਾਂ ਨੇ, ਕਿ ਇਟਸ ਜਸਟ ਕੋਇਨਸੀਡੈਂਸ ਕਿ ਇੱਥੇ ਵੀ ਸੇਮ ਚੀਜ਼ ਹੋ ਗਈ ਹੈ? ਉੱਥੇ ਤਾਂ ਜਾ ਕੇ ਅੱਖ ਖੁੱਲ੍ਹੀ ਨਾ ਦੇਖ ਕੇ ਸਿਸਟਮ। ਹੁਣ ਜਿਹੜਾ ਮੀਡੀਆ ਆਪਾਂ ਕਹਿੰਦੇ ਕੈਨੇਡਾ ਦਾ ਮੀਡੀਆ ਥੋੜ੍ਹਾ ਬਹੁਤਾ ਚੰਗਾ ਆ, ਹੈ ਨਾ। ਹੁਣ ਗੋਦੀ ਮੀਡੀਆ ਨੇ ਜਿਹੜਾ ਪਲਾਨ ਜਿਹੜੀ ਖੇਡ ਖੇਡੀ ਸਾਡੇ ਨਾਲ ਉੱਥੇ, ਗੋਦੀ ਮੀਡੀਆ ਨੇ, ਸਾਨੂੰ ਸਾਰਿਆਂ ਨੂੰ ਪਤਾ ਗੋਦੀ ਮੀਡੀਆ ਨੇ ਕਿਸ ਹਿਸਾਬ ਨਾਲ ਪੇਸ਼ ਕੀਤਾ ਫਾਰਮਰ ਪ੍ਰੋਟੈਸਟ ਨੂੰ। ਸੇਮ ਇੱਥੇ ਜੇ ਤੁਸੀਂ ਇਹਨਾਂ ਦਾ ਮੇਨ ਸਟ੍ਰੀਮ ਮੀਡੀਆ ਜਿਹੜੇ ਫੋਲੋ ਕਰਦੇ ਹੋ, CBC, CTV, CP24, ਇਹਨਾਂ ਦੀ ਜਿਹੜੇ ਦੇਖਿਆ ਹੋਣਾ, ਜਿਨ੍ਹਾਂ ਨੇ ਮੋਰਚਾ ਪਤਾ ਹੋਣਾ, ਉਹਨਾਂ ਨੂੰ, ਜਿਨ੍ਹਾਂ ਨੇ ਨਹੀਂ ਦੇਖਿਆ ਇਹਨਾਂ ਦੀ ਫੁਟੇਜ ਕੱਢ ਕੇ ਦੇਖ ਲਓ। ਇਹਨਾਂ ਨੇ ਕੀ ਕਿਹਾ ਟਰੱਕ ਡਰਾਈਵਰਾਂ ਨੂੰ, ਕਿੱਦਾਂ ਦੀ ਭੱਦੀ ਸ਼ਬਦਾਵਲੀ ਵਰਤੀ ਗਈ, ਟਰੂਡੋ ਨੇ ਕਿੱਦਾਂ ਦੇ ਬਿਆਨ ਦਿੱਤੇ, ਹੈ ਨਾ। ਅਤੇ ਉੱਥੇ ਜਾ ਕੇ ਮੇਰੇ ਸਾਰੇ ਭਰਮ ਟੁੱਟੇ। ਮੈਂ ਕਿਹਾ ਬਈ ਸਿਸਟਮ ਤਾਂ ਸੇਮ ਹੀ ਆ, ਸਮਥਿੰਗ ਇਜ਼ ਹੈਪਨਿੰਗ, ਜਿਹੜਾ ਵੀ ਇੱਕ ਜਗ੍ਹਾ ਤੋਂ ਚੱਲ ਰਹੀ ਆ ਫਿਲਮ, ਇੱਕ ਜਗ੍ਹਾ ਤੋਂ ਚੱਲ ਰਹੀ ਆ। ਫਿਰ ਉੱਥੇ ਆ ਜਾਂਦਾ ਨਿਊ ਵਰਲਡ ਆਰਡਰ। ਉਹ ਨਿਊ ਵਰਲਡ ਆਰਡਰ ਕੀ ਆ? ਦੇ ਵਾਂਟ ਦੇ ਆਰ ਵਰਕਿੰਗ ਔਨ ਇਟ ਲਾਈਕ ਟੂ ਹੈਵ ਵਨ ਗਵਰਨਮੈਂਟ, ਲਾਈਕ ਇੱਕ ਦੁਨੀਆ ਦਾ ਕੰਟਰੋਲ ਇੱਕ ਜਗ੍ਹਾ ਤੋਂ ਹੋਣਾ ਚਾਹੀਦਾ। CBDC, ਸੈਂਟਰਲਾਈਜ਼ ਬੈਂਕਿੰਗ ਡਿਜੀਟਲ ਕਰੰਸੀ, ਬਈ ਇੱਕ ਬੈਂਕ ਇੱਕ ਕਰੰਸੀ, ਅਤੇ ਸੋਸ਼ਲ ਕ੍ਰੈਡਿਟ ਸਿਸਟਮ। ਸਾਰਾ ਕੁਛ ਜਦੋਂ ਤੁਸੀਂ ਇਸ ਬਾਰੇ ਪੜ੍ਹਦੇ ਹੋ, ਸਾਰਾ ਕੁਛ ਆਲਰੇਡੀ ਪਲੇਟ 'ਚ ਹੈਗਾ ਆ, ਇਟਸ ਆਲਰੇਡੀ ਔਨ ਦਾ ਟੇਬਲ, ਦੇ ਆਰ ਨਾਟ ਹਾਈਡਿੰਗ ਇਟ। ਜੇ ਤੁਸੀਂ ਰੀਸਰਚ ਕਰਦੇ ਹੋ, ਇਹ ਤੁਹਾਨੂੰ ਮੇਨ ਸਟ੍ਰੀਮ ਮੀਡੀਆ ਨੇ ਨਹੀਂ ਦੱਸਣਾ, ਇਹ ਤੁਹਾਨੂੰ ਟਰੂਡੋ ਨੇ ਨਹੀਂ ਦੱਸਣਾ, ਕਿਸੇ ਨੇ ਨਹੀਂ ਦੱਸਣਾ, ਪਰ ਇਟਸ ਆਲਰੇਡੀ ਦੇਅਰ ਔਨਲਾਈਨ, ਉਹਨਾਂ ਦੀ ਵੈਬਸਾਈਟ 'ਤੇ ਪਿਆ ਆ, ਵਰਲਡ ਇਕਨੋਮਿਕ ਫੋਰਮ। ਹੁਣ ਵਰਲਡ ਇਕਨੋਮਿਕ ਫੋਰਮ ਦੇ ਨਾਲ ਬਿੱਲ ਗੇਟਸ ਵੀ ਜੁੜਿਆ ਹੋਇਆ ਆ। ਜਿਹੜੇ ਕਿਸਾਨ ਬਿੱਲ ਆ, ਆਪਾਂ ਕਹਿੰਦੇ ਨੇ, ਦੀਪ ਸਿੱਧੂ ਕਹਿੰਦਾ ਸੀ ਨਿਊ ਵਰਲਡ ਆਰਡਰ ਦੀ ਜੜ ਅਮਰੀਕਾ 'ਚ ਪਈ ਆ ਜੀ। ਉਹ ਸੇਮ ਬਿੱਲ, ਉਹ ਇਹੀ ਏਜੰਡੇ ਦੇ ਤਹਿਤ ਉਹ ਬਿੱਲ ਆਏ ਸੀ। ਸਾਡੀਆਂ ਜ਼ਮੀਨਾਂ ਦੱਬਣੀਆਂ ਸੀਗੀਆਂ। ਆਪਣੀ ਜਿਹੜੀ ਪੰਜਾਬ ਦੀ ਜ਼ਮੀਨ ਆ, ਸਭ ਤੋਂ ਵਧੀਆ ਜ਼ਮੀਨ ਆ, ਉਹ ਦੁਨੀਆ ਦੀ ਮੰਨੀ ਜਾਂਦੀ ਆ। ਉੱਥੇ ਸਾਰਿਆਂ ਦੀ ਆਖਿਆ ਵੀ ਇਹ ਦੱਬ ਲਈਏ ਪਹਿਲਾਂ। ਅੱਛਾ ਜੀ। ਅਤੇ ਉਸੇ ਏਜੰਡੇ ਦੇ ਵਿੱਚ ਫਿਰ ਜਿਹੜਾ ਕੋਵਿਡ ਦਾ ਜੋ ਡਰਾਮਾ ਇਹ ਦੇਖਿਆ, ਹੁਣ ਡਰਾਮਾ ਮੈਂ ਕਿਉਂ ਕਹਿ ਰਿਹਾ ਹਾਂ, ਹੁਣ ਕਿਸਾਨ ਮੋਰਚਾ ਵੀ ਲੱਗਾ ਸੀਗਾ ਉੱਥੇ, ਇੱਕ ਵੀ ਬੰਦਾ ਮੈਨੂੰ ਦਿਖਾ ਦਿਓ ਕੋਵਿਡ ਦੇ ਨਾਲ ਮਰਿਆ ਹੋਵੇ।
ਇੱਕ ਪਾਸੇ ਦਿੱਲੀ 'ਚ ਕਹਿੰਦੇ ਜੀ ਸਿਵੇ ਮੱਚੀ ਜਾਂਦੇ, ਦੂਜੇ ਪਾਸੇ ਕਿਸਾਨ ਮੋਰਚਾ ਲੱਗਾ ਹੋਇਆ, ਕਿਸੇ ਨੇ ਮਾਸਕ ਨਹੀਂ ਲਾਇਆ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ ਉੱਥੇ, ਅਤੇ ਉੱਥੇ ਇੱਕ ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ ਲੱਗਿਆ। 700 ਕਿਸਾਨ ਸ਼ਹੀਦ ਹੋਇਆ ਉੱਥੇ, ਕਿਸੇ ਦਾ ਐਕਸੀਡੈਂਟ ਹੋਇਆ, ਕਿਸੇ ਨੇ ਸੁਸਾਈਡ ਕਰਿਆ ਉੱਥੇ, ਅਤੇ ਕੋਈ ਹੋਰ ਕਾਰਨਾਂ ਕਰਕੇ ਮਰਿਆ, ਕੋਈ ਵੀ ਕੋਵਿਡ ਕਰਕੇ ਨਹੀਂ ਮਰਿਆ। ਅਤੇ ਜੇ ਕੋਵਿਡ ਹੁੰਦਾ ਇੰਨਾ ਡੈਡਲੀ ਬਰੋ, ਜਿਹੜਾ ਕਿਸਾਨ ਮੋਰਚਾ ਤਾਂ ਵਾਈਪ ਆਊਟ ਹੀ ਕਰ ਦੇਣਾ ਸੀਗਾ ਉਹਨੇ, ਠੀਕ ਆ। ਅਤੇ ਐਵੇਂ ਤਾਂ ਜਿਵੇਂ ਫਾਰਮਰਸ ਪ੍ਰੋਟੈਸਟ ਦਾ ਏਜੰਡਾ ਹੋ ਗਿਆ, ਅਤੇ ਆਪਣਾ ਇੱਥੇ ਟਰੱਕਰਸ ਕਨਵੋਏ ਜਿਹੜਾ ਹੋਇਆ, ਹੋਰ ਕਿਸੇ ਕੰਟਰੀ ਵਿੱਚ ਇੱਦਾਂ ਦੀ ਕੋਈ ਚੀਜ਼ ਬੜੀ ਵਿਜ਼ੀਬਲੀ ਹੋਈ ਹੈ ਰੀਸੈਂਟਲੀ? ਹਾਂਜੀ, ਜਿੱਥੋਂ ਪਤਾ ਲੱਗਦਾ ਇਹਲੇ 2 ਮੁਲਕਾਂ ਨੂੰ ਛੱਡ ਕੇ। ਜਿਹੜਾ ਕੋਵਿਡ ਦਾ ਡਰਾਮਾ ਸੀ, ਇਹਦੇ ਲਈ ਕਿਸੇ ਨੇ ਇਨੀਸ਼ੀਏਟਿਵ ਨਹੀਂ ਸੀ ਲਿਆ, ਇਹਦੇ ਅਗੇਂਸਟ ਮੈਂਡੇਟਸ ਦੇ ਜੋ ਵੀ ਲੱਗਾ, ਕਿਉਂਕਿ ਵਰਲਡ ਵਾਈਡ ਹੋਇਆ ਇਹ, ਜਿੱਦਾਂ ਆਪਾਂ ਕਹਿੰਦੇ ਵਰਲਡ ਗਵਰਨਮੈਂਟ, ਜਿਹੜਾ ਹੁਣ ਕੋਵਿਡ ਦਾ ਡਰਾਮਾ ਸਾਰੀ ਦੁਨੀਆ 'ਚ ਖੇਡਿਆ ਗਿਆ। ਸੇਮ ਰਿਸਟ੍ਰਿਕਸ਼ਨ ਕੈਨੇਡਾ 'ਚ ਉਹੀ ਲੱਗੀਆਂ, ਇੰਡੀਆ 'ਚ ਉਹੀ, ਆਸਟ੍ਰੇਲੀਆ 'ਚ ਉਹੀ, ਨਿਊਜ਼ੀਲੈਂਡ 'ਚ ਉਹੀ, ਸਵਿਟਜ਼ਰਲੈਂਡ 'ਚ ਉਹੀ, UK 'ਚ ਸਾਰੇ ਕਿਤੇ ਲੱਗੀਆਂ। ਜੇ ਉਹਨਾਂ ਨੇ ਦਰਬਾਰ ਸਾਹਿਬ ਕਹਿੰਦੇ ਵੀ ਸੰਗਤ ਨੇ ਨਹੀਂ ਜਾਣਾ, ਅਤੇ ਮੱਕਾ ਮਦੀਨਾ ਵੀ ਬੰਦ ਕਰਾਇਆ ਉਹਨਾਂ ਨੇ, ਚਰਚਾਂ ਵੀ, ਵੈਟੀਕਨ ਵੀ ਬੰਦ ਹੋਈ ਆ। ਸੋ ਸਾਰੇ ਕਿਤੇ ਉਹਨਾਂ ਨੇ ਟੈਸਟ ਕੀਤਾ ਵੀ ਹਾਂ ਸਾਡੀ ਦੁਨੀਆ ਗੱਲ ਮੰਨਦੀ ਆ, ਸਮਝਦੇ ਹੋ? ਵਨ ਕੰਟਰੋਲ, ਇੱਕ ਜਗ੍ਹਾ ਤੋਂ ਕੰਟਰੋਲ ਹੋ ਰਿਹਾ ਸਾਰਾ ਕੁਛ। ਔਨ ਪਰਸਨਲ ਲੈਵਲ ਵਿੱਚ ਤੁਸੀਂ ਕੀ ਸੋਚਦੇ ਹੋ 1 to 10 ਦੇ ਸਕੇਲ 'ਤੇ ਕਿੰਨਾ ਕੁ ਲੋਕਾਂ ਨੇ ਮੰਨਿਆ ਜੋ ਚਾਹੁੰਦੇ ਸੀ? ਸਾਰੇ ਮੰਨ ਲਿਆ। ਸਾਰੇ ਦੇਖ ਲਓ ਤੁਸੀਂ, ਆਪਾਂ ਘਰੇ ਬਹਿ ਗਏ, ਆਪਾਂ ਮਾਸਕ ਲਾ ਲਏ, ਆਪਾਂ 6 ਫੁੱਟ ਡਿਸਟੈਂਸ 'ਤੇ ਖੜ੍ਹ ਗਏ, ਕਿੰਨੂੰ ਹੁਣ ਹਾਸਾ ਆਉਂਦਾ ਸੋਚ ਕੇ ਜਿਹੜੀਆਂ ਗੱਲਾਂ ਕੀਤੀਆਂ। ਅਸੀਂ ਤਾਂ ਉਦੋਂ ਵੀ ਨਹੀਂ ਸੀ ਮਾਸਕ ਲਾਏ, ਜਦੋਂ ਜਾਂਦੇ ਹੁੰਦੇ ਸੀ ਗਰੋਸਰੀ ਸਟੋਰ, ਲੋਕ ਇੱਦਾਂ ਦੇਖਦੇ ਸੀ ਜਿੱਦਾਂ ਕੋਈ ਟੈਰਰਿਸਟ ਆ ਗਿਆ ਹੁੰਦਾ, ਵੀ ਪਤਾ ਨਹੀਂ ਬੰਦੇ ਮਾਰ ਦੇਣੇ, ਇਹਨੇ ਮਾਸਕ ਨਹੀਂ ਪਾਇਆ ਹੋਇਆ। ਅੱਛਾ, ਪੂਰੇ 1.5-2 ਸਾਲ ਦੇ ਦੌਰਾਨ ਨਾ? ਹਾਂਜੀ, ਆਪਾਂ ਕਮਲਪ੍ਰੀਤ ਸਿੰਘ ਹੋਣਾ ਨੇ ਜਿੱਦਾਂ ਸਾਰੇ ਹੈਗੇ ਆ ਸਿੰਘ, ਨਾ ਮਾਸਕ ਲਾਏ ਇਹਨਾਂ ਨੇ, ਨਾ ਟੀਕੇ ਲਵਾਏ, ਅਤੇ ਸ਼ੁਰੂ ਤੋਂ ਹੀ ਬੋਲਦੇ ਪਏ ਆ ਇਹਦੇ ਅਗੇਂਸਟ, ਹੈ ਨਾ। ਕੋਈ ਇੱਦਾਂ ਦੀ ਕਨਫਰੰਟੇਸ਼ਨ ਹੋਈ ਕਦੀ ਕਿਸੇ ਗੋਰੇ ਨਾਲ ਜਾਂ ਕਿਸੇ ਵੀ ਬੰਦੇ ਨਾਲ ਕਿ ਉਹਨੇ ਪੁਲਿਸ ਕਾਲ ਕਰਤੀ ਹੋਈ, ਸਿਕਿਉਰਿਟੀ ਕਾਲ ਕਰਤੀ ਹੋਈ ਗਰੋਸਰੀ ਸਟੋਰ ਵਿੱਚ, ਜਾਂ ਤੁਹਾਡੇ ਖਿਲਾਫ ਕੋਈ ਫਿਜ਼ੀਕਲ ਐਕਸ਼ਨ ਲਿੱਤਾ ਹੋਏ ਕਦੀ ਵੀ 1.5-2 ਸਾਲ ਦੇ ਦੌਰਾਨ? ਮੇਰੇ ਖਿਲਾਫ ਨਹੀਂ ਆਇਆ, ਕਿਉਂਕਿ ਮੇਰਾ ਨਾ ਤਰੀਕਾ ਥੋੜ੍ਹਾ ਜਿਹਾ ਡਿਫਰੈਂਟ ਹੈ ਡੀਲ ਕਰਨ ਦਾ। ਉੱਦਾਂ ਮੈਂ ਅਗਰੈਸਿਵ ਹੈਗਾ ਆ, ਪਰ ਉਹ ਚੀਜ਼ ਨੂੰ ਮੈਂ ਡੀਲ ਬੜੀ ਵਧੀਆ ਤਰੀਕੇ ਨਾਲ ਕੀਤਾ। ਕੋਈ ਮੈਨੂੰ ਪੁੱਛਦਾ ਸੀ ਮਾਸਕ, ਹੈ ਨਾ, ਇੱਕ ਮੈਂ ਉੱਦਾਂ ਹੀ ਵੀਡੀਓ ਵੀ ਮੇਰੀ ਵਾਇਰਲ ਹੋ ਗਈ ਸੀ, 4-5 ਲੱਖ ਚੱਲ ਗਈ ਟਵਿੱਟਰ 'ਤੇ। ਉਹ ਮੈਨੂੰ ਲੇਡੀ ਗੁੱਸੇ 'ਚ ਪੁੱਛਦੀ, ਕਹਿੰਦੀ ਤੈਨੂੰ ਅੰਦਰ ਕਿਹਨੇ ਵਾੜਤਾ? ਮੈਂ ਕਿਹਾ ਕੀ ਹੋ ਗਿਆ? ਕਹਿੰਦੀ ਤੂੰ ਮਾਸਕ ਨਹੀਂ ਲਾਇਆ ਹੋਇਆ। ਇੱਦਾਂ ਸਕਰੀਮ ਕਰ ਰਹੀ ਸੀ ਮੇਰੇ 'ਤੇ, ਹੈ ਨਾ। ਸਿੰਘ ਮੌਜ 'ਚ ਸੀਗੇ ਉਦੋਂ। ਮੈਂ ਕਿਹਾ ਦੇਖ, ਅੱਛਾ, ਜਦੋਂ ਗੁੱਸਾ ਚੜ੍ਹੇ ਉਦੋਂ ਬੰਦਾ ਕੋਲ ਆ ਕੇ ਗੁੱਸਾ ਕਰ ਸਕਦਾ? ਕਈ ਵਾਰ ਕੋਲ ਆ ਜਾਂਦੇ ਗੁੱਸਾ ਕਰਨ ਤੁਹਾਡੇ 'ਤੇ? ਹਾਂਜੀ, ਉਹ ਇੰਪਲੋਈ ਸੀ, ਲੋਕੀ ਨੇ ਕੁਛ ਨਹੀਂ ਕਿਹਾ, ਉਹ ਇੰਪਲੋਈ ਸੀਗੀ। ਜਿੱਦਾਂ ਪਰਲੇ ਪਾਸੇ ਖੜੀ, ਮੇਰੇ ਤੋਂ 10 ਫੁੱਟ ਦੂਰ ਹੈ, ਜਿੱਦਾਂ ਕੈਸ਼ੀਅਰ ਕਾਊਂਟਰ ਤੋਂ ਪਰਲੇ ਪਾਸੇ ਖੜੀ ਆ। ਉਹ ਮੈਨੂੰ ਕਹਿੰਦੀ ਵੀ ਤੈਨੂੰ ਅੰਦਰ ਕਿਹਨੇ ਵਾੜਤਾ? ਮੈਂ ਕਿਹਾ ਮੈਂ ਆ ਗਿਆ, ਹੈ ਨਾ, ਵੀ ਕੀ ਚੱਕਰ ਕੀ ਪੈ ਗਿਆ? ਕਹਿੰਦੀ ਮਾਸਕ ਤੇਰਾ ਕਿੱਥੇ ਆ, ਹੈ ਨਾ। ਮੈਂ ਉੱਦਾਂ ਹੀ ਜਿੱਦਾਂ ਸਿੰਘ ਮੌਜ ਸੀ, ਮੈਂ ਕਿਹਾ ਵੀ ਦੇਖ, ਜੇ ਮੇਰੇ ਮਾਸਕ ਲੱਗਾ ਹੁੰਦਾ ਜਿਹੜੀ ਮੇਰੀ ਸਮਾਈਲ ਤੈਨੂੰ ਦਿਖਣੀ ਨਹੀਂ ਸੀ। ਉਹ ਹੱਸਣ ਲੱਗ ਗਈ। ਮੈਂ ਕਿਹਾ ਡਿਫਿਊਜ਼ ਹੋ ਗਿਆ, ਕਿਉਂਕਿ ਆਹ ਚੀਜ਼ਾਂ ਉਹਨਾਂ ਨੇ ਸਾਡੇ 'ਤੇ, ਉਹ ਕਹਿੰਦੇ ਨਾ ਫੀਅਰ ਜੀ, ਫਾਲਸ ਐਵੀਡੈਂਸ ਅਪੀਅਰ ਰੀਅਲ, ਉਹ ਫੀਅਰ ਲੋਕਾਂ ਦੇ ਦਿਲਾਂ 'ਚ ਬਿਠਾਇਆ ਸੀ ਵੀ ਜਿਹਨੇ ਮਾਸਕ ਨਹੀਂ ਲਾਇਆ ਉਹ ਬਸ ਜੀ ਖਤਰਨਾਕ ਆ ਤੁਹਾਡੇ ਲਈ, ਐਂਟੀ ਮਾਸਕਰ ਜੀ, ਇਹ ਟੈਰਰਿਸਟ ਨੇ। ਸੋਸਾਇਟੀ 'ਚ ਟੈਨਸ਼ਨ ਵੱਧ ਜਾਂਦੀ, ਟੈਨਸ਼ਨ ਵਧੀ ਹੋਈ। ਉਹ ਡਿਵਾਈਡ ਹੁਣ ਵੀ ਹੈਗਾ ਆ, ਐਂਟੀ ਵੈਕਸਰ ਜੋ ਵੀ ਆ, ਉਹ ਡਿਵੀਜ਼ਨ ਪੈ ਗਈ ਆ, ਇਟਸ ਪਰਮਾਨੈਂਟ। ਐਂਡ ਜਿਹਦੇ ਬਾਰੇ ਲੌਜੀਕਲੀ ਸੋਚੋ ਤੇ ਦ ਫਸਟ ਥਿੰਗ ਜਿਹੜਾ ਕੋਈ ਬੰਦਾ ਕਰੇਗਾ ਹੁੰਦਾ ਕਿ ਲੈਟਸ ਯੂਨਾਈਟ ਫਿਜ਼ੀਕਲ ਤੌਰ ਤੇ ਵੀ, ਐਂਡ ਉਹ ਵਾਲਾ ਏਜੰਡਾ ਹੀ ਸਾਡਾ ਤੋੜ ਦਿੱਤਾ ਗਿਆ ਕਿ ਇਕੱਠੇ ਹੀ ਨਹੀਂ ਹੋਣਾ। ਜਿਹੜਾ ਇਕੱਠਾ ਹੋ ਰਿਹਾ, ਜਿਹੜੇ ਹੁਣ ਲੈਟਸ ਸੇ ਰੈਲੀਆਂ ਕਰਦੇ ਸੀ, ਕਮਲਪ੍ਰੀਤ ਹੋਣੀ ਜਾਂਦੇ ਸੀ, ਉਹਨਾਂ ਨੂੰ ਮੀਡੀਆ 'ਚ ਕਿਹਾ ਜਾਂਦਾ ਸੀ ਇਹ ਰੇਸਿਸਟ ਬੰਦੇ ਨੇ, ਇਹ ਐਂਟੀ ਮਾਸਕਰ ਨੇ, ਇਹ ਐਂਟੀ ਵੈਕਸਰ ਨੇ, ਇਹ ਤੁਹਾਡੇ ਦੁਸ਼ਮਣ ਨੇ ਸੋਸਾਇਟੀ ਦੇ, ਇੱਦਾਂ ਪ੍ਰੈਜ਼ੈਂਟ ਕੀਤਾ ਗਿਆ ਉਹਨਾਂ ਨੂੰ ਜਿਹੜੇ ਇਕੱਠੇ ਹੁੰਦੇ ਸੀ। ਸੋ ਬੇਸਿਕਲੀ ਇਹ ਮਿਲਟਰੀ, ਜੇ ਤੁਸੀਂ ਜੋਗ ਰੋਗਨ ਦਾ ਨਾ ਮਾਜਿਦ ਨਿਵਾਜ਼ ਦੇ ਨਾਲ ਇੱਕ ਪੋਡਕਾਸਟ ਹੈ, ਸਪੈਸ਼ਲੀ 3-4 ਘੰਟੇ ਦਾ ਪੋਡਕਾਸਟ ਆ ਉਹ, ਉਹਦੇ 'ਚ ਮਾਜਿਦ ਨਿਵਾਜ਼ ਇਹੋ ਜਿਹੀ ਚੀਜ਼ ਆ ਵੀ ਉਹ ਸਾਰਾ ਕੁਛ ਦੇਖ ਕੇ ਆਇਆ। ਹੀ ਇਜ਼ ਅ ਮੁਸਲਿਮ ਗਾਏ, ਉਹਨੇ ਸਭ ਕੁਛ ਦੇਖਿਆ ਹੋਇਆ, ਟੀਰਨੀ ਕੀ ਹੁੰਦੀ, ਓਪਰੇਸ਼ਨ ਕੀ ਹੁੰਦਾ ਅਮਰੀਕਾ 'ਚ ਨਹੀਂ, ਸਾਰੇ ਪਿੱਛੇ ਵੀ ਆਪਣਾ ਜੋ ਮੁਸਲਿਮ ਕੰਟਰੀਆਂ ਦੇ ਵਿੱਚ ਹੁੰਦਾ ਹੈ ਨਾ, ਉਹਦੀ ਹਿਸਟਰੀ ਆ ਬੰਦੇ ਦੀ ਆਪਣੀ। ਉਹ ਕਹਿੰਦਾ ਬਈ ਇਹ ਮਿਲਟਰੀ ਗ੍ਰੇਡ ਦਾ ਐਕਸਪੈਰੀਮੈਂਟ ਕੀਤਾ ਗਿਆ ਲੋਕਾਂ ਦੇ ਉੱਤੇ ਵਿਦਾਊਟ ਮਿਲਟਰੀ। ਐਕਸਪਲੇਨ ਕਰੋ ਕਿ ਮਿਲਟਰੀ ਗ੍ਰੇਡ ਕੀ ਹੁੰਦਾ? ਮਿਲਟਰੀ ਗ੍ਰੇਡ ਐਕਸਪੈਰੀਮੈਂਟ ਮਤਲਬ ਕਿ ਲੈਟਸ ਸੇ ਆਪਾਂ ਕਰਫਿਊ ਲੱਗਦੇ ਸੀ ਪਹਿਲਾਂ। ਕਰਫਿਊ ਕਿੱਦਾਂ ਲੱਗਦੇ ਸੀ? ਮਿਲਟਰੀ ਆ ਗਈ ਆ ਜੀ, ਤੁਸੀਂ ਘਰਾਂ 'ਚੋਂ ਨਹੀਂ ਨਿਕਲਣਾ, ਜਿਹੜਾ ਘਰੋਂ ਬਾਹਰ ਨਿਕਲੂਗਾ ਉਹਨੂੰ ਜਾਂ ਗੋਲੀ ਜੋ ਦਫਾ 144 ਲਾਤੀ ਵੀ ਘਰੋਂ ਨਹੀਂ ਨਿਕਲਣਾ ਕਿਸੇ ਨੇ। ਇੱਥੇ ਕੀ ਕੀਤਾ ਗਿਆ? ਤੁਹਾਨੂੰ ਡਰਾਤਾ ਉਹਨਾਂ ਨੇ, ਕਿਹਦੇ ਜ਼ਰੀਏ? TV ਦੇ ਜ਼ਰੀਏ, ਜਿਹਨੂੰ ਬਲੈਕ ਬਾਕਸ ਕਿਹਾ ਜਾਂਦਾ। ਹੁਣ TV ਦੇ ਜ਼ਰੀਏ ਮੈਸੇਜ ਦੇ ਕੇ ਤੁਹਾਨੂੰ ਘਰਾਂ 'ਚ ਬਿਠਾਤਾ। ਕੋਈ ਉਹਨਾਂ ਨੇ ਪੁਲਿਸ ਨਹੀਂ ਲਾਈ ਬਾਹਰ, ਕੋਈ ਹਥਿਆਰਾਂ ਵਾਲੇ ਬੰਦੇ ਨਹੀਂ ਹੈ। ਹਾਂ, ਪੰਜਾਬ 'ਚ ਕੁੱਟ ਪਈ ਆ, ਡਾਂਗਾ ਡੂੰਗਾ ਚੱਲੀਆਂ, ਪਰ ਇਹਨਾਂ ਮੁਲਕਾਂ 'ਚ ਲੋਕੀ ਘਰੋਂ ਨਹੀਂ ਨਿਕਲੇ, ਸ਼ਹਿਰ ਸੁੰਨੇ ਪੈ ਹੋ ਗਏ ਸੀਗੇ ਸਾਰੇ, ਰਾਈਟ। ਸੋ ਉਹ ਕਹਿੰਦੇ ਮਿਲਟਰੀ ਗ੍ਰੇਡ ਦਾ ਐਕਸਪੈਰੀਮੈਂਟ ਕੀਤਾ ਗਿਆ ਜਿਹਦੇ 'ਚ ਮਿਲਟਰੀ ਦੀ ਲੋੜ ਹੀ ਨਹੀਂ ਪਈ। I think that's the worst part, ਕਿ ਬਿਨਾਂ ਸ਼ਸਤਰਾਂ ਤੋਂ, ਬਿਨਾਂ ਕਿਸੇ ਫਿਜ਼ੀਕਲ ਕਰੂਅਲਟੀ ਤੋਂ ਬਗੈਰ ਹੀ ਹੋਇਆ ਸਭ ਕੁਝ। ਬਈ ਲੋਕਾਂ ਨੂੰ ਇੱਕ ਦੂਜੇ ਤੋਂ ਇੰਨਾ ਡਰਾਤਾ, ਫੈਮਲੀਆਂ ਨੂੰ ਮਿਲਣੋਂ ਹਟ ਗਈਆਂ। ਆਪਾਂ ਕਹਿੰਦੇ ਸੀ ਜੀ, ਉਹ ਕਹਿੰਦੇ ਉਹਨਾਂ ਨੇ ਨੈਰੇਟਿਵ ਬਣਾਇਆ ਨਾ, ਯੂ ਆਰ ਸੇਵਿੰਗ ਦਾ ਵਰਲਡ, ਸਟੇ ਹੋਮ, ਸੇਵ ਦਾ ਵਰਲਡ।
ਸੋਸ਼ਲ ਡਿਸਟੈਂਸ ਸੇਵ ਦਾ ਵਰਲਡ, ਵੀਅਰ ਏ ਮਾਸਕ ਸੇਵ ਦਾ ਵਰਲਡ, ਗੈਟ ਵੈਕਸੀਨੇਟਡ ਸੇਵ ਦਾ ਵਰਲਡ। ਤੁਹਾਨੂੰ ਉਹਨਾਂ ਨੇ ਵਾਰੀਅਰ ਬਣਾਤਾ ਵੀ ਤੁਸੀਂ ਘਰੇ ਬੈਠ ਕੇ ਤੁਸੀਂ ਦੁਨੀਆ ਬਚਾ ਰਹੇ ਹੋ। ਕਰੋਨਾ ਵਾਰੀਅਰ ਵੀ ਕਿਹਾ ਨਾਮ। ਹਾਂ, ਤੁਸੀਂ ਵਾਰੀਅਰ ਹੋ। ਹੁਣ ਜਿਹੜੇ ਵਿਚਾਰੇ ਇਕੱਠੇ ਹੋ ਕੇ ਜਾਂਦੇ ਸੀ ਕਿਤੇ, ਉਹ ਤਾਂ ਓਬਵੀਅਸਲੀ ਫਿਰ ਟੈਰਰਿਸਟ ਹੋ ਗਏ ਤਾਂ, ਰਾਈਟ। ਤੁਸੀਂ ਫੈਮਲੀਜ਼ ਦੀ ਗੱਲ ਕੀਤੀ, ਸਾਨੂੰ ਆਪਣਾ ਚੇਤਾ ਆ ਗਿਆ ਕਿ ਅਸੀਂ ਕੋਵਿਡ ਦੇ ਦੌਰਾਨ ਵੀ, ਹੁਣ ਮੈਂ ਕਹਿ ਸਕਦਾ ਕਿਉਂਕਿ ਹੁਣ ਕੋਈ ਕੰਪਲੇਂਟ ਨਹੀਂ ਕਰੇਗਾ, ਅਤੇ ਉਦੋਂ 'ਤੇ ਦੇਖੋ ਹੁਣ ਜੇ ਕਿਸੇ ਨੂੰ ਇਹ ਵੀ ਦੱਸ ਦਿਓ ਨਾ ਕਿ ਸਾਡੇ ਘਰ ਕੀਰਤਨ ਹੈਗਾ, ਪ੍ਰੋਗਰਾਮ ਹੈਗਾ, ਸਾਡੇ ਘਰ ਕੁਛ ਹੈਗਾ, ਅਤੇ ਪਹਿਲੇ ਤਾਂ ਡਰ ਇਹ ਹੁੰਦਾ ਸੀ ਕਿ ਚਲੋ ਆਪਣੇ ਸੰਗਤ 'ਚੋਂ ਹੀ ਚਲੋ ਡਰੇ ਸੱਜਣ ਹੁੰਦੇ ਆ, ਉਹ ਕਿਸੇ ਨੂੰ ਦੱਸ ਨਾ ਦੇਣ, ਅਤੇ ਜੇ ਤਾਂ ਅਸੀਂ ਘਰ ਰੱਖ ਵੀ ਲਿਆ ਅਤੇ ਗੁਆਂਢੀ ਨਾਲ ਕੰਪਲੇਂਟ ਕਰ ਦੇਣ, ਅਤੇ ਜੋ ਕਿ ਉਹ ਵੀ ਹੋਇਆ ਕਿ ਸਾਡੇ ਘਰ ਇੱਕ ਵਾਰੀ ਪੁਲਿਸ ਆਈ ਹੈ ਇਸ ਕਾਰਨ ਕਿ ਕਿਸੇ ਨੇ ਕੰਪਲੇਂਟ ਕਰਤੀ ਹੈ। ਹੁਣ ਇੱਥੇ ਆ ਕੇ ਨਾ ਫਿਰ ਇੱਕ ਆਪਣਾ ਪਾਸਟਰ ਆ ਆਰਟੁਰ ਪਲੋਸਕੀ, ਉਹਨੂੰ ਤੁਸੀਂ ਸਰਚ ਕਰਿਓ। ਆਈ ਥਿੰਕ ਮੈਨੂੰ ਪਤਾ, ਸੁਣਿਆ ਦੇਖਿਆ ਹੋਣਾ ਤੁਸੀਂ ਉਹਨੂੰ। ਉਹਦੇ ਘਰ ਪੁਲਿਸ ਆਈ ਸੀ ਇੱਕ ਵਾਰੀ। ਹਾਂਜੀ, ਘਰੇ ਨਹੀਂ, ਉਹ ਬੰਦਾ 16 ਵਾਰ ਅਰੈਸਟ ਹੋਇਆ ਬਾਬਾ ਜੀ। ਮੈਂ ਉਹਨੂੰ ਪਰਸਨ ਮਿਲਿਆ, ਮੈਨੂੰ ਵੀ ਜਾਣਦਾ ਉਹ। ਕੈਨੇਡੀਅਨ ਹੀ ਹੈ? ਕੈਨੇਡੀਅਨ। ਉਹ ਹੈਗਾ ਇਮੀਗਰੈਂਟ, ਆਈ ਥਿੰਕ ਇਜ਼ ਆਇਰਿਸ਼ ਔਰ ਪੋਲਿਸ਼, ਬਈ ਇਮੀਗਰੈਂਟ ਆ ਉਹ, ਬਈ ਕੈਨੇਡੀਅਨ ਬੋਰਨ ਨਹੀਂ ਹੈਗਾ ਬੰਦਾ ਉਹ। 16 ਵਾਰ ਬਾਬਾ ਜੀ ਅਰੈਸਟ ਹੋਇਆ ਉਹ ਹੈ, ਹੁਣ ਵੀ ਹਾਊਸ ਅਰੈਸਟ 'ਤੇ ਆ ਉਹ। ਅੱਛਾ, ਇਜ਼ ਔਨ ਦਾ ਹਾਊਸ ਅਰੈਸਟ। ਅਤੇ ਉਹਦਾ ਤੁਸੀਂ ਇੱਕ ਵੀਡੀਓ ਕੱਢਿਓ, ਉਹ ਲੱਭਣੀ ਨਹੀਂ, ਉੱਦਾਂ ਤਾਂ ਯੂਟਿਊਬ ਤੋਂ ਤਾਂ ਲੱਭਣੀ ਨਹੀਂ ਉਹ, ਮੈਂ ਵੀ ਟਿਕਟੋਕ 'ਤੇ ਪਈ ਆ, ਜਾਂ ਮੈਂ ਤੁਹਾਨੂੰ ਦਿਖਾ ਦੂੰਗਾ। ਇੱਦਾਂ ਜਿੱਦਾਂ ਗੁਰਦੁਆਰਿਆਂ 'ਚ ਪੁਲਿਸ ਆਉਂਦੀ, ਜਿੱਦਾਂ ਤੁਸੀਂ ਕਹਿੰਦੇ ਸੰਗਤ ਇਕੱਠੀ ਹੋਈ ਆ, ਪੁਲਿਸ ਆ ਗਈ ਅਤੇ ਲੋਕ ਡਰ ਕੇ ਕਹਿੰਦੇ ਚਲੋ ਘਰੋਂ ਘਰੀ ਚੱਲੀਏ। ਉਹ ਬੰਦੇ ਨੇ ਕਨਫਰੰਟ ਕੀਤੀ ਪੁਲਿਸ, 10-15 ਜਾਣੇ ਆਏ ਚਰਚ ਬੰਦ ਕਰਾਉਣ ਵੀ ਤੁਸੀਂ ਪ੍ਰੋਗਰਾਮ ਕਰਾਈ ਜਾਂਦੇ ਹੋ। ਉਹ ਬੰਦਾ ਗਰਜਿਆ ਬਾਬਾ ਜੀ ਸ਼ੇਰ ਵਾਂਗੂ। ਉਹ ਵੀਡੀਓ ਪਈ ਆ, ਪੁਲਿਸ ਇੱਥੇ ਖੜੀ ਆ, ਖੜਾ ਕਹਿ ਰਿਹਾ ਵੀ ਨਿਕਲੋ ਇੱਥੋਂ, ਕਿ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ। ਉਹ ਸੁਣਨੇ ਵਾਲੀ ਆ ਚੀਜ਼। ਉਹ ਪੁਲਿਸ ਉਹਨੇ ਭਜਾਈ ਆ ਕਾਹਦੇ ਨਾਲ? ਵਰਬਲੀ। ਭਈ ਉਹਦੀ ਜੁਰਤ ਦਿਖਾਈ। ਇੱਕ ਬੰਦੇ ਨੇ 15 ਪੁਲਿਸ ਵਾਲੇ ਜਿਹੜੇ ਜਿਨ੍ਹਾਂ 'ਚ ਜੁਰਤ ਸੀਗੀ ਉਹਨੂੰ ਫੜ ਕੇ ਅਰੈਸਟ ਕਰਕੇ ਲਿਜਾ ਸਕਦੇ ਸੀ, ਉਹ ਇੱਦਾਂ ਤੁਰੇ ਜਿੱਦਾਂ ਨਿਆਣੇ ਨਹੀਂ ਤੁਰੇ ਜਾਂਦੇ ਹੁੰਦੇ ਮੂਹਰੇ ਨੀਵੀਂ ਪਾ ਕੇ। ਉੱਥੇ ਉਹ ਕਹਿੰਦਾ ਵੀ ਸ਼ੇਰ ਵਾਂਗੂ ਗਰਜੋਗੇ ਤਾਂ ਤੁਹਾਡਾ ਕੁਛ ਬਣਨਾ, ਨਹੀਂ ਤਾਂ ਇਹਨਾਂ ਨੇ ਤੁਹਾਨੂੰ ਦੱਬ ਲੈਣਾ ਆ ਕੇ। ਉਹ ਚੀਜ਼ਾਂ ਮੈਂ ਚਾਹੁੰਦਾ ਸੀ ਵੀ ਸਾਡੀ ਕੌਮ ਦੇ ਵਿੱਚ ਇੱਦਾਂ ਦੇ ਯੋਧੇ ਨਿਕਲਣ ਕਿਤੇ। ਸਾਡੇ ਤਾਂ ਪਹਿਲਾਂ ਹੀ ਸਰਕਾਰ ਨਾਲ ਰਲ ਕੇ ਨੈਰੇਟਿਵ ਦੇ ਵਿੱਚ ਹਿੱਸਾ ਪਾਉਣ ਲੱਗ ਗਏ ਜੀ। ਗੁਰਦੁਆਰੇ ਡਰਾਈਵ ਥਰੂ ਕਰਤੇ ਅਸੀਂ, ਲੰਗਰ ਲੈ ਜਾਓ ਜੀ, ਮੱਥਾ ਟੇਕਣ ਨਹੀਂ ਆਉਣਾ। ਅਤੇ ਪਹਿਲੀ ਵਾਰ ਮੈਂ ਕਹਿੰਦਾ ਹੋਇਆ ਹੋਣਾ ਕਿਤੇ ਇਤਿਹਾਸ 'ਚ ਵੀ ਅਸੀਂ ਗੁਰਦੁਆਰੇ ਬੰਦ ਕੀਤੇ ਸੰਗਤ ਨੂੰ। ਦਰਬਾਰ ਸਾਹਿਬ ਬੰਦ ਰਿਹਾ, ਦਰਬਾਰ ਸਾਹਿਬ ਅਤੇ ਸਾਰੇ ਕਿਤੇ ਹੋਇਆ। ਬਈ ਦੇਖੋ ਤੁਸੀਂ, ਸਾਈਕੋਲੋਜੀਕਲ ਵਾਰਫੇਅਰ ਤਾਂ ਹੀ ਕਿਹਾ ਜਾਂਦਾ ਵੀ ਲੋਕਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਸਾਡੇ ਨਾਲ ਧੱਕਾ ਹੋ ਗਿਆ, ਅਤੇ ਹੁਣ ਪਤਾ ਲੱਗ ਰਿਹਾ। ਅਤੇ ਹੁਣ ਉਹੀ ਮੈਂ ਕਹਿੰਦਾ ਭਾਈ ਬੋਲੋ। ਇਹ ਤਾਂ ਹਲੇ ਉਹਨਾਂ ਨੇ ਟੈਸਟ ਕੀਤਾ ਆ, ਰੀਅਲ ਡੀਲ ਤਾਂ ਆਉਣੀ ਆ ਹਲੇ। ਟ੍ਰੇਲਰ ਸੀ ਅਜੇ, ਇਹ ਤਾਂ ਟ੍ਰੇਲਰ ਸੀ। ਉਹ ਬੋਇਲਿੰਗ ਫਰੋਗ ਸਿੰਡਰੋਮ ਦੀ ਮੈਂ ਗੱਲ ਕਰਦਾ ਹੁੰਦਾ ਹਮੇਸ਼ਾ ਹੀ, ਸੁਣਿਆ ਹੋਇਆ ਤੁਸੀਂ ਬੋਇਲਿੰਗ ਫਰੋਗ? ਹੁਣ ਬੋਇਲਿੰਗ ਫਰੋਗ ਸਿੰਡਰੋਮ ਕੀ ਆ? ਉਹ ਕਹਿੰਦੇ ਜਦੋਂ ਤੁਸੀਂ ਡੱਡੂ ਨੂੰ ਸਿੱਧਾ ਪਾਣੀ 'ਚ, ਗਰਮ ਪਾਣੀ 'ਚ ਸਿੱਟੋਗੇ, ਉਹਨੇ ਜੰਪ ਕਰ ਜਾਣਾ, ਉਹਨੇ ਬਚ ਜਾਣਾ ਤੱਤਾ ਪਾਣੀ। ਹਾਂ, ਪਰ ਉਹਨੂੰ ਕੀ ਕਰਦੇ ਆ? ਉਹ ਕਹਿੰਦੇ ਠੰਡੇ ਪਾਣੀ 'ਚ ਰੱਖਦੇ ਆ, ਹੌਲੀ ਹੌਲੀ ਪਾਣੀ ਸਿਮ 'ਤੇ ਕਰਕੇ ਛੱਡਦੇ ਆ, ਅਤੇ ਉਹ ਕਹਿੰਦੇ ਉਹਦੀ ਐਡਜਸਟ ਕਰੀ ਜਾਂਦਾ ਉਹ। ਹੁਣ ਤੁਹਾਡੇ ਨਾਲ ਕੀ ਹੋਇਆ? ਜਦੋਂ ਨਵਾਂ ਸ਼ੁਰੂ ਹੋਇਆ ਆਹ ਡਰਾਮਾ ਪਲੈਨਡੈਮਿਕ, ਪਹਿਲਾਂ ਸਾਨੂੰ ਕਿਹਾ ਗਿਆ 2 weeks ਟੂ ਫਲੈਟਨ ਦਾ ਕਰਵ, ਬਈ 2 ਹਫ਼ਤੇ ਘਰੇ ਬਹਿ ਜਾਓ ਜੀ। ਕਹਿੰਦੇ ਠੀਕ ਹੈ ਜੀ। ਬਿਜ਼ਨਸ ਬੰਦ ਕਰ ਲਓ, ਕਰ ਲਏ ਅਸੀਂ। ਸਕੂਲ ਬੰਦ ਹੋ ਗਏ, ਗੁਰਦੁਆਰੇ ਬੰਦ ਕਰਾ ਲਏ। ਫਿਰ ਕਹਿੰਦੇ ਜੀ 6 ਫੁੱਟ ਦੂਰ ਖੜੋ। ਬਈ ਜਿਹੜੇ ਗਰੋਸਰੀ ਸਟੋਰ ਸੀ ਲਿਟਰਲੀ ਉਹਨਾਂ ਨੇ ਬਣਾਤੇ ਜਿੱਦਾਂ ਡੰਗਰਾਂ ਦੇ ਨਹੀਂ ਵਾੜੇ ਹੁੰਦੇ, ਬਈ ਇੱਧਰ ਨੂੰ ਤੀਰ ਲਾ ਕੇ ਇੱਧਰ ਦਾ ਤੁਰ ਜਾਣਾ, ਇੱਦਾਂ ਵਾਇਰਸ ਬਚ ਜਾਓਗੇ ਤੁਸੀਂ ਵਾਇਰਸ ਤੋਂ, ਲਾਈਕ ਕਾਮਨ ਸੈਂਸ, ਰਾਈਟ। ਫਿਰ ਕਹਿੰਦੇ ਮਾਸਕ ਲਾ ਲਓ। ਫਿਰ ਕਹਿੰਦੇ ਤੁਸੀਂ ਗ੍ਰੈਂਡ ਪੇਰੈਂਟ ਨੂੰ ਨਹੀਂ ਮਿਲ ਜਾਣਾ, ਤੁਸੀਂ ਉਹਨੂੰ ਰਿਸਕ 'ਚ ਪਾਓਗੇ। ਫਿਰ ਇਹ ਕਹਿੰਦੇ ਜੀ ਟੀਕੇ ਲਵਾ ਲਓ। ਫਿਰ ਕਹਿੰਦੇ ਬਈ ਹੌਲੀ ਹੌਲੀ ਸੇਕ ਵਧਾ ਰਹੇ ਆ। ਹਾਂ, ਸੇਕ ਵਧਾ ਰਹੇ ਆ ਉਹ। ਉਹਨਾਂ ਨੇ ਦੇਖ ਲਿਆ ਵੀ ਕਿੰਨੇ ਲੋਕੀ ਕੰਪਲਾਈ ਕਰਦੇ ਨੇ ਸਾਡੇ ਨਾਲ, ਵੀ ਬਿਨਾਂ ਕੁਛ ਧੱਕੇਸ਼ਾਹੀ ਤੋਂ। ਕੀਤਾ ਲੋਕਾਂ ਨੇ? ਹਾਂ ਕੀਤਾ ਵੀਰੇ, ਕੀਤਾ। ਅਤੇ ਉਹ ਟੈਸਟ ਕੀਤਾ ਸੀ ਤੁਹਾਡੇ 'ਤੇ, ਅਤੇ ਹਲੇ ਪਾਣੀ ਉਬਲਣਾ ਆ। ਹੁਣ ਅਸੀਂ ਜ਼ੋਰ ਕਿਉਂ ਲਾ ਰਹੇ ਹਾਂ ਸਾਰਾ ਕੁਛ ਛੱਡਾ ਕੇ, ਬਈ ਭਾਈ ਜਾਗ ਜੋ, ਹਲੇ ਪਾਣੀ ਉਬਲਣਾ ਆ। ਅਤੇ ਜਿੱਦਣ ਉਬਾਲਾ ਵੱਜ ਗਿਆ ਉੱਦਣ ਨਿਕਲ ਨਹੀਂ ਹੋਣਾ ਉਹਦੇ ਵਿੱਚੋਂ ਜਿਹੜਾ ਜੋ ਵੀ ਆ ਰਿਹਾ ਨਾ ਅੱਗੇ। ਅਸੀਂ ਤਾਂ ਹੁਣ ਦੇਖ ਰਹੇ ਹਾਂ ਕੀ ਪਾਲਿਸੀਆਂ ਲੈ ਕੇ ਆ ਰਹੇ ਨੇ। ਹੁਣ ਆਪਾਂ ਦੇਖਦੇ ਨਾ ਵੀ ਵਨ ਵਰਲਡ ਗਵਰਨਮੈਂਟ ਕਿੱਦਾਂ ਆਲਰੇਡੀ ਇਟਸ ਇਨ ਇਫੈਕਟ। ਹਥਿਆਰ ਹੁਣ ਪੰਜਾਬ 'ਚ ਵੀ ਬੈਨ ਹੋਏ ਆ, ਸੁਣਿਆ ਆਪਾਂ ਨੇ। ਭਗਵੰਤ ਮਾਨ ਨੇ ਕਿਹਾ ਜੀ ਹਥਿਆਰਾਂ 'ਤੇ ਗੱਲ ਨਹੀਂ ਕਰਨੀ, ਹਥਿਆਰ ਬੈਨ ਕਰਨੇ। ਟਰੂਡੋ ਨੇ ਕੀ ਕੀਤਾ? ਕੀਤੇ ਬੈਨ, ਗਨਸ 'ਤੇ ਲਾਅ ਪਾਸ ਕਰਤਾ, ਹੈਂਡ ਗਨ 'ਤੇ। ਫਿਰ ਈਵਨ ਅੱਜ ਤੱਕ ਕੈਨੇਡਾ ਦੇ ਵਿੱਚ ਹੰਟਿੰਗ ਰਾਈਫਲ ਦੇ ਨਾਲ ਇੱਕ ਵੀ ਬੰਦੇ ਦੀ ਮੌਤ ਨਹੀਂ ਹੋਈ। ਓਕੇ, ਹੰਟਿੰਗ ਰਾਈਫਲ, ਜਿਹੜੇ ਵੀ ਹੰਟ ਕਰਦੇ ਆ ਉਹਨਾਂ ਨੇ ਗੰਨਾਂ ਸਪੈਸ਼ਲ ਰੱਖੀਆਂ, ਉਹ ਹੰਟ ਕਰਨ ਲੈ ਕੇ ਜਾਂਦੇ ਆ, ਉਹਨਾਂ ਨਾਲ ਬੰਦਾ ਨਹੀਂ ਮਰਿਆ ਅੱਜ ਤੱਕ। ਹੰਟਿੰਗ ਗੰਨਾਂ ਬੈਨ ਕੀਤੀਆਂ ਨੇ। ਫਿਰ ਬਿੱਲ C-11 ਆ ਰਿਹਾ ਆ, ਜਿਹੜੀਆਂ ਆਪਾਂ ਗੱਲਾਂ ਹੁਣ ਤੁਸੀਂ ਕਰੀ ਜਾਂਦੇ ਆਪਾਂ ਜੀ, ਜਿਹੜਾ ਬਈ ਉਹਨਾਂ ਨੇ ਇੰਨੇ ਫਿਲਟਰ ਲਾ ਦੇਣੇ ਆ YouTube 'ਤੇ, ਹਾਂਜੀ, ਸਾਰੇ ਪਾਸੇ। ਉਹ ਜਿਹੜੀ ਗੱਲ ਲੋਕਾਂ ਤੱਕ ਆਉਣੀ ਹੋਈ ਨਹੀਂ, ਜਿਹੜੀ ਗੱਲ ਸਰਕਾਰ ਚਾਹੂਗੀ ਤੁਹਾਡੇ ਤੱਕ ਉਹ ਗੱਲ ਪਹੁੰਚਣੀ ਆ। ਆਈ ਥਿੰਕ ਬਿੱਲ C-11 ਦਾ ਇਹ ਜ਼ਰੂਰ ਹੈਗਾ ਕਿ ਕਾਫੀ ਲੋਕੀ ਉਹਦੇ ਆਪੋਜੀਸ਼ਨ 'ਚ ਵੀ ਬੈਠੇ ਆ, ਲੋਕਾਂ ਨੂੰ ਇਸ ਬਾਰੇ ਪਤਾ ਸਲੋ ਚੱਲ ਰਿਹਾ, ਉਹ ਕਰਨਾ ਚਾਹੁੰਦੇ ਆ ਉਹ।
ਥੋੜ੍ਹਾ ਜਿਹਾ ਐਕਸਪਲੇਨ ਕਰਨਾ ਚਾਹੋਗੇ ਫॉर ਦੋਜ਼ ਹੂ ਡੋਨਟ ਨੋ ਕਿ C11 ਕੀ ਹੈਗਾ? ਬਿੱਲ C11 ਹੈਗਾ ਸੋਸ਼ਲ ਮੀਡੀਆ ਸੈਂਸਰਸ਼ਿਪ ਜੀ। ਉਹ ਕਹਿੰਦੇ ਜੀ ਅਸੀਂ ਪ੍ਰੋਟੈਕਟ ਕਰਨਾ ਲੋਕਾਂ ਦੀ ਸੇਫਟੀ, ਜੋ ਵੀ ਉਹਨਾਂ ਨੇ ਆਪਣਾ ਉਹਨੂੰ ਕਰਨਾ ਹੁੰਦਾ, ਸਜਾਉਣਾ ਹੁੰਦਾ ਮੇਕਅਪ ਕਰਕੇ, ਵੀ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਜਿੱਦਾਂ ਸਾਰਾ ਕੁਝ ਪਿਛਲੇ 2 ਸਾਲ ਹੋਇਆ ਉਹ ਸਾਡੇ ਲਈ ਹੋਇਆ ਸੀ, ਠੀਕ ਹੈ ਕਰੋਨਾ ਵਾਰੀਅਰ। ਹਾਂ, ਸਾਡੇ ਲਈ ਹੋਇਆ ਸੀ ਉਹ ਵੀ C11 ਵੀ ਇਹੀ ਚੀਜ਼ ਹੈ, ਕਹਿੰਦੇ ਅਸੀਂ ਪ੍ਰੋਟੈਕਟ ਕਰਨੀ ਹੈ ਤੁਹਾਡੀ ਬਈ ਪ੍ਰਾਈਵੇਸੀ ਕਹਿ ਲਓ, ਜਿੱਦਾਂ ਹੇਟ ਸਪੀਚ ਹੋ ਗਈਆਂ ਜੀ, ਜਾਂ ਕਿੱਦਾਂ ਦਾ ਕੰਟੈਂਟ ਆ ਰਿਹਾ, ਬੱਚਿਆਂ ਨੇ ਕਿੱਦਾਂ ਦਾ ਕੰਟੈਂਟ ਦੇਖਣਾ ਆ, ਠੀਕ ਆ ਬਈ ਉਹਨੂੰ ਪੋਲਿਸ਼ ਕਰਕੇ ਤੁਹਾਡੇ ਮੂਹਰੇ ਰੱਖਿਆ ਜਾ ਰਿਹਾ। ਜਿਹੜੇ ਲੋਕੀ ਸੁੱਤੇ ਪਏ ਉਹਨਾਂ ਨੂੰ ਤਾਂ ਲੱਗਣਾ ਬਹੁਤ ਵਧੀਆ ਆ, ਪਰ ਜਿਹੜੇ ਹੁਣ ਜਾਗੇ ਹੋਏ ਜਾਗਰੂਕ ਜਿਹਨੂੰ ਕਹਿੰਦੇ ਆਪਾਂ ਹੈ ਨਾ, ਉਹਨਾਂ ਨੂੰ ਪਤਾ ਆ C11 ਬਿੱਲ ਕੀ। ਸੋ ਜਿਵੇਂ ਐਵੇਂ ਦੀ ਵੀ ਵੀਡੀਓ ਜਿਹੜੀ ਸੁਣ ਪੋਡਕਾਸਟ ਦੀ ਹੈ ਪਾਣੀ ਹੈ, ਸੋ ਇਹ ਵੀ ਰੀਜਨ ਵਾਈਜ਼ ਜਿਵੇਂ ਕੈਨੇਡੀਅਨ ਫਿਲਟਰਸ ਲਾ ਕੇ ਉਹ ਲਈ ਵੀਡੀਓ ਸ਼ੋ ਹੋਇਆ ਕਰੇਗੀ ਉਹਲੇ ਵਿਊਅਰਸ ਨੂੰ। ਹੁਣ ਦੇਖੋ AI ਹੈ ਜਿਹੜੀ, ਹੁਣ ਉਹ AI ਨੇ ਤਾਂ ਕੰਮ ਹੀ ਸੌਖਾ ਕਰਤਾ। AI ਨੂੰ ਉਹਨਾਂ ਨੇ ਦੱਸਣਾ ਵੀ ਆਹ ਵਰਡ ਨੇ ਜੀ, ਇਹ 'ਤੇ ਕੋਈ ਡਿਸਕਸ਼ਨ ਹੋ ਰਹੀ ਆ, ਦੈਟਸ ਇਟ। ਕਿਸੇ ਵੀ ਲੈਂਗੁਏਜ ਵਿੱਚ। ਹਾਂ, ਉਹ ਤਾਂ ਲੈਂਗੁਏਜ ਚਲੋ ਪੰਜਾਬੀ ਦੇ ਹਲੇ ਸੈਂਸਰਸ਼ਿਪ ਮੈਨੂੰ ਲੱਗਦਾ ਲਾਉਣੀ ਔਖੀ ਆ ਹਲੇ, ਪਰ ਇੰਗਲਿਸ਼ ਦੇ ਵਿੱਚ ਤਾਂ ਵਰਡ ਚੱਕਣੇ ਬੜੇ ਸੌਖੇ ਆ। ਜਾਂ ਤਾਂ ਸਾਨੂੰ ਕੋਡ ਵਰਡ ਬਣਾਉਣੇ ਪੈਣੇ, ਕੋਈ ਆਪਣੇ ਨਵੀਂ ਲੈਂਗੁਏਜ ਬਣਾਉਣੀ ਪੈਣੀ, ਨਿਹੰਗ ਬੋਲੇ ਫਿਰ, ਨਿਹੰਗ ਬੋਲੇ ਚੱਲਣਗੇ ਫਿਰ ਸਿੰਘਾਂ ਵਾਲੇ। ਸੋ C11 ਫਿਰ ਹਥਿਆਰਾਂ 'ਤੇ ਬੈਨ, ਅਤੇ ਆਪਣਾ ਫ੍ਰੀ ਸਪੀਚ ਤਾਂ ਬਸ ਕਹਿ ਲਓ ਵੀ ਥੋੜ੍ਹੇ ਦਿਨਾਂ ਦੀ ਮਹਿਮਾਨ ਆ, ਇਹ ਰਹਿਣੀ ਨਹੀਂ ਜੇ ਆਪਾਂ ਨਾ ਬੋਲੇ। ਵੀ ਜੇ ਅਸੀਂ ਗੁਰਦੁਆਰਿਆਂ ਦੀ ਗੱਲ ਕੀਤੀ, ਮੈਂ ਫਿਰ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਤੁਹਾਨੂੰ ਕਿਉਂ ਇੱਦਾਂ ਲੱਗਦਾ ਕਿ ਗੁਰਦੁਆਰੇ ਵੀ ਕਹਿ ਲਓ ਉਹਦੇ ਝਮੇਲੇ ਵਿੱਚ ਚਪੇਟ ਵਿੱਚ ਕਿਉਂ ਆਏ ਨੇ, ਅਤੇ ਜੇ ਆਏ ਵੀ ਨੇ ਤਾਂ ਅਸੀਂ ਕਿੱਦਾਂ ਵੱਖਰੇ ਸਟੈਂਡ ਆਊਟ ਕਰ ਸਕਦੇ ਹਾਂ? ਕਿਉਂ ਸਾਡੀ, ਮੈਂ ਤੁਹਾਨੂੰ ਹਲਕਾ ਜਿਹਾ ਇੱਦਾਂ ਦੱਸਦਾ ਕਿ ਮੈਂ ਪੁੱਛ ਕਿਉਂ ਰਿਹਾ ਮੈਂ ਪਰਸਨਲੀ, ਸਾਡੇ ਸਿੰਘਾਂ ਨਾਲ ਇੱਦਾਂ ਸਾਰੇ ਸੰਗਤ 'ਚ ਵੀ ਗੱਲ ਹੁੰਦੀ ਰਹੀ ਹੈ, ਅਤੇ ਦੁੱਖ ਸਾਨੂੰ ਵੀ ਲੱਗਾ ਕਿ ਘੱਟ ਤੋਂ ਘੱਟ ਨਹੀਂ, ਅਤੇ ਜੇ ਅਸੀਂ ਕਹਿੰਦੇ ਹਾਂ ਕਿ ਸਾਡਾ ਨਿਆਰਾ ਪੰਥ ਹੈ, ਨਿਆਰੀ ਕੌਮ ਹੈਗੀ ਆ, ਅਤੇ ਆਪਣੇ ਗੁਰਦੁਆਰੇ ਦਾ ਜਿਹੜਾ ਸਿਸਟਮ ਹੈ ਉਹ ਉਹਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ। ਬਟ ਅਗੇਨ ਫਿਰ ਅਸੀਂ ਡਿਸਕਸ ਕਰੀਦਾ ਸੀ ਕਿ ਕਿਹੜੇ ਐਵੇਂ ਦੇ ਤਰੀਕੇ ਹੈਗੇ ਆ ਕਿ ਆਪਣੇ ਗੁਰਦੁਆਰੇ ਕਿਸੇ ਤਰ੍ਹਾਂ ਵੱਖਰਾ ਖੜੇ ਹੋ ਪਾਉਂਦੇ, ਜੇ ਨਿਸ਼ਾਨ ਸਾਹਿਬ ਬਾਹਰ ਝੂਲਦੇ ਆ, ਅਤੇ ਸਾਡੇ ਲਈ ਹਾਂਜੀ ਉਹ ਹੌਸਪੀਟਲ ਸਕੂਲਸ ਉਵੇਂ ਦੇ ਬਣਦੇ ਉਸ ਟਾਈਮ 'ਤੇ ਜਿਵੇਂ ਦੇ ਅਸੀਂ ਚਾਹੁੰਦੇ ਹਾਂ। ਅਤੇ ਤੁਸੀਂ ਕਿਉਂ ਸੋਚਦੇ ਹੋ ਉੱਦਾਂ ਕਿਉਂ ਨਹੀਂ ਹੋ ਪਾਇਆ? ਬਾਬਾ ਜੀ, ਜਦੋਂ ਆਪਾਂ ਜੇ ਗੁਰਦੁਆਰਾ ਦੇਖਣਾ ਨਾ, ਸਾਨੂੰ ਖਾਲਸਾ ਰਾਜ 'ਚ ਜਾਣਾ ਪੈਣਾ। ਓਕੇ। ਖਾਲਸਾ ਰਾਜ ਦਾ ਗੁਰਦੁਆਰਾ ਕੀ ਸੀ? ਗੋਰੇ ਕੀ ਕਹਿੰਦੇ ਸੀ ਸਾਡੇ ਗੁਰਦੁਆਰੇ ਨੂੰ? ਕਹਿੰਦੇ ਜਿੱਥੇ ਗੁਰਦੁਆਰਾ ਬਣਿਆ ਨਾ, ਉਹ ਕਹਿੰਦੇ ਇਹਨਾਂ ਦਾ ਅੰਪਾਇਰ ਆ। ਪਿੰਡ 'ਚ ਕਹਿੰਦਾ ਇਹਨਾਂ ਦਾ ਅੰਪਾਇਰ ਖੜਾ ਆ। ਗੁਰਦੁਆਰੇ ਦੀ ਆਪਣੀ ਇਕੋਨਮੀ ਆ, ਜਿੱਦਾਂ ਸਟੇਟ ਵਿਦਿਨ ਅ ਸਟੇਟ। ਹਾਂਜੀ, ਗੁਰਦੁਆਰੇ ਦੀ ਆਪਣੀ ਇਕੋਨਮੀ ਆ ਜੀ। ਉਹਨਾਂ ਦਾ ਨਾਲ ਹੈਲਥ ਸਿਸਟਮ ਆ, ਫਾਰਮੇਸੀ ਆ, ਜੋ ਵੀ ਆ, ਉੱਥੇ ਇਲਾਜ ਕੀਤਾ ਜਾਂਦਾ ਲੋਕਾਂ ਦਾ, ਉੱਥੇ ਸਕੂਲ ਆ, ਨਾਲ ਉੱਥੇ ਨਾਲ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਆ, ਫ੍ਰੀ ਕਿਚਨ, ਨਾਲ ਸਪਿਰਿਚੁਅਲਿਟੀ ਮਿਲਦੀ ਆ, ਨਾਲ ਫੂਡ ਮਿਲਦਾ ਆ। ਬਈ ਲੋਕਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਸਾਡਾ ਗੁਰਦੁਆਰਾ ਜਿਹੜਾ ਸੀ, ਅੱਜ ਦੇ ਗੁਰਦੁਆਰੇ ਨਹੀਂ ਹੈਗੇ ਬਰੋ। ਅਤੇ ਇਹ ਗੁਰਦੁਆਰੇ ਤਾਂ ਪਹਿਲਾਂ ਹੀ ਸਰਕਾਰਾਂ ਦੇ ਨਾਲ ਐਫੀਲੀਏਟਡ ਨੇ, ਕਹਿ ਲਓ ਵੀ ਇਹਨਾਂ ਦਾ ਮਾਨਤਾ ਪ੍ਰਾਪਤ ਨੇ ਸਰਕਾਰਾਂ ਤੋਂ। ਇਹਨਾਂ ਦੇ ਜੋ ਵੀ ਚੈਰਿਟੀ ਨੰਬਰ ਆ, ਸਾਰਾ ਕੁਛ ਜਿੱਦਾਂ ਕਹਿੰਦੇ ਨਹੀਂ ਜੀ ਟੈਕਸ ਫ੍ਰੀ ਆ ਸਾਰਾ ਕੁਛ। ਟੈਕਸ ਫ੍ਰੀ ਕਾਹਦੋਂ ਕੀਤਾ ਗਿਆ? ਉਹਨਾਂ ਨੂੰ ਕੰਟਰੋਲ 'ਚ ਕੀਤਾ ਗਿਆ ਉਹਨਾਂ ਨੇ। ਜੋ ਵੀ ਗੁਰਦੁਆਰੇ ਤੁਹਾਨੂੰ ਸੁਣਾਉਣਾ ਹੈ ਉਹ ਸਰਕਾਰ ਨੇ ਦੱਸਣਾ ਵੀ ਆਹ ਸੁਣਾਉਣਾ, ਆਹ ਨਹੀਂ ਸੁਣਾਉਣਾ। ਸਮਝਦੇ ਹੋ ਗੱਲ? ਹਾਂਜੀ। ਇਹ ਹੁਣ ਮੈਂ ਨਹੀਂ ਕਹਿੰਦਾ ਵੀ ਸਾਰੇ ਗੁਰਦੁਆਰੇ ਉਹਦੇ ਅੰਡਰ ਆਉਂਦੇ ਆ, ਪਰ ਜਿਨ੍ਹਾਂ ਨੇ ਗੁਰਦੁਆਰਿਆਂ ਨੇ ਤੁਹਾਡੇ 'ਤੇ ਸਪੈਸ਼ਲੀ ਵੈਕਸੀਨ ਦੇ ਲੰਗਰ ਲੱਗੇ ਜਿਨ੍ਹਾਂ ਗੁਰਦੁਆਰਿਆਂ 'ਚ, ਹਾਂਜੀ ਸਮਝਦੇ ਹੋ ਗੱਲ ਕਿੱਥੇ ਜਾਂਦੀ ਹੈ? ਵੀ ਟੀਕੇ ਗੁਰਦੁਆਰਿਆਂ 'ਚੋਂ ਲੱਗੇ। ਵੀ ਇਹ ਕਹਿ ਲਓ ਵੀ ਜ਼ਕਰੀਆ ਖਾਨ ਨੂੰ ਨਹੀਂ, ਔਰੰਗਜ਼ੇਬ ਹੋਣਾ ਨੇ ਕਹਿ ਤਾ ਵੀ ਚਲੋ ਜੀ ਤੁਸੀਂ ਸੇਵਾ ਕਰ ਦਿਓ ਆਪਣੀ ਕੌਮ ਦੀ, ਆਪ ਹੀ ਖਤਮ ਕਰ ਦਿਓ। ਹਾਂ, ਆਪ ਹੀ ਤੁਸੀਂ ਨਸਲਕੁਸ਼ੀ ਕਰ ਲਓ ਆਪਣੀ। ਸੋ ਇਹ ਕਹਿਣਾ ਵਾਜਿਬ ਹੈ ਕਿ ਤੁਹਾਨੂੰ $50,000 ਦੇਵਾਂਗੇ, ਤੁਸੀਂ ਆਪਣੇ ਬੱਚਿਆਂ ਦੀ, ਆਉਣ ਵਾਲੀ ਜਨਰੇਸ਼ਨਾਂ ਦੀ ਤੁਸੀਂ ਆਪ ਹੀ ਨਸਲਕੁਸ਼ੀ ਕਰ ਲਓ। ਇਹ ਬੜੇ ਕਠਿਨ ਵਰਡ ਨੇ, ਪਰ ਮੈਨੂੰ ਕਹਿੰਦੇ ਨੂੰ ਕੋਈ ਸੰਕੋਚ ਨਹੀਂ, ਕਿਉਂਕਿ ਅਸੀਂ ਰਿਜ਼ਲਟ ਦੇਖ ਰਹੇ ਹਾਂ ਜਿਨ੍ਹਾਂ ਟੀਕੇ ਲੱਗੇ। ਅਤੇ ਜੋ ਗੁਰਦੁਆਰੇ ਵਾਲੇ ਹਲੇ ਵੀ ਲਗਾ ਰਹੇ ਨੇ, ਅਤੇ ਉਹ ਤੁਹਾਡੇ ਗੁਰਦੁਆਰੇ ਨਹੀਂ ਹੈਗੇ ਉਹ, ਠੀਕ ਆ ਜੀ। ਅਤੇ ਜਿਨ੍ਹਾਂ ਗੁਰਦੁਆਰਿਆਂ ਨੇ ਬਾਹਰ ਲਿਖ ਕੇ ਲਾਤਾ ਵੀ ਟੀਕਾ ਲੱਗਾ ਹੋਣਾ ਚਾਹੀਦਾ ਤੁਹਾਡੇ ਜੇ ਤੁਸੀਂ ਅੰਦਰ ਆਉਣਾ ਹੈ, ਉਹ ਤੁਹਾਡੇ ਗੁਰਦੁਆਰੇ ਨਹੀਂ ਹੈਗੇ। ਕੁਛ ਕੁ ਗੁਰਦੁਆਰੇ ਜਿਨ੍ਹਾਂ ਨੇ ਇਹ ਚੀਜ਼ਾਂ ਨਹੀਂ ਮੰਨੀਆਂ, ਜਿਨ੍ਹਾਂ ਨੇ ਆਪਣੇ ਪਾਠੀਆਂ ਤੱਕ ਦੇ ਵੀ ਟੀਕੇ ਨਹੀਂ ਲੱਗਣ ਦਿੱਤੇ, ਸੰਗਤ ਤਾਂ ਲਾਉਣ ਦੀ ਦੂਰ ਦੀ ਗੱਲ ਆ। ਅੱਛਾ ਜੀ। ਠੀਕ ਆ ਜੀ। ਅਤੇ ਉਹ ਹੈਗੇ ਨੇ ਉਹ ਵੀ, ਪਰ ਇਹ ਆ ਵੀ ਹੁਣ ਸਾਰਿਆਂ ਦੇ ਨਾਂ ਨਹੀਂ ਲੈਣੇ ਮੈਂ ਕਿਸੇ ਦੇ ਵੀ, ਲੋਕਾਂ ਨੂੰ ਪਤਾ ਹੈ ਕਿੱਥੇ ਕੀ ਹੋਇਆ ਹੈ ਨਾ ਜੀ। ਸੋ ਗੁਰਦੁਆਰਾ ਸਾਨੂੰ ਦੁਬਾਰਾ ਸਾਡਾ ਜਿਹੜਾ ਉਹ ਲਿਆਉਣਾ ਪੈਣਾ ਆ, ਇਨ ਇਫੈਕਟ ਜਿਹੜਾ ਸਰਕਾਰ ਤੋਂ ਅੰਡਰ ਨਾ ਹੋਵੇ, ਜਿਹੜਾ ਸੰਗਤ ਕੋਲੇ ਹੋਵੇ, ਅਤੇ ਸੰਗਤ ਦੇ ਹੱਥ 'ਚ ਪਾਵਰ ਆ, ਪਰ ਸੰਗਤ ਨੂੰ ਉਹ ਚੀਜ਼ ਮਿਲ ਹੀ ਨਹੀਂ ਰਹੀ ਗੁਰਦੁਆਰੇ ਜਾ ਕੇ। ਹੁਣ ਲਿਟਰਲੀ ਸਾਡਾ ਗੁਰਦੁਆਰਾ ਕੀ ਆ, ਹੁਣ ਮੈਜੋਰਟੀ ਲੋਕ ਜਾਂਦੇ ਆ, ਮੱਥਾ ਟੇਕ ਕੇ ਆਉਂਦੇ ਆ, ਅਤੇ ਤੁਸੀਂ ਗੁਰਦੁਆਰੇ 'ਚੋਂ ਲੰਗਰ ਚੱਕ ਦਿਓ ਬਾਬਾ ਜੀ, ਗੁਰਦੁਆਰੇ ਖਾਲੀ ਹੋ ਜਾਣਗੇ, ਕਿਉਂਕਿ ਉੱਥੇ ਕੋਈ ਹੁਣ ਗਿਆਨ ਲੈਣ ਨਹੀਂ ਜਾਂਦਾ। ਚਰਚਾਂ 'ਚ ਹਾਲੇ ਵੀ ਸੰਡੇ ਨੂੰ ਗੋਰੇ ਜਾਂਦੇ ਆ, ਉਹ ਜੁੜਦੇ ਆ, ਉਹ ਮਹਿਸੂਸ ਕਰਕੇ ਆਉਂਦੇ ਆ ਰੱਬ ਦੀ ਪ੍ਰੈਜ਼ੈਂਸ, ਕਹਿੰਦੇ ਅਸੀਂ ਗੋਡ ਨੂੰ ਮਿਲਣ ਚੱਲੇ ਹਾਂ। ਅਸੀਂ ਤਾਂ ਜਾਂਦੇ ਹਾਂ ਉੱਥੇ ਬਸ ਕਹਿੰਦੇ ਆਊਟਿੰਗ ਕਰਨ ਚੱਲੇ ਅਸੀਂ। ਹੁਣ ਇੱਕ ਗੁਰਦੁਆਰੇ ਅਸੀਂ ਗਏ ਸੀ, ਆ ਬੈਂਚਾਂ ਬੁੰਚਾਂ ਦਾ ਮਸਲਾ ਜਿਹਾ ਸੀ, ਉਹ ਕਹਿੰਦੇ ਜੀ ਸਾਡੇ ਬਜ਼ੁਰਗ ਹਫ਼ਤੇ 'ਚ ਇੱਕ ਵਾਰੀ ਆਉਂਦੇ ਆਊਟਿੰਗ ਕਰਨ, ਅਤੇ ਤੁਸੀਂ ਇਹ ਵੀ ਬੈਂਚ ਚੁਕਾ ਕੇ ਤੁਸੀਂ ਕਹਿੰਦੇ ਵੀ ਇਹ ਵੀ ਨਾ ਆਉਣ। ਮੈਂ ਕਿਹਾ ਜੀ ਗੁਰਦੁਆਰੇ ਹੀ ਮਿਲੇ ਤੁਹਾਨੂੰ ਆਊਟਿੰਗ ਕਰਨ ਨੂੰ, ਕਮਿਊਨਿਟੀ ਸੈਂਟਰ ਬਣੇ,
ਲਿਟਰਲੀ ਬਾਬਾ ਜੀ ਗੁਰਦੁਆਰਿਆਂ ਦੇ ਵਿੱਚ ਜੋ ਅਸੀਂ ਸਿੱਖਣ ਜਾਣਾ ਸੀ ਉਹ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸਰਵੇ ਕਰਕੇ ਦੇਖ ਲਿਓ, ਪੁੱਛ ਲਿਓ ਬਈ ਗੁਰਦੁਆਰਿਆਂ 'ਚੋਂ ਕੀ ਸਿੱਖ ਕੇ ਆਉਣੇ ਹੋ, ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਆ। ਕੁਛ ਨਹੀਂ ਮਿਲਦਾ ਸਾਨੂੰ ਉੱਥੋਂ। ਅਸੀਂ ਸਿਰਫ ਜਾਂਦੇ ਹਾਂ, ਕੋਈ ਕਨਵਰਸੇਸ਼ਨ ਨਹੀਂ ਹੋ ਰਹੀ ਉੱਥੇ, ਕੋਈ ਡਾਇਲੋਗ ਨਹੀਂ ਹੋ ਰਿਹਾ, ਕਿਸੇ ਕਮਿਊਨਿਟੀ ਦੀ ਹੈਲਪ ਨਹੀਂ ਹੋ ਰਹੀ ਡਾਇਰੈਕਟ ਤਰੀਕੇ ਦੇ ਨਾਲ, ਹੈ ਨਾ। ਸਿਰਫ ਹੈਗਾ ਆ ਬਈ ਮੱਥਾ ਟੇਕੋ, ਬੈਠੋ, ਵਾਹਿਗੁਰੂ ਵਾਹਿਗੁਰੂ ਕਰੋ ਅਤੇ ਲੰਗਰ ਛਕ ਕੇ ਆ ਜਾਓ। ਮੈਨੂੰ ਇੱਕ ਭਾਈ ਜਗਰਾਜ ਸਿੰਘ ਜੀ ਦੀ ਗੱਲ ਯਾਦ ਆ ਗਈ, ਬੇਸਿਸ ਆਫ ਸਿੱਖੀ ਵਾਲੇ ਜਿਹੜੇ ਭਾਈ ਸਾਹਿਬ ਨੇ, ਹਾਂਜੀ ਹਾਂਜੀ, ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਸੀ। ਕਹਿੰਦੇ ਜੇ ਇੱਦਾਂ ਦੀ ਚੀਜ਼ ਹੀ ਨੇ ਕਿ ਗੁਰਦੁਆਰੇ ਘੱਟ ਸੰਗਤ ਆ ਰਹੀ ਹੈ ਅਤੇ ਅਸੀਂ ਚੋਣ ਕਰਨੀ ਚਾਹੁੰਦੇ ਕਿ ਜ਼ਿਆਦਾ ਸੰਗਤ ਦਾ ਇਨਫਲਕਸ ਆਏ। ਕਹਿੰਦੇ ਕਿ ਜਿਨ੍ਹਾਂ ਨੇ ਲੰਗਰ ਹਾਲ 'ਚ ਜਾਣਾ, ਲੰਗਰ ਛਕਣਾ, ਉਹਨਾਂ ਨੂੰ ਪਹਿਲੇ ਪੁੱਛੋ ਕਿ ਜਪਜੀ ਸਾਹਿਬ ਪੂਰਾ ਸੁਣਾਓ, ਅਤੇ ਜੇ ਤੇ ਆਉਂਦਾ ਹੈ ਕਾਫੀ ਸਾਲਾਂ ਤੋਂ ਕਰ ਰਹੇ ਹੋ ਤਾਂ ਉਹਦੇ ਮਤਲਬ ਸੁਣਾਓ, ਅਤੇ ਜੇ ਤੇ ਲੰਗਰ ਛਕਣਾ ਹੈ ਤਾਂ ਕਹਿੰਦੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਸਾਰੇ ਕਹਿਣਗੇ ਨੈਵਰ ਮਾਈਂਡ ਇਟਸ ਓਕੇ, ਬਾਹਰ ਹੀ ਮੁੜ ਜਾਏਗਾ, ਹਾਂਜੀ ਕਿਸੇ ਘਰ ਜਾ ਕੇ ਛਕ ਲਾਂਗੇ। ਸੋ ਗੱਲ ਆ ਜਾਂਦੀ ਹੈ। ਸੋ ਉਹ ਰਹੇ ਨਹੀਂ ਚੀਜ਼, ਇਹ ਪਛਾਣਨਾ ਪੈਣਾ। ਸੋ ਵੀਰ ਜੀ ਉਹੀ ਹੈ ਕਿ ਇਹ ਤਾਂ ਚਲੋ ਇਹ ਹੋ ਗਈ ਨਾ ਪ੍ਰੋਬਲਮ ਹੋ ਗਈ। ਜੇ ਪ੍ਰੈਕਟੀਕਲੀ ਸਪੀਕਿੰਗ, ਲੌਜੀਕਲੀ ਸਪੀਕਿੰਗ, ਜੇ ਅਸੀਂ ਚਾਹੁੰਦੇ ਹਾਂ, ਜਿਵੇਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਕਿ ਹਾਈਪੋਥੈਟੀਕਲੀ ਹੋਣਾ ਚਾਹੀਦਾ, ਕਹਿ ਲਓ ਅੱਜ ਖਾਲਸਾ ਰਾਜ ਆ ਗਿਆ, ਜਿਵੇਂ ਦੀ ਵੀ ਡੈਫੀਨੇਸ਼ਨ ਤੁਸੀਂ ਸਿਰਜੀ ਹੈ, ਅੱਜ ਅਗਰ ਉਹ ਖਾਲਸਾ ਰਾਜ ਆ ਜਾਂਦਾ ਹੈ ਐਂਡ ਸਾਡੇ ਗੁਰਦੁਆਰੇ ਉੱਦਾਂ ਹੀ ਹੈਗੇ ਓਨਟਾਰੀਓ ਵਿੱਚ, ਕੈਨੇਡਾ ਵਿੱਚ, ਉਹ ਗੁਰਦੁਆਰੇ ਕੋਲ ਕੀ ਹੋਣਾ ਚਾਹੀਦਾ ਡਿਫਾਈ ਕਰਨ ਵਾਸਤੇ ਆਉਣ ਵਾਲੇ ਪੈਂਡੈਮਿਕਸ ਨੂੰ। ਹੁਣ ਜਿਵੇਂ ਗੁਰਦੁਆਰੇ ਅੱਜ ਵੀ ਹੈਗੇ ਆ, ਜੇ ਉਹਨਾਂ ਨੇ 2019-2020 ਵਿੱਚ 2020 ਵਿੱਚ ਮਨਾ ਕੀਤਾ ਹੁੰਦਾ ਤਾਂ ਸਾਨੂੰ ਪਤਾ ਕਿ ਗਵਰਨਮੈਂਟ ਦੇ ਰਿਸਟ੍ਰਿਕਸ਼ਨਸ ਕਾਰਨ, ਉਹਨਾਂ ਦੀ ਜਿਵੇਂ ਦੀ ਪੋਲਿਸੀ ਰੈਗੂਲੇਸ਼ਨਸ ਹੈਗੀਆਂ ਉਹਨਾਂ ਦੇ ਕਾਰਨ, ਅਤੇ ਅਗੇਨ ਸੰਗਤ ਦੀ ਵੀ ਗੱਲ ਹੈ ਕਿ ਸੰਗਤ ਨੇ ਜ਼ਿਆਦਾ ਸਾਥ ਸ਼ਾਇਦ ਨਹੀਂ ਦਿੱਤਾ, ਉਹਨਾਂ ਨੇ ਖੁਦ ਟੀਕੇ ਲਗਵਾਏ ਹੋਏ ਆ। ਸੋ ਉਹਲੀ ਬੈਕਅਪ ਪਾਵਰ ਨਾ ਹੋਣ ਕਾਰਨ ਗੁਰਦੁਆਰਿਆਂ ਨੂੰ ਕਰਨਾ ਪਿਆ। ਸੋ ਆਉਣ ਵਾਲੇ ਸਮੇਂ 'ਚ ਉਹ ਲਾਈਕ ਪਰਫੈਕਟ ਗੁਰਦੁਆਰਾ, ਆਈਡੀਅਲ ਗੁਰਦੁਆਰੇ ਕੋਲ ਕੀ ਹੋਣਾ ਚਾਹੀਦਾ ਜਾਂ ਕਿਹੜੀ ਚੇਂਜਿਸ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ ਜੋ ਨਹੀਂ ਕਰ ਪਾਏ? ਪਹਿਲੀ ਤਾਂ ਇਹੀ ਹੈ ਬਾਬਾ ਜੀ ਬਈ ਉਹ ਸਰਕਾਰ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ ਉੱਥੇ, ਕਿਉਂਕਿ ਆਪਾਂ ਅਕਾਲ ਕੇ ਪੁਜਾਰੀ ਹਾਂ। ਅਸੀਂ ਤਾਂ ਗੁਰੂ ਸਾਹਿਬ ਨੇ ਸਿੱਧਾ ਸਾਨੂੰ ਅਕਾਲ ਨਾਲ ਜੋੜਿਆ ਆ। ਸਰਕਾਰ ਨਹੀਂ ਵਿੱਚ ਹੋਣੀ ਚਾਹੀਦੀ। ਜਿਹੜਾ ਕਹਿੰਦੇ ਜੀ ਟੈਕਸ ਫਰੀ ਆ ਸਾਡਾ ਸਾਰਾ ਕੁਛ ਆ, ਉਹ ਸਰਕਾਰ ਇਨਵੋਲਵ ਉਹਦੇ ਵਿੱਚ, ਹੈ ਨਾ। ਅਤੇ ਫਿਰ ਦੂਜੀ ਗੱਲ ਇਹ ਆ ਵੀ ਗੁਰਦੁਆਰਿਆਂ ਨੂੰ, ਸੰਗਤ ਨੂੰ ਇੰਨਾ ਕੁ ਜਾਗਰੂਕ ਹੋਣਾ ਚਾਹੀਦਾ ਉੱਥੋਂ ਬਈ ਕੱਲ੍ਹ ਨੂੰ ਜੋ ਵੀ ਇੱਦਾਂ ਦਾ ਕੁਛ ਹੁੰਦਾ ਆ, ਸੰਗਤ ਸਾਡੀ ਇੰਨੀ ਕੁ ਜਾਗੀ ਹੋਈ ਹੋਵੇ ਕਿ ਉੱਥੇ ਲੋਕ ਇਕੱਠੇ ਹੋਣ ਆ ਕੇ, ਨਹੀਂ ਵੀ ਇਹ ਧੱਕੇਸ਼ਾਹੀ ਦੇ ਅਸੀਂ ਖਿਲਾਫ ਆ। ਬਾਬਾ ਜਿੱਥੇ ਲੋਕ ਇਕੱਠੇ ਹੋ ਕੇ ਖੜ੍ਹ ਜਾਂਦੇ ਆ, ਸਰਕਾਰਾਂ ਹਿੱਲ ਜਾਂਦੀਆਂ। ਆ ਫਰੀਡਮ ਕੌਨਵੋਏ ਨੇ ਹਿਲਾਈ ਆ ਕੈਨੇਡਾ, ਉੱਥੇ ਅਸੀਂ ਫਾਰਮਰ ਪ੍ਰੋਟੈਸਟ 'ਚ ਮੋਦੀ ਹਿਲਾਇਆ ਲੋਕਡਾਊਨ ਦੇ ਵਿੱਚ, ਪੈਨਡੈਮਿਕ ਦੇ ਵਿੱਚ। ਸੋ ਗੁਰਦੁਆਰਿਆਂ 'ਚੋਂ ਜੇ ਜਾਗਰੂਕਤਾ ਦੇ ਮੈਸੇਜ ਜਾਣਗੇ ਤਾਂ ਹੀ ਲੋਕ ਜਾਗਰੂਕ ਰਹਿਣਗੇ। ਜੋ ਮੱਥਾ ਟੇਕ ਕੇ ਅਤੇ ਲੰਗਰ ਛਕ ਕੇ ਮੁੜਨਾ ਹੈ, ਅਤੇ ਫਿਰ ਉੱਥੋਂ ਫੌਜ ਨਹੀਂ ਨਾ ਤਿਆਰ ਹੋ ਰਹੀ। ਪ੍ਰੋਬਲਮ ਇਹ ਆ, ਫੌਜ ਨਹੀਂ ਤਿਆਰ ਹੋ ਰਹੀ ਗੁਰਦੁਆਰਿਆਂ 'ਚ, ਜਿਹੜੀ ਕਿ ਫੌਜ ਤਿਆਰ ਹੋਣੀ ਚਾਹੀਦੀ ਸੀ ਤਾਂ ਕਿ ਜਦੋਂ ਇੱਦਾਂ ਦੀ ਸਿਚੁਏਸ਼ਨਸ ਆਉਣ ਅਸੀਂ ਖੜੀਏ। ਇੱਥੇ ਤਾਂ ਉੱਥੋਂ ਸਰਵ ਕੀਤਾ ਗਿਆ ਸਾਨੂੰ ਸਾਰਾ ਗੁਰਦੁਆਰਿਆਂ ਦੇ ਥਰੂ, ਵੀ ਟੀਕੇ ਲਵਾ ਲਓ ਜੀ, ਘਰੇ ਬਹਿ ਜਾਓ ਜੀ, ਬਸ ਗੁਰਦੁਆਰੇ ਨਾ ਆਓ, ਮੱਥਾ ਟੇਕ ਕੇ ਮੁੜ ਜਾਓ ਜੀ, ਉਹ ਲੰਗਰ ਪਏ ਆ ਜੀ ਲੈ ਜਾਓ। ਉੱਥੋਂ ਤਾਂ ਹੈਲਪ ਕੀਤੀ ਗਈ ਸਰਕਾਰ ਦੀ ਨੈਰੇਟਿਵ ਨੂੰ ਪ੍ਰਮੋਟ ਕਰਨ ਲਈ। ਐਂਡ ਇਫ ਆਮ ਨਾਟ ਰੋਂਗ, ਆਈ ਥਿੰਕ ਆਟਵਾ ਵਿੱਚ ਵੀ ਇੱਦਾਂ ਹੋਇਆ ਸੀ ਕਿ ਜਦੋਂ ਸਾਰੇ ਜਾਣੇ ਉੱਥੇ ਆਟਵਾ ਗਏ, ਉੱਥੇ ਗੁਰਦੁਆਰੇ ਨੇ ਮਨਾ ਕਰਤਾ ਸੀ। ਹਾਂਜੀ, ਉਹ ਕਹਿੰਦੇ ਅਸੀਂ ਇੱਥੇ ਪਾਰਕਿੰਗ ਨਾ ਕਰਿਓ, ਇੱਥੇ ਰੁਕਣਾ ਨਹੀਂ ਕਿਸੇ ਨੇ। ਸੋ ਹੈ ਨਹੀਂ ਗਏ ਉਹ ਸਾਡਾ। ਜੇ ਤੁਸੀਂ ਕਹਿੰਦੇ ਨਾ ਵੀ ਗੁਰਦੁਆਰਾ ਕਹਿਣ, ਮੈਂ ਉਹ ਕੁਛ ਹੋਰ ਕਹਿਣ ਲੱਗ ਜਾਓ, ਆਈ ਵੁਡਨਟ ਸੇ ਗੁਰਦੁਆਰਾ, ਗੁਰੂ ਦਾ ਦੁਆਰ ਨਹੀਂ ਹੈ ਉਹ, ਕੁਛ ਹੋਰ ਹੀ ਆ। ਬਸ ਲੰਗਰ ਚੱਲ ਰਿਹਾ, ਲੰਗਰ ਚੱਕ ਦੋ, ਤੁਹਾਨੂੰ ਪਤਾ ਲੱਗ ਜੂ ਕੀ ਆ। ਕਿਸੇ ਨੇ ਵੀ ਨਹੀਂ ਜਾਣਾ ਉੱਥੇ, ਕਬੂਤਰ ਬੋਲਣਗੇ। ਇਟਸ ਓਨਲੀ ਬਿਕੋਜ਼ ਆਫ ਲੰਗਰ। ਸੋ ਗੁਰਦੁਆਰੇ ਵਿੱਚ ਜਿਵੇਂ ਜਿਮਸ ਹੋ ਸਕਦੇ ਆ, ਸੰਥਿਆ ਕਲਾਸਿਸ ਹੋ ਸਕਦੀਆਂ, ਹੁੰਦਾ ਆ ਜਿੱਦਾਂ ਵਨਸ ਏ ਵੀਕ ਹੁੰਦਾ ਆ। ਲੋਕ ਇੰਨੇ ਨਹੀਂ ਜਾਂਦੇ ਉੱਥੇ, ਉਹ ਇੰਨਾ ਜ਼ਿਆਦਾ ਸੰਗਤ ਨਹੀਂ ਹੈਗੀ। ਇਹ ਚੀਜ਼ਾਂ ਮੈਂਡੇਟਰੀ ਹੋਣੀ ਚਾਹੀਦੀਆਂ ਸੀ। ਹੁਣ ਜਿੱਦਾਂ ਮੈਂਡੇਟ ਇਹਨਾਂ ਨੇ ਲਾਏ ਆ ਨਾ, ਜੇ ਤੁਸੀਂ ਬਈ ਜਾਣਾ ਆ, ਸਕੂਲੇ ਜਾਣਾ ਆ, ਤੁਸੀਂ ਕਾਲਜ ਜਾਣਾ ਆ, ਯੂ ਹੈਜ਼ ਟੂ ਬੀ ਵੈਕਸੀਨੇਟਡ, ਹੈ ਨਾ। ਹੁਣ ਮੈਂ ਇੱਕ ਦਿਨ ਮਜ਼ਾਕ 'ਚ ਗੱਲ ਕੀਤੀ ਸੀ ਸਟੇਜ ਤੋਂ, ਮੈਂ ਕਿਹਾ ਦੇਖੋ, ਜੇ ਅਸੀਂ ਗੁਰਮਤਾ ਕਰ ਲਵੇ ਪੰਥ ਸਾਰਾ, ਅਸੀਂ ਮੈਂਡੇਟਰੀ ਕਰ ਦਈਏ ਬਈ ਤੁਸੀਂ ਅੰਮ੍ਰਿਤ ਛਕਣਾ ਹੀ ਛਕਣਾ ਹੈ। ਜੇ ਤੁਸੀਂ ਨਹੀਂ ਛਕੋਗੇ, ਨਾ ਤੁਹਾਨੂੰ ਅਸੀਂ ਜੋਬ ਕਰ ਦੇਣੀ, ਨਾ ਤੁਸੀਂ ਫਲਾਈਟ ਚੜ੍ਹ ਸਕਦੇ ਹੋ, ਨਾ ਤੁਸੀਂ ਜਹਾਜ਼ 'ਤੇ ਜਾ ਸਕਦੇ ਹੋ, ਕਿਤੇ ਨਹੀਂ ਜਾ ਸਕਦੇ ਤੁਸੀਂ ਜਿੰਨਾ ਚਿਰ ਤੁਸੀਂ ਅੰਮ੍ਰਿਤ ਛਕ ਕੇ ਰਹਿਤ ਬਹਿਤ ਨਹੀਂ ਹੁੰਦੇ, ਹੈ ਨਾ। ਅਤੇ ਮੈਂ ਕਿਹਾ ਤੁਸੀਂ ਸਾਰਿਆਂ ਨੇ ਵਿਦਰੋਹ ਠਾਲ ਦੇਣਾ, ਜਦ ਕਿ ਅੰਮ੍ਰਿਤ ਮਾੜੀ ਚੀਜ਼ ਨਹੀਂ ਹੈਗੀ ਜੀ, ਠੀਕ ਹੈ ਜੀ। ਪਰ ਇੱਥੇ ਕੀ ਹੋਇਆ, ਟੀਕੇ ਹੱਸ ਕੇ ਲਵਾਏ ਸਾਰਿਆਂ ਨੇ ਵੀ ਲਵਾ ਲਈਏ, ਅਸੀਂ ਇੱਥੇ ਜਾਣਾ ਉੱਥੇ ਜਾਣਾ। ਸੋ ਮੈਂਡੇਟਰੀ ਹੋਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ। ਪਹਿਲਾਂ ਜੇ ਤੁਸੀਂ ਆਉਣਾ ਭਾਈ, ਬੱਚਾ ਪੈਦਾ ਹੋਇਆ ਗੁਰਦੁਆਰੇ ਕੋਲ ਪਹੁੰਚਣਾ ਚਾਹੀਦਾ ਵੀ ਆ ਬੱਚੇ ਭੁਜੰਗੀ ਇੰਨੇ ਨੇ, ਇਹਨਾਂ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ, ਆਹ ਏਰੀਆ ਇੱਥੋਂ ਦਾ। ਆਪਾਂ ਕਰ ਸਕਦੇ ਹਾਂ, ਆਪਾਂ ਗੱਲਾਂ ਨਹੀਂ ਕਰਨੀਆਂ ਬਾਬਾ ਜੀ। ਹੁਣ ਮੈਂ ਕਿਉਂ ਯੂਥ ਨੂੰ ਕਹਿ ਰਿਹਾ ਵੀ ਇਕੱਠੇ ਹੋ ਕੇ ਆਈਏ ਆਪਾਂ, ਕਿਉਂਕਿ ਜੋ ਆਪਣੇ ਪੁਰਖੇ ਸੀਗੇ, ਆਪਣੇ ਡੈਡੀ ਹੋਣੀ, ਦਾਦੇ ਹੋਣੀ, ਉਹਨਾਂ ਨੇ ਕਰ ਲਿਆ ਜੋ ਕਰਨਾ ਸੀ। ਹੁਣ ਆਪਾਂ ਨੂੰ ਗੱਲਾਂ ਨਹੀਂ ਕਰਨੀਆਂ ਪੈਣੀਆਂ, ਆਪਾਂ ਨੂੰ ਪ੍ਰੈਕਟੀਕਲੀ ਕੰਮ ਕਰਨਾ ਪੈਣਾ। ਆਪਾਂ ਨੂੰ ਇੱਕ ਗੁਰਦੁਆਰਾ ਬਣਾਉਣਾ ਪੈਣਾ। ਅਤੇ ਉਹ ਫਿਰ ਇੱਕ ਇੱਦਾਂ ਹੀ ਆ ਨਾ, ਆਪਣੇ ਭੇਡ ਚਾਲ ਚੱਲਦੀ ਹਰੇਕ ਚੀਜ਼ ਦੀ। ਜਦੋਂ ਇੱਕ ਚੀਜ਼ ਬਣ ਜਾਂਦੀ ਅਤੇ ਲੋਕ ਫਿਰ ਉਸ ਚੀਜ਼ ਨੂੰ ਫੋਲੋ ਕਰਨ ਲੱਗ ਜਾਂਦੇ ਆ। ਸੋ ਵੀ ਹੈਵ ਟੂ, ਹੁਣ ਆਪਾਂ ਨੂੰ ਪਤਾ ਹੈ ਗੁਰਦੁਆਰਾ ਕੀ ਆ, ਜਿੱਥੇ ਸਾਰਾ ਕੁਛ ਹੈਗਾ ਆ। ਆਪਣੇ ਆਪ ਦੇ ਵਿੱਚ ਉਹ ਐਮਪਾਇਰ ਹੈ ਇੱਕ ਤਰ੍ਹਾਂ ਦਾ, ਵੀ
ਲੋਕਾਂ ਦੀ ਪਾਵਰ ਦੇ ਨਾਲ ਚੱਲ ਰਿਹਾ, ਉਹ ਸਰਕਾਰ ਦੀ ਪਾਵਰ ਨਾਲ ਨਹੀਂ ਚੱਲ ਰਿਹਾ, ਉਹ ਸੰਗਤ ਫੰਡਡ, ਹਾਂ ਸੰਗਤ ਆ ਸਾਰੀ ਉਹ। ਸੋ ਉੱਥੇ ਆ ਕੇ ਸਰਕਾਰ ਸਾਡੇ ਕੋਲੇ ਝੁੱਕ ਕੇ ਆਵੇ, ਉੱਥੇ ਇਹੋ ਜਿਹਾ ਸਾਡੀ ਪਾਵਰ ਹੋਵੇ, ਉੱਥੇ ਪਤਾ ਵੀ ਇਹਦੇ ਗੁਰਦੁਆਰੇ ਨਾਲ 1 ਲੱਖ ਲੋਕ ਜੁੜੇ ਹੋਏ ਆ, ਅਤੇ ਉੱਥੇ ਲੋਕ ਝੁੱਕ ਕੇ ਆਉਣ ਵੀ ਹਾਂਜੀ ਇੱਥੇ ਅਸੀਂ ਸੋਚ ਸਮਝ ਕੇ ਪੰਗਾ ਲਈਏ ਇਸ ਚੀਜ਼ ਦੇ ਨਾਲ, ਨਾ ਕਿ ਉਹ ਗੁਰਦੁਆਰਾ ਸਰਕਾਰ ਦੇ ਨਾਲ ਰਲ ਕੇ ਚੱਲੇ। ਆਪਾਂ ਕਰ ਸਕਦੇ ਹਾਂ, ਇਟ ਇਜ਼ ਪੋਸੀਬਲ ਬਰੋ। ਗੁਰੂ ਸਾਹਿਬ ਨੇ ਕੀ ਨਹੀਂ ਦਿੱਤਾ ਹੋਇਆ, ਕੁਝ ਲੁਕੋਇਆ ਨਹੀਂ ਹੋਇਆ ਸਾਤੋਂ। ਤੇ ਆਈ ਥਿੰਕ ਜਿੱਦਾਂ ਬੰਦਾ ਸੋਚਣਾ ਸ਼ੁਰੂ ਕਰਦੇ ਉਹ ਪੋਸੀਬਲ ਬਣਨਾ ਵੀ ਸ਼ੁਰੂ ਹੋ ਜਾਂਦਾ। ਇਟ ਇਜ਼ ਪੋਸੀਬਲ। ਉਹ ਮੈਨੀਫੈਸਟੇਸ਼ਨ, ਲਾਅ ਆਫ ਅਟਰੈਕਸ਼ਨ, ਉਹਨਾਂ ਨੇ ਸਾਨੂੰ ਆਈਸੋਲੇਟ ਕਰਤਾ ਨਾ। ਅਸੀਂ ਹੁਣ ਆਪਣੇ ਪਰਸਨਲ ਗੋਲ ਲੈ ਕੇ ਦੌੜੇ ਫਿਰਦੇ ਹਾਂ ਸਾਰੇ, ਅਤੇ ਦੁਖੀ ਸਾਰੇ ਹੀ ਆ ਜੀ। ਹੁਣ ਜਦੋਂ ਆਪਾਂ ਖਾਲਸੇ ਇਤਿਹਾਸ 'ਚ ਜਾਂਦੇ ਹਾਂ, ਅਸੀਂ ਰਾਜ ਕਿਵੇਂ ਲਿਆ ਸੀ, ਹੁਣ ਨਵਾਬ ਕਪੂਰ ਸਿੰਘ ਨੂੰ ਪੜ੍ਹਦੇ ਹਾਂ, ਉਹਨਾਂ ਨੇ ਇਕੱਠੀ ਕਰਤੀ ਕੌਮ ਸਾਰੀ ਇੱਕ ਜਗ੍ਹਾ 'ਤੇ, ਇੱਕ ਪਰਿਵਾਰ ਬਣਾਤਾ, ਲੰਗਰ ਇੱਕ ਜਗ੍ਹਾ 'ਤੇ, ਖਜ਼ਾਨਾ ਸਾਰਾ ਇੱਕ ਜਗ੍ਹਾ 'ਤੇ, ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਇੰਡੀਵਿਜੂਅਲੀ ਧੱਕੇ ਨਹੀਂ ਖਾ ਰਹੇ ਸਾਰੇ, ਹੁਣ ਇੰਡੀਵਿਜੂਅਲੀ ਅਸੀਂ ਧੱਕੇ ਖਾਈ ਜਾਂਦੇ ਹਾਂ, ਖੁਆਰ ਹੋਈ ਜਾਂਦੇ ਹਾਂ। ਉਹੀ ਤੁਸੀਂ 10 ਸਿੰਘ ਨੇ ਇਕੱਲੇ ਨੇ ਘਰ ਚਲਾਉਣਾ ਆ, 10 ਸਿੰਘਾਂ ਨੇ ਮਿਲੀਅਨ ਦੀ ਮੌਰਗੇਜ ਲੈਣੀ ਆ, 10 ਮਿਲੀਅਨ ਦੀ ਮੌਰਗੇਜ ਚੱਕ ਲਈ 10 ਸਿੰਘਾਂ ਨੇ, ਇਕੱਲੇ ਫਿਰ ਡੀਲ ਕਰ ਰਹੇ ਆ $1 ਮਿਲੀਅਨ ਦੇ ਨਾਲ। ਅਤੇ ਉਹੀ ਜੋ 10 ਸਿੰਘ ਇਕੱਠੇ ਹੋ ਕੇ ਅਤੇ ਇਕੱਠਾ ਕੁਛ ਜੇ ਕਰਨਗੇ, ਤੁਹਾਨੂੰ ਲੱਗਦਾ ਨਹੀਂ ਬਰਕਤਾਂ ਆਉਣਗੀਆਂ? ਕਿਉਂਕਿ ਸਾਡੇ ਇਤਿਹਾਸ 'ਚ ਸੀਗਾ, ਸਾਡਾ ਇਤਿਹਾਸ ਅਸੀਂ ਇਕੱਠੇ ਹੋ ਕੇ ਹੀ ਸਾਡੇ 'ਚ ਬਰਕਤਾਂ ਆਈਆਂ ਨੇ, ਇਕੱਠੇ ਹੋ ਕੇ ਅਸੀਂ ਰਾਜ ਲਿਆ ਆ। ਹੁਣ ਵੀ ਇਕੱਠੇ ਹੋਣਾ ਪੈਣਾ। ਇੰਡੀਵਿਜੂਅਲੀ ਆਪਾਂ ਟੱਕਰਾਂ ਨੇ ਜਿੰਨੀਆਂ ਮਰਜ਼ੀ ਮਾਰ ਲਓ, ਸਪੈਸ਼ਲੀ ਇੰਨੀਆਂ ਕੰਟਰੀਆਂ ਦੇ ਵਿੱਚ ਖੁਆਰੀ ਆ। ਹੁਣ ਤੁਸੀਂ ਸੋਚ ਲਓ ਵੀ ਘਰ ਲੈ ਸਕਦੇ ਹੋ ਬਰੈਂਪਟਨ ਦੇ ਵਿੱਚ ਇਕੱਲੇ? ਇਟਸ ਕਾਈਂਡ ਆਫ, ਤੁਸੀਂ ਸੋਚਣ ਦੀ ਦੂਰ ਦੀ ਗੱਲ ਆ, ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ ਘਰ ਦਾ ਬਈ ਬਰੈਂਪਟਨ 'ਚ ਮੈਂ ਘਰ ਦਾ ਸੁਪਨਾ ਦੇਖ ਲਾਂ। ਸੋ ਇੱਕ 'ਚ ਬਰਕਤ, ਜਿਹਨੂੰ ਕਹਿੰਦੇ ਇਕੱਠੇ ਹੋਣਾ ਪੈਣਾ। ਅਤੇ ਮੈਂ ਆਪਣੇ ਫਿਰ ਕਹਿੰਦੇ ਜੀ ਬਹੁਤ ਔਖਾ ਕੰਮ ਆ, ਯੂਥ ਨੇ ਕਰਨਾ, ਤੁਸੀਂ ਕਰਨਾ, ਮੈਂ ਕਰਨਾ। ਹੁਣ ਆਹ ਕਨਵਰਸੇਸ਼ਨ ਹੋ ਰਹੀ ਹੈ, ਇਟਸ ਅ ਬਿਗਿਨਿੰਗ। ਆਪਾਂ ਡਾਇਲੋਗ ਕਰ ਰਹੇ ਹਾਂ, ਆਪਾਂ ਫਾਲਤੂ ਦੀ ਗੱਲਾਂ ਨਹੀਂ ਕਰ ਰਹੇ। ਅਤੇ ਜੇ ਆਪਾਂ ਗੱਲਾਂ ਕਰ ਸਕਦੇ ਹਾਂ ਨਾ, ਜੇ ਆਪਾਂ ਇੱਥੇ ਸੋਚ ਸਕਦੇ ਹਾਂ, ਅਤੇ ਉਹ ਪ੍ਰਗਟ ਵੀ ਹੋ ਸਕਦਾ, ਗੁਰੂ ਸਾਹਿਬ ਕਰਾਉਣਗੇ। ਕਿਉਂਕਿ ਵੀ ਤੁਸੀਂ ਵੈਲਿਊ ਦੀ ਗੱਲ ਕਰ ਰਹੇ ਹਾਂ, ਥੋੜ੍ਹਾ ਇੰਜੈਕਸ਼ਨ 'ਤੇ ਚਾਨਣਾ ਪਾਓ। ਜੇ ਤੁਸੀਂ ਕਹਿ ਰਹੇ ਹੋ ਕਿ ਟੀਕੇ ਲਗਾਉਣੇ ਗਲਤ ਆ, ਕਿ ਟੀਕੇ ਲਗਾ ਕੇ ਕੁਝ ਵਾਧਾ ਤਾਂ ਹੋਇਆ ਨਹੀਂ, ਸਗੋਂ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ। ਹੁਣ ਉਹਲੇ ਲੋਕਾਂ ਨੇ ਜਿਨ੍ਹਾਂ ਨੇ ਤੇ ਲਗਵਾਏ ਆ, ਬਟ ਲਗਵਾਉਣ ਤੋਂ ਬਾਅਦ ਦੁੱਖ ਵੀ ਨਹੀਂ ਹੈ ਕਿ ਟੀਕੇ ਲਗਵਾਏ ਤਾਂ ਕਿਉਂਕਿ ਇਮਿਊਨਿਟੀ ਵੱਧਦੀ ਹੈ। ਸਾਨੂੰ ਸਰਕਾਰ ਨੇ ਕਿਹਾ, ਡਾਕਟਰਸ ਕਹਿੰਦੇ ਆ, ਜਿੱਦਾਂ ਅਸੀਂ ਸਰਟੀਫਾਈਡ ਡਾਕਟਰਸ ਦੀ, ਐਕਸਪਰਟਸ ਦੀ ਗੱਲ ਮੰਨੀ ਹੈ। ਸੋ ਕਿਉਂ ਉਹ ਵਾਲਾ ਡਿਸੀਜ਼ਨ ਮਾੜਾ ਹੈ? ਅਤੇ ਜਿਨ੍ਹਾਂ ਨੇ ਲਗਵਾ ਲਏ ਹੈ, ਕਿਉਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਉਹ ਅੱਗੇ ਆਉਣ ਵਾਲੇ ਸਮੇਂ 'ਚ ਨਾ ਲਗਵਾਉਣ? ਟੀਕੇ ਦੇਖੋ, ਪਹਿਲਾਂ ਤਾਂ ਜਦੋਂ ਤੁਸੀਂ ਪੈਰਾਡੈਮਿਕ ਦੀ ਗੱਲ ਕਰਦੇ ਹੋ ਨਾ, ਜੋ ਵੀ ਇਹਨਾਂ ਦਾ ਆਇਆ, 99% ਇਹਨਾਂ ਦੇ ਸਟੈਟਸ ਕਹਿ ਰਹੇ ਵੀ ਸਰਵਾਈਵਲ ਰੇਟ ਆ ਕੋਵਿਡ ਦੀ, ਲੈਸ ਦੈਨ 1% ਚਾਂਸ ਆ ਡੈਥ ਦੇ, ਠੀਕ ਹੈ ਜੀ। ਅਤੇ ਉਹਦੇ ਵਿੱਚ ਫਿਰ ਇਹਨਾਂ ਨੇ ਚਲੋ ਠੀਕ ਆ, ਲਵਾ ਲਓ ਭਾਈ ਜੀ ਨੇ ਲਵਾਉਣੇ। ਫਲੂ ਸ਼ਾਟ ਵੀ ਲਵਾਉਂਦੇ ਸੀ ਸਾਰੇ। ਫਲੂ ਸ਼ਾਟ ਲਵਾਉਣ ਵਾਲਿਆਂ ਨੂੰ ਪੁੱਛ ਲਓ ਵੀ ਤੁਹਾਨੂੰ ਫਲੂ ਹੁੰਦਾ ਕਿ ਨਹੀਂ ਹੁੰਦਾ, ਉਹਨਾਂ ਨੂੰ ਜ਼ਿਆਦਾ ਹੁੰਦਾ। ਸਮਝਦੇ ਹੋ ਗੱਲ? ਹੁਣ ਉਹਦਾ ਨਾ ਹੀ ਫਲੂ ਸ਼ਾਟ ਰੱਖਿਆ ਉਹਨਾਂ ਨੇ, ਜ਼ਿਆਦਾ ਹੋਵੇ ਇਮਿਊਨਿਟੀ ਸ਼ਾਟ ਰੱਖਿਆ ਹੋਵੇ, ਨਾ ਉਹਦਾ ਨਾ ਹੀ ਫਲੂ ਸ਼ਾਟ ਆ। ਨਾਮ 'ਚ ਸੱਚ ਹੈਗਾ। ਹਾਂ ਸੱਚ, ਉਹ ਸੱਚ ਦੱਸ ਰਹੇ ਵੀ ਲਵਾਓਗੇ ਤਾਂ ਫਲੂ ਹੋਣਾ ਹੀ ਹੋਣਾ ਤੁਹਾਨੂੰ। ਹੁਣ ਸੇਮ ਚੀਜ਼ ਇਹਦੇ ਨਾਲ ਆ ਜਾਂਦੀ ਆ, ਜਿਹੜੇ ਇਹ ਸ਼ਾਟ ਲੱਗ ਰਹੇ ਨੇ ਜੋ ਵੀ ਆ। ਹੁਣ ਜਿਨ੍ਹਾਂ ਨੇ ਲੱਗੇ ਹੋਏ ਉਹਨਾਂ ਨੂੰ ਪਤਾ ਆ, ਉਹਨਾਂ ਨੂੰ ਤਾਂ 3-4 ਵਾਰੀ ਕੋਵਿਡ ਹੋ ਟਿਆ ਉਦੋਂ ਬਾਅਦ 'ਚ, ਜਿਨ੍ਹਾਂ ਨੇ ਲਵਾਏ। ਫਿਰ ਜਿਹਦੀ ਇਮਿਊਨਿਟੀ ਵੀਕ ਹੋ ਰਹੀ ਆ, ਇੱਕ ਜਿੰਮ ਵਾਲੇ ਬਾਈਆਂ ਨੇ ਮੈਨੂੰ ਮੈਸੇਜ ਆਉਂਦੇ ਆ, ਪਰ ਇਨ ਪਰਸਨ ਮੈਂ ਬੰਦੇ ਨੂੰ ਜਾਣਦਾ ਆ, ਕਹਿੰਦਾ ਜਿੰਨਾ ਮੇਰੇ 'ਚ ਪਹਿਲਾਂ ਐਨਰਜੀ ਹੁੰਦੀ ਸੀਗੀ, ਇੱਕੋ ਹੀ ਟੀਕਾ ਲਵਾਇਆ ਉਹਨੇ ਨਾਨਕਸਰ ਗੁਰਦੁਆਰੇ ਜਾ ਕੇ, ਅਤੇ ਉਹ ਕਹਿੰਦਾ ਜੀ ਮੇਰਾ ਕਹਿੰਦਾ ਉਹ ਵਾਲੀ ਐਨਰਜੀ ਨਹੀਂ ਰਹੀ ਬੋਡੀ ਦੇ ਵਿੱਚ ਜੋ ਮੇਰੀ ਪਹਿਲਾਂ ਹੁੰਦੀ ਸੀਗੀ। ਫਿਰ ਲੋਕ ਬਿਮਾਰ ਰਹਿ ਰਹੇ ਨੇ ਜ਼ਿਆਦਾ। ਫਿਰ ਜਿਹੜੀਆਂ ਆਪਣੀਆਂ ਬੀਬੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ, ਜਿਹੜੀ ਉਹ ਦੱਸਦੀਆਂ ਵੀ ਨਹੀਂ ਕਿਸੇ ਨੂੰ। ਸੋ ਪਤਾ ਹੈ ਲੋਕਾਂ ਨੂੰ ਵੀਰੇ, ਹੁਣ ਤਾਂ ਹੁਣ ਤਾਂ ਇਹ ਕਨਵਰਸੇਸ਼ਨ ਦਾ ਆਈ ਵੁੱਡ ਸੇ ਇਟਸ ਟੂ ਲੇਟ, ਹੈ ਨਾ। ਲੋਕਾਂ ਨੂੰ ਪਤਾ ਲੱਗ ਗਿਆ ਆਲਰੇਡੀ, ਜਿਨ੍ਹਾਂ ਨੂੰ ਪਤਾ ਲੱਗ ਗਿਆ। ਹੁਣ 400 ਮਿਲੀਅਨ ਡੋਜ਼ਸ ਆਰਡਰ ਕੀਤੀਆਂ ਸੀ ਟਰੂਡੋ ਨੇ ਇਨੀਸ਼ੀਅਲੀ ਜੀ। ਕੈਨੇਡਾ ਦੀ ਪਾਪੂਲੇਸ਼ਨ ਫਾਈਜ਼ਰ ਦੇ ਨਾਲ, ਕੈਨੇਡਾ ਦੀ ਪਾਪੂਲੇਸ਼ਨ ਹੈਗੀ 38 ਮਿਲੀਅਨ। ਸੋ ਪਰ ਹੈਡ ਮੈਂ ਕਹਿੰਦਾ ਵੀ 10-12 ਟੀਕੇ ਕਹਿੰਦਾ ਵੀ ਲਾਉਣੇ ਇਹਨਾਂ ਦੇ ਸ਼ੁਰੂ 'ਚ ਹੀ, ਹੈ ਨਾ। ਹੁਣ ਉਹ ਜਿਹੜਾ ਕਹਿ ਲਓ ਪਿੱਛੇ ਜਿਹੇ ਇਹਨਾਂ ਦੀ ਆਪ ਹੀ ਇਹਨਾਂ ਨੇ ਦੱਸਿਆ ਸੀਗਾ ਵੀ ਕੈਨੇਡੀਅਨ ਲਵਾਉਣੋਂ ਹਟ ਗਏ ਬੂਸਟਰ। 75% ਤੋਂ ਵੱਧ ਇਹਨਾਂ ਨੇ ਆਪਣੇ ਦੱਸਿਆ, ਆਪ ਦੇ ਮੂੰਹੋਂ ਦੱਸਿਆ ਵੀ ਲਵਾ ਨਹੀਂ ਰਹੇ ਲੋਕ। ਉਹ 75% ਨਹੀਂ, ਮੈਂ ਕਹਿੰਦਾ ਉਹ 90% ਹੋਊਗਾ ਵੀ ਜਿਹੜੇ ਲਵਾ ਹੀ ਨਹੀਂ ਰਹੇ ਹੁਣ। ਸੋ ਜਿਨ੍ਹਾਂ ਨੇ ਨਹੀਂ ਲਵਾਉਣੀ ਉਹਨਾਂ ਤਾਂ ਲਵਾਉਣੀ ਨਹੀਂ, ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ। ਲੋਕਾਂ ਨੇ ਰਿਜ਼ਲਟ ਦੇਖ ਲੈਣੇ ਆਸੇ ਪਾਸੇ ਜੀ। ਅਤੇ ਸਾਡੇ ਕੱਲ੍ਹ ਇੱਕ ਭੈਣ ਕੱਲ੍ਹ 2 ਐਵਰੀ ਸੰਡੇ ਆਪਾਂ, ਮੈਂ ਸੰਗਤ ਨੂੰ ਦੱਸ ਦਈਏ, ਮਾਲਟਨ ਗੁਰਦੁਆਰਾ ਸਾਹਿਬ ਆਪਾਂ ਇਕੱਠੇ ਹੋਈਦਾ ਆ ਐਵਰੀ ਸੰਡੇ ਸ਼ਾਮ ਨੂੰ 4 ਤੋਂ 7। ਉੱਥੇ ਆਹੀ ਕਨਵਰਸੇਸ਼ਨ ਹੁੰਦੀ ਹੈ। ਜਿੰਨਾ ਚਿਰ ਆਪਾਂ ਨੂੰ ਮਹਾਰਾਜ ਨੇ ਬਲ ਬਖਸ਼ਿਆ ਹੋਇਆ ਆਪਾਂ ਉੱਥੇ ਗੱਲਾਂ ਬਾਤਾਂ ਕਰਾਂਗੇ। ਉੱਥੇ ਹੁਣ ਉਹ ਆਉਂਦੇ ਆ ਬੰਦੇ ਇਨ ਪਰਸਨ, ਜਿਨ੍ਹਾਂ ਨਾਲ ਫੈਮਲੀਆਂ ਦੇ ਵਿੱਚ ਕੇਸ ਹੋਏ ਆ, ਜਿਨ੍ਹਾਂ ਦੇ ਹਾਰਟ ਅਟੈਕ ਹੋਏ ਆ। ਇੱਕ ਬੀਬੀ ਆ ਜੀ, 4 ਬੰਦੇ ਬਾਬਾ ਜੀ ਬੈਕ ਟੂ ਬੈਕ ਸਡਨ ਡੈਥ। ਅਤੇ ਉਹ ਕਹਿੰਦੀ, ਉਹ ਆਪ ਦੱਸਦੀ ਹੈ, ਕਹਿੰਦੀ ਵੀ ਟੀਕਿਆਂ ਨਾਲ ਹੋਇਆ, ਇਸ ਤਾਂ ਸਾਨੂੰ ਪਤਾ ਆ।
ਸੋ ਲੋਕਾਂ ਨੂੰ ਦਿਖ ਰਿਹਾ ਹੁਣ ਕੀ ਹੋ ਰਿਹਾ ਕੁਝ ਪ੍ਰੀ ਇੰਜੈਕਸ਼ਨ ਹੋਵੇ ਦੀ ਕੰਡੀਸ਼ਨਸ ਕਦੀ ਰਹੀਆਂ ਨਹੀਂ ਹੋਣਗੀਆਂ। ਹਾਂ, ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਅਸੀਂ ਉਹਦੇ ਘਰੇ ਵੀ ਜਾ ਕੇ ਆਏ ਸੀਗੇ ਭੈਣ ਦੇ, ਉਹ ਹੁਣ ਇੰਡੀਆ ਗਈ ਹੋਈ ਆ। ਆਪਾਂ ਕਹਿੰਦੇ ਨਾ ਮੈਡੀਕਲ ਸਿਸਟਮ ਬਹੁਤ ਵਧੀਆ ਕੈਨੇਡਾ ਦਾ। ਹੁਣ ਤੁਸੀਂ, ਮੈਂ ਕਹਿੰਦਾ ਵੀ ਰੱਬ ਕਰੇ ਬਈ ਤੁਸੀਂ ਤੰਦਰੁਸਤ ਰਹੋ, ਤੁਹਾਨੂੰ ਇੱਦਾਂ ਦੀ ਕੋਈ ਕੰਪਲੀਕੇਸ਼ਨ ਨਾ ਆਵੇ, ਤੁਹਾਨੂੰ ਹੌਸਪੀਟਲ ਜਾਣਾ ਪਵੇ, ਕਿਉਂਕਿ ਇੰਨਾ ਬੁਰਾ ਹਾਲ ਹੈ ਹੈਲਥ ਕੇਅਰ ਦਾ ਇਸ ਟਾਈਮ ਦੇ ਉੱਤੇ, ਬਈ ਰੱਬ ਹੀ ਰੱਖਾ ਹੈ ਕੈਨੇਡਾ ਦਾ ਇਸ ਟਾਈਮ। ਹੁਣ ਉਹ ਬੀਬੀ ਆਈ ਸੀਗੀ ਆਪਣੇ 2 ਬੱਚਿਆਂ ਨੂੰ ਲੈ ਕੇ, ਪਹਿਲਾਂ ਉਹ ਇਟਲੀ ਰਹਿੰਦੇ ਸੀ, ਫਿਰ ਇੱਥੇ ਆਏ, ਕਹਿੰਦੇ ਜੀ ਕੈਨੇਡਾ ਵਧੀਆ ਆ, ਅਤੇ ਇੱਥੇ ਆ ਕੇ ਉਹ ਪਛਤਾ ਰਹੇ ਆ। ਉਹਨਾਂ ਦਾ ਬੇਟਾ, ਉਹਨੂੰ ਮੈਂ ਮਿਲ ਕੇ ਆਇਆ, ਚੜ੍ਹਦੀ ਕਲਾ ਪੂਰਾ ਆਪਣਾ, ਉਹਨਾਂ ਦਾ ਜਿਹੜਾ ਬੇਟਾ ਸੀਗਾ, ਦੇਖ ਕੇ ਲੱਗਿਆ ਨਹੀਂ ਵੀ ਬੰਦੇ ਨੂੰ ਕਿਹਨੂੰ ਪ੍ਰੋਬਲਮ ਹੈਗੀ ਆ। ਲੇਕਿਨ ਜਿਹੜੇ ਆਪਾਂ ਗੱਲਾਂ ਕਰਦੇ ਹਾਂ ਟੀਕਿਆਂ ਦੀਆਂ, ਟਰੂ ਸਟੋਰੀ ਆ, ਮੈਂ ਅੱਖੀਂ ਦੇਖੀ ਆ। ਅਤੇ ਉਹ ਆਪਾਂ ਲੈ ਕੇ, ਉਹ ਕਹਿੰਦੀ ਮੈਂ ਇੱਕ ਵਾਰੀ ਠੀਕ ਕਰ ਲਾਂ ਆਪਣੇ ਪੁੱਤ ਨੂੰ, ਕਹਿੰਦੀ ਵੀਰੇ ਮੈਂ ਤਾਂ ਬੋਲੂੰਗੀ, ਹਾਲੇ ਉਹਨੂੰ ਸਿਰਫ ਆਪਣੇ ਪੁੱਤ ਦਾ ਆ ਵੀ ਇਹਨੂੰ ਮੈਂ ਇੱਕ ਵਾਰੀ ਠੀਕ ਕਰ ਲਾਂ, ਕਹਿੰਦੀ ਫਿਰ ਮੈਂ ਤਾਂ ਕਹਿੰਦੀ ਜਿੱਥੇ ਕਹੂੰਗਾ ਮੈਂ ਉੱਥੇ ਆਊਂਗੀ, ਮੈਂ ਦੱਸੂੰਗੀ ਸਾਡੇ ਨਾਲ ਕੀ ਹੋਇਆ। ਹੁਣ ਉਹਦੀ ਕੀ ਸਟੋਰੀ ਆ ਵੀਰੇ, 22 ਸਾਲ ਦਾ ਨੌਜਵਾਨ। ਉਹ ਕਹਿੰਦਾ ਵੀਰੇ ਮੇਰੀ ਹਿਸਟਰੀ ਆ, ਚੈੱਕ ਕਰ ਲਓ, ਇਟਲੀ ਤੱਕ, ਫਿਰ ਉਹ ਨਿਊਫਾਊਂਡਲੈਂਡ ਸਕੂਲੇ ਪੜ੍ਹਿਆ। ਕਹਿੰਦਾ ਇੱਕ ਦਿਨ ਵੀ ਮੈਂ ਬਿਮਾਰੀ ਕਰਕੇ ਨਾ ਛੁੱਟੀ ਨਹੀਂ ਕੀਤੀ ਸਕੂਲੋਂ। ਕਹਿੰਦਾ ਮੈਨੂੰ ਖੰਘ ਜ਼ੁਕਾਮ ਵੀ ਨਹੀਂ ਹੋਈ, ਹੋਰ ਤਾਂ ਕੰਪਲੀਕੇਸ਼ਨ ਦੂਰ ਦੀ ਗੱਲ ਆ। ਕੋਈ ਦਾਰੂ ਮੀਟ ਨਹੀਂ, ਕੋਈ ਦਾਰੂ ਨਹੀਂ, ਜਿੱਦਾਂ ਫੈਮਿਲੀ ਸਾਰੀ ਆਪਣੀ ਪੰਜਾਬੀ ਫੈਮਿਲੀ ਆ, ਘਰ ਦਾ ਖਾਂਦੇ ਆ, ਘਰੇ ਰਹਿੰਦਾ, ਫੈਮਿਲੀ ਨਾਲ ਰਹਿੰਦਾ। ਉਹ ਕੋਈ ਇੱਦਾਂ ਦੀ ਡਾਇਟ ਨਹੀਂ ਹੈਗੀ ਜੇ ਤੁਸੀਂ ਕਹਿ ਲਓ ਵੀ ਕੰਪਲੀਕੇਸ਼ਨ ਆ ਗਈ। ਹੁਣ ਉਹ ਬੰਦੇ ਨੂੰ, ਉਹ ਆਪਣੇ ਮੁੰਡੇ ਨੂੰ ਪ੍ਰੋਬਲਮ ਆ ਗਈ ਲਿਵਰ ਦੀ, ਪੈਨਕ੍ਰੀਆਸ ਦੀ, ਹੈ ਨਾ। ਅਤੇ ਉਹਨਾਂ ਨੇ ਹੌਸਪੀਟਲ ਗਏ, ਉਹਨਾਂ ਨੇ ਟੈਸਟ ਕੀਤੇ, ਅਤੇ ਜਿੱਦਾਂ ਕਹਿੰਦਾ ਨਹੀਂ, ਉਹ ਭੈਣ ਕਹਿੰਦੀ ਵੀ ਡਾਕਟਰ ਦੇਖ ਕੇ ਨਾ ਇੱਕ ਵਾਰੀ ਹੈਰਾਨ ਜਿਹੇ ਹੋ ਗਏ, ਬਈ ਆਪਰੇਸ਼ਨਾਂ ਤੋਂ ਪਤਾ ਲੱਗ ਜਾਂਦਾ ਨਾ ਵੀ ਇਹ ਕੀ ਹੋਇਆ। ਉਹ ਕਹਿੰਦੇ ਤੁਹਾਨੂੰ ਸਪੈਸ਼ਲਿਸਟ ਦੀ ਅਪੋਇੰਟਮੈਂਟ ਦਿੰਦੇ ਆ, ਪਰ ਉਹਨਾਂ ਚਿਰ ਤੁਸੀਂ ਬੱਚੇ ਨੂੰ ਕੁਛ ਨਹੀਂ ਦੇਣਾ, ਸਿਰਫ ਪਾਣੀ ਪਿਆਉਣਾ ਇਹਨੂੰ। ਹੁਣ ਸਪੈਸ਼ਲਿਸਟ ਨੇ ਬਾਬਾ ਜੀ 2 ਹਫ਼ਤੇ ਲਾਤੇ, 2 ਹਫ਼ਤੇ ਉਹਨੂੰ ਪਾਣੀ 'ਤੇ ਰੱਖਿਆ ਮੁੰਡੇ ਨੂੰ। ਅੱਛਾ ਜੀ, ਠੀਕ ਆ, ਨੋ ਫੂਡ। ਅਤੇ ਉਹਦਾ ਮੈਨੂੰ ਰੋ ਕੇ ਫੋਨ ਆਉਂਦਾ ਹੁੰਦਾ ਭੈਣ ਦਾ, ਹੈ ਨਾ। ਅਤੇ ਸਪੈਸ਼ਲਿਸਟ ਨਾਲ ਗੱਲਬਾਤ ਹੋਈ, ਅਤੇ ਉਹ ਕਹਿੰਦੇ ਆ ਜੀ ਇਹ ਤੁਹਾਡਾ ਮੁੰਡਾ ਦਾਰੂ ਪੀਂਦਾ ਹੋਣਾ, ਇਹਦਾ ਲਿਵਰ ਡੈਮੇਜ ਹੋਇਆ, ਇਹਦੀ ਡਾਇਟ ਇੱਦਾਂ ਦੀ ਹੋਣੀ ਆ। ਉਹ ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਹੈ ਵੀ ਦਾਰੂ ਪੀਂਦਾ ਨਹੀਂ ਪੀਂਦਾ, ਹੈ ਨਾ। ਅਤੇ ਹੋਇਆ ਕਿ ਉਹ ਮੁੰਡੇ ਨਾਲ ਕਾਲਜ ਜਾਣ ਲਈ, ਤੁਹਾਨੂੰ ਪਤਾ ਇੱਥੇ ਮੈਂਡੇਟਰੀ ਕਰਤਾ ਸੀ ਨਾ ਵੀ ਤੁਸੀਂ ਹੈਵ ਟੂ ਵੈਕਸੀਨੇਟਡ। ਸਕੂਲ ਜਾਣ ਕਰਕੇ ਕਹਿੰਦੀ ਅਸੀਂ ਇਹਦੇ ਟੀਕਾ ਲਵਾਇਆ। ਕਹਿੰਦੀ ਮੈਨੂੰ ਵੀਰੇ ਤੇਰੀਆਂ ਮੈਂ ਵੀਡੀਓ ਸੁਣਦੀ ਹਾਂ, ਕਹਿੰਦੀ ਮੈਨੂੰ ਪੱਕਾ ਪਤਾ ਹੈ ਵੀ ਇਹ ਟੀਕੇ ਦਾ ਸਾਈਡ ਇਫੈਕਟ ਆ। ਫਿਰ ਮੈਨੂੰ ਨਹੀਂ ਸੀ ਪਤਾ ਵੀ ਸਾਈਡ ਇਫੈਕਟ ਹੈਗਾ ਕਿ ਨਹੀਂ ਹੈਗਾ, ਲਿਵਰ ਡੈਮੇਜ। ਮੈਂ ਟਵੀਟ ਕੀਤਾ, ਮੇਰੇ ਟਵਿੱਟਰ 'ਤੇ 20,000 ਲੋਕੀ ਨੇ, ਮੈਂ ਉੱਥੇ ਟਵੀਟ ਪਾਇਆ ਵੀ ਇਜ਼ ਦੇਅਰ ਐਨੀਬਡੀ ਨੋਜ਼ ਵਿਦ ਲਾਈਕ ਪੋਸਟ ਲਾਈਕ ਅ ਲਿਵਰ ਡੈਮੇਜ ਕੰਡੀਸ਼ਨ ਸਮਥਿੰਗ ਲਾਈਕ ਦੈਟ। ਬਾਬਾ ਜੀ ਕਮੈਂਟਾਂ ਨਾਲ ਭਰ ਗਿਆ ਥੱਲੇ। ਉਹ ਟਵੀਟ ਵੀ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਬਈ ਹਾਂਜੀ ਸਾਡੇ ਹੋਇਆ, ਮੇਰੇ ਨਾਲ ਹੋਇਆ, ਕਿ ਇਹਨੇ ਪਰਸਨਲੀ ਦੱਸਿਆ ਵੀ ਮੇਰੇ ਨਾਲ ਹੋਇਆ। ਸੋ ਉੱਥੋਂ ਮੈਨੂੰ ਕਨਫਰਮੇਸ਼ਨ ਮਿਲ ਗਈ ਵੀ ਇਹ ਸਾਈਡ ਇਫੈਕਟ ਆ। ਅਤੇ ਡਾਕਟਰ ਕਿਉਂ ਇਗਨੋਰ ਕਰਦੇ ਸੀ, ਕਿਉਂਕਿ ਉਹਨਾਂ ਕੋਲ ਇੱਕ ਕੇਸ ਨਹੀਂ ਆਇਆ ਹੋਣਾ, ਉਹਨਾਂ ਕੋਲ ਹੋਰ ਹੀ ਬਹੁਤ ਕੇਸ ਆਏ ਆ। ਦੈਟਸ ਵਾਈ ਦੇ ਵਰ ਲਾਈਕ ਕਾਈਂਡ ਆਫ ਇਗਨੋਰਿੰਗ ਦੈਮ, ਵੀ ਉਹ ਕਿਉਂਕਿ ਅਕਨੋਲਜ ਨਹੀਂ ਕਰ ਰਹੇ ਉਹ ਸਾਈਡ ਇਫੈਕਟ ਨੂੰ, ਵੀ ਹਾਂਜੀ ਇਹ ਵੈਕਸੀਨ ਨਾ ਹੋਇਆ ਜੀ ਅਸੀਂ ਟਰੀਟ ਕਰਦੇ ਹਾਂ। ਅਕਨੋਲਜ ਕਰਨਗੇ ਤਾਂ ਟਰੀਟ ਕਰਨਗੇ ਨਾ, ਦੈਨ ਦੇ ਸਟਾਰਟ ਇਗਨੋਰਿੰਗ। ਉਹ 3-4 ਡਾਕਟਰਾਂ ਕੋਲ ਗਈ। ਹੁਣ ਆਪਾਂ ਮੈਡੀਕਲ ਸਿਸਟਮ ਦੀ ਗੱਲ ਕਰਨਾ ਕੈਨੇਡਾ, ਆਪਾਂ ਤਾਂ ਹੀ ਆ ਨਾ ਮੈਡੀਕਲ ਫਰੀ ਆ, ਉਹ ਫਰੀ ਹੋਈ ਆ, ਕਰਾ ਕੇ ਤਾਂ ਦੇਖੋ ਕਿਤੇ ਕਰਨਗੇ ਇਲਾਜ ਤਾਂ ਹੀ ਹੈ ਨਾ। ਹੁਣ ਉਹ ਕਹਿੰਦੀ ਮੈਂ 3-4 ਡਾਕਟਰਾਂ ਕੋਲ ਗਈ, ਜਿਹੜੇ ਫੈਮਿਲੀ ਡਾਕਟਰ ਹੁੰਦੇ, ਕਿਸੇ ਨੇ ਦੱਸ ਭਾਈ ਉਹਦੇ ਕੋਲ ਜਾਇਆ। ਉਹ ਡਾਕਟਰ ਦੇਖ ਕੇ ਬਾਬਾ ਜੀ ਹੈਰਾਨ ਰਹਿ ਗਏ। ਉਹ ਮੇਰੇ ਕੋਲ ਰਿਪੋਰਟ ਵੀ ਪਈ ਆ, ਮੈਂ ਤੁਹਾਨੂੰ ਦੱਸੂਗਾ। ਨੋਰਮਲ ਇੰਨੀ ਹੁੰਦੀ ਆ ਅਤੇ ਉਹਦੀ ਇੰਨੀ ਜ਼ਿਆਦਾ ਨੰਬਰ ਹੋਏ ਆ, ਲਾਈਕ 3 ਡਿਜਿਟ ਦੇ ਵਿੱਚ ਗਈ ਹੋਈ ਆ। ਉਹ ਕਹਿੰਦੇ ਇਹ ਤਾਂ ਇਹੋ ਜਿਹਾ ਸੀਵੀਅਰ ਕੇਸ ਹੈ ਵੀ ਇਹ ਤਾਂ ਰਾਈਟ ਵੇ ਟਰੀਟ ਹੋਣਾ ਚਾਹੀਦਾ ਆ, ਰਾਈਟ ਵੇ। ਅਤੇ ਉਹਨਾਂ ਨੇ ਹੌਸਪੀਟਲ ਨੇ ਉਹਦੀ MRI ਦੀ ਅਪੋਇੰਟਮੈਂਟ ਬਣਾਈ 2 ਮਹੀਨਿਆਂ ਨੂੰ। ਐਮਰਜੈਂਸੀ ਕੇਸ। ਹੁਣ ਡਾਕਟਰ ਕਹਿ ਰਹੇ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੇ ਹੋਰਾਂ ਤੋਂ ਸਲਾਹ ਲਈ ਜਾ ਕੇ ਵੀ ਇੰਨਾ ਸੀਵੀਅਰ ਕੇਸ ਆ, ਇਟ ਹੈਜ਼ ਟੂ ਬੀ ਟਰੀਟਡ ਰਾਈਟ ਵੇ। ਹੌਸਪੀਟਲ 2 ਮਹੀਨਿਆਂ ਦੀ MRI ਕਰ ਰਿਹਾ ਆ। ਇਹਦਾ ਮਤਲਬ ਕੀ ਆ ਬਈ ਚੜ੍ਹਾਈ ਕਰ ਜਾਵੇ ਬੰਦਾ 2 ਮਹੀਨਿਆਂ ਨੂੰ ਵੀ ਸਾਡੇ ਗਲੋਂ ਲੱਥੇ ਚੀਜ਼, ਅਤੇ ਹੋਰ ਕਿਸੇ ਨੇ ਪੁੱਛਣਾ ਨਹੀਂ ਉਹਨੂੰ। ਉਹ ਭੈਣ ਹੁਣ ਤੁਸੀਂ ਦੇਖੋ ਆਪਾਂ ਕੈਨੇਡਾ ਆਏ ਹਾਂ ਸਾਰਾ ਕੁਛ ਕਰਕੇ ਲੈ ਕੇ, ਐਡਾ ਵੱਡਾ ਪਹਿਲਾਂ ਤਾਂ ਧੋਖਾ। ਮੈਂ ਕਹਿੰਦਾ ਜਿੰਨੇ ਟੀਕੇ ਲੱਗਿਆ ਤੁਹਾਡੇ ਨਾਲ ਸਿੱਧਾ ਧੋਖਾ ਹੋਇਆ ਬਈ, ਤੁਹਾਡੇ ਇਫੈਕਟ ਹੋਇਆ ਨਹੀਂ ਹੋਇਆ ਜੋ ਵੀ ਹੋਇਆ ਤੁਹਾਡੇ ਨਾਲ ਧੋਖਾ ਹੋਇਆ, ਠੀਕ ਆ। ਅਤੇ ਜਿਹੜੇ ਜ਼ਖਮੀ ਹੋਏ ਹੋ, ਮੈਂ ਕਹਿੰਦਾ ਹੁੰਦਾ ਵੀ ਜ਼ਖਮੀ ਸ਼ੇਰ ਤਾਂ ਜ਼ਿਆਦਾ ਖਤਰਨਾਕ ਹੁੰਦੇ ਆ, ਤੁਸੀਂ ਤਾਂ ਜ਼ਿਆਦਾ ਅਗਰੈਸਿਵ ਹੋਣੇ ਚਾਹੀਦੇ ਹੋ ਸਾਡੇ ਨਾਲ। ਅਤੇ ਉਹ ਭੈਣ ਅਗਰੈਸਿਵ ਹੈਗੀ ਆ। ਉਹ ਜਦੋਂ ਆਊਗੀ ਵਾਪਸ, ਹੁਣ ਇੰਡੀਆ ਗਈ ਆ ਆਪਣੇ ਪੁੱਤ ਨੂੰ ਇੰਡੀਆ ਇਲਾਜ ਕਰਾਉਣ। ਇੰਡੀਆ ਕਿਉਂ ਗਈ ਆ? ਕਿਉਂਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਉੱਥੇ ਡਾਕਟਰ ਹੈਗੇ ਆ, ਉਹ ਕਹਿੰਦੇ ਲੈ ਆ ਆਪਾਂ ਇੱਥੇ ਖਿਆਲ ਰੱਖਾਂਗੇ। ਤਾਂ ਉਹਨੂੰ ਇੰਡੀਆ ਰੋਂਦੀ ਹੋਈ ਛੱਡ ਕੇ ਗਈ, ਕਹਿੰਦੀ ਇੱਥੇ ਗਲਤੀ ਕਰ ਲਈ ਇੱਥੇ ਆ ਕੇ। ਆਹ ਮੈਡੀਕਲ ਸਿਸਟਮ ਦਾ ਐਕਸਪੋਜ਼ ਹੋ ਰਿਹਾ ਪਿਛਲੇ 2 ਸਾਲਾਂ 'ਚ। ਜਿਹੜੇ ਆਪਾਂ ਮੁਲਕ ਆਏ ਸੀਗੇ ਕੈਨੇਡਾ ਸੋਚ ਕੇ ਵੀ ਡਰੀਮ ਕੰਟਰੀ ਆ, ਉਹਨੇ ਸਾਰਾ ਐਕਸਪੋਜ਼ ਕਰਤਾ ਆਪਣੇ ਆਪ ਦਾ।
ਇਹਨਾਂ ਨੇ ਆਪਣੀ ਪੋਲੀਟੀਸ਼ੀਅਨ ਐਕਸਪੋਜ਼ ਕਰਾ ਲਏ, ਇਹਨਾਂ ਨੇ ਆਪਣਾ ਮੇਨ ਸਟ੍ਰੀਮ ਮੀਡੀਆ ਐਕਸਪੋਜ਼ ਕਰਤਾ, ਇਹਨਾਂ ਨੇ ਮੈਡੀਕਲ ਸਿਸਟਮ ਐਕਸਪੋਜ਼ ਕਰਤਾ, ਫਾਈਨੈਂਸ਼ੀਅਲ ਸਟਰਕਚਰ ਸਾਰਾ ਦੇਖ ਲਓ। ਸਾਰਾ ਮੈਨੂੰ ਇੱਕ ਚੀਜ਼ ਦਿਖਾ ਦਿਓ ਇਸ ਟਾਈਮ ਕੈਨੇਡਾ ਤੁਸੀਂ ਕਹੋ ਵੀ ਬਹੁਤ ਵਧੀਆ ਚੱਲ ਰਹੀ ਹੈ, ਇੱਕ ਚੀਜ਼ ਨੇਮ ਵਨ ਥਿੰਗ ਵੀ ਵਧੀਆ ਚੱਲ ਰਹੀ ਹੈ। ਰਾਈਟ, ਕੁਝ ਵੀ ਨਹੀਂ ਹੈਗਾ, ਤੇ ਉਹ ਚੀਜ਼ ਸਾਰਿਆਂ ਨੂੰ ਇਫੈਕਟ ਵੀ ਕਰ ਰਹੀ ਹੈ ਦੇਖੋ ਇਸ ਟਾਈਮ ਤੇ ਪਰਸਨਲੀ। ਤੇ ਲੋਕੀ ਰੌਲਾ ਨਹੀਂ ਪਾ ਰਹੇ ਬਰੋ ਵੀ ਜੀ ਆਮ ਗੈਸਿੰਗ ਤੁਸੀਂ ਟੀਕਾ ਨਹੀਂ ਲਗਵਾਇਆ। ਨੋ, ਬਿਕੋਜ਼ ਕਈ ਵਾਰ ਇੱਦਾਂ ਹੁੰਦਾ ਕਿ ਬੰਦਾ ਜ਼ਖਮੀ ਹੋਣ ਤੋਂ ਬਾਅਦ ਟੈਰਰਿਸਟ ਕਈ ਵਾਰ ਉਹਨੂੰ ਬਾਅਦ ਸਮਝ ਲੱਗਦੀ ਤਾਂ ਪੁੱਛਦੇ। ਨਹੀਂ ਆਪਾਂ ਲਵਾਇਆ ਨਹੀਂ, ਮੈਂ ਲਵਾ ਲੈਣਾ ਸੀ ਟੂ ਵੀ। ਹੁਣ ਆਪਾਂ ਕਿਹੜਾ ਸਿੰਘਾਂ ਨੂੰ ਕੀ ਹੁੰਦਾ, ਮਰਨ ਤਾਂ ਮਰ ਹੀ ਜਾਣਾ ਹੈ ਨਾ, ਟੀਕਾ ਲਵਾ ਕੇ ਤੇ ਕੀ ਉੱਦਾਂ ਕੀ। ਐਂਡ ਇਹਦਾ ਰਿਸਪੌਂਸ ਰਿਹਾ ਵੀ ਹੈ ਬੜੇ ਸਿੱਖਾਂ ਵਿੱਚ ਕਿ ਜਦੋਂ ਮੈਂ ਕਿਸੇ ਨਾਲ ਗੱਲ ਕਰਦਾ ਸੀ ਉਹ ਕਹਿੰਦੇ ਕੋਈ ਨਹੀਂ ਮਰਨਾ, ਤੇ ਇੱਦਾਂ ਵੀ ਹੈ ਲਿਖਿਆ ਹੋਏਗਾ ਕਰਮਾਂ 'ਚ। ਮੈਂ ਵੀ ਉਹਨਾਂ 'ਚੋਂ ਸੀਗਾ, ਪਰ ਫਿਰ ਮੈਂ ਟਰੂਡੋ ਦੀ ਸਪੀਚ ਸੁਣ ਲਈ, ਮੇਰੇ ਕੋਲੇ ਸਾਂਭੀ ਪਈ ਆ ਉਹ। I won't let unvaccinated sit next to the vaccinated people, blah blah blah, you are a threat to the society। ਮੈਂ ਕਿਹਾ bro ਕਨਵਿੰਸ ਕਰ ਮੈਨੂੰ ਬਈ ਟੀਕਾ ਇੰਨਾ ਚੰਗਾ ਆ, ਤੁਸੀਂ ਲਵਾਓ, ਤੂੰ ਤਾਂ ਡਰਾ ਰਿਹਾ ਹੈ। ਹੁਣ ਸਿੰਘਾਂ ਨੂੰ ਜੋ ਕੋਈ ਡਰਾਊਗਾ ਤਾਂ ਇੱਦਾਂ ਥੋੜ੍ਹੀ ਲਵਾ ਲਾਂਗੇ। ਫਿਰ ਮੈਂ ਕਿਹਾ ਹੁਣ ਲਵਾ ਲਾ ਤੂੰ, ਹੁਣ ਨਹੀਂ ਲਵਾਉਂਦੇ, ਉਦੋਂ ਦੇ ਅੜੇ ਹੋਏ ਆ। ਅੱਛਾ, ਤੁਹਾਡੀ ਵਾਲੀ ਗੱਲ ਤੋਂ ਮੈਨੂੰ ਇੱਕ ਚੀਜ਼ ਯਾਦ ਆਈ ਹੈ। ਤੁਹਾਡੀ ਨਾ ਇਹ ਵੀਡੀਓ 'ਤੇ ਜੋ ਦੇਖ ਰਹੇ ਸੀ ਨਾ, ਨਾਲ ਬੈਠਾ ਇੱਕ ਸਿੰਘ ਪੁੱਛ ਰਿਹਾ ਸੀ ਕਿ ਕੈਨੇਡਾ 'ਚ ਰਹਿੰਦੇ ਟਰੂਡੋ ਨੂੰ ਗਾਲਾਂ ਕਿੱਦਾਂ ਕੱਢ ਰਹੇ ਆ, ਕਿ ਕੋਈ ਡਰ ਪਿਆ ਨਹੀਂ ਹੈਗਾ ਕਿ ਜਿਹੜੀ ਸਰਕਾਰ ਥੱਲੇ ਰਹਿ ਰਹੇ ਆ। ਜਿਵੇਂ ਹੁੰਦਾ ਨਾ ਕਿ ਇੰਡੀਆ ਬਾਰੇ ਬੰਦੇ ਕਈ ਵਾਰ ਜ਼ਿਆਦਾ ਕੈਨੇਡਾ ਜਾ ਕੇ ਬੋਲਦੇ ਆ। ਸੋ ਤੁਸੀਂ ਵੀਰ ਜੀ ਇੰਨੇ ਐਕਟਿਵ ਹੈਗੇ ਹੋ ਟਿਕਟੋਕ 'ਤੇ, ਇੰਸਟਾਗ੍ਰਾਮ 'ਤੇ, ਜਿੱਥੇ ਵੀ। ਪਹਿਲੇ ਤਾਂ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਕਿ ਤੁਹਾਡੇ ਕਿੱਥੇ ਕਿਹੜੀ ਚੀਜ਼ਾਂ ਬੈਨ ਹੁੰਦੀਆਂ ਰਹੀਆਂ, ਅਤੇ ਦੂਜਾ ਮੇਨ ਜਿਹੜਾ ਸਵਾਲ ਹੈ ਕਿ ਤੁਹਾਨੂੰ ਡਰ ਨਹੀਂ ਲੱਗਦਾ? ਜੇ ਮੈਂ ਨੋਰਮਲ ਭਾਸ਼ਾ 'ਚ ਪੁੱਛਾਂ, ਲੋਕੀ ਕਹਿੰਦੇ ਆ ਕਿ ਡਰ ਨਹੀਂ ਲੱਗਦਾ। ਸਿੰਘ ਤੇ ਡਰ ਇੱਕ ਦੂਜੇ ਦੇ ਵਿਪਰੀਤ ਨੇ, ਹੈ ਨਾ। ਹਾਂਜੀ, ਜੇ ਡਰ ਆ ਤਾਂ ਉਸ 'ਤੇ ਸਿੰਘ ਨਹੀਂ ਹੈਗਾ, ਜੇ ਸਿੰਘ ਆ ਤਾਂ ਉੱਥੇ ਡਰ ਨਹੀਂ ਹੋਊਗਾ, ਹੈ ਨਾ। ਹੁਣ ਆਪਾਂ ਇਤਿਹਾਸ ਨਾਲ ਜੁੜੇ ਹੋਏ ਹਾਂ, ਮਹਾਰਾਜ ਦੀ ਕਿਰਪਾ ਨਾਲ, ਗੁਰਬਾਣੀ ਨਾਲ ਜੁੜੇ ਹੋਏ ਹਾਂ। ਪਿੱਠ ਪਿੱਛੇ ਇਤਿਹਾਸ ਖੜਾ ਆ, ਜਿੱਥੇ ਬੂਟਾ ਸਿੰਘ, ਗਰਜਾ ਸਿੰਘ ਦੋ ਜਾਣੀ ਸੀਗੇ, ਕਹਿੰਦੇ ਖਾਲਸਾ ਦੀ, ਕਹਿੰਦੇ ਵੀ ਖਾਲਸੇ ਦੀ ਸਰਕਾਰ ਆ, ਖਾਲਸਾ ਰਾਜ ਆ, ਦੋ ਜਾਣਿਆਂ ਨੇ ਡਿਕਲੇਅਰ ਕਰਤਾ ਸੀਗਾ, ਅਸੀਂ ਉਹਨਾਂ 'ਚੋਂ। ਠੀਕ ਆ, ਅਸੀਂ ਭਾਈ ਮਨੀ ਸਿੰਘ ਹੋਣਾ 'ਚੋਂ ਆ, ਜਿਨ੍ਹਾਂ ਨੇ ਕਿਹਾ ਸੀ ਬਈ, ਉਹ ਕਹਿੰਦੇ ਸੀ ਵੀ ਬੰਦ ਕੱਟਣਾ ਆ, ਗੁੱਟ ਤੋਂ ਸ਼ੁਰੂ ਕਰਨ ਲੱਗੇ ਸੀ, ਉਹ ਕਹਿੰਦੇ ਪੋਟੇ ਤੋਂ ਸ਼ੁਰੂ ਕਰ। ਠੀਕ ਆ, ਅਸੀਂ ਉਹਨਾਂ 'ਚੋਂ ਆ। ਸੋ ਇਤਿਹਾਸ ਪਿੱਠ 'ਤੇ ਖੜਾ ਸੀ ਬਾਬਾ ਜੀ। ਪਲੱਸ ਇਹ ਹੁੰਦਾ ਵੀ ਜਾਤ ਗੋਤ ਸਿੰਘਣ ਕੀ ਦੰਗਾ, ਅਤੇ ਆਪਾਂ ਨੂੰ ਤਾਂ ਚਾਅ ਚੜ੍ਹ ਜਾਂਦਾ ਇਹੋ ਜਿਹੇ ਕੰਮਾਂ 'ਚ ਆ ਕੇ ਵੀ ਹਾਂ ਸ਼ੁਕਰ ਆ ਮੈਂ ਕਿਸਾਨ ਮੋਰਚਾ ਮਿਸ ਹੋਇਆ ਸੀ ਮੇਰਾ, ਇੱਥੇ ਸਾਰੀ ਪੜਾਸ ਕਢਾ ਲਈ ਗੁਰੂ ਸਾਹਿਬ ਨੇ। ਮੈਂ ਕਦੇ ਸੁਪਨੇ ਹੀ ਸੋਚਿਆ ਵੀ ਟਰੂਡੋ ਦੀ ਮੈਂ ਰੇਲ ਬਣਾਊਂਗਾ ਕਿਸੇ ਦਿਨ। ਅੱਛਾ, ਆਪਾਂ ਕਹਿੰਦੇ ਟਰੂਡੋ ਜੱਟ ਆ ਜੀ, ਦੇਖੋ ਜੀ ਭੰਗੜਾ ਪਾਉਂਦਾ, ਇਹ ਯੋਗਾ ਕਰਦਾ, ਇਹ ਦਰਬਾਰ ਸਾਹਿਬ ਜਾ ਕੇ ਆਉਂਦਾ, ਇਹ ਪੰਜਾਬੀਆਂ ਦਾ ਬਹੁਤ ਖਿਆਲ ਰੱਖਦਾ। ਮੈਨੂੰ ਸਭ ਤੋਂ ਵੱਧ ਮੇਰਾ ਵਿਰੋਧ ਸਾਡੇ ਲੋਕਾਂ ਨੇ ਕੀਤਾ ਵੀ ਟਰੂਡੋ ਦੇ ਖਿਲਾਫ ਕਾਹਤੋਂ ਬੋਲਦਾ। ਮੈਂ ਕਿਹਾ ਟਰੂਡੋ ਦਾ ਤੁਹਾਡੀ ਜੜ੍ਹਾਂ ਨੂੰ ਜਾਤੀ ਲਈ ਬੈਠਾ ਆ, ਤੁਹਾਨੂੰ ਕਦੋਂ ਸੁਰਤ ਆਉਣੀ ਆ, ਹੈ ਨਾ। ਅਤੇ ਸਭ ਤੋਂ ਪਹਿਲੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਹ ਟਰੂਡੋ ਬਾਰੇ ਸੀ। ਹੁਣ ਮੈਨੂੰ ਅੰਗਰੇਜ਼ੀ 'ਚ ਮੈਂ ਇੰਨਾ ਵਧੀਆ ਨਹੀਂ ਹੈਗਾ, ਹੈ ਨਾ, ਇਮੀਗਰੈਂਟ ਆ ਅਤੇ ਪਲੱਸ ਅੰਗਰੇਜ਼ੀ ਧੱਕੇ ਨਾਲ ਹੀ ਸਿੱਖੀ ਆ, ਕੈਨੇਡਾ ਆਉਣਾ ਸੀਗਾ। ਉਹ ਮੇਰੀ ਵੀਡੀਓ ਉਹ 'ਚ ਮੈਂ ਟਰੂਡੋ ਨੇ ਕਿਹਾ ਜਦੋਂ ਵੀ ਫਰੀਡਮ ਕੌਨਵੋਏ ਆ ਜੀ, ਇਹ ਫਰਿੰਜ ਮਾਈਨੋਰਟੀ ਆ, ਮੈਜੋਰਟੀ ਆਫ ਕੈਨੇਡੀਅਨ ਆਰ ਵੈਕਸੀਨੇਟਡ, ਇਹ ਤਾਂ ਇੱਦਾਂ ਹੀ ਉੱਠ ਕੇ ਆ ਗਏ ਆ, ਇਹ ਤਾਂ ਟੈਰਰਿਸਟ ਨੇ, ਮਿਸੋਜਿਨਿਸਟ ਨੇ। ਅਤੇ ਮੈਂ ਗੁੱਸੇ 'ਚ, ਮੈਂ ਤਾਅ 'ਚ ਆਇਆ ਹੋਇਆ, ਹੈ ਨਾ, ਮੈਂ ਵੀਡੀਓ ਚੱਲਦੀ ਗੱਡੀ 'ਚ ਮੈਂ ਕੈਮਰਾ ਔਨ ਕੀਤਾ, ਮੈਂ ਕਿਹਾ ਮਿਸਟਰ ਟਰੂਡੋ, you said that the 90% Canadians are vaccinated. ਮੈਂ ਕਿਹਾ have you ever asked them why they are vaccinated? ਮੈਂ ਕਿਹਾ go ask them, they will tell you, I will tell you that in my circle majority of the people they are vaccinated because of the fear of the mandates, not because of the fear of the COVID. ਉਹ ਵੀਡੀਓ ਮੇਰੀ 500,000 ਚੱਲੀ ਟਿਕਟੋਕ ਦੇ ਉੱਤੇ, 5,000 ਕਮੈਂਟ ਬਾਬਾ ਜੀ, 5,000 ਕਮੈਂਟਸ। ਮੈਂ ਕੱਲਾ ਕਮੈਂਟ ਪੜ੍ਹਿਆ। 99.9% ਲੋਕੀ ਕਹਿੰਦੇ ਵੀ ਅਸੀਂ ਜੋਬ ਰੱਖਣ ਕਰਕੇ ਟੀਕਾ ਲਵਾਇਆ। ਕੋਈ ਕਹਿੰਦਾ ਮੈਂ ਗ੍ਰੈਂਡ ਪੇਰੈਂਟਸ, ਮੇਰਾ ਕੋਈ ਹੋਸਪਿਟਲ ਸੀ ਤਾਂ ਮੈਨੂੰ ਲਵਾਉਣਾ ਪਿਆ। ਕਿਸੇ ਨੇ ਨਹੀਂ ਕਿਹਾ ਅਸੀਂ ਕੋਵਿਡ ਦੇ ਡਰੋਂ ਲਵਾਇਆ, ਕਿਉਂਕਿ ਕੋਵਿਡ ਦਾ ਤਾਂ ਹੀ ਨਹੀਂ ਸੀ ਡਰ ਕਿਸੇ ਨੂੰ। ਕਹਿੰਦੇ 2 ਹਫ਼ਤੇ ਘਰੇ ਬਹਿ ਜਾਓ, ਇਹੋ ਜਿਹਾ ਵਾਇਰਸ ਸੀਗਾ ਜਿਹੜਾ ਕਹਿੰਦਾ 2 ਹਫ਼ਤੇ ਦੀ ਵਕੇਸ਼ਨ ਕਰੋ, ਆਲ ਬੀ ਗੋਨ, ਹੈ ਨਾ। ਫਿਰ ਮੇਰਾ ਟਿਕਟੋਕ ਸੀਗਾ ਉਹ ਮੇਰਾ 50,000 ਤੱਕ ਪਹੁੰਚ ਗਿਆ ਸੀ ਵਿਦਨ ਫਿਊ ਮੰਥਸ। ਉਦੋਂ 50,000 ਤੇ ਜਾ ਕੇ ਇਹਨਾਂ ਨੇ ਮੇਰਾ ਉਹ ਬਲੌਕ ਕੀਤਾ, ਰਿਮੂਵ ਕਰਤਾ। ਉਹ ਐਕਟਿਵ ਹੈਗਾ ਹੁਣ ਵਾਪਸ? ਨਹੀਂ, ਐਕਟਿਵ ਨਹੀਂ ਹੈਗਾ ਉਹ। ਮੈਂ 3 ਬਣਾਏ ਹੋਏ ਆ ਹੁਣ, ਮੈਂ ਕਰ ਲਓ, ਹੋਰ ਬਣਾ ਲਾਂਗੇ, ਇੱਥੇ ਕਿਹੜਾ ਪੈਸੇ ਲੱਗਦੇ ਆ। ਫਿਰ ਮੇਰਾ ਇੰਸਟਾਗ੍ਰਾਮ ਸ਼ੈਡੋ ਬੈਨ ਕੀਤਾ ਇਹਨਾਂ ਨੇ 11,000 ਤੇ ਜਾ ਕੇ। ਸ਼ੈਡੋ ਬੈਨ ਮਤਲਬ ਕਿ ਤੁਹਾਡੀਆਂ ਪੋਸਟਾਂ ਵਿਜ਼ੀਬਲ ਨਹੀਂ ਰਹਿੰਦੀਆਂ ਲੋਕਾਂ ਨੂੰ। ਹੁਣ ਮੇਰਾ ਜਿਹੜਾ ਨਵਾਂ ਇੰਸਟਾਗ੍ਰਾਮ ਉਹ ਹਲੇ ਸ਼ੈਡੋ ਬੈਨ ਨਹੀਂ ਹੋਇਆ, ਉਹ 'ਤੇ ਵੀ 11,500 ਬੰਦਾ ਆ। ਉਹ 'ਤੇ ਮੈਂ ਜੇ ਸਟੋਰੀ ਪਾਊਂਗਾ ਤਾਂ 1,600-1,700 ਲੋਕਾਂ ਤੱਕ ਵਿਜ਼ੀਬਿਲਿਟੀ ਜਾਂਦੀ ਹੈ ਸਟੋਰੀ ਦੀ। ਅਤੇ ਜਿਹੜਾ ਸ਼ੈਡੋ ਬੈਨ ਉਹ 'ਤੇ ਵੀ 11,500 ਆ। ਉਹ 'ਤੇ ਜੇ ਮੈਂ ਸਟੋਰੀ ਪਾਊਂਗਾ ਤਾਂ 150 ਬੰਦੇ ਤੱਕ ਰਹਿ ਜਾਂਦੀ ਹੈ। ਸੋ ਤੁਹਾਡੀ ਸਟੋਰੀਜ਼ 'ਤੇ ਪੋਸਟ ਦੀ ਵੀ ਆਊਟਰੀਚ ਜਿਵੇਂ ਕੰਟਰੋਲ ਕਰ ਸਕਦੇ? ਹਾਂ, ਉਹ ਸ਼ੈਡੋ ਬੈਨ ਉਹੀ ਹੈ ਨਾ, ਜਿਹੜਾ ਸੈਂਸਰਸ਼ਿਪ ਤਾਂ ਹੈਗੀ ਆ ਬਰੋ ਆਲਰੇਡੀ। ਜਿਹੜਾ C11 ਆ, ਇਟਸ ਲਾਈਕ ਨੈਕਸਟ ਲੈਵਲ। ਯਾ ਕਮਲਪ੍ਰੀਤ ਸਿੰਘ ਦੀਆਂ ਵੀ ਤਾਂ ਦੇਖੋ ਤੁਸੀਂ YouTube, WhatsApp ਵੀ ਉਹਦਾ ਬਲੌਕ ਕੀਤਾ ਉਹਨਾਂ ਨੇ। ਮੈਨੂੰ ਤੁਹਾਡੇ ਸਾਰੇ ਸਿੰਘਾਂ ਕਾਰਨ ਹੀ ਪਤਾ ਲੱਗਾ ਕਿ WhatsApp ਨੰਬਰ ਬੈਨ ਵੀ ਹੋ ਸਕਦਾ। ਮੈਂ ਉਹ ਤੋਂ ਸੁਣਿਆ ਕਮਲਪ੍ਰੀਤ ਤੋਂ, ਮੈਂ ਕਿਹਾ ਹੈ WhatsApp ਨੰਬਰ ਵੀ ਬੈਨ ਹੋ ਜਾਂਦਾ।
ਸੋ ਬੈਨ ਦਾ ਕੀ ਅਰਥ ਹੈ ਕਿ ਉਹ ਕਿਸੇ ਨੂੰ ਕਾਲ ਨਹੀਂ ਕਰ ਸਕਦੇ ਕਿ ਸਟੇਟਸ ਨਹੀਂ ਪਾ ਸਕਦੇ? ਉਹ ਜਿਹੜਾ ਉਹਨਾਂ ਦਾ ਗਰੁੱਪ ਬਣਿਆ ਹੁੰਦਾ ਜਿਹ 'ਚ ਤੁਸੀਂ ਪਾਉਣੀ ਹੋ ਸਾਰਾ ਕੁਝ, ਉਹ ਮੈਨੂੰ ਲੱਗਦਾ ਉਹਨਾਂ ਨੇ ਬੈਨ ਕਰਤਾ ਸੀਗਾ। ਅੱਛਾ ਜੀ, ਉਹ ਸਾਰਾ ਮੈਟਾਵਰਸ ਦੇ ਅੰਡਰ ਆਉਂਦਾ ਨਾ ਹੁਣ ਸਾਰਾ। ਬ్రో ਦੇ ਆਰ ਆਬਜ਼ਰਵਿੰਗ ਐਵਰੀਥਿੰਗ ਰਾਈਟ। ਸੋ ਆਪਣੀ ਤਾਂ ਪ੍ਰਾਈਵੇਸੀ ਰਹੀ ਕੋਈ ਨਹੀਂ ਹੁਣ। ਅੱਜ ਜਿਹੜੇ ਸਪਾਈ ਚੱਕੀ ਫਿਰਦੇ ਨਾਲ ਫੋਨ ਜਿਹੜੇ ਆ, ਦੇ ਆਰ ਲਿਸਨਿੰਗ ਐਵਰੀਥਿੰਗ। ਅਜੇ ਵੀ ਸੁਣ ਰਿਹਾ ਸਭ ਕੁਝ। ਹਾਂ ਉਹ ਟਰੂਡੋ ਬੈਠਾ ਸੁਣੀ ਜਾਂਦਾ ਆਪਣਾ। ਯਾ ਤੇ ਵੀ ਜੇ ਤੁਸੀਂ ਕਦੋਂ ਤੋਂ ਵੋਕਲ ਹੋਣਾ ਸ਼ੁਰੂ ਹੋਏ? ਤੁਸੀਂ ਦੱਸਿਆ ਕਿ ਤੁਸੀਂ ਜ਼ਿਆਦਾ ਤੇ ਚਲੋ ਉੱਥੋਂ ਹੀ ਵੀਡੀਓਜ਼ ਬਣਾਉਣੀ ਸ਼ੁਰੂ ਕੀਤੀਆਂ ਕਿ ਉਸ ਤੋਂ ਪਹਿਲੇ ਬਣਾਉਂਦੇ ਸੀ? ਪਹਿਲਾਂ ਤਾਂ ਮੈਂ ਥੋੜਾ ਜਿਹਾ ਦੇਖਦਾ ਹੁੰਦਾ ਸੀ ਕਮਲਪ੍ਰੀਤ ਹੋਣੀ ਕੋਈ ਕਰੀ ਜਾਂਦੇ, ਮੈਨੂੰ ਪਤਾ ਸੀ ਸਮਥਿੰਗ ਇਜ਼ ਰੋਂਗ, ਬਟ ਆਈ ਵਾਜ਼ਨਟ ਵੋਕਲ ਅਬਾਊਟ ਇਟ। ਅਸੀਂ ਗੱਲਾਂ ਕਰਦੇ ਹੁੰਦੇ ਇੱਕ ਦੂਜੇ ਨਾਲ ਇਕੱਠੇ ਹੋ ਕੇ, ਬਈ ਯਾਰ ਕੁਛ ਵੱਡਾ ਹੋਣਾ ਚਾਹੀਦਾ, ਜਿੱਦਾਂ ਫਾਰਮਰ ਪ੍ਰੋਟੈਸਟ 'ਚ ਹੋਇਆ ਸੀਗਾ, ਬਈ ਇੱਦਾਂ ਇਹਨਾਂ ਨੇ ਨਹੀਂ ਮੰਨਣਾ ਛੋਟੀਆਂ ਮੋਟੀਆਂ ਰੈਲੀਆਂ ਕਰਕੇ। ਹੁਣ ਜਿੱਦਾਂ ਕਹਿੰਦੇ ਨਾ ਕਲੈਕਟਿਵ ਕੌਨਸ਼ੀਅਸਨੈਸ, ਜਦੋਂ ਤੁਸੀਂ ਗੱਲਾਂ ਸੋਚਦੇ ਹੋ ਤਾਂ ਉਹਦਾ ਰਿਜ਼ਲਟ ਨਿਕਲਦਾ। ਜਿੱਦਾਂ ਆਪਾਂ ਹੁਣ ਆਪਾਂ ਗੱਲ ਕਰਕੇ ਜੇ ਆਪਾਂ ਸੋਚਾਂਗੇ ਗੁਰਦੁਆਰਾ ਬਣਾਉਣਾ ਤਾਂ ਆਪਾਂ ਬਣਾ ਸਕਦੇ ਹਾਂ 100%। ਇੱਥੇ ਜੇ ਆ ਗਿਆ ਤਾਂ ਪ੍ਰਗਟ ਵੀ ਹੋਊਗਾ। ਸੇਮ ਚੀਜ਼ ਸੀਗੀ, ਸਾਰਾ ਕੈਨੇਡਾ ਸੋਚ ਰਿਹਾ ਸੀ ਸਮਥਿੰਗ ਬਿਗ ਹੋਣਾ ਚਾਹੀਦਾ ਹੈ। ਉਹ ਫਿਰ ਫਰੀਡਮ ਕੌਨਵੋਏ ਹੋਇਆ, ਉੱਥੋਂ ਥੋੜ੍ਹਾ ਮੈਨੂੰ ਜੋਸ਼ ਮਿਲਿਆ ਵੀ ਹੁਣ ਆ ਜਾਓ ਵੀ। ਉਦੋਂ ਫਿਰ ਕੁਛ ਸੈਕਰੀਫਾਈਸ ਵੀ ਕਰਨੇ ਪਏ ਕੰਮ ਨੂੰ ਲੈ ਕੇ, ਹੋਰ ਜੋ ਆਪਾਂ ਲਾਈਫ ਆਪਣੀ ਪਾਈ ਹੁੰਦੀ ਆ ਆਪਣੇ ਟਰੈਕ ਦੇ ਉੱਤੇ, ਫਿਰ ਆਫ ਟਰੈਕ ਕੀਤੀ। ਤੇ ਤੁਹਾਨੂੰ ਪਿੱਛੋਂ ਪਰਿਵਾਰ ਦਾ ਸਪੋਰਟ ਹੈਗਾ? ਹਾਂਜੀ ਪਰਿਵਾਰ ਦਾ ਸੀਗਾ। ਉਹਨਾਂ ਨੇ ਹਾਂ ਉਹ ਸਾਰੇ ਅਨਵੈਕਸੀਨੇਟਡ ਸੀ। ਅੱਛਾ ਜੀ। ਹਾਂਜੀ ਉਹੀ ਹੈ ਨਾ, ਜਿਵੇਂ ਸਮੂਹਿਕ ਚੇਤਨਤਾ ਦੀ ਗੱਲ ਜਿਵੇਂ ਤੁਸੀਂ ਕਰ ਰਹੇ ਹੋ ਕਿ ਉਹ ਜਾਗਣੀ ਚਾਹੀਦੀ ਹੈ। ਕਲੈਕਟਿਵ ਸਮੂਹਿਕ ਚੇਤਨਤਾ ਆਉਣੀ ਜ਼ਰੂਰੀ ਆ, ਸਪੈਸ਼ਲੀ ਆਪਣੇ ਲੋਕਾਂ ਦੇ ਵਿੱਚ। ਹੁਣ ਮੇਰਾ ਜ਼ੋਰ ਲੱਗਾ ਹੋਇਆ ਆਪਣੀ ਕਮਿਊਨਿਟੀ 'ਤੇ। ਮੈਂ ਹੁਣ ਗੋਰੇ ਵੀ ਬਹੁਤ ਗੱਲ ਸੁਣਦੇ ਆ। ਮੈਂ ਰੈਬਲ ਨਿਊਜ਼ ਦੇ ਹਜ਼ਾਰ ਲੋਕਾਂ ਦਾ ਇਕੱਠ ਸੀਗਾ, ਉੱਥੇ ਮੈਂ ਬੋਲ ਕੇ ਆਇਆ ਹੈ ਨਾ। ਪਰ ਆਪਣੇ ਲੋਕਾਂ 'ਚ ਜਾਗਰੂਕਤਾ ਬਹੁਤ ਘੱਟ ਆ, ਸਪੈਸ਼ਲੀ ਜਿਹੜੇ ਇੱਥੇ ਆਏ ਹੋਏ ਆ। ਹੁਣ ਮੈਨੂੰ ਹੈਗਾ ਵੀ ਆਪਣੀ ਜਾਗ ਜਾਣ ਇਕੱਲੇ। ਕਿਉਂਕਿ ਅਸੀਂ ਉਸ ਖਿੱਤੇ 'ਚੋਂ ਆਏ ਹਾਂ ਜਿਹੜਾ ਪੰਜਾਬ ਆ ਨਾ ਸਾਡਾ, ਪਿਛਲੇ 2000 4000 5000 ਸਾਲਾਂ ਤੋਂ ਅਸੀਂ ਲੜਦੇ ਆ ਰਹੇ ਹਾਂ। ਕਿਉਂਕਿ ਉੱਥੋਂ ਧਾੜ ਵੀ ਆਉਂਦੇ ਹੁੰਦੇ ਸੀ ਉੱਧਰੋਂ ਸਾਰੇ ਅਫਗਾਨਿਸਤਾਨ ਖੈਬਰ ਦੇ ਦਰਿਆ ਨੂੰ ਪਾਰ ਕਰਕੇ ਪੰਜਾਬ ਦੇ ਥਰੂ, ਅਤੇ ਪੰਜਾਬ ਅੜਦਾ ਆਇਆ ਆ ਹਰੇਕ ਕਿਤੇ। ਠੀਕ ਆ, ਅਤੇ ਤਾਂ ਮੈਂ ਕਹਿੰਦਾ ਆਪਣੇ ਲੋਕੀ ਜਾਗ ਜਾਣ। ਅਸੀਂ ਨਿਊ ਵਰਲਡ ਆਰਡਰ ਦਾ ਦੂਜੇ ਦਿਨ ਪਲਟਾ ਦਾਂਗੇ, ਜਿੱਦਾਂ ਮੋਦੀ ਦੇ ਗੋਡੇ ਟਿਕਾਦੇ ਸੀਗੇ ਅਸੀਂ। ਮੈਂ ਤੁਹਾਨੂੰ ਪੁੱਛਣ ਹੀ ਲੱਗਾ ਸੀ ਕਿ ਨਿਊ ਵਰਲਡ ਆਰਡਰ ਤੁਸੀਂ ਗੱਲ ਸ਼ੁਰੂ ਕੀਤੀ ਹੈ, ਥੋੜ੍ਹਾ ਹੁਣ ਐਕਸਪਲੇਨ ਕਰੋ ਕਿ ਨਿਊ ਵਰਲਡ ਆਰਡਰ ਕੀ ਹੈ ਅਤੇ ਜੇ ਹੈ ਵੀ ਕਿ ਨਹੀਂ। ਨਿਊ ਵਰਲਡ ਆਰਡਰ ਉੱਦਾਂ ਤਾਂ ਜੇ ਗੂਗਲ 'ਤੇ ਕਰੋਗੇ ਉਹਨੇ ਕਹਿਣਾ ਹੈ ਹੀ ਨਹੀਂ, ਕੌਨਸਪੀਰੇਸੀ ਥਿਊਰੀ ਆ। ਪਰ ਜੇ ਤੁਸੀਂ ਹੁਣ ਇਹਨਾਂ ਦੀਆਂ ਗੱਲਾਂ ਦੇਖੋਗੇ ਅੱਜ ਕੱਲ੍ਹ ਜੋ ਚੱਲਦਾ ਪਿਆ ਆ, ਨਿਊ ਵਰਲਡ ਆਰਡਰ ਹੈ ਕੀ, ਜੇ ਤੁਸੀਂ ਬੁੱਕਸ ਪੜ੍ਹੋਗੇ, ਜਿਹੜੀ ਕੰਪੈਰੇਟਿਵ ਸਟੱਡੀ ਆ, ਜਿਹੜੀ ਤੁਹਾਨੂੰ ਐਜ਼ ਏ ਕੌਨਸਪੀਰੇਸੀ ਬੁੱਕਸ ਕਿਹਾ ਜਾਂਦਾ ਸੀ ਵੀ ਇਹ ਤਾਂ ਜੀ ਐਵੇਂ ਥਿਊਰੀਆਂ ਨੇ, ਉਹ ਇਕੱਲੀਆਂ ਚੀਜ਼ਾਂ 'ਚ ਸੱਚ ਹੁੰਦੀਆਂ ਦੇਖੀਆਂ। ਫਿਰ ਇਹਦੇ ਵਿੱਚ ਇੱਕ ਕਿਤਾਬ ਮੈਂ ਪੜ੍ਹੀ, ਧਰਤੀ ਦੀ ਹਿੱਕ 'ਚ ਖੂਨੀ ਪੰਜਾ। ਇਹਦੀ ਇੰਗਲਿਸ਼ 'ਚ ਇਹ ਹੈਗੀ ਆ ਪਲੈਨਟ ਰੌਥਚਾਈਲਡ, MS ਕਿੰਗ ਦੀ ਲਿਖੀ ਹੋਈ ਆ। ਇਹਦਾ ਤਰਜਮਾ ਕੀਤਾ ਡਾਕਟਰ ਦਲਜੀਤ ਸਿੰਘ ਨੇ, ਅਤੇ ਇਹ ਕਿਤਾਬ ਆਪਣੇ ਇੱਥੇ ਸੱਚੇ ਸੌਦੇ ਪਈ ਆ। ਡਾਕਟਰ ਦਲਜੀਤ ਸਿੰਘ ਦੀਆਂ ਕਿਤਾਬਾਂ ਨੇ ਹੋਰ ਵੀ, ਸੱਚ ਦੀ ਭਾਲ, ਦੂਜਾ ਪਾਸਾ, ਬਦੀ ਦੀ ਜੜ। ਸੋ ਬੇਸਿਕਲੀ ਜੋ ਆਪਾਂ ਨੂੰ ਹੁਣ ਤੱਕ ਇਹਨਾਂ ਨੇ ਦਿਖਾਇਆ, ਪੜ੍ਹਾਇਆ, ਸੁਣਾਇਆ, ਉਹ ਜਦੋਂ ਕਿਤਾਬਾਂ ਪੜ੍ਹਦੇ ਹੋ ਦੂਜਾ ਪਾਸਾ ਲਿਖਿਆ ਹੋਇਆ ਉਹਦੇ ਵਿੱਚ। ਕਿੰਨੀ ਪੁਰਾਣੀ ਪੁਸਤਕਾਂ ਨੇ ਆ ਉਹ ਇੰਨਾ ਨਹੀਂ ਪਤਾ ਮੈਨੂੰ। ਹੁਣ ਜਿਹੜੀ ਇਸ ਸੈਂਚੁਰੀ ਦੀਆਂ ਪਿਛਲੇ 15-20 ਸਾਲ, ਹਾਂ ਮੈਨੂੰ ਹੁਣ ਦੀਆਂ ਲਿਖੀਆਂ ਹੋਈਆਂ ਨੇ ਉਹ। ਜਿਹੜੇ ਪਲੈਨਟ ਰੌਥਚਾਈਲਡ, ਨਿਊ ਵਰਲਡ ਆਰਡਰ ਕਿੱਥੋਂ ਸ਼ੁਰੂ ਹੁੰਦਾ, ਜਦੋਂ ਬੈਂਕਿੰਗ ਹੁਣ ਆਪਾਂ ਜਿਹੜੇ ਜਾਗਰੂਕ ਲੋਕ ਨੇ ਉਹਨਾਂ ਨੂੰ ਪਤਾ ਆ ਗਵਰਨਮੈਂਟ ਕੌਣ ਚਲਾ ਰਿਹਾ, ਬੈਂਕਰ ਚਲਾ ਰਹੇ ਨੇ। ਟਰੂਡੋ ਦੇ ਹੱਥ ਕੁਛ ਨਹੀਂ ਹੈਗਾ, ਮੋਦੀ ਦੇ ਹੱਥ ਕੁਛ ਨਹੀਂ ਹੈਗਾ। ਅਸਲ ਪਾਵਰ ਕਿਹਨਾਂ ਕੋਲ ਆ? ਅੰਬਾਨੀ ਅਡਾਨੀਆਂ ਕੋਲ, ਇੰਡੀਆ, ਜਿਨ੍ਹਾਂ ਕੋਲ ਪੈਸਾ ਆ। ਅਤੇ ਇੱਥੇ ਜਿਹੜੇ ਉੱਤੇ ਅਲੀਟ ਬੈਠੇ ਨੇ, ਜਿਹਨੂੰ ਆਪਾਂ ਇਲੂਮੀਨਾਟੀ ਕਹਿੰਦੇ ਹਾਂ। ਇਲੂਮੀਨਾਟੀ ਬਹੁਤ ਚੱਲਿਆ ਆਪਣੀ ਪੰਜਾਬੀ ਕਮਿਊਨਿਟੀ 'ਚ, ਇਲੂਮੀਨਾਟੀਆਂ ਦੇ ਗਾਣੇ ਬਣਦੇ, ਸਾਰਾ ਕੁਝ ਬਣਦਾ ਹੈ ਨਾ। ਦੱਸੋ ਕੀ ਹੈਗਾ ਇਲੂਮੀਨਾਟੀ ਕਿਹਾ ਜਾਂਦਾ ਉਹਨਾਂ ਨੂੰ। ਔਰ ਇਲੂਮੀਨਾਟੀ ਦਾ ਕੀ ਮਤਲਬ? ਰੁਸ਼ਨਾਏ ਹੋਏ। ਅਤੇ ਉਹ ਬੰਦੇ ਰੁਸ਼ਨਾਏ ਹੋਏ ਇੱਦਾਂ ਦੇ, ਉਹ ਐਡਵਾਂਸ ਨੇ ਆਮ ਲੋਕਾਂ ਨਾਲੋਂ। ਉਹਨਾਂ ਨੂੰ ਪਤਾ ਲੋਕਾਂ ਨੂੰ ਅਸੀਂ ਕਿੱਦਾਂ ਕੰਟਰੋਲ ਕਰਨਾ ਹੈ, ਭੇਡਾਂ ਬਣਾ ਕੇ ਰੱਖਣਾ ਆ। ਉਹਦੇ ਵਿੱਚ ਜਦੋਂ ਨਿਊ ਵਰਲਡ ਆਰਡਰ ਦੀ ਗੱਲ ਚੱਲਦੀ ਆ, ਬੈਂਕਰ ਆਏ ਜਦੋਂ, ਬੈਂਕਰ ਰੌਥਚਾਈਲਡ ਜਿਹੜਾ ਸੀਗਾ ਆਪਣਾ ਬੰਦਾ ਮੇਨ, ਉਹ ਸੀਗਾ ਸੁਨਿਆਰਾ। ਉਦੋਂ ਪਹਿਲਾਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਆਪਾਂ ਮੋਹਰਾਂ ਚੱਲਦੀਆਂ ਹੁੰਦੀਆਂ ਸੀਗੀਆਂ, ਚਾਂਦੀ ਦੀਆਂ, ਸੋਨੇ ਦੀਆਂ ਮੋਹਰਾਂ ਚੱਲਦੀਆਂ ਨੇ, ਹੈ ਨਾ। ਅਤੇ ਉਹ ਆਦਾਨ ਪ੍ਰਦਾਨ ਚੱਲਦੇ, ਜਾਂ ਟਰੇਡ ਚੱਲਦਾ ਹੁੰਦਾ ਸੀਗਾ। ਜਿੱਦਾਂ ਹੁਣ ਅਸੀਂ ਵੀ ਹੁਣ ਪਿੰਡਾਂ 'ਚ ਕਰਦੇ ਰਹੇ ਹਾਂ, ਕਣਕ ਦੇ ਕੇ ਅਸੀਂ ਟੌਫੀਆਂ ਲੈ ਲਈਆਂ, ਕਣਕ ਦੇ ਕੇ ਅਸੀਂ ਆਈਸਕ੍ਰੀਮ ਲੈ ਲਈ, ਹੈ ਨਾ। ਬਾਰਟਰ ਸਿਸਟਮ। ਹਾਂ, ਬਾਰਟਰ ਸਿਸਟਮ। ਜਦੋਂ ਇਹ ਰੌਥਚਾਈਲਡ ਦੇ ਕੋਲੇ ਲੋਕੀ ਸੋਨਾ ਰੱਖ ਜਾਂਦੇ, ਆਪਣੀ ਪ੍ਰੈਸ਼ੀਅਸ ਮੈਟਲ ਰੱਖ ਕੇ, ਇਹ ਲਿਖ ਕੇ ਦਿੰਦਾ ਸੀ ਵੀ ਇੰਨੀ ਵੈਲਿਊ ਦਾ ਮੇਰੇ ਕੋਲ ਇਹਦਾ ਇੰਨਾ ਸਮਾਨ ਪਿਆ। ਰਸੀਦ ਲੈ ਜਾਂਦੇ ਸੀ ਉਹ ਤੋਂ, ਬਈ ਸੇਫਟੀ ਲਈ ਉੱਥੇ ਰੱਖ ਦਿੰਦੇ ਸੀ। ਪਲੱਸ ਜਿਹੜੀ ਰਸੀਦ ਸੀਗੀ ਉਹ ਦਿਖਾ ਕੇ ਕਿਤੇ ਉਹ ਵਪਾਰ ਕਰ ਸਕਦੇ ਸੀ ਵੀ ਮੇਰੇ ਕੋਲ ਇੰਨੀ ਵੈਲਿਊ ਹੈਗੀ ਆ। ਉਹ ਇੱਕ ਤਰ੍ਹਾਂ ਦਾ ਕਰੰਸੀ ਕਹਿ ਲਓ, ਨੋਟ, ਬਈ ਨੋਟ ਜਿੱਦਾਂ। ਫਿਰ ਰੌਥਚਾਈਲਡ ਨੂੰ ਲੱਗਾ ਵੀ ਮੈਂ ਤਾਂ ਹੁਣ ਬਈ ਮੇਰੇ ਨੋਟ ਚੱਲਦੇ ਆ। ਉਹਨੇ ਫਿਰ ਕੀ ਕੀਤਾ, ਬਈ ਫਾਸਟ ਫਾਰਵਰਡ ਕਰ ਲੈਣਾ ਥੋੜ੍ਹਾ ਜਿਹਾ। ਉਹਨੇ ਇੱਦਾਂ ਨੋਟ ਛਾਪ ਕੇ ਅਤੇ ਕਰਜ਼ੇ ਦੇਣੇ ਸ਼ੁਰੂ ਕਰਤੇ। ਫਿਰ ਉਹਨੇ ਦੇਖਿਆ ਵੀ ਜੇ ਮੈਂ ਲੋਕਾਂ ਨੂੰ ਕਰਜ਼ਾ ਦਊਂਗਾ ਤਾਂ ਹੋ ਸਕਦਾ ਲੋਕ ਨਾ ਮੋੜਨ। ਉਹਨੇ ਕਰਜ਼ਾ ਦੇਣਾ ਸ਼ੁਰੂ ਕਰਤਾ ਜਿਹੜੇ ਲੋਕੀ ਪਾਵਰ 'ਚ ਸੀ, ਸਰਕਾਰਾਂ ਨੂੰ। ਹੁਣ ਜਿਹਦੇ ਤੋਂ ਤੁਸੀਂ ਕਰਜ਼ਾ ਲੈ ਲਿਆ ਇੱਕ ਵਾਰੀ, ਲੈਟਸ ਮੈਂ ਤੁਹਾਨੂੰ $5000 ਦੇਤਾ, ਹੁਣ ਮੈਂ ਤੁਹਾਨੂੰ ਕਹੂੰਗਾ ਸਿੰਘ ਇੱਦਾਂ ਕਰ ਲੈ, ਇੱਦਾਂ ਕਰ, ਤੂੰ ਕਹੇਗਾ ਹਾਂਜੀ ਕਰ ਲੈਂਦੇ, ਕੋਈ ਨਾ ਹਾਂਜੀ ਕਰ ਲੈਂਦੇ, ਹੈ ਨਾ। ਬੰਦਾ ਕੰਟਰੋਲ 'ਚ ਆ ਜਾਂਦਾ। ਹੁਣ ਕਰਜ਼ਾ
ਮੇਨ ਨਿਊ ਵਰਲਡ ਆਰਡਰ ਦਾ ਜਿਹੜਾ ਫੰਡ ਆ ਉਹ ਹੈਗਾ ਕਰਜ਼ਾ। ਇਹਨਾਂ ਮੁਲਕਾਂ 'ਚ ਦੇਖ ਲਓ ਕਿਹੜੀ ਚੀਜ਼ ਨੂੰ ਗਲੋਰੀਫਾਈ ਕੀਤਾ ਜਾਂਦਾ ਆ, ਕ੍ਰੈਡਿਟ ਲਾਈਨ, ਕ੍ਰੈਡਿਟ ਕਾਰਡ, ਮੌਰਗੇਜ, ਬਈ ਬੜੇ ਵਧੀਆ ਤਰੀਕੇ ਨਾਲ ਦੱਸਿਆ ਜਾਂਦਾ। ਜੇ ਪੰਜਾਬ 'ਚ ਜਾ ਕੇ ਦੇਖੋ ਤੁਸੀਂ 20 ਸਾਲ ਪਿੱਛੇ ਚੱਲ ਜਾਓ, ਪੰਜਾਬ 'ਚ ਇੰਨੀ ਮਾੜੀ ਚੀਜ਼ ਆ ਨਾ ਕਰਜ਼ਾ, ਸਮਝਿਆ ਜਾਂਦਾ ਵੀ ਜਿਹਦੇ ਸਿਰ 'ਤੇ ਕਰਜ਼ਾ ਆ ਇਹ ਹੋਣਾ ਨਹੀਂ ਚਾਹੀਦਾ, ਇੱਕ ਤਰ੍ਹਾਂ ਦਾ ਕਹਿ ਲਓ ਬਈ ਕੋਡ ਆ ਕਰਜ਼ਾ। ਇੱਥੇ ਆਪਾਂ ਵਿੱਚੋਂ ਘਰ ਵੇਚ ਕਿੱਥੇ ਆ ਕੇ ਕਰਜ਼ਾ ਲੈਂਦੇ ਆਪਾਂ। ਪੰਜਾਬ 'ਚ ਇੱਕ ਕਹਾਵਤ ਹੈ, ਕਹਿੰਦੇ ਕਿ ਤੁਹਾਡੇ ਵਪਾਰ ਵਿੱਚ ਨੁਕਸਾਨ ਹੋ ਜਾਏ ਉਹ ਬਿਹਤਰ ਹੈ ਕਰਜ਼ਾਈ ਹੋਣ ਨਾਲੋਂ। ਹਾਂ, ਸੋ ਉਹਨੇ ਕਰਜ਼ਾ ਦੇ ਕੇ ਸਰਕਾਰਾਂ ਕੰਟਰੋਲ 'ਚ ਕੀਤੀਆਂ। ਫਿਰ ਉਹਦੇ ਗਾਂਹ 4-5 ਜੋ ਸੀਗੇ ਉਹਦੇ ਪੁੱਤ ਸੀਗੇ ਉਹ ਅਲੱਗ-ਅਲੱਗ ਕੰਟਰੀਆਂ 'ਚ ਬੈਠੇ। ਪੜ੍ਹਨ ਵਾਲੀ ਚੀਜ਼ ਆ, ਪਤਾ ਲੱਗਦਾ ਵੀ ਕਿੱਥੋਂ ਕੰਮ ਸ਼ੁਰੂ ਹੋਇਆ। ਮੈਂ ਨਹੀਂ ਕਹਿੰਦਾ ਮੇਰੇ 'ਤੇ ਯਕੀਨ ਕਰੋ, ਹੋ ਸਕਦਾ ਮੈਂ ਜਮਾਂ ਹੀ ਗਲਤ ਹੋਵਾਂ। ਡੂ ਯੂਅਰ ਓਨ ਸਟੱਡੀ, ਲੱਭੋ ਕੰਪੈਰੇਟਿਵ ਚੀਜ਼ਾਂ ਪੜ੍ਹੋ, ਐਨਾਲਿਸਿਸ, ਹਾਂਜੀ, ਕੀ ਪਿਆ ਆ ਇਤਿਹਾਸ 'ਚ, ਕੀ ਹੋਇਆ ਸੀ ਉਦੋਂ। ਫਿਰ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਕੀ ਹੋਇਆ, ਸਭ ਤੋਂ ਵੱਧ ਪੈਸਾ ਸ਼ਿਫਟ ਹੋਇਆ, ਪਾਵਰ ਸ਼ਿਫਟ ਹੋਈ, ਪੋਲੀਟੀਕਲ ਪਾਵਰ ਸ਼ਿਫਟ ਹੋਈ ਜੀ। ਕੀ ਵਰਲਡ ਵਾਰ 1 ਵਰਲਡ ਵਾਰ 2 ਨੇ ਲੋਕਾਂ ਦਾ ਕੁਝ ਸਵਾਰ ਕੇ ਗਿਆ? ਨਹੀਂ, ਨੁਕਸਾਨ ਹੋਇਆ ਹਿਊਮੈਨਿਟੀ ਦਾ, ਪਰ ਉਹਦੇ ਵਿੱਚ ਪਾਵਰ ਸ਼ਿਫਟ ਹੋਈ, ਪੋਲੀਟੀਕਲ ਪਾਵਰ, ਪੈਸਾ, ਮਿਲੀਅਨ ਇੱਧਰ ਉੱਧਰ ਹੋਇਆ, ਫੈਕਟਰੀਆਂ ਲੱਗੀਆਂ, ਹਥਿਆਰ ਬਣੇ, ਪੈਸੇ ਦੀ ਖੇਡ। ਉੱਥੋਂ ਪਤਾ ਲੱਗਾ ਵੀ ਜਿੰਨਾ ਕੁਛ ਹੋਇਆ ਬਾਅਦ ਦੇ ਵਿੱਚ, ਈਵਨ 9/11 ਤੱਕ ਤੱਕੜੀਆਂ ਜੁੜ ਜਾਂਦੀਆਂ ਕਿ ਸਾਰਾ ਬਈ ਸਾਨੂੰ ਤਾਂ ਹੋਰ ਹੀ ਕੁਝ ਦੱਸੀ ਗਏ ਪਤੰਦਰ, ਕੱਲ ਕੁਛ ਹੋਰ ਹੋਈ ਆ। ਮੀਡੀਆ ਉਹਨਾਂ ਦੇ ਅੰਡਰ। ਹਾਂ, ਹੁਣ ਮੀਡੀਆ ਕਾ ਤੋਂ ਹੁਣ ਜਦੋਂ ਤੁਸੀਂ ਨਿਊ ਵਰਲਡ ਆਰਡਰ ਦੀਆਂ ਕੜੀਆਂ ਜੋੜਦੇ ਹੋ ਨਾ ਜੀ, ਪਹਿਲਾਂ ਉਹ ਕਹਿੰਦੇ ਇਹਨਾਂ ਨੇ ਪੋਲੀਟੀਸ਼ੀਅਨ ਬਣਾਏ। ਪੋਲੀਟੀਸ਼ੀਅਨ ਦਾ ਕਨਸੈਪਟ ਕਿੱਥੋਂ ਆਇਆ? ਜਿੱਦਾਂ ਆਪਾਂ ਫਾਦਰ ਫਿਗਰ, ਜਿਹੜਾ ਆਪਣੇ ਫਾਦਰ ਸਾਹਿਬ ਹੁੰਦੇ ਆ, ਪਿਓ ਹੁੰਦਾ ਆ, ਆਪਾਂ ਉਹ 'ਤੇ ਡਿਪੈਂਡ ਹੁੰਦੇ ਹਾਂ। ਆਪਣੀ ਕੋਈ ਵੀ ਮੰਗ ਹੁੰਦੀ ਆਪਾਂ ਪਿਓ ਕੋਲ ਲੈ ਕੇ ਜਾਂਦੇ ਅਤੇ ਪਿਓ ਮੰਗਾਂ ਪੂਰੀਆਂ ਕਰਦੇ ਵੀ ਆ ਜੀ। ਫਿਰ ਉਹ ਸਾਈਕੋਲੋਜੀ ਦਾ ਹੁਣ ਉਹਨਾਂ ਨੇ ਸਟੱਡੀ ਕੀਤਾ। ਹੁਣ ਇਲੂਮੀਨਾਟੀ ਕਿਉਂ ਕਹਿੰਦੇ ਉਹਨਾਂ ਨੂੰ? ਰਚਨਾਏ ਹੋਏ। ਉਹਨਾਂ ਨੂੰ ਤੁਹਾਡੀ ਅਧਿਆਤਮਕਤਾ ਦਾ ਪਤਾ ਆ, ਉਹਨੂੰ ਤੁਹਾਡੇ ਮਾਈਂਡ ਸੈਟ ਦਾ ਪਤਾ, ਉਹਦੇ ਨਾਲ ਤੁਹਾਨੂੰ ਸਬਕੌਂਸ਼ੀਅਸ ਮਾਈਂਡ ਦਾ ਪਤਾ, ਉਹਨੂੰ ਤੁਹਾਡੀਆਂ ਆਦਤਾਂ ਦਾ ਪਤਾ। ਆ ਚਿਪਸ ਜੋ ਆ ਉਹਦੇ ਵਿੱਚ ਹੀ ਆ ਜਾਂਦਾ, ਠੀਕ ਆ। ਜੇ ਛੋਟੇ ਲੈਵਲ 'ਤੇ ਸੋਚਣਾ ਹੋਵੇ ਵੀ ਜਿਹੜੇ ਚਿਪਸ ਖਾਈਏ ਨੇ ਬੈਠ ਕੇ। ਡੂ ਯੂ ਥਿੰਕ ਉਹ ਸਪਿਰਿਚੁਅਲ ਹੈਗੇ ਲੋਕੀ ਵਾਲੇ ਜਿਹੜੇ ਆਪਣਾ ਇੰਨਾ ਉੱਚਾ ਮੰਨਦੇ? ਆਈ ਥਿੰਕ ਦੇ ਆਰ ਲਾਈਕ, ਜਿੱਦਾਂ ਉਹ ਦੇਖਿਆ ਜਾਂਦਾ ਅੱਜ ਕੱਲ੍ਹ ਉਹਨਾਂ ਨੂੰ, ਦੇ ਆਰ ਔਨ ਦਾ ਡਾਰਕ ਸਾਈਡ ਬਟ ਦੇ ਆਰ ਯੈਸ ਦੇ ਨੋ ਸਪਿਰਿਚੁਅਲਿਟੀ। ਓਕੇ, ਉਹ ਉਸ ਚੀਜ਼ ਨੂੰ ਐਜ਼ ਏ ਡਾਰਕ ਪਾਵਰ ਵੱਲੋਂ ਯੂਜ਼ ਕਰਦੇ। ਸੋ ਰੱਬ ਨੂੰ ਮੰਨਦੇ, ਜਿੱਦਾਂ ਰੱਬ ਨੂੰ ਨਹੀਂ ਮੰਨਦੇ ਉਹ, ਜਿੱਦਾਂ ਜਿਹੜਾ ਇਹਨਾਂ ਦਾ ਕਨਸੈਪਟ ਆ ਵੀ ਸ਼ੈਤਾਨ ਨੂੰ ਮੰਨਦੇ ਆ ਉਹ। ਓਕੇ, ਠੀਕ ਹੈ। ਇਲੂਮੀਨਾਟੀ ਜਿਹੜੇ ਸ਼ੈਤਾਨ ਜਿਹੜਾ ਬਣਿਆ ਨਹੀਂ ਹੁੰਦਾ, ਸੇਟਨ, ਗੋਟ ਜਿਹਨੂੰ ਕਹਿੰਦੇ ਆ, ਉਹ ਬੰਦਾ ਆ ਸਿੰਘ ਜਿਹੇ ਲੱਗੇ। ਹੁਣ ਜਦੋਂ ਉਹ ਚੀਜ਼ਾਂ 'ਚ ਪੈਂਦੇ, ਕੌਂਸਪੀਰੇਸੀਆਂ 'ਚ ਪੈਂਦੇ ਆ, ਉਹ ਨਿਕਲਦੀਆਂ ਚੀਜ਼ਾਂ ਸਾਰੀਆਂ। ਫਿਰ ਆਪਣੇ ਸਿੰਗਰ ਵੀ ਇਲੂਮੀਨਾਟੀਆਂ ਦੇ ਸਾਈਨ ਬਣਾਉਂਦੇ ਆ। ਪਿੱਛੇ ਦਲਜੀਤ ਵੀ ਕਰਦਾ, ਹਨੀ ਸਿੰਘ ਕਰਦਾ ਰਿਹਾ ਪਿੱਛੇ। ਦਲਜੀਤ ਪਹਿਲਾਂ ਇੱਦਾਂ ਕਰਦਾ ਹੁੰਦਾ ਸੀ ਨਾ, ਹੱਥ ਜੋੜਦਾ ਹੁੰਦਾ ਸੀ, ਹੁਣ ਇੱਦਾਂ ਕਰਦਾ ਆ। ਹਾਂਜੀ, ਠੀਕ ਆ। ਸੋ ਉਹ ਕਾਫੀ ਚੀਜ਼ਾਂ 'ਤੇ ਉਹਨਾਂ ਦੇ ਜਾ ਕੇ ਤਾਰਾਂ ਜੁੜਦੀਆਂ ਨੇ। ਅਤੇ ਆਪਣਾ ਉਹ ਹੁਣ ਉਹਨਾਂ ਨੂੰ ਸਾਡੀ ਸਾਈਕੋਲੋਜੀ ਦਾ ਪਤਾ ਆ। ਪੋਲੀਟੀਸ਼ੀਅਨ ਤੁਹਾਡੇ ਲਿਆਂਦੇ ਕੱਢ ਕੇ ਉਹਨਾਂ ਨੂੰ। ਹੁਣ ਪੋਲੀਟੀਸ਼ੀਅਨ ਕੀ ਕਰਦਾ? ਤੁਹਾਨੂੰ ਸਪੀਚਾਂ ਦਿੰਦਾ ਵਧੀਆ, ਮੈਂ ਆਹ ਕਰੂੰਗਾ, ਤੁਹਾਨੂੰ ਧਰਵਾਸਾ ਜਿਹਾ ਹੁੰਦਾ ਵੀ ਅਸੀਂ ਵੋਟ ਪਾਉਣੀ ਹੈ, ਇਹਨੂੰ 5 ਸਾਲ ਲਈ ਸਾਡੀ ਲਾਈਫ ਸੈੱਟ ਆ। ਕੀ ਪੋਲੀਟੀਸ਼ੀਅਨ ਦੇ ਜਿਤਾਉਣ ਨਾਲ ਤੁਹਾਡੀ ਲਾਈਫ ਸੈੱਟ ਹੁੰਦੀ ਆ? ਸਾਰੇ ਆਪਣੇ ਜਿਹੜੇ ਵੀ ਸੁਣਦੇ ਆ ਸੋਚ ਕੇ ਦੇਖੋ, ਤੁਸੀਂ ਕਿੰਨੇ ਪੋਲੀਟੀਸ਼ੀਅਨ ਨੂੰ ਵੋਟਾਂ ਪਾਈਆਂ ਅੱਜ ਤੱਕ? ਕਿਸੇ ਨੇ ਤੁਹਾਡੀ ਲਾਈਫ ਬੈਟਰ ਕੀਤੀ ਆ? ਵੱਡੀ ਐਗਜ਼ਾਮਪਲ ਪੰਜਾਬ ਦੀ ਲੈ ਲਓ। ਅਸੀਂ ਕਹਿੰਦੀਆਂ ਕਹਾਉਂਦੀਆਂ ਪਾਰਟੀਆਂ, ਅਕਾਲੀ ਦਲ ਅਤੇ ਕਾਂਗਰਸ ਹਰਾ ਕੇ ਅਸੀਂ ਕ੍ਰਾਂਤੀਕਾਰੀ ਪਾਰਟੀ, ਕਹਿੰਦੇ ਵੀ ਰੈਵੋਲੂਸ਼ਨ ਲਿਆਤਾ ਪੰਜਾਬ 'ਚ, ਆਮ ਆਦਮੀ ਪਾਰਟੀ ਜਿੱਤ ਗਈ। ਅਤੇ ਦੇਖ ਲਓ ਪੰਜਾਬ ਦਾ ਕੀ ਹਾਲ ਹੋਇਆ ਪਿਆ। ਪੋਲੀਟੀਸ਼ੀਅਨ ਨੇ ਕੁਛ ਸਵਾਰਤਾ ਤੁਹਾਡਾ? ਭਗਵੰਤ ਮਾਨ ਨੇ ਨਹੀਂ, ਕਿਉਂਕਿ ਉਹਦੇ ਹੱਥ 'ਚ ਕੁਛ ਹੈ ਨਹੀਂ। ਉਹ ਤਾਂ ਸਿਰਫ ਤੁਹਾਨੂੰ ਇਲੂਜਨ ਦਿੱਤਾ ਉਹਨਾਂ ਨੇ। ਇੱਥੇ ਮੈਂ ਹੁਣ ਤੁਸੀਂ ਕਹੋਗੇ ਵੀ ਖਾਲਸੇ ਦੀ ਕਿਹੜੀ ਰਣਨੀਤੀ ਆ? ਹੁਣ ਇਹ ਡੈਮੋਕਰੇਸੀ ਇਹਨਾਂ ਦੀ, ਜਿਹੜਾ ਕਿ ਸ਼ੋਸ਼ਾ ਹੈ ਇੱਕ ਤਰ੍ਹਾਂ ਦਾ, ਹੈ ਨਾ। ਹੁਣ ਖਾਲਸੇ ਦੇ ਵੀਰੇ ਡਿਕਟੇਟਰਸ਼ਿਪ ਹੈ, ਟੂ ਬੀ ਓਨੈਸਟ। ਜੇ ਖਾਲਸਾ ਰਾਜ ਕਰੂਗਾ, ਵੋਟਾਂ ਲੈ ਕੇ ਨਹੀਂ ਕਰੂਗਾ, ਅਸੀਂ ਰਾਜ ਕਰਾਂਗੇ ਬਸ ਜੀ। ਮਾਰਿਆ ਨਹੀਂ ਦਿੱਤਾ ਹੋਇਆ, ਹੈ ਨਾ, ਵੋਟਾਂ ਨਾਲ ਨਹੀਂ ਲੈਣਾ ਸੀ ਉਹ। ਸੋ ਉੱਥੇ ਫਿਰ ਪੋਲੀਟੀਸ਼ੀਅਨ। ਫਿਰ ਹੁਣ ਜਿੱਦਾਂ TV ਜਿਹੜੇ ਆ, ਰੇਡੀਓ ਆ, ਫੋਨ ਆ, ਇਹ ਐਵੇਂ ਨਹੀਂ ਆ ਗਏ ਇੱਦਾਂ ਹੀ ਸੁੱਤੇ ਸਿੱਧ ਨਹੀਂ ਆ ਗਏ ਵੀ ਆਹ ਰੇਡੀਓ ਕਾਰਡ ਕੱਢੀ ਚੱਲੋ ਜੀ ਲੋਕੀ ਸੁਣੋ ਰੇਡੀਓ ਤੁਸੀਂ। ਉਹਨਾਂ ਨੇ ਇਕੱਲੀ ਚੀਜ਼ ਸੋਚੀ ਵੀ ਇਹ ਰੇਡੀਓ ਬਣੂਗਾ ਅਤੇ ਲੋਕਾਂ ਨੂੰ ਕੀ ਸੁਣਾਵਾਂਗੇ। ਅਤੇ ਹੁਣ ਪਿਛਲੇ ਟਾਈਮ ਦੇ ਵਿੱਚ ਕੀ ਸੀ, ਲੋਕਾਂ ਕੋਲ ਟੈਕਨੋਲੋਜੀ ਨਹੀਂ ਹੈ ਨਹੀਂ ਸੀ, ਪਿੰਡਾਂ 'ਚ ਬੈਠੇ ਆ, ਕਿਤੇ ਵੀ ਬੈਠੇ ਆ, ਅਗਲੇ ਆਪਣੀ ਫਰੀਡਮ ਇੰਜੋਏ ਕਰਦੇ ਹੁੰਦੇ ਆ, ਸੋਵਰੈਨਿਟੀ, ਵੀ ਆਪਣਾ ਖਾਂਦੇ ਆ, ਆਪਣਾ ਕਮਾਉਂਦੇ ਆ, ਕੋਈ ਸਰਕਾਰ ਦਾ ਨਹੀਂ ਪਤਾ ਕੌਣ ਕੀ ਹੋਈ ਜਾਂਦਾ, ਹੈ ਨਾ। ਆਪੋ ਆਪਣਾ ਸਾਰਾ ਕੋਲ ਸੀਗਾ। ਅਤੇ ਜੇ ਕੁਛ ਹੁੰਦਾ ਸੀ ਇੱਦਾਂ ਦਾ ਤਾਂ ਬਗਾਵਤਾਂ ਵੀ ਉੱਠਦੀਆਂ ਸੀ ਤਕੜੀਆਂ, ਕਿਉਂਕਿ ਲੋਕ ਪੜ੍ਹੇ ਲਿਖੇ ਨਹੀਂ ਸੀ ਹੁੰਦੇ ਉਦੋਂ, ਬਗਾਵਤਾਂ ਉੱਠਦੀਆਂ ਸੀਗੀਆਂ ਉਦੋਂ। ਇਹ ਕਹਿੰਦੇ ਵੀ ਲੋਕਾਂ ਨੂੰ, ਮਾਸਸ ਨੂੰ ਕੰਟਰੋਲ ਕਿੱਦਾਂ ਕੀਤਾ ਜਾ ਸਕਦਾ? ਇਨਫੋਰਮੇਸ਼ਨ, ਪ੍ਰੋਪੇਗੰਡਾ ਸਾਰਾ। ਫਿਰ ਉਹ ਰੇਡੀਓ ਲਿਆਂਦੇ ਇਹਨਾਂ ਨੇ। ਫਿਰ ਇੱਕ ਰੇਡੀਓ ਨੂੰ ਜੇ 100 ਜਾਣੇ ਸੁਣਦੇ ਆ, ਉਹ ਕਹਿੰਦੇ ਜੋ ਵਿੱਚ ਆਊਗਾ ਉਹ ਸੱਚ ਆ। ਇੱਕ ਮਾਈਂਡ ਸੈਟ ਬਣ ਜਾਂਦਾ। ਹਾਂ, ਇੱਕ ਮਾਈਂਡ ਸੈਟ। ਉਹ ਫਿਰ ਆਪਾਂ ਮੰਨਦੇ ਵੀ ਹਾਂ ਜੋ ਰੇਡੀਓ 'ਚ। ਹੁਣ TV 'ਚ ਜੋ ਦਿਖਾਇਆ ਜਾਂਦਾ ਆ, ਲੋਕ ਜਿਹੜੇ ਨਹੀਂ ਜਾਗੇ ਹੋਏ, ਜਿਹੜੇ ਸੁੱਤੇ ਪਏ ਸਵੇਰੇ CP24 ਦੇਖ ਕੇ ਘਰੋਂ ਨਿਕਲਦੇ ਆ, ਉਹਨਾਂ ਨੂੰ ਤਾਂ ਉਹੀ ਰਿਐਲਿਟੀ ਆ ਉਹਨਾਂ ਲਈ। ਅਤੇ ਜਦ ਕਿ ਉਹਦੇ ਵਿੱਚ ਸਾਰੇ ਝੂਠ ਦੱਸਿਆ ਜਾਂਦਾ। ਹੁਣ ਜਦੋਂ ਦੇਖਦੇ ਨਾ ਤੁਸੀਂ ਚਸ਼ਮੇ ਲਾ ਕੇ ਦੂਜੇ, ਬਈ ਇਹ ਤਾਂ ਸਾਰਾ ਕੁਝ ਝੂਠ ਹੈ ਉਹਦੇ ਵਿੱਚ,
ਤੇ ਉਹ ਰਿਐਲਿਟੀ ਲੈ ਕੇ ਲੋਕੀ ਤੁਰੇ ਹੋਏ ਅੱਗਾ। ਐਂਡ ਇਸ ਲਈ ਨੈਗੇਟਿਵ ਨਿਊਜ਼ ਚੱਲਦੀ ਰਹਿੰਦੀ ਪੂਰਾ ਦਿਨ। ਹਾਂ, ਹੁਣ ਕੋਵਿਡ ਦੇ ਵਿੱਚ ਕੀ ਹੋਇਆ, ਕੋਵਿਡ ਦੇ ਵਿੱਚ ਖਬਰਾਂ ਹੀ ਮੁੱਕ ਗਈਆਂ, ਬਾਕੀ ਸਾਰੀਆਂ ਐਕਸੀਡੈਂਟ ਹੋਣੋਂ ਹਟ ਗਏ, ਹਾਰਟ ਅਟੈਕ ਹੋਣੋਂ ਹਟ ਗਏ, ਸਿਰਫ ਕਹਿੰਦੇ ਬਸ ਕੋਵਿਡ ਹੀ ਹੋ ਰਿਹਾ ਸਾਰੇ ਪਾਸੇ। ਮੀਡੀਆ ਹੁਣ ਰੇਡੀਓ, ਮੀਡੀਆ, TV, ਫਿਰ ਤੁਹਾਡਾ ਐਂਟਰਟੇਨਮੈਂਟ ਇੰਡਸਟਰੀ, ਹਾਲੀਵੁੱਡ। ਹੁਣ ਹਾਲੀਵੁੱਡ ਸਾਰੇ ਤੋਂ ਸਭ ਤੋਂ ਵੱਧ ਸੈਟਨਿਕ ਕਲਚਰ ਕਹਿੰਦੇ ਹਾਲੀਵੁੱਡ 'ਚ ਫੋਲੋ ਕੀਤਾ ਜਾਂਦਾ ਹੈ। ਉਹ ਹੁਣ ਕਾਨੀਆ ਵੈਸਟ ਨੂੰ ਜੇ ਤੁਸੀਂ ਫੋਲੋ ਕਰਦੇ ਹੋ, ਉਹ ਬੰਦਾ ਨਿਕਲ ਕੇ ਆਇਆ ਬਾਹਰ ਅਤੇ ਉਹਨੇ ਹੌਰੀਬਲ ਸਟੋਰੀਆਂ ਦੱਸੀਆਂ ਨੇ। ਫਿਰ ਤੁਸੀਂ ਐਪਸਟੀਨ ਆਈਲੈਂਡ ਆ, ਹੋਰ ਬਹੁਤ ਕੁਝ ਚੀਜ਼ਾਂ ਕਨੈਕਟ ਹੋ ਜਾਂਦੀਆਂ ਕਿ ਟੂ ਮੱਚ ਹੋ ਜਾਣਾ, ਆਪਾਂ ਕਿਤੇ ਫਿਰ ਇਹਨਾਂ ਚੀਜ਼ਾਂ ਨੂੰ ਕਰ ਲਾਂਗੇ। ਪੋਲੀਟੀਸ਼ੀਅਨ, ਮੇਨ ਸਟ੍ਰੀਮ ਮੀਡੀਆ, ਫਿਰ ਤੁਹਾਡੀ ਐਂਟਰਟੇਨਮੈਂਟ ਇੰਡਸਟਰੀ ਆ ਗਈ, ਫਿਰ ਬੈਂਕਿੰਗ ਆ ਗਈ, ਸਾਰਾ ਕੁਛ ਇਹ ਉਹਨਾਂ ਨੇ ਪਲਾਨ ਕਰਕੇ ਤੁਹਾਨੂੰ ਦਿੱਤਾ। ਤਾਂ ਐਜੂਕੇਸ਼ਨ, ਐਜੂਕੇਸ਼ਨ ਜਦੋਂ ਹੁਣ ਰੌਥਸਚਾਈਲਡ ਹੋਣੀ, ਜਦੋਂ ਪਹਿਲਾਂ ਸਾਰਾ ਇਹ ਦੇਖਦੇ ਸੀ ਵੀ ਕੁਛ ਗਲਤ ਕਰਨ ਦੀ ਕੋਸ਼ਿਸ਼ ਕਰਦੇ ਸੀ ਸੋਸਾਇਟੀ ਦੇ ਨਾਲ, ਤਾਂ ਵਿਦਰੋਹ ਉੱਠਦੇ ਸੀ। ਲੈਟਸ ਸੇ ਫੈਕਟਰੀ 'ਚ ਲੋਕੀ ਕੰਮ ਕਰਦੇ ਆ, ਕੋਈ ਪਾਲਿਸੀ ਇੱਦਾਂ ਦੀ ਲੈ ਕੇ ਆਉਂਦੀ ਹੈ ਅਤੇ ਫੈਕਟਰੀ ਵਾਲੇ ਸਾਰੇ ਖੜ੍ਹੇ ਹੋ ਜਾਂਦੇ ਵੀ ਨਹੀਂ ਇੱਦਾਂ ਨਹੀਂ ਹੋਣ ਦੇਣਾ ਸੀ, ਕਿਉਂਕਿ ਅਨਪੜ੍ਹ ਸੀ। ਹੁਣ ਇੱਕ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ। ਹੁਣ ਕਹਿੰਦੇ ਅਨਪੜ੍ਹ ਬੰਦੇ ਦੇ ਚਪੇੜ ਮਾਰ ਦਿਓ ਅਤੇ ਇੱਕ ਪਾਸੇ ਤੁਸੀਂ ਪੜ੍ਹੇ ਲਿਖੇ ਦੇ ਚਪੇੜ ਮਾਰ ਦਿਓ। ਅਨਪੜ੍ਹ ਦੇ ਚਪੇੜ ਮਾਰੋਗੇ ਨਾ, ਦੋ ਮਾਰਨੀਆਂ ਤੁਹਾਡੇ। ਪੜ੍ਹੇ ਲਿਖੇ ਦੇ ਮਾਰੋਗੇ ਉਹਦੇ ਦਿਮਾਗ 'ਚ ਪਤਾ ਕੀ ਆਊਗਾ, ਪੁਲਿਸ ਕਾਲ, ਕੰਪਲੇਂਟ, ਕੋਰਟ, ਜਾਂ ਮੈਂ ਕੁਛ ਗਲਤ ਕੀਤਾ। ਹਾਂ, ਇੱਕ ਵਿਕਟਮ ਮੈਂਟੈਲਿਟੀ, ਮੈਂ ਤਾਂ ਨਹੀਂ ਕੁਛ ਕੀਤਾ, ਠੀਕ ਆ। ਸੋ ਉਹਨਾਂ ਨੇ ਉਹ ਵੀ ਸਾਰੇ ਵੀਰੇ ਸਾਰੇ ਇਹ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਨਾ, ਇਹਨਾਂ 'ਤੇ ਰਿਸਰਚ ਕਰੋ, ਮੈਂ ਝੂਠ ਨਹੀਂ ਬੋਲਦਾ, ਮੈਂ ਦੇਖੀਆਂ ਨੇ ਅੱਖੀਂ। ਉਹ ਡਾਕੂਮੈਂਟਰੀਆਂ ਪਈਆਂ ਨੇ ਸਾਰੀਆਂ, ਕਿੱਦਾਂ ਇਹਨਾਂ ਨੇ ਮਾਈਂਡ ਕੰਟਰੋਲ 'ਤੇ ਐਕਸਪੈਰੀਮੈਂਟ ਕੀਤੇ ਬੇਬੀਜ਼ ਦੇ ਉੱਤੇ ਸਾਰਾ। ਫਿਰ ਰੌਥਸਚਾਈਲਡ ਹੋਣੀ ਕਹਿੰਦੇ ਯਾਰ ਬੰਦੇ ਇੱਦਾਂ ਵਿਦਰੋਹ ਕਰਦੇ ਆ ਵੀ ਕੰਟਰੋਲ ਕਿੱਦਾਂ ਕਰੀਏ ਇਹਨਾਂ ਨੂੰ। ਉਹ ਕਹਿੰਦੇ ਬਈ ਇਹਨਾਂ ਨੂੰ ਛੋਟੇ ਹੁੰਦੇ ਤੋਂ ਹੀ ਸਾਨੂੰ ਕੰਡੀਸ਼ਨ ਕਰਨਾ ਪੈਣਾ ਆ, ਟ੍ਰੇਨ ਕਰੋ। ਹਾਂ, ਟ੍ਰੇਨ ਕਰੋ। ਅਤੇ ਜਦੋਂ ਪਹਿਲੀਆਂ 'ਚ ਸਕੂਲ ਚੱਲੇ ਸੀ ਨਾ ਵੈਸਟਰਨ ਦੇ ਵਿੱਚ, ਰੌਥਸਚਾਈਲਡ ਉਹਨਾਂ ਦੇ ਟਾਈਮ ਦੇ, ਜਦੋਂ ਉਹਨਾਂ ਦਾ ਜਦੋਂ ਕੰਮ ਕੀਤੇ, ਲੋਕੀ ਸਕੂਲੇ ਨਹੀਂ ਸੀ ਭੇਜਦੇ ਨਿਆਣੇ, ਕੁੱਟ ਕੇ ਲੋਕਾਂ ਤੋਂ ਨਿਆਣੇ ਲਿਜਾ ਕੇ ਸਕੂਲਾਂ 'ਚ ਭਰਤੀ ਕੀਤੇ ਜਾਂਦੇ ਸੀ, ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਉਹ ਤੋਂ ਕਾਹਤੋਂ ਲੈ ਕੇ ਜਾਂਦੇ ਆ। ਹਾਂ, ਐਜੂਕੇਸ਼ਨ ਮੈਂ ਮਾੜੀ ਨਹੀਂ ਕਹਿ ਰਿਹਾ ਸਾਰੀ ਨੂੰ, ਐਜੂਕੇਸ਼ਨ ਦੇ ਵਿੱਚੋਂ ਚੰਗੇ ਬੰਦੇ ਵੀ ਨਿਕਲ ਕੇ ਆਏ, ਚੰਗੀਆਂ ਕਾਢਾਂ ਕੱਢੀਆਂ ਉਹਨਾਂ ਨੇ, ਸਮਾਜ ਨੂੰ ਦੇਣ ਵੀ ਹੈਗੀ ਆ। ਆਮ ਨਾਟ ਡਿਨਾਇੰਗ ਦਾ ਟੋਟਲ ਐਜੂਕੇਸ਼ਨ ਸਿਸਟਮ, ਬਟ ਸ਼ੁਰੂ ਕਿੱਥੋਂ ਹੋਇਆ ਸੀ ਇਹ ਸਕੂਲਿੰਗ ਦਾ ਢਾਂਚਾ ਜਿਹੜਾ ਆ। ਸਪੈਸ਼ਲੀ ਅੱਜ ਜਦੋਂ ਤੁਸੀਂ ਸਕੂਲ ਦੇਖਦੇ ਹੋ ਕੈਨੇਡਾ ਦੇ ਵਿੱਚ, ਪਿੱਛੇ ਜਿਹੇ ਗਰੇਵ ਯਾਰਡ ਲੱਭੇ ਜਿਹੜੇ ਆਪਣੇ ਨਿਆਣਿਆਂ ਦੇ, ਸਕੂਲਾਂ 'ਚ ਹੀ ਹੋਇਆ ਸਾਰਾ ਕੁਛ ਉਹ, ਹੈ ਨਾ। ਸੋ ਉੱਥੋਂ ਉਹ ਕਹਿੰਦੇ ਵੀ ਇਹਨਾਂ ਨੂੰ ਹੁਣ ਤੁਸੀਂ ਆਪਣਾ ਸਕੂਲਾਂ 'ਚੋਂ ਕੰਡੀਸ਼ਨਿੰਗ ਹੁੰਦੀ ਆ ਆਪਣੀ, ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ, ਫਿਰ ਕਾਲਜ ਤੱਕ ਕੀ ਸਿਖਾਇਆ ਜਾਂਦਾ ਸਾਨੂੰ ਉੱਥੇ, ਓਬੇ ਕਰੋ। ਫਿਰ ਤੁਸੀਂ ਮੂਹਰੇ ਲੰਘਣਾ ਆ, ਕੋਈ ਪਿੱਛੇ ਰਹਿੰਦਾ ਰਹਿ ਜਾਵੇ, ਤੁਸੀਂ ਪਹਿਲੇ ਨੰਬਰ 'ਤੇ ਆਉਣਾ ਆ, ਇੱਕੋ ਹੀ ਆਨਸਰ ਆ ਰਾਈਟ, ਹੈ ਨਾ। ਤੁਹਾਡਾ ਲੌਜਿਕ ਮਾਰਿਆ ਜਾਂਦਾ ਉੱਥੇ, ਤੁਹਾਡੀ ਕ੍ਰਿਟੀਕਲ ਥਿੰਕਿੰਗ ਮਾਰੀ ਜਾਂਦੀ ਆ। ਜਿਹੜਾ ਜ਼ਿਆਦਾ ਸਵਾਲ ਪੁੱਛਦਾ ਹੈ ਟੀਚਰ ਨੂੰ, ਉਹ ਬੁਰਾ ਵੱਜਦਾ ਹੈ ਵੀ ਤੂੰ ਕਾਹਤੋਂ ਮੈਂ ਪੁੱਛੀ ਜਾਂਦਾ, ਹੈ ਨਾ। ਜਿਹੜਾ ਬੰਦਾ ਪੜ੍ਹਾਈ 'ਚ ਨਹੀਂ ਚੰਗਾ ਹੁੰਦਾ ਵਿਚਾਰਾ, ਉਹਨੂੰ ਤਾਂ ਬਾਈਕਾਟ ਹੀ ਹੋ ਜਾਂਦਾ ਉਹਦਾ, ਕਹਿੰਦੇ ਇਹ ਤਾਂ ਬੰਦਾ ਹੀ ਨਹੀਂ। ਆਈ ਥਿੰਕ ਕੋਈ ਜਿਵੇਂ ਤੁਸੀਂ ਕਿਹਾ ਫੈਕਟਰੀ ਮੈਂਟੈਲਿਟੀ, ਕਿ ਜਦੋਂ ਬੈਲ ਵੱਜੀ ਸਾਰਿਆਂ ਨੇ ਖੜ੍ਹੇ ਹੋਣਾ ਹੈ, ਲੰਚ ਖਾਣਾ ਹੈ, ਲੰਚ ਬੰਦ ਕਰਨਾ, ਜਿਵੇਂ ਫੈਕਟਰੀ 'ਚ ਲੱਗਣ ਯੋਗ ਬਣ ਜਾਣਾ। ਸੋ ਉਹਨਾਂ ਨੇ ਸਾਰਾ ਕੁਛ ਸਾਡਾ ਕੰਟਰੋਲ ਕੀਤਾ ਹੋਇਆ। ਹੁਣ ਜਿਹੜਾ ਨਿਊ ਵਰਲਡ ਆਰਡਰ ਹੈ, ਇੱਕਦਮ ਰੌਲਾ ਥੋੜ੍ਹੀ ਪੈਣ ਲੱਗ ਗਿਆ ਤਾਂ ਬਰੋ, 300 ਸਾਲ ਦੀ ਪਲੈਨਿੰਗ ਚੱਲਦੀ ਪਈ, ਉਹਦੇ ਵਿੱਚ ਜਿੱਦਾਂ ਮੈਂ ਦੱਸਿਆ ਸਾਰੀਆਂ ਕੜੀਆਂ ਜੋੜ ਲਓ, ਤੁਸੀਂ ਆਪ ਰਿਸਰਚ ਕਰੋ, ਐਜੂਕੇਸ਼ਨ ਸਾਰਾ ਕੁਛ ਆ ਜੋ ਵੀ ਹੈਗਾ ਆ ਤੁਹਾਨੂੰ ਲੱਭ ਜਾਣਿਆ, ਸਾਰਾ ਕੁਝ ਐਵਰੀਥਿੰਗ ਇਜ਼ ਆਊਟ ਦੇਅਰ, ਨਾਟ ਔਨ YouTube, ਨਾਟ ਔਨ Google, ਦੇਅਰ ਲਾਈਕ ਬਿਟਸ਼ੂਟ ਹੈਗੀ ਆ, ਰੰਬਲ ਹੈਗਾ ਆ, ਬਿਟਸ਼ੂਟ ਦੇ ਉੱਤੇ ਤੁਸੀਂ ਜਾ ਕੇ ਸਰਚ ਕਰ ਲਓ, ਮਾਈਂਡ ਕੰਟਰੋਲ, MK ਅਲਟਰਾ, ਬਹੁਤ ਕੁਛ ਚੀਜ਼ਾਂ ਨੇ ਉੱਥੇ, ਤੁਹਾਨੂੰ ਡਾਕੂਮੈਂਟਰੀ ਲੱਭ ਜਾਣਗੀਆਂ ਪੁਰਾਣੀਆਂ, ਬਲੈਕ ਐਂਡ ਵਾਈਟ, ਕਿੱਦਾਂ ਕੀਤਾ। ਐਂਡ ਉੱਥੇ ਕਿਉਂ ਨਹੀਂ ਫਿਰ ਬੈਨ ਵੱਜ ਰਿਹਾ, ਕਿਉਂਕਿ ਉਹ Google ਜਾਂ YouTube ਦੇ ਅੰਡਰ ਨਹੀਂ ਆਉਂਦਾ, ਉਹ ਵੱਖਰੀ ਇੰਡੀਪੈਂਡੈਂਟ ਵੈਬਸਾਈਟ, ਸੈਂਸਰਸ਼ਿਪ ਆ, ਉਹ ਇੰਡੀਪੈਂਡੈਂਟ ਲੋਕਾਂ ਨੇ ਆਪਣੇ ਚਲਾਏ ਹੋਏ ਆ, ਉਹ ਸਰਕਾਰਾਂ ਦੇ ਉਹ ਖਾੜਕੂ ਬੰਦੇ ਨੇ, ਉਹ ਵੀ ਹੁਣ ਉਹਨਾਂ 'ਤੇ ਵੀ ਸ਼ਿਕੰਜਾ ਆਊਗਾ ਨਾ, ਜਿਹੜਾ C11 ਵਗੈਰਾ ਹੋਣੇ ਜਿਹੜੇ ਉਹ ਇੰਡੀਪੈਂਡੈਂਟ ਚੱਲ ਰਹੇ ਨੇ। ਹੁਣ Google ਆਲਰੇਡੀ ਸੈਂਸਰਡ ਆ। ਹਾਂ ਵੀ ਜੇ ਤੇ ਇਹ ਸਵਾਲ ਜ਼ਰੂਰ ਹੈਗਾ ਜਿਹੜਾ ਮੇਰਾ ਥੋੜ੍ਹੇ ਟਾਈਮ ਤੋਂ ਮੈਂ ਵੀ ਸੋਚਦਾ ਹੁੰਦਾ, ਜਿਵੇਂ ਕਹਿੰਦੇ ਕਿ ਜਿਹੜਾ ਮਾੜਾ ਹੁੰਦਾ ਨਾ ਉਹਦੀ ਸਾਰੀ ਚੀਜ਼ਾਂ ਮਾੜੀਆਂ ਲੱਗਦੀਆਂ। ਜਦੋਂ ਅਸੀਂ ਸਕੂਲਿੰਗ ਦੀ ਗੱਲ ਕਰਦੇ ਹਾਂ, ਰੇਡੀਓ ਦੀ ਗੱਲ ਕਰਦੇ ਹਾਂ, ਮੈਂ ਕਈ ਵਾਰ ਸੋਚਦਾ ਹੁੰਦਾ ਕਿ ਦੇਖੋ ਟੈਕਨੋਲੋਜੀ ਦੇ ਐਡਵਾਂਸਮੈਂਟ ਕਾਰਨ ਇਹ ਚੀਜ਼ਾਂ ਐਨੀਵੇਜ਼ ਆਉਣੀਆਂ ਸੀ, ਹੈ ਨਾ। ਇਸ ਚੀਜ਼ ਤੋਂ ਮੁਨਕਰ ਤਾਂ ਕੀਤਾ ਨਹੀਂ ਜਾ ਸਕਦਾ ਕਿ ਉਹਨਾਂ ਨੇ ਖੁਦ ਰੇਡੀਓ ਲਿਆਂਦਾ, TV ਲਿਆਂਦਾ। ਗ੍ਰੈਜੂਅਲੀ ਜਦੋਂ ਅਸੀਂ ਵੱਧ ਰਹੇ ਹਾਂ ਅੱਗੇ, ਹੁਣ 5G ਆ ਗਿਆ, ਫੋਨਸ ਨਵੇਂ ਆ ਰਹੇ ਆ, ਇਹ ਚੀਜ਼ਾਂ ਰਿਗਾਰਡਲੈਸ ਹੋਣੀਆਂ ਸੀ। ਐਜੂਕੇਸ਼ਨ ਸਿਸਟਮ ਅੱਜ ਦਾ ਨਹੀਂ ਚੱਲ ਰਿਹਾ, ਗੁਰੂ ਮਹਾਰਾਜ ਤੋਂ ਪਹਿਲੇ ਸਕੂਲਿੰਗ ਚੱਲਦੀਆਂ ਪਈਆਂ, ਹੈ ਨਾ। ਇੱਕ ਉਸਤਾਦ ਹੁੰਦਾ ਹੈ, ਇੱਕ ਕਲਾਸ ਹੁੰਦੀ, ਜਮਾਤ, ਸਾਰੇ ਜਮਾਤ 'ਚ ਪੜ੍ਹ ਕੇ ਜਾਂਦੇ ਆ। ਬਟ ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਇਲੂਮੀਨਾਟੀ ਲੈ ਲਓ ਜਾਂ ਕੋਈ ਵੀ ਬੈਡ ਐਸ ਆਰਗੇਨਾਈਜੇਸ਼ਨ ਲੈ ਲਓ ਜਿਹੜਾ ਗਲਤ ਕੰਮ ਕਰ ਰਹੀ ਹੈ, ਨਿਊ ਵਰਲਡ ਆਰਡਰ ਦੀ ਗੱਲ ਲੈ ਲਈਏ ਹੁਣ, ਕਿਉਂਕਿ ਉਹ ਮਾੜੀ ਹੈ ਅਤੇ ਕਿਉਂਕਿ ਉਹਨਾਂ ਦਾ ਸ਼ਿਕੰਜਾ ਬਹੁਤ ਫੈਲ ਕੇ ਗਲੋਬਲ ਡੋਮੀਨੈਂਸ ਰੱਖਣਾ ਚਾਹ ਰਿਹਾ ਅਤੇ ਰੱਖ ਪਾ ਵੀ ਰਿਹਾ ਸ਼ਾਇਦ, ਉਹਦੇ ਕਾਰਨ ਕੋਈ ਵੀ ਚੀਜ਼ ਜਿਹੜੀ ਅੱਜ ਕੱਲ੍ਹ ਦੁਨੀਆ 'ਚ ਹੋ ਰਹੀ ਹੈ, ਐਜੂਕੇਸ਼ਨ ਸਿਸਟਮ, ਐਂਟਰਟੇਨਮੈਂਟ, ਸਾਨੂੰ ਸਾਰੀ ਮਾੜੀ ਲੱਗਣ ਲੱਗ ਜਾਂਦੀ ਹੈ। ਅਤੇ ਅਸੀਂ ਆਈ ਥਿੰਕ ਪਰਸਨਲੀ ਜਾਣ ਬੁੱਝ ਕੇ ਉਹਨਾਂ ਦੀ ਕੁੜੀਆਂ ਜੋੜਨਾ ਚਾਹ ਰਹੇ ਉਹਨਾਂ ਦੇ ਨਾਲ, ਨਹੀਂ ਰੇਡੀਓ ਵੀ ਇਹਨਾਂ ਨੇ ਤਾਂ ਚਲਾਇਆ। ਤੁਹਾਨੂੰ ਨਹੀਂ ਲੱਗਦਾ ਇੱਦਾਂ ਹੁੰਦਾ? ਇਹ ਆਲਰੇਡੀ ਸਰਕਾਰ ਨੇ ਵੀ ਕਹਿਤਾ ਆ, ਲਾਈਕ ਇਹ ਕਮਲੇ ਹੋ ਜਾਂਦੇ ਬੰਦੇ ਜਦੋਂ ਇੱਦਾਂ ਸੋਚਣ ਲੱਗ ਜਾਂਦੇ ਆ ਜੀ। ਜੇ ਤੁਸੀਂ ਬੰਦਾ ਜ਼ਿਆਦਾ ਵੜ ਕੇ ਖੁਦ, ਇਹ ਤੁਸੀਂ ਨਾ ਗੂਗਲ ਕਰੋ ਜਾ ਕੇ ਸਾਈਕੋਸਿਸ,
ਓਕੇ ਗੂਗਲ ਕਰੋਗੇ, ਮੈਂ ਲੋਕਾਂ ਨੂੰ ਟਵੀਟ ਪਾਇਆ ਵੀ ਸਾਰੇ ਕੰਟਰੀਆਂ ਦੇ ਵਿੱਚ ਨਾ ਸਾਈਕੋਸਿਸ ਨੂੰ ਤੁਸੀਂ ਗੂਗਲ ਕਰੋ, ਕੀ ਅਰਥ? ਕੀ ਅਰਥ ਨਿਕਲਦਾ। ਕੈਨੇਡਾ 'ਚ ਹੁਣੇ ਸਾਈਕੋਸਿਸ ਦਾ ਤੁਸੀਂ ਗੂਗਲ ਕਰਕੇ ਦੇਖੋ ਕੀ ਅਰਥ ਨਿਕਲਦਾ ਹੈ। ਬੇਸਿਕਲੀ ਜਿਹੜੇ ਇੱਦਾਂ ਹੁਣ ਸੋਚਣ ਲੱਗ ਗਏ ਅਸੀਂ ਵੀ ਆਰ ਕਾਈਂਡ ਆਫ ਸਾਈਕੋ ਵੀ ਕਮਲੇ ਹਾਂ ਅਸੀਂ। ਅੱਛਾ, ਸਾਡੇ ਵਾਸਤੇ ਇਹ ਟਰਮ ਹੈ। ਹਾਂ Okay, psychosis is a severe mental condition in which thought and emotions are so affected that contact is lost with external reality. ਅਗਾਂਹ ਕੀ ਆ ਪੂਰੇ ਗੂਗਲ ਕੀਤੀ ਹੋਈ ਹੈ ਨਾ ਤੁਸੀਂ? ਗੂਗਲ ਕੀਤਾ ਜੀ, ਇੱਕ ਮਿੰਟ, ਤੁਸੀਂ ਖੁਦ ਦੱਸੋ ਆਪਣੇ ਸ਼ਬਦਾਂ ਵਿੱਚ। ਨਹੀਂ ਇੱਕ ਮਿੰਟ, ਇਹਦਾ ਇਹਨਾਂ ਨੇ ਚੱਕਤੀ, ਇਹਨਾਂ ਨੇ ਡੈਫੀਨੇਸ਼ਨ, ਮੈਂ ਸਕਰੀਨਸ਼ਾਟ ਪਾਏ ਹੋਏ ਆ ਉਹਦੇ। ਓਕੇ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਆ, ਖੜ ਜਾ, ਡਿਫਾਈਨ ਸਾਈਕੋਸਿਸ ਨਹੀਂ, ਇਕੱਲਾ ਸਾਈਕੋਸਿਸ ਕਰੋ, ਸਾਈਕੋਸਿਸ ਆ ਦੇਖੋ। For example, you may be worried that the government is trying to harm you or your loved ones. ਓਕੇ, ਵਾਹ, ਇਹ ਸਾਡੇ ਵਾਸਤੇ ਹੀ ਬਣਾਈ ਹੈ ਨਾ। ਹਾਂ, ਉਹਨਾਂ ਨੇ ਅਪਡੇਟ ਕੀਤੀ ਆ ਇਹ, ਬਾਕੀ ਮੁਲਕਾਂ ਦੇ ਵਿੱਚ ਨਹੀਂ ਹੈਗੀ। ਇੰਗਲੈਂਡ 'ਚ ਵੀ ਲੋਕਾਂ ਨੇ ਸਰਚ ਕਰਕੇ ਦੇਖਿਆ ਆ, ਅਮਰੀਕਾ, ਇੰਡੀਆ ਦੇ ਵਿੱਚ ਵੀ, ਇਹ ਸਿਰਫ ਕੈਨੇਡਾ ਦੇ ਵਿੱਚ ਕੀਤੀ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਤੁਸੀਂ ਸਾਰੀਆਂ ਕੜੀਆਂ ਨੈਗੇਟਿਵ ਲੱਗਣ ਲੱਗ ਜਾਂਦੀਆਂ, ਹੈ ਨਾ। ਹੁਣ ਜਿਹੜੀ ਚੀਜ਼ ਨੂੰ ਅਸੀਂ ਦੇਖ ਰਹੇ ਹਾਂ, ਜੋ ਸਾਡੇ ਨਾਲ ਕਰੰਟ ਸਿਚੁਏਸ਼ਨ ਹੋ ਰਹੀ ਆ ਜੀ, ਆਪਾਂ ਇਵੈਲਿਊਏਟ ਕਰ ਸਕਦੇ ਹਾਂ ਚੀਜ਼ ਨੂੰ। ਸਕੂਲਿੰਗ ਵੀ ਦੇਖ ਲਈ ਅਸੀਂ, ਹੈ ਨਾ, ਸਕੂਲੇ ਪੜ੍ਹ, ਹੁਣ ਆਪਾਂ ਕਿੰਨਾ ਟੈਕਨੋਲੋਜੀ ਐਡਵਾਂਸ ਹੋਈ ਜਾਂਦੀ ਹੈ, ਦੁਨੀਆ ਐਡਵਾਂਸ ਹੋ ਗਈ, ਸਾਡੇ ਕੋਲੇ ਮੈਡੀਕਲ ਫੀਲਡ ਦੇਖੋ ਕਿੰਨਾ ਵਾਸਟ ਆ, ਸਾਡੇ ਕੋਲ ਸਾਇੰਟਿਸਟ ਨੇ, ਡਾਕਟਰ ਨੇ। ਪਰ ਜਦੋਂ ਤੁਸੀਂ ਇਵੈਲਿਊਏਸ਼ਨ ਕਰਦੇ ਹੋ, ਦੇਖਦੇ ਹੋ ਕਿ ਅੱਜ ਲੋਕੀ ਜ਼ਿਆਦਾ ਹੈਲਥੀ ਨੇ ਜਾਂ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਜ਼ਿਆਦਾ ਹੈਲਥੀ ਸੀਗੇ? ਕੀ ਲੱਗਦਾ ਤੁਹਾਨੂੰ? ਪਹਿਲਾਂ ਹੈਲਥੀ ਸੀਗੇ ਨਾ ਜੀ। ਕੀ ਲੋਕੀ ਅੱਜ ਜ਼ਿਆਦਾ ਖੁਸ਼ ਨੇ ਜਾਂ ਅੱਜ ਤੋਂ 20 ਸਾਲ ਪਹਿਲਾਂ ਜ਼ਿਆਦਾ ਖੁਸ਼ ਹੁੰਦੇ ਸੀ? ਪਹਿਲੇ ਸੀਗੇ। ਆਪਾਂ ਦੇਖਿਆ ਆ ਬਰੋ, ਆਪਾਂ ਟਾਈਮ ਦੇਖਿਆ ਹੋਇਆ। ਉਹ ਅਸੀਂ ਪਿੰਡਾਂ 'ਚੋਂ ਆਏ ਹਾਂ, ਸਾਨੂੰ ਪਤਾ ਖੁੱਲ੍ਹਾਪਣ ਪਿੰਡਾਂ ਦੇ ਵਿੱਚ, ਖੁੱਲ੍ਹਾ ਮਾਹੌਲ। ਅਸੀਂ ਉਹ ਚੀਜ਼ਾਂ ਨੂੰ ਛੱਡ ਕੇ ਇੱਧਰ ਆਏ ਹਾਂ ਵੀ ਚਲੋ ਜੀ ਕੈਨੇਡਾ ਚੱਲੇ ਹਾਂ, ਹੈ ਨਾ। ਸੋ ਜੋ ਤੁਸੀਂ ਵੈਲਿਊਏਟ ਕਰਦੇ ਹੋ ਨਾ ਚੀਜ਼ਾਂ ਨੂੰ, ਐਜੂਕੇਸ਼ਨ ਵੀ ਦੇਖੀ ਆਪਾਂ ਐਜੂਕੇਸ਼ਨ ਦੇ ਵਿੱਚੋਂ ਲੰਘ ਕੇ ਆਏ ਹਾਂ ਜੀ। ਆਪਾਂ ਦੇਖ ਲਈ, ਮੇਰੇ ਨਾਲ ਦੇ ਹੁਣ ਮੁੰਡੇ ਜਿਹੜੇ ਫਸਟ ਆਉਂਦੇ ਹੁੰਦੇ ਸੀ, ਐਂਡ ਟੌਪ 'ਤੇ ਟੌਪਰ ਹੁੰਦੇ ਸੀ, ਉਹ ਅੱਜ ਬੰਦਿਆਂ ਦੀ ਜ਼ਿੰਦਗੀ, ਉਹ ਕਹਿੰਦੇ ਯਾਰ ਸਮਝ ਨਹੀਂ ਆ ਰਹੀ, ਕਰੀਏ ਕੀ ਲਾਈਫ ਦੇ ਨਾਲ, ਸਮਝਦੇ। ਉਹ ਐਗਜ਼ਾਮਪਲਾਂ ਪਈਆਂ ਨੇ ਆਪਣੇ ਕੋਲ, ਰਿਐਲਿਟੀ ਚੈੱਕ ਕਰ ਲਈਦਾ ਸਾਰਾ ਕੁਛ ਉਹਦੇ ਨਾਲ। ਜਦੋਂ ਹੁਣ ਸਰਕਾਰਾਂ ਨੇ ਕੀ ਕੀਤਾ 2 ਸਾਲ ਤੋਂ ਪਿੱਛੇ, ਤੁਹਾਨੂੰ ਕਿਹਾ ਗਿਆ ਸੇਫ ਐਂਡ ਇਫੈਕਟਿਵ, ਯੂ ਆਰ ਸੇਵਿੰਗ ਦਾ ਵਰਲਡ, ਕੱਲਾ ਝੂਠ ਸ਼ਰੇਆਮ ਬੋਲੇ ਗਏ ਤੁਹਾਡੇ ਕੋਲੇ। ਸੋ ਉਹ ਚੀਜ਼ਾਂ ਫਿਰ ਬਾਬਾ ਜੀ ਵੈਲੀਡੇਟ ਕਰ ਦਿੰਦੀਆਂ ਜੀ। ਜੇ ਮੈਂ ਇਹ ਗੱਲਾਂ ਕਰਦਾ ਹੁੰਦਾ ਤੋਂ 2 ਸਾਲ ਪਹਿਲਾਂ, ਹੋ ਸਕਦਾ ਮੈਂ ਝੂਠਾ ਹੁੰਦਾ, ਪਰ ਜੋ ਤੁਸੀਂ ਹੁਣ ਪਿੱਛੇ ਦੇਖ ਸਕਦੇ ਹੋ ਤੁਹਾਡੇ ਨਾਲ ਕੀ ਹੋਇਆ ਹੈ। ਅਤੇ ਹਾਲੇ ਗਾਂ ਆਉਣੀਆਂ ਨੇ ਚੀਜ਼ਾਂ, ਜਿਹਦੇ ਵਿੱਚ ਹੁਣ ਡਿਜੀਟਲ ਕਰੰਸੀ ਦੀ ਗੱਲ ਚੱਲਦੀ ਆ, ਡਿਜੀਟਲ ID ਦੀ ਗੱਲ ਚੱਲਦੀ ਆ, ਫਿਰ ਸੋਸ਼ਲ ਕ੍ਰੈਡਿਟ ਸਿਸਟਮ ਜਿਹਨੂੰ ਪਤਾ, ਚਿਪਸ ਆਉਣੀਆਂ ਨੇ, ਨਿਊਰਾ ਲਿੰਕ ਆ ਰਹੀ ਆ ਇਲੋਨ ਮਸਕ ਦੀ, ਸਾਰਾ ਕੁਛ ਬਹੁਤ। ਹੁਣ 1985 ਦੇ ਵਿੱਚ ਐਕਸਪੈਰੀਮੈਂਟ ਕੀਤਾ ਸੀ ਇਹਨਾਂ ਨੇ ਬੁੱਲ ਦੇ ਉੱਤੇ, ਹੈ ਨਾ। ਜਿੱਦਾਂ ਚਿਪਸ ਦੀ ਗੱਲ ਕਰਦੇ ਨਾ ਵੀ, ਉਹ ਕਹਿੰਦੇ ਤੁਹਾਡੇ ਮੋਟਰ ਜਿਹੜੇ ਫੰਕਸ਼ਨ ਹੈ ਇਹ ਵੀ ਕੰਟਰੋਲ ਕਰ ਸਕਦੇ ਆ। ਅਤੇ ਸਾਨੂੰ ਲੱਗਦਾ ਯਾਰ ਇਸਦਾ ਕਿੱਦਾਂ ਹੋ ਜਾਊਗਾ। ਅਤੇ ਉਹ ਬੁੱਲ ਦਾ ਮੈਂ ਤੁਹਾਨੂੰ ਵੀਡੀਓ ਤੁਹਾਨੂੰ ਬਾਅਦ 'ਚ ਭੇਜ ਦੂੰਗਾ, ਇਟਸ ਨਾਟ ਲਾਈਕ ਲਾਈ। ਉਹਨਾਂ ਨੇ ਬੁੱਲ ਦੇ ਉੱਤੇ ਐਕਸਪੈਰੀਮੈਂਟ ਕੀਤਾ, ਉਹਦੇ ਲਾ ਕੇ ਚਿਪ ਸਿਸਟਮ ਲਾ ਕੇ, ਦੇ ਕੰਟਰੋਲ ਹਿਜ਼ ਮੂਵਮੈਂਟ। ਜਿੱਦਾਂ ਹੈਗਾ ਬੰਦਾ ਛੱਡਿਆ ਹੋਇਆ, ਬੁੱਲ ਆ ਰਿਹਾ ਉਹਦੇ ਵੱਲ ਪੂਰੇ ਉਹਨੂੰ ਅਟੈਕ ਕਰਨ, ਇੱਥੇ ਆ ਕੇ ਰੁਕ ਜਾਂਦਾ ਬੁੱਲ, ਕਿਉਂਕਿ ਉੱਧਰ ਉਹ ਕੰਟਰੋਲ ਕਰਦੇ ਪਏ ਆ। ਅਤੇ ਜੋ ਬੁੱਲ ਨੂੰ ਕੰਟਰੋਲ ਕਰ ਸਕਦੇ, ਤੁਹਾਨੂੰ ਕਿਉਂ ਨਹੀਂ ਕਰ ਸਕਦੇ? ਯੂਵਲ ਹਰਾਰੀ ਸਰਚ ਕਰੋ, ਵਰਲਡ ਇਕਨੋਮਿਕ ਫੋਰਮ 'ਤੇ ਰਿਸਰਚ ਕਰੋ, ਵਰਲਡ ਇਕਨੋਮਿਕ ਫੋਰਮ ਦੀ ਇਕੱਲੀ ਵੀਡੀਓ ਦੇਖੋ ਕੱਢ ਕੇ। ਉਹ ਤਾਂ ਸ਼ਰੇਆਮ ਗੱਲਾਂ ਕਰੀ ਜਾਂਦੇ ਆ ਬਰੋ। ਹੁਣ ਬਿਲ ਗੇਟਸ ਕਹਿ ਰਿਹਾ ਆ, ਬਿਲ ਗੇਟਸ ਦੀ ਵੀਡੀਓ ਪਈ ਆ, ਕੱਢ ਕੇ ਦੇਖ ਸਕਦੇ ਹੋ ਤੁਸੀਂ। ਉਹ ਕਹਿੰਦਾ ਜੀ ਵਰਲਡ ਇਜ਼ ਗੈਟਿੰਗ ਓਵਰ ਪਾਪੂਲੇਟਡ, ਵੀ ਇੰਨੇ ਬਿਲੀਅਨ ਹੋ ਜਾਣੀ ਆ, ਹੈ ਨਾ। ਬਿਲ ਗੇਟ ਨੂੰ ਬਹੁਤ ਫਿਕਰ ਆ ਤੁਹਾਡੀ। ਉਹ ਕਹਿੰਦਾ ਜੀ ਅਸੀਂ ਐਡਵਾਂਸ ਮੈਡੀਸਨ ਅਤੇ ਐਡਵਾਂਸ ਵੈਕਸੀਨ ਦੇ ਨਾਲ ਅਸੀਂ 15% ਆਬਾਦੀ ਘਟਾ ਸਕਦੇ ਹਾਂ। ਉਹ ਤਾਂ ਸ਼ਰੇਆਮ ਕਰੀ ਜਾਂਦੇ ਆ। ਹੁਣ ਇਹ ਕਹਿੰਦੇ ਜੀ, ਹੁਣ ਮੈਨੂੰ ਆਪਣੇ ਪੰਜਾਬੀ ਗੱਲਾਂ ਕਰਨਗੇ ਵੀ ਇੰਨਾ ਹੀ ਸੀਕਰੇਟ ਚੀਜ਼ਾਂ ਨੂੰ ਤੁਹਾਨੂੰ ਕਿਤੋਂ ਪਤਾ ਲੱਗ ਜਾਂਦੀਆਂ। ਮੈਂ ਕਿਹਾ ਬਰੋ, ਇਟਸ ਨਾਟ ਸੀਕਰੇਟ। ਜੋ ਔਰੰਗਜ਼ੇਬ ਕਰ ਰਿਹਾ ਸੀ ਉਹ ਸੀਕਰੇਟਲੀ ਨਹੀਂ ਸੀ ਕਰ ਰਿਹਾ, ਜ਼ਕਰੀਆ ਖਾਨ ਜੋ ਕਰ ਰਿਹਾ ਸੀ ਸੀਕਰੇਟਲੀ ਨਹੀਂ ਸੀ ਕਰ ਰਿਹਾ, ਹਿਟਲਰ ਜੋ ਕਰ ਰਿਹਾ ਸੀ ਸੀਕਰੇਟਲੀ ਨਹੀਂ ਕਰ ਰਿਹਾ ਸੀ। ਅਤੇ ਅੱਜ ਦੇ ਵੀ ਜਿਹੜੇ ਬੈਠੇ ਆ ਇਹ ਸੀਕਰੇਟਲੀ ਨਹੀਂ ਕਰ ਰਹੇ, ਇਹ ਸ਼ਰੇਆਮ ਕਰਦੇ ਪਏ ਨੇ। ਤੁਹਾਨੂੰ ਨਹੀਂ ਪਤਾ ਕਿਉਂਕਿ ਅਸੀਂ ਭਰੋਸਾ ਕਿਤੇ ਕਰਦੇ ਹੋ? ਮੇਨ ਸਟ੍ਰੀਮ ਮੀਡੀਆ 'ਤੇ, ਤੁਹਾਡੇ ਪੋਲੀਟੀਸ਼ੀਅਨਾਂ 'ਤੇ, ਠੀਕ ਆ ਜੀ, ਜੋ ਤੁਹਾਨੂੰ ਦਿਖਾਇਆ ਜਾਂਦਾ ਸਾਰੇ ਪਾਸੇ। ਅਤੇ ਪਲੱਸ ਉਹਨਾਂ ਨੇ ਤੁਹਾਡੀ ਲਾਈਫ ਹੀ ਇੰਨੀ ਬਿਜ਼ੀ ਕਰਤੀ ਆ, ਤੁਹਾਡੇ ਕੋਲ ਟਾਈਮ ਨਹੀਂ ਹੈਗਾ ਸੋਚਣ ਨੂੰ। ਤੁਸੀਂ ਮੌਰਗੇਜ ਦਿਓਗੇ ਜਾਂ ਚੀਜ਼ਾਂ ਬਾਰੇ ਸੋਚੋਗੇ ਵੀ ਅਸੀਂ ਸੰਘਰਸ਼ ਲੜਨਾ ਹੈ ਜਾਂ ਪ੍ਰੋਟੈਸਟ ਕਰਨੀ ਆ, ਰਾਈਟ। ਸੋ ਰਿਐਲਿਟੀ 'ਚ ਚੀਜ਼ਾਂ ਹੋਈ ਜਾਂਦੀਆਂ ਨੇ। ਅਤੇ ਉਹ ਸਰਕਾਰ ਸਾਨੂੰ ਕਹਿ ਤਾ ਆਲਰੇਡੀ ਸਾਈਕੋ ਅਸੀਂ ਜਿਹੜੇ ਸੋਚਦੇ ਹਾਂ ਵੀ ਸਰਕਾਰ ਨੁਕਸਾਨ ਕਰਨਾ ਚਾਹੁੰਦੀ ਆ ਸਾਡਾ, ਕਰ ਰਹੀ ਆ, ਠੀਕ ਆ। ਤੁਹਾਡੀ ਗੱਲ ਬਿਲਕੁਲ ਸਹੀ ਕਿ ਬੰਦੇ ਕੋਲ ਸੋਚਣ ਦਾ ਟਾਈਮ ਨਹੀਂ ਹੁੰਦਾ, ਕਿਉਂਕਿ ਸ਼ਿਕੰਜੇ 'ਚ ਫਸ ਚੁੱਕੇ ਹਾਂ ਆਲਰੇਡੀ, ਫਸੇ ਹੋਏ ਆ ਰੈਟ ਰੇਸ ਦੇ ਵਿੱਚ, ਨਿਕਲ ਸਕਦੇ ਆ। ਪਰ ਉਹ ਜੇ ਉਹਨਾਂ ਕੋਲੇ ਹੁਣ, ਉਹ ਕਹਿੰਦੇ ਜੇ ਸ਼ਿਪ ਡੁੱਬ ਰਿਹਾ ਨਾ, ਲੋਕੀ ਉਹਨਾਂ ਚਿਰ ਉਹ 'ਚ ਛਾਲ ਨਹੀਂ ਮਾਰਨਾ ਜਿੰਨਾ ਚਿਰ ਉਹਨੂੰ ਦੂਜੀ ਸ਼ਿਪ ਨਹੀਂ ਦਿਖ ਰਹੀ, ਸਮਝਦੇ ਹੋ? ਹੁਣ ਦੂਜੀ ਸ਼ਿਪ ਦਿਖ ਨਹੀਂ ਰਹੀ ਵਿਚਾਰੇ ਨੂੰ, ਉਹ ਕਹਿੰਦੇ ਹੁਣ ਦੱਸੋ ਕੀ ਕਰੀਏ ਭਾਈ। ਹੁਣ ਤਾਂ ਇੱਥੇ ਕਹਿੰਦਾ ਵੀ ਸਿੰਘੋ ਜਾਗੋ, ਹੁਣ ਸਿੰਘਾਂ ਦੀ ਲੋੜ ਆ ਦੁਨੀਆ ਨੂੰ।
ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਤਾਂ ਹੀ ਬਿਠਾਇਆ ਸਾਨੂੰ ਘਰ ਲੈ ਕੇ ਮੌਰਗੇਜ਼ਾਂ ਦੇਣ ਨੂੰ ਨਹੀਂ ਬਿਠਾਇਆ ਹੋਇਆ ਇਹਨਾਂ ਮੁਲਕਾਂ 'ਚ ਜੇ ਅਸੀਂ ਆਏ ਹਾਂ। ਇਹ ਵੀ ਦਾਣਾ ਪਾਣੀ ਲੈ ਕੇ ਆਇਆ ਸਾਨੂੰ ਇੱਥੇ ਅਸੀਂ ਲੋਕਾਂ ਨੂੰ ਦਿਖਾਉਣਾ ਆ ਵੀ ਹਾਂਜੀ ਠੰਡ ਕਿੱਦਾਂ ਵਰਤਾਈ ਜਾਂਦੀ ਆ। ਉਹ ਜੇ ਤੁਹਾਡੇ ਜਿੱਦਾਂ ਔਰਗੈਨਿਕ ਲਾਈਫ ਕੀ ਆ ਜੀ ਵੀ ਦੱਸੀਏ ਲੋਕਾਂ ਨੂੰ। ਅਸੀਂ ਤਾਂ ਆਪ ਮਾਇਆ ਜਾਲ 'ਚ ਫਸੇ ਹੋਏ ਅਤੇ ਅਸੀਂ ਲੋਕਾਂ ਨੂੰ ਕਿੱਦਾਂ ਕੱਢਾਂਗੇ। ਸੋ ਅਸੀਂ ਆਪ ਨਿਕਲੀਏ ਅਤੇ ਲੋਕਾਂ ਨੂੰ ਦੱਸੀਏ ਇਹਦੀ ਔਰਗੈਨਿਕ ਲਾਈਫ ਕੀ ਆ, ਸੋਵਰੈਨਿਟੀ ਕੀ ਆ, ਖੁਦ ਮੁਖਤਿਆਰੀ ਕੀ ਆ, ਖਾਲਸਾ ਰਾਜ ਕੀ ਆ, ਹੈ ਨਾ। ਕਿਉਂਕਿ ਹਮਰਾਖਤ ਪਾਤਸ਼ਾਹੀ ਦਾ ਵਾ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੈ। ਗੁਰੂ ਨਾਨਕ ਦੇਵ ਜੀ ਨੇ ਪਾਤਸ਼ਾਹ ਕੌਣ, ਜਿੱਥੇ ਖੜ੍ਹੇ ਹਾਂ ਜੀ ਸਾਡਾ ਹੀ ਰਾਜ ਆ। ਕੋਈ ਸਾਨੂੰ ਇਹ ਨਹੀਂ ਕਹਿ ਸਕਦਾ ਤੂੰ ਆਹ ਕਰ ਤੂੰ ਆਹ ਕਰ। ਹੁਣ ਅਸੀਂ ਆਪ ਗੁਲਾਮ ਬਣੇ ਹੋਏ ਹਾਂ। ਸੋ ਗੱਲ ਇੱਥੇ ਉਹ ਵੀ ਆ ਜਾਂਦੀ ਕਿ ਸੱਚ ਜੇ ਤੁਸੀਂ ਹਰ ਜਗ੍ਹਾ ਫੈਲਾਉਂਦੇ ਪਏ ਹੋ ਨਾ, ਮਹਾਰਾਜ ਕਹਿੰਦੇ ਕਿ ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੋ ਹਟੀਏ, ਅਸੀਂ ਕਿਉਂ ਹਟ ਜਾਈਏ ਸੱਚ ਬੋਲਣ ਜੇ ਮਹਾਰਾਜ ਨੇ ਦੱਸਿਆ। ਤੇ ਤੁਸੀਂ ਹੁਣ ਦੱਸਿਆ ਕਿ ਤੁਹਾਡੇ ਬੈਨ ਹੁੰਦੇ ਅਕਾਊਂਟਸ, ਤੁਹਾਡੀ ਵੀਡੀਓਜ਼ ਰਿਮੂਵ ਹੋਈਆਂ, ਉਸ ਤੋਂ ਇਲਾਵਾ ਤੁਹਾਨੂੰ ਕੋਈ ਥ੍ਰੈਟਸ ਆਇਆ ਕਿਤੋਂ ਦੀ ਕਦੀ? ਟੂ ਬੀ ਓਨੈਸਟ ਇੱਦਾਂ ਦਾ ਕੋਈ ਥ੍ਰੈਟ ਨਹੀਂ ਆਇਆ। ਕਿਸ ਤਰ੍ਹਾਂ ਦੀ ਧਮਕੀ ਆਈ ਹੋਏ ਕਿ ਆਪਣਾ ਕੰਮ ਰੋਕੋ? ਨਾ। ਓਕੇ, ਲੱਗਦਾ ਆਉਣ ਵਾਲੇ ਸਮੇਂ 'ਚ ਆ ਸਕਦੀ ਹੈ। ਬਹੁਤ ਹਲੇ ਤਾਂ ਸ਼ੁਰੂ ਕੀਤਾ ਕੰਮ ਆਪਾਂ ਨੇ, ਕਿਉਂਕਿ ਔਨਲਾਈਨ ਜਦੋਂ ਬੋਲਦੇ ਨਾ ਔਨਲਾਈਨ ਦੇ ਡੋਂਟ ਕੇਅਰ। ਠੀਕ ਆ, ਬੈਨ ਕਰਤਾ। ਹੁਣ ਫਿਜ਼ੀਕਲੀ ਸ਼ੁਰੂ ਕੀਤੀ ਜਿਹੜੀ ਮੂਵਮੈਂਟ, ਹੁਣ ਲੱਗ ਰਿਹਾ ਵੀ ਹੁਣ ਕਰ ਸਕਦੇ ਕੁਛ ਨਾ ਕੁਛ। ਦੇ ਆਪਾਂ ਤਾਂ ਮਹਾਰਾਜ ਦੇ ਨਾਲ, ਮਹਾਰਾਜ ਨੂੰ ਅੰਗ ਸੰਗ ਰੱਖ ਕੇ ਚੱਲੀਦਾ ਜੋ ਹੋਣਾ ਮਹਾਰਾਜ ਹੈਗੇ ਨਾਲ, ਹੈ ਨਾ। ਤੇ ਵੀ ਜਦੋਂ ਫਾਰਮਰ ਉੱਥੇ ਟਰੱਕਰਸ ਕਨਵੋਏ 'ਤੇ ਗਏ ਸੀ ਤੁਸੀਂ ਓਟਵਾ, ਉਦੋਂ ਕਦੀ ਕੋਈ ਫਿਜ਼ੀਕਲ ਕਨਫਰੰਟੇਸ਼ਨ ਹੋਈ ਸੀ ਪੁਲਿਸ ਦੇ ਨਾਲ? ਹਾਂਜੀ। ਦੱਸੋਗੇ ਇਹਦੇ ਬਾਰੇ? ਉੱਥੇ ਜਦੋਂ ਤੁਹਾਡੀ ਹੋਈ ਸੀ ਕਿ ਕਿਸੇ ਹੋਰ? ਆਪਣੀ 17th and 18th ਨੂੰ ਜਿਹੜਾ ਉਹਨਾਂ ਨੇ ਲਾਸਟ ਸਟੈਂਡ ਸੀ ਉੱਥੇ ਲੋਕਾਂ ਦਾ, ਜਿੱਦਣ ਉਹਨਾਂ ਨੇ ਉੱਥੇ ਐਮਰਜੈਂਸੀ ਐਕਟ ਲਾ ਕੇ 4 ਤਰ੍ਹਾਂ ਦੀ ਪੁਲਿਸ ਉੱਥੇ ਲਾਈ ਉਹਨਾਂ ਨੇ, ਜਿਹੜੀ ਤੁਸੀਂ ਕੈਨੇਡਾ 'ਚ ਪੁਲਿਸ ਕਦੇ ਦੇਖੀ ਵੀ ਨਹੀਂ ਹੋਣੀ। 4 ਤਰ੍ਹਾਂ ਦੀ ਪੁਲਿਸ ਅਸੀਂ ਤਾਂ ਦੇਖੀ ਵੀ ਨਹੀਂ ਪੁਲਿਸ ਕਦੇ। ਇੱਦਾਂ ਵੀ ਪੁਲਿਸ ਹੁੰਦੀ ਹੈ ਕੈਨੇਡਾ 'ਚ ਵੀ ਹੁੰਦੀ ਹੈ ਪੁਲਿਸ। ਇਹ ਇੱਦਾਂ ਦੇ ਬੈਟਨ ਜਿੱਦਾਂ ਡੰਡੇ ਨਹੀਂ ਫੜੇ ਹੁੰਦੇ ਪੁਲਿਸ ਨੇ, ਜਿੱਦਾਂ ਪੰਜਾਬ ਪੁਲਿਸ ਨੇ ਇੱਦਾਂ ਫੜੇ ਹੋਏ। ਹਾਂ, ਅਤੇ ਇੱਦਾਂ ਹੈਲਮਟ ਪਾਏ ਹੋਏ ਏਡੇ ਏਡੇ ਬੰਦੇ, ਜਿੱਦਾਂ ਆਪਣੇ ਰਾਖਸ਼ ਇਕੱਠੇ ਹੋ ਕੇ ਆ ਜਾਂਦੇ ਹੁੰਦੇ ਆ, ਇੱਦਾਂ ਦੇ ਬੰਦੇ ਸੀਗੇ ਉਹ। ਅਤੇ ਲਿਟਰਲੀ ਇੰਨਾ ਕੁੱਟਿਆ ਨਾ ਵੀਰੇ ਉੱਥੇ, ਸਾਡੇ ਕੋਲ ਵੀਡੀਓ ਪਈਆਂ ਨੇ, ਮੀਡੀਆ ਨੇ ਨਹੀਂ ਦਿਖਾਇਆ ਸਾਨੂੰ। ਇੰਨਾ ਟੌਰਚਰ ਕੀਤਾ ਉੱਥੇ। ਲੇਡੀਜ਼ ਨੂੰ ਪੈਪਰ ਸਪਰੇਅ ਕੀਤੀ ਗਈ, ਘੋੜੇ ਚੜ੍ਹਾਏ ਗਏ। ਆਪਣੀ 1-2 ਬਜ਼ੁਰਗ ਸੀਗੇ ਇੱਦਾਂ ਸਟੋਲਰ 'ਤੇ ਤੁਰ ਰਹੀ ਸੀ, ਜਿਹੜਾ ਹੁੰਦਾ ਉਹ ਆਪਣਾ ਟਾਇਰਾਂ ਵਾਲੀ ਰੇਹੜੀ ਜੀ ਲੈ ਕੇ, ਹੈ ਨਾ। ਉੱਥੇ ਘੋੜੇ ਉਹਨਾਂ ਨੇ ਚੜ੍ਹਾਏ ਉਹਨਾਂ ਦੇ ਉੱਤੇ। ਉਹਦੀ ਵੀਡੀਓ ਪਈ ਆ, ਉਹਦੀ ਸਾਰੀ ਫੋਟੋਆਂ ਪਈਆਂ ਨੇ, ਸਾਰੇ ਕੱਲਾ ਪ੍ਰੂਫ ਸਾਡੇ ਕੋਲ ਪਿਆ ਕਿ ਕੈਨੇਡੀਅਨ ਗਵਰਨਮੈਂਟ ਗਲਤ ਸੀ, ਗਲਤ ਰਹੂਗੀ। ਐਂਡ ਉਹ ਕੈਨੇਡੀਅਨ ਮੀਡੀਆ ਨੇ ਨਹੀਂ ਦਿਖਾਇਆ। ਕੈਨੇਡੀਅਨ ਮੀਡੀਆ ਨੇ ਇੱਕ ਵੀ ਗੱਲ ਨਹੀਂ ਦਿਖਾਈ ਸਾਡੇ ਕੋਲ। ਮੇਰੇ ਕੋਲ ਵੀਡੀਓ ਪਈਆਂ ਪਰਸਨਲੀ ਮੈਂ ਓਟਵਾ ਪੁਲਿਸ ਪਾਉਂਦੀ ਹੁੰਦੀ ਸੀ, ਆਹ ਹੋ ਗਿਆ। ਮੈਂ ਉਹਨਾਂ ਨੂੰ ਕਹਿੰਦਾ ਵੀ ਆਹ ਚੱਕ ਫੋਟੋ, ਤੁਸੀਂ ਦਿਖਾਓ ਫੋਟੋ। ਮੈਂ ਓਟਵਾ ਪੁਲਿਸ ਨੂੰ ਟਵਿੱਟਰ 'ਤੇ ਵੰਗਾਰਦਾ ਰਿਹਾ। ਉਹ ਬੈਨ ਹੋ ਗਿਆ ਹੋਣਾ ਟਵਿੱਟਰ ਤਾਂ, ਤੁਹਾਨੂੰ ਪਤਾ ਥੋੜ੍ਹਾ ਜਿਹਾ ਖੁੱਲ੍ਹਾ ਪਹਿਰਾ ਲੱਗਾ ਹੋਇਆ ਟਵਿੱਟਰ 'ਤੇ ਇਲੌਨ ਮਸਕ ਨੇ। ਹੁਣ ਪਹਿਲੇ ਨਹੀਂ ਸੀਗਾ, ਹੁਣ ਇੱਦਾਂ ਨਹੀਂ ਜ਼ਿਆਦਾ। ਮੇਰੇ ਕੋਲ ਫੋਲੋਅਰ ਉਦੋਂ ਇੰਨੇ ਹੈ ਨਹੀਂ ਸੀਗੇ ਪਹਿਲਾਂ, ਹੁਣ ਵਧੇ ਆ ਇੱਕਦਮ ਹੀ। ਅਤੇ ਹੁਣ ਥੋੜ੍ਹਾ ਜਿਹਾ ਅਨਸੈਂਸਰਡ ਚੱਲਦਾ ਪਿਆ ਟਵਿੱਟਰ। ਸੋ ਉੱਥੇ ਰਾਈਟ ਇਨਫੋਰਮੇਸ਼ਨ ਜਿਹੜੀ ਟਵਿੱਟਰ 'ਤੇ ਆ ਰਹੀ ਅੱਜ ਕੱਲ੍ਹ ਜ਼ਿਆਦਾ। ਸੋ ਉੱਥੇ ਫਿਜ਼ੀਕਲੀ ਸਾਡੇ ਨਾਲ ਹੋਇਆ, ਜਿੱਦਾਂ ਜਸ ਕਮਲ ਸਿੰਘ ਸੀ ਸਾਡੇ ਨਾਲ, ਉਹ ਅਰੈਸਟ ਹੋਇਆ ਉੱਥੇ। ਉਹਦੇ ਉੱਤੇ 5 ਪੁਲਿਸ ਵਾਲੇ ਉਹਨਾਂ ਨੇ ਉਹਦੇ ਉੱਤੇ ਝਪਟਾ ਮਾਰ ਕੇ ਬੈਠੇ। ਉਹ ਕਹਿੰਦਾ ਮੈਨੂੰ ਸਾਹ ਨਹੀਂ ਆ ਰਿਹਾ। ਉਹ ਕਹਿੰਦਾ ਬੋਲੀ ਤਾਂ ਇੰਨਾ ਤੂੰ। ਠੀਕ ਆ, ਮੈਂ ਹੈਰਾਨ ਰਹਿ ਗਿਆ ਦੇਖ ਕੇ ਜੋ ਉੱਥੇ ਲੋਕਾਂ ਨਾਲ ਕੀਤਾ ਉਹਨਾਂ ਨੇ। ਫਿਰ ਅਸੀਂ ਜੋਰਜ ਫਲੋਇਡ ਨਾਲ ਹੋਇਆ ਸੀ ਅਮਰੀਕਾ 'ਚ, ਸੇਮ ਚੀਜ਼। ਹਾਂਜੀ, ਫਿਰ ਅਸੀਂ ਇੱਦਾਂ ਖੜ੍ਹੇ ਹਾਂ, ਉਹ ਇੱਦਾਂ ਧੱਕ ਕੇ ਆ ਰਹੇ ਆ। ਹੁਣ ਇਨੋਸੈਂਟ ਸੀ ਪੁਲਿਸ ਵਾਲੇ ਜਿਹੜੇ ਮੂਹਰੇ ਖੜ੍ਹੇ ਸੀ, ਦੇ ਡੋਂਟ ਵਾਂਟ ਟੂ ਡੂ ਇਟ, ਪਰ ਪਿੱਛੋਂ ਇੰਨਾ ਪ੍ਰੈਸ਼ਰ ਸੀ ਵੀ ਕਰੋ, ਧੱਕੋ ਇਹਨਾਂ ਨੂੰ। ਮੈਂ ਇੱਥੇ ਖੜ੍ਹਾ ਹਾਂ ਅਤੇ ਇੱਕ ਇੱਦਾਂ ਪੈਪਰ ਸਪਰੇਅ ਲੈ ਕੇ ਆਇਆ, ਹੈ ਨਾ। ਅਤੇ ਉਹ ਕਹਿੰਦਾ ਵੀ ਮੈਂ ਤੇਰੇ ਪੈਪਰ ਸਪਰੇਅ ਕਰਨੀ ਹੈ। ਮੈਂ ਅੱਧਾ ਅੱਖਾਂ ਉਹਦੇ ਕਰ ਲਈ। ਮੈਂ ਕਿਹਾ ਤੂੰ ਕਰ, ਵੀਡੀਓ ਪਈ ਆ, ਆਮ ਨੋਟ ਲਾਇੰਗ। ਲਾਈਕ ਜੇ ਮੈਂ ਤੁਸੀਂ ਟਵਿੱਟਰ 'ਤੇ ਜਾਓਗੇ ਨਾ, ਮੈਂ ਪਿੰਨ ਕਰਕੇ ਰੱਖੀ ਹੋਈ ਆ ਉਹ ਸਾਰਾ ਸਿਚੁਏਸ਼ਨ, ਤੁਸੀਂ ਦੇਖੋਗੇ ਕਿੰਨੀ ਪੁਲਿਸ ਖੜ੍ਹੀ ਆ। ਐਂਡ ਫਿਰ ਅਸੀਂ ਉੱਥੇ ਗਏ ਹਾਂ, ਉੱਥੇ ਸਾਰਾ ਕਿੱਦਾਂ ਕੌਨਫਰੰਟ ਕੀਤਾ, ਜਕਾਰੇ ਲਗਾ ਰਹੇ ਅਸੀਂ। ਅਤੇ ਉਹ ਸਿੰਘਾਂ ਵਾਲੇ ਕੰਮ ਜਿਹੜੇ ਹੁੰਦੇ ਆ, ਜਾਤ ਗੋਤ ਸਿੰਘਣਗੇ ਦੰਗਾ ਹੁੰਦਾ, ਚਾਅ ਚੜ੍ਹਿਆ ਹੋਇਆ ਸੀ ਦੇਖ ਕੇ ਵੀ ਆ ਜਾਓ। ਅਤੇ ਉਹ ਹੋਇਆ ਸਾਰਾ ਕੁਛ ਦੇਖਿਆ ਸੀ ਅੱਖੀਂ। ਤਾਂ ਹੀ ਮੈਂ ਕਹਿੰਦਾ ਮੇਰੇ ਭਰਮ ਟੁੱਟ ਚੁੱਕੇ ਆ ਕੈਨੇਡਾ ਵਾਲੇ ਸਾਰੇ। ਆਪਾਂ ਕਹਿੰਦੇ ਵੀ ਪੰਜਾਬ ਮਾੜਾ, ਇੰਡੀਆ ਮਾੜਾ। ਜੋ ਕੈਨੇਡਾ 'ਚ ਹੋ ਰਿਹਾ ਨਾ, ਇੱਥੇ ਬਸ ਸਾਫ਼ ਸੁਥਰੀਆਂ ਸੜਕਾਂ ਨੇ, ਸਫਾਈ ਆ ਇੱਥੇ, ਉਹ ਦਿਖਦੀਆਂ ਨੇ। ਜਿੱਦਾਂ ਕਹਿੰਦੇ ਨੇ, ਜਿੱਦਾਂ ਅੰਮ੍ਰਿਤਪਾਲ ਦੀ ਇੰਟਰਵਿਊ ਸੁਣ ਕੇ ਹਟਿਆ, ਉਹ ਕਹਿੰਦੇ ਡਸਟ ਅੰਡਰ ਦਾ ਕਾਰਪੈਟ ਸਮਥਿੰਗ ਲਾਈਕ ਦਾ, ਇੱਦਾਂ ਦਾ ਕੋਈ ਇਹਨਾਂ ਦਾ ਕੰਸੈਪਟ ਹੁੰਦਾ ਨਾ, ਵੀ ਜੋ ਸਾਹਮਣੇ ਆ ਉਹ ਸਾਫ਼ ਸੁਥਰਾ ਰੱਖੋ, ਜੋ ਪਿੱਛੇ ਹੋਈ ਜਾਂਦਾ ਬਸ ਉਹ ਤਾਂ ਝਾਤ ਨਾ ਮਾਰੋ। ਹਾਂਜੀ, ਉੱਧਰ ਆਈ ਥਿੰਕ ਅਸੀਂ ਸੁਣੀ ਸੀ। ਉਹ ਕਹਿੰਦੇ ਕਿ ਜਦੋਂ ਬੈਂਕ ਅਕਾਊਂਟ 'ਚ ਪੈਸੇ ਵੀ ਘੱਟ ਹੁੰਦੇ ਨਾ, ਉਦੋਂ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਜਦੋਂ ਉਹ ਬੰਦਾ ਚੀਜ਼ ਜ਼ਿਆਦਾ ਦੇਖਣਾ ਨਹੀਂ ਚਾਹੁੰਦਾ ਹੁੰਦਾ, ਬੰਦਾ ਸਕਰੋਲ ਕਰ ਦਿੰਦਾ। ਬਸ ਜਦੋਂ ਜਿਹੜਾ ਸੱਚ ਹੁੰਦੀ ਨਾ, ਉਹ ਦੇਖੀ ਨਹੀਂ ਜਾਂਦੀ ਜ਼ਿਆਦਾ ਚਿਰ ਵਾਸਤੇ। ਫਿਰ ਆਹ ਦੇਖੋ ਬੈਂਕ ਅਕਾਊਂਟ ਫਰੀਜ਼ ਕੀਤੇ ਇੱਥੇ ਲੋਕਾਂ ਦੇ ਜਿਹੜੇ ਪ੍ਰੋਟੈਸਟ 'ਚ ਗਏ ਸੀਗੇ, ਉਹਨਾਂ ਦੇ ਟਰੱਕ। ਇੱਕ ਮੈਂ ਪੰਜਾਬੀਆਂ ਨੂੰ ਲਾਹਨਤ ਪਾਉਣੀ ਆ, ਮੈਂ ਪਾਉਂਦਾ ਰਹੂੰਗਾ ਜਿੰਨਾ ਚਿਰ ਪੋਡਕਾਸਟ ਚੱਲਦੇ ਰਹਿਣਗੇ। ਸਾਰਿਆਂ ਨੇ ਬਾਬਾ ਜੀ ਨਾ ਕਰਤੀ ਉੱਥੇ ਜਦੋਂ ਐਮਰਜੈਂਸੀ ਐਕਟ ਲੱਗਾ, ਬਈ ਟੋ ਟਰੱਕ ਵਾਲਿਆਂ ਨੇ ਸਾਰੇ ਓਟਵਾ ਦੇ ਆਸੇ ਪਾਸੇ ਸਾਰੇ ਕੰਪਨੀਆਂ ਨੇ ਕਹਿਤਾ ਵੀ ਅਸੀਂ ਟੋ ਨਹੀਂ ਕਰਨੇ ਟਰੱਕ। ਹੁਣ ਦੱਸੋ, ਗੈਸ ਕਰ ਲਓ ਵੀ ਟਰੱਕ ਕਿੱਥੋਂ ਗਏ ਸੀ ਟੋ ਕਰਨ? ਕਿੱਥੋਂ?
ਗੈਸ ਕਰੋ ਕਿੱਥੋਂ ਜਾ ਸਕਦੇ ਆ ਹੋਰ? ਬਰੈਂਪਟਨ ਤੋਂ ਬਾਬਾ ਜੀ, ਆਪਣੇ ਬੰਦਿਆਂ ਦੇ ਇੱਧਰੋਂ ਗਏ ਆ। ਹਾਂਜੀ। ਇਹ ਜਿਹੜੇ ਕਿਸਾਨ ਮੋਰਚੇ 'ਚ ਸੰਘ ਪਾੜ ਕੇ ਕਹਿੰਦੇ ਸੀ ਵੀ ਮੋਦੀ ਢਾਹ ਲੈਣਾ ਆ, ਜਿਹੜਾ ਸੇਮ ਮੋਰਚਾ ਇੱਥੇ ਲੱਗਾ ਹੋਇਆ ਸੀ, ਸਾਡੇ ਬੰਦਿਆਂ ਦੇ ਬਰੈਂਪਟਨ ਤੋਂ ਟਰੱਕ ਗਏ, ਟੋ ਟਰੱਕ, ਇਹਨਾਂ ਨੇ ਸਟਿੱਕਰ ਲਾਏ ਆਪਣੇ। ਮੈਨੂੰ ਕਿਉਂ ਪਤਾ ਹੈ? ਕਿਉਂਕਿ ਮੈਂ ਬੰਦਿਆਂ ਨੂੰ ਜਾਣਦਾ ਹਾਂ। ਐਂਡ ਬਰੈਂਪਟਨ ਮੇਰੇ ਮਾਈਂਡ ਵਿੱਚ ਲੀਸਟ ਐਕਸਪੈਕਟਡ ਹੈ, ਤਾਂ ਮੈਂ ਬੋਲਿਆ ਨਹੀਂ ਸ਼ਾਇਦ ਕਿ ਬਰੈਂਪਟਨ ਤੋਂ ਜਾਣਗੇ। ਬਰੈਂਪਟਨ ਤੋਂ ਗਏ ਬ్రో, $900 ਘੰਟੇ 'ਤੇ ਗਏ, ਪੈਸੇ ਨੂੰ ਗਏ, ਪਤਾ ਨਹੀਂ ਪੋਲੀਟੀਕਲ ਪ੍ਰੈਸ਼ਰ 'ਚ ਗਏ, ਆਈ ਡੋਂਟ ਨੋ, ਗੋਡ ਨੋਜ਼, ਬਟ ਆਪਣੇ ਬਰੈਂਪਟਨ ਤੋਂ ਪੰਜਾਬੀ ਗਏ ਉੱਥੇ ਟਰੱਕ ਟੋ ਕਰਨ। ਇੱਥੇ ਤੱਕ ਅਸੀਂ ਆ ਚੁੱਕੇ ਹਾਂ ਜੇ ਆਪਾਂ ਦੇਖਿਆ ਜਾਵੇ ਬਈ ਕਿ ਸਰਕਾਰ ਦੀ ਕਿੰਨੀਆਂ ਸਿੱਧੀਆਂ ਹੈਗੀਆਂ ਇਸ ਟਾਈਮ 'ਤੇ। ਜਿਹੜੇ ਆਪਾਂ ਬਾਹਰਲੇ ਮੁਲਕਾਂ 'ਚ ਜੀ ਬਰੈਂਪਟਨ ਦੀ ਤੁਸੀਂ ਗੱਲ ਕੀਤੀ, ਤੁਹਾਡਾ ਰੀਸੈਂਟਲੀ ਦੇਖੋ ਲਾਸਟ ਈਅਰ ਇਫ ਆਮ ਨੋਟ ਰੋਂਗ 2020 2 ਸਾਲ ਪਹਿਲੇ ਜਾਂ 21 ਸੀ ਜਾਂ 2022 ਸੀ, ਜਦੋਂ ਸੋਵਰਨ ਸੇਵਾ ਵੱਲੋਂ ਟੈਂਟ ਲਗਾ ਕੇ ਬਰੈਂਪਟਨ ਬਾਰੇ ਦੱਸਿਆ ਗਿਆ ਸੀ ਆਪਣੇ ਚਿੰਗੂਜ਼ੀ ਪਾਰਕ ਵਿੱਚ। ਦੱਸੋਗੇ ਥੋੜ੍ਹਾ ਉਹਦੇ ਬਾਰੇ? ਅਸੀਂ ਕੋਸ਼ਿਸ਼ ਕੀਤੀ ਸੀ ਬਰੈਂਪਟਨ ਦੀ ਕਰਪਸ਼ਨ ਨੂੰ ਥੋੜ੍ਹੀ ਜਿਹੀ ਹਾਈਲਾਈਟ ਕਰਨ ਦੀ। ਬਰੈਂਪਟਨ ਦੇ ਵਿੱਚ ਜੇ ਤੁਸੀਂ ਆਸੇ-ਪਾਸੇ ਵਾਲੇ ਸ਼ਹਿਰਾਂ ਦੇ ਨਾਲ ਜੇ ਤੁਸੀਂ ਕੰਪੇਅਰ ਕਰੋ, ਸਟੈਟਸ ਕੱਢ ਕੇ ਸਾਰਾ ਬਈ ਆਸੇ-ਪਾਸੇ ਵਾਲੇ ਸ਼ਹਿਰਾਂ 'ਚ ਕਿੰਨੀਆਂ ਫੈਸਿਲਿਟੀਆਂ ਨੇ, ਕਿੰਨੀਆਂ ਲਾਇਬ੍ਰੇਰੀਜ਼ ਨੇ, ਕਿੰਨੇ ਸਵਿਮਿੰਗ ਪੂਲਸ ਨੇ, ਸਾਰਾ ਕੁਛ ਜੋ ਵੀ ਫੈਸਿਲਿਟੀਜ਼ ਹੁੰਦੀਆਂ ਨੇ, ਅਤੇ ਐਜ਼ ਕੰਪੇਅਰ ਟੂ ਉਹਨਾਂ ਸਿਟੀਆਂ ਦੇ ਬਰੈਂਪਟਨ ਦੇ ਕੋਲ ਕੁਛ ਵੀ ਨਹੀਂ ਹੈਗਾ। ਸਾਡੀ ਆਪਣੀ ਯੂਨੀਵਰਸਿਟੀ ਵੀ ਨਹੀਂ ਹੈਗੀ, ਇੰਨਾ ਸਟੂਡੈਂਟ ਆ ਬਰੈਂਪਟਨ ਦੇ ਵਿੱਚ। ਪ੍ਰੋਮਿਸ ਤੇ ਬੜੀ ਵਾਰ ਕਰ ਚੁੱਕੇ ਨੇ। ਪ੍ਰੋਮਿਸ ਉਹੀ ਹੈ ਨਾ, ਫਿਰ ਕਿਉਂ ਨਹੀਂ ਹੈਗਾ ਉਹ? ਹੁਣ ਅਸੀਂ ਉਹ ਇੰਨੇ ਪ੍ਰੋਗਰਾਮ ਕਰਾਏ, ਕੋਈ ਨਹੀਂ ਸੀ ਆਉਂਦਾ ਉੱਥੇ। ਪ੍ਰੋਬਲਮ ਉਹਦੀ ਇਹੀ ਆ, ਆਪਣੇ ਲੋਕ ਜਾਗਰੂਕ ਨਹੀਂ ਹੈਗੇ। ਪੰਜਾਬ 'ਚ ਇੱਕ ਨਿੱਕੀ ਜਿਹੀ ਖਬਰ ਆਉਂਦੀ ਹੈ, ਸਾਰਾ ਬਰੈਂਪਟਨ ਖੜਾ ਹੋ ਕੇ ਝੰਡੇ ਚੱਕ ਕੇ ਤੁਰ ਪੈਂਦਾ ਆ, ਅਤੇ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਨਾਲ ਬਰੈਂਪਟਨ 'ਚ ਕੀ ਹੋਈ ਜਾਂਦਾ ਆ। ਸਾਡੀ ਇੰਸ਼ੋਰੈਂਸ ਸਭ ਤੋਂ ਵੱਧ ਵਰਲਡ ਦੇ ਵਿੱਚ, ਸਭ ਤੋਂ ਵੱਧ ਇੰਸ਼ੋਰੈਂਸ ਮਹਿੰਗੀ ਬਰੈਂਪਟਨ ਦੀ ਆ ਵਰਲਡ ਦੇ ਵਿੱਚ। ਓਕੇ, ਸਟੈਟਸ ਨੇ। ਹਾਂਜੀ। ਅਤੇ ਸਾਡੇ ਪੋਲੀਟੀਸ਼ੀਅਨ ਜਿੰਨੇ ਵੀ ਆਉਂਦੇ ਨੇ, ਸਾਡੇ ਸਿੰਘ ਕਹਾਉਣ ਵਾਲੇ ਸਾਰੇ ਕਹਿੰਦੇ ਜੀ ਅਸੀਂ ਇੰਸ਼ੋਰੈਂਸ ਸਸਤੀ ਕਰਾਵਾਂਗੇ ਤੁਹਾਨੂੰ ਦੇ ਕੇ, ਉਹ ਸ਼ਬਦ ਬਾਗ ਦਿਖਾ ਕੇ। ਅਤੇ ਮੈਂ 13 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਨੂੰ, ਸਸਤੀ ਹੋਈ। ਸਟੂਡੈਂਟ 700 800 ਇੰਸ਼ੋਰੈਂਸ ਦੇ ਰਹੇ ਆ ਗੱਡੀ ਦੀ ਬ్రో। ਤੁਸੀਂ ਪਹਿਲੇ ਦੱਸ ਰਹੇ ਸੀ ਕਿ 17-18% 17% ਤੇ ਉਹਨਾਂ ਨੇ ਗੱਡੀ ਲਈ ਹੋਈ ਆ, 700-800 ਇੰਸ਼ੋਰੈਂਸ। ਮੈਂ ਕਿਹਾ ਵੀ ਫਿਰ ਘਰ ਘਰ ਰਹਿਣ ਦੋ, ਲਿਆਂ ਨੂੰ ਵਿੱਚ ਹੀ ਸੌਂ ਜਾ ਕਰੋ ਗੱਡੀ ਦੇ, ਸਾਰੀ ਤਾਂ ਇਨਕਮ ਉੱਥੇ ਜਾਈ ਜਾਂਦੀ ਹੈ। ਕੀ ਫਿਊਚਰ ਆ ਉਹ ਯੂਥ ਦਾ, ਦੱਸੋ ਮੈਨੂੰ। ਅਤੇ ਅਸੀਂ ਉੱਥੇ ਪ੍ਰੈਜ਼ੈਂਟ ਸੀ, ਅਸੀਂ ਤੁਹਾਨੂੰ ਦੇਖਿਆ ਕਿ ਤੁਸੀਂ ਕਿੱਦਾਂ ਉਹ 4 ਘੰਟੇ ਦੇ ਜੇ ਇਵੈਂਟ ਲਗਾਇਆ ਸੀ 4 ਘੰਟੇ ਦਾ, ਅਤੇ ਤੁਸੀਂ 4 ਘੰਟੇ ਲਈ ਬੋਲਦੇ ਰਹੇ ਹੋ। ਅਸੀਂ ਤਾਂ ਸਿਰਫ ਉਹ ਤਾਂ ਚਲੋ ਹੈਲਪ ਆਊਟ ਕਰਾਉਣ ਆਏ ਸੀ। ਹਾਂਜੀ ਹਾਂਜੀ। ਵਾਟ ਡੂ ਯੂ ਥਿੰਕ ਕਿ ਉਹ ਵਾਲੀ ਚੀਜ਼ ਨਾਲ ਕੋਈ ਫਰਕ ਪਿਆ ਜਾਂ ਫਰਕ ਪੈ ਰਿਹਾ? ਉਹ ਉਦੋਂ ਅਸੀਂ ਕੰਸਿਸਟੈਂਟਲੀ ਕੀਤੇ ਨਹੀਂ ਜ਼ਿਆਦਾ, ਟੂ ਬੀ ਓਨੈਸਟ। 2-3 ਇਵੈਂਟ ਹੋਏ ਸੀ ਮੇਨ, ਹੈ ਨਾ, ਅਤੇ ਉਹ ਲੋਕ ਹੌਲੀ ਹੌਲੀ ਆਉਣਾ ਸ਼ੁਰੂ ਹੁੰਦੇ ਆ। ਠੀਕ ਆ, ਅਤੇ ਉਦੋਂ ਜਿੰਨੇ ਕੁ ਲੋਕਾਂ ਨੇ ਗੱਲਾਂ ਬਾਤਾਂ ਸੁਣੀਆਂ, ਉਹਨਾਂ ਨੇ ਐਪਰੀਸ਼ੀਏਟ ਕੀਤਾ। ਅਸੀਂ ਜਿਹੜੇ ਫਲਾਇਰ ਵਗੈਰਾ ਵੰਡੇ, ਸਾਰਾ ਕੁਛ ਕੀਤਾ, ਅਤੇ ਲੋਕ ਜਾਗਰੂਕ ਹੋਏ ਵੀ। ਪਰ ਉਹੀ ਹੈ ਨਾ, ਹੁਣ ਜਿੰਨਾ ਚਿਰ ਹੁਣ ਬਰੈਂਪਟਨ ਦੇ ਵਿੱਚ ਪਿੱਛੇ ਮੇਅਰ ਦੀਆਂ ਵੋਟਾਂ ਪਈਆਂ ਨੇ, ਕਿੰਨੇ % ਵੋਟਿੰਗ ਹੋਈ ਬਰੈਂਪਟਨ 'ਚ ਪਤਾ ਤੁਹਾਨੂੰ? ਨਹੀਂ ਜੀ। ਆਈ ਥਿੰਕ ਆਈ ਮਾਈਟ ਬੀ ਰੋਂਗ, 30% ਵੋਟਿੰਗ ਪਈ ਸਾਰੀ। ਅੱਛਾ। ਯਪ। ਕੀ ਕਾਰਨ ਇਹਦਾ? ਪਹਿਲੀ ਗੱਲ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਉੱਦਾਂ ਨਹੀਂ ਵਿਸ਼ਵਾਸ ਹੈਗਾ ਸਿਸਟਮ ਦੇ ਉੱਤੇ। ਫਿਰ ਇਹਨਾਂ ਨੇ ਵੋਟਿੰਗ ਕਿੱਦਾਂ ਰੱਖੀ? ਕਿੱਦਣ ਸੀਗੀ ਵੋਟਿੰਗ? ਦੀਵਾਲੀ ਵਾਲੇ ਦਿਨ। ਯਾ ਸੋ ਬ్రో, ਲਾਈਕ ਪੰਜਾਬੀਆਂ ਨੂੰ ਜੇ ਇੱਥੇ ਰਹਿਣਾ ਨਾ, ਤੁਸੀਂ ਪੰਜਾਬੀ ਹੋ, ਤੁਹਾਨੂੰ ਇੱਥੇ ਵੀ ਰੌਲਾ ਪਾਉਣਾ ਪੈਣਾ ਜਿੱਦਾਂ ਪੰਜਾਬ 'ਚ ਪਾਉਣੇ ਹੋ। ਕਹਿੰਦੇ ਆ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਨਹੀਂ ਦਿੰਦੀ, ਠੀਕ ਹੈ ਨਾ ਜੀ। ਜਿੰਨਾ ਚਿਰ ਬੱਚਾ ਰੋਂਦਾ ਨਹੀਂ, ਮਾਂ ਨੂੰ ਪਤਾ ਨਹੀਂ ਲੱਗਦਾ ਬੱਚੇ ਨੂੰ ਭੁੱਖ ਲੱਗੀ ਮੈਂ ਦੁੱਧ ਦੇਣਾ ਆ। ਅਤੇ ਤੁਹਾਨੂੰ ਬਿਨਾਂ ਮੰਗੇ ਕੈਨੇਡਾ 'ਚ ਚੀਜ਼ਾਂ ਨਹੀਂ ਮਿਲਣੀਆਂ। ਜੇ ਤੁਸੀਂ ਕੈਨੇਡਾ 'ਚ ਵੀ ਰਹਿਣਾ ਨਾ, ਚਲੋ ਹੁਣ ਤੱਕ ਤਾਂ ਜੋ ਤੁਸੀਂ ਸੀਗਾ ਮਿਹਨਤ ਕਰਕੇ ਖੜਾ ਕਰ ਲਿਆ ਆਪਣੇ ਦਮ 'ਤੇ, ਪਰ ਜੋ ਆਉਣ ਵਾਲੇ ਬੱਚਿਆਂ ਦਾ ਭਵਿੱਖ ਆ ਸਾਰਾ ਗਾਂਹ ਵਾਲਾ, ਤਾਂ ਉਹਦੇ ਲਈ ਤੁਹਾਨੂੰ ਲੜਨਾ ਪੈਣਾ ਇੱਥੇ ਵੀ, ਜੇ ਇੱਥੇ ਰਹਿਣਾ ਹੈ। ਅਦਰਵਾਈਜ਼ ਉਹ ਪੰਜਾਬ ਤੋਂ ਭੈੜਾ ਹਾਲ ਬਰੈਂਪਟਨ ਦਾ ਹੋ ਗਿਆ ਆਲਰੇਡੀ, ਦੱਸਣ ਦੀ ਲੋੜ ਹੀ ਨਹੀਂ। ਆ ਬਰੈਂਪਟਨ ਦੇ ਸਕੂਲਾਂ 'ਚ ਕੀ ਹੁੰਦਾ, ਰੋਜ਼ ਕਹਿੰਦੇ ਗੋਲੀ ਚੱਲ ਗਈ, ਇੱਥੇ ਸਟੈਬਿੰਗ ਹੋ ਗਈ। BC ਦੇ ਵਿੱਚ ਆਪਣਾ ਮੁੰਡੇ ਦੀ ਟੀਨਏਜਰ ਮੁੰਡੇ ਦੀ ਕਿੱਥੇ ਹੋਈ ਆ? ਸਰੀ ਦੇ ਵਿੱਚ ਹੋਇਆ ਸੀ, ਮਰਡਰ ਹੋਇਆ ਸੀ ਸਕੂਲੇ ਸਰੀ ਦੇ ਵਿੱਚ। ਦੇਖੋ ਤੁਸੀਂ ਹੁਣ ਇੱਥੇ ਆਪਣੀ ਕੁੜੀ ਗੈਸ ਸਟੇਸ਼ਨ ਦੇ ਉੱਤੇ ਗੋਲੀ ਮਾਰ ਕੇ ਮਾਰਤੀ। ਪਿੱਛੇ ਜੇ ਫਿਰ ਇੱਕ ਰਿਪੋਰਟਰ ਸੀ ਆਪਣਾ ਕੋਈ, ਜਿਹੜਾ ਆਹ ਚੈਨਲ ਚਲਾਉਂਦਾ ਆ, ਉਹਦਾ ਕਟਾਪਾ ਕੀਤਾ ਸ਼ਰੇਆਮ ਉਹਨਾਂ ਨੇ ਆ ਕੇ, ਡਰਾਈਵ ਦੇ ਉੱਤੇ ਆ ਕੇ। ਕੋਈ ਬੰਦਾ ਨਹੀਂ ਫੜ ਹੋਇਆ। ਬਰੈਂਪਟਨ 'ਚ ਹਜ਼ਾਰਾਂ ਗੱਡੀਆਂ ਚੋਰੀਆਂ ਹੁੰਦੀਆਂ ਨੇ ਰੋਜ਼। ਆਹ ਨਵਾਂ ਸਾਲ ਚੜ੍ਹਿਆ ਹੀ ਹੈ, ਕਹਿੰਦੇ ਪਤਾ ਨਹੀਂ ਆਲਰੇਡੀ 2-3 ਹਜ਼ਾਰ ਗੱਡੀਆਂ ਚੋਰੀਆਂ ਹੋ ਚੁੱਕੀਆਂ ਨੇ ਚੜ੍ਹਦੇ ਸਾਲ। ਪੁਲਿਸ ਦਾ ਇੰਟਰਵਿਊ ਆਇਆ ਸੀ ਸ਼ਾਇਦ, ਮੈਂ ਦੇਖਿਆ ਸੀ, ਪੁਲਿਸ ਦਾ ਇੰਟਰਵਿਊ ਆਇਆ ਸੀ, ਪੁਲਿਸ ਆਫਿਸਰ ਬੋਲ ਰਿਹਾ ਹੁਣ ਕਿ ਹਾਈਐਸਟ ਰੇਟ ਹੈਗਾ ਇੱਥੇ। ਮੈਂ ਬਰੈਂਪਟਨ ਨੂੰ ਕਹੂੰਗਾ ਤੁਸੀਂ ਆਪਣੇ ਆਪ ਨੂੰ ਕਹਿੰਦੇ ਅਣਖੀ, ਅਸੀਂ ਬਹਾਦਰ, ਅਸੀਂ ਦੇਖੋ ਜੀ ਮੋਦੀ ਦੀਆਂ ਪੂਛਾਂ ਚਕਾਤੀਆਂ, ਅਸੀਂ ਆਹ ਕਰਤਾ। ਪਤੰਦਰੋਂ ਬਰੈਂਪਟਨ ਨੂੰ ਸਾਂਭ ਲਓ। ਪੁਲਿਸ ਨੂੰ ਕਦੇ ਸਵਾਲ ਕੀਤਾ ਹੈ ਵੀ ਤੁਸੀਂ ਭਾਈ ਟਿਕਟਾਂ ਦੇਣ ਜਦੇ ਆ ਜਾਂਦੇ ਹੋ, ਪਰ ਜਦੋਂ ਤੁਸੀਂ ਇਹਨਾਂ ਨੂੰ ਫੋਨ ਕਰਦੇ ਹੋ ਵੀ ਭਾਈ ਗੱਡੀ ਚੋਰੀ ਹੋ ਗਈ ਜਾਂ ਆਹ ਹੋ ਗਿਆ, ਆਉਂਦੇ ਹੀ ਨਹੀਂ, ਆਉਂਦੇ ਹੀ ਨਹੀਂ। ਪੁਲਿਸ ਰੱਖੀ ਕਾਹਦੇ ਲਈ ਉਹਨਾਂ ਨੇ? ਤੁਹਾਨੂੰ ਟਿਕਟਾਂ ਦੇਣ ਨੂੰ ਰੱਖੀ ਆ, ਰੈਵਨਿਊ ਇਕੱਠਾ ਕਰਨ ਨੂੰ। ਫਿਰ ਕੈਮਰੇ ਲੱਗੀ ਜਾਂਦੇ ਸਟਰੀਟਾਂ 'ਤੇ, ਸਪੀਡ ਵਾਲੇ, ਸਪੀਡ ਵਧਾਉਣ ਨੂੰ ਥੋੜ੍ਹੀ ਲਾਏ ਆ। ਤੁਹਾਡੇ ਤੋਂ ਪੈਸੇ ਕਢਾਈ ਜਾਂਦੇ, ਜੇਬਾਂ ਤੁਸੀਂ ਦੇਈ ਜਾਂਦੇ ਹੋ ਹੱਸ ਹੱਸ ਕੇ, ਤੁਹਾਡੇ ਕੈਮਰਾ ਲੱਗਾ ਹੀ। ਅਤੇ ਆਈ ਥਿੰਕ ਸਾਨੂੰ ਵੀ ਮੋਨੀਟਰ ਕਰਨ ਵਾਸਤੇ ਲੱਗ ਰਹੇ ਹੋ ਕੈਮਰੇਜ਼ ਬ్రో। ਲਾਈਕ ਆਪਣੇ ਲੋਕ ਬੋਲਦੇ ਨਹੀਂ ਪਏ,
ਇਹਨਾਂ ਨੂੰ ਬੋਲਣਾ ਪੈਣਾ, ਨਹੀਂ ਤਾਂ ਸਾਹਮਣੇ ਹੀ ਹਾਲਾਤ ਦੱਸਣ ਦੀ ਲੋੜ ਹੀ ਨਹੀਂ ਹੈਗੀ। ਸੋ ਉਹ ਕਿਹਾ ਹੀ ਜਾ ਸਕਦਾ ਕਿ ਬਰੈਂਪਟਨ ਵਿੱਚ ਉਵੇਂ ਦਾ ਸੀਨ ਬਣ ਚੁੱਕਾ ਹੋਇਆ, ਉਵੇਂ ਦਾ ਬਬਲ ਬਣ ਚੁੱਕਾ ਕਿ ਸਾਨੂੰ ਸਾਡੇ ਨਾਲ ਚੀਜ਼ਾਂ ਮਾੜੀਆਂ ਹੋ ਰਹੀਆਂ। ਉਹੀ ਤੁਹਾਡਾ ਫਰੋਗ ਸਿੰਡਰੋਮ ਜਿਹੜਾ ਤੁਸੀਂ ਦੱਸਿਆ ਪਹਿਲੇ, ਕਿ ਸਾਨੂੰ ਬੋਇਲਿੰਗ ਫਰੋਗ ਤੇ ਕਿ ਸਾਨੂੰ ਪਤਾ ਲੱਗ ਵੀ ਰਿਹਾ, ਬਟ ਅਸੀਂ ਤਾਂ ਬਾਰੇ ਕੋਈ ਐਕਸ਼ਨ ਲੈਣਾ ਨਹੀਂ ਚਾਹੁੰਦੇ ਕਿਉਂਕਿ ਸਾਡੇ ਜਿਹੜੇ ਇੰਸਟਾਗ੍ਰਾਮ ਅਕਾਊਂਟਸ ਹੈ ਉਹ ਸਹੀ ਚੱਲ ਰਹੇ ਆ, ਅਸੀਂ ਗੱਡੀ ਚਲਾ ਕੇ ਆਰਾਮ ਨਾਲ ਘਰ ਆ ਜਾਂਦੇ ਹਾਂ, ਆਪਣਾ ਕਾਰੋਬਾਰ ਸਹੀ ਚੱਲ ਰਿਹਾ ਉਸ ਚੀਜ਼ਾਂ ਕਾਰਨ। ਕਿਉਂਕਿ ਘਰਾਂ 'ਤੇ ਗੱਲ ਆ ਚੁੱਕੀ ਹੈ ਆਲਰੇਡੀ ਤੁਹਾਡੇ ਪਿਛਲੇ 2 ਸਾਲਾਂ 'ਚੋਂ ਤੁਹਾਡੇ ਬਿਜ਼ਨਸ ਤੇ ਵੀ ਗੱਲ, ਕਈ ਬਿਜ਼ਨਸ ਅਫੈਕਟ ਹੋਏ, ਨੁਕਸਾਨ ਹੋਏ ਲੋਕਾਂ ਦੇ, ਠੀਕ ਹੈ ਜੀ। ਫਿਰ ਤੁਹਾਡੇ ਸਰੀਰਾਂ 'ਤੇ ਗੱਲ ਆ ਚੁੱਕੀ ਹੈ ਆਲਰੇਡੀ, ਤੁਹਾਡੇ ਘਰਾਂ 'ਚ ਪਹੁੰਚ ਚੁੱਕਾ ਨਿਊ ਵਰਲਡ ਆਰਡਰ, ਜਿਹੜਾ ਉਹਨਾਂ ਦਾ ਏਜੰਡਾ ਸੀ ਨਾ, ਤੁਹਾਡੇ ਘਰਾਂ ਨੂੰ ਛੱਡੋ, ਤੁਹਾਡੀ ਬੋਡੀਆਂ ਤੱਕ ਆ ਗਿਆ ਉਹਨਾਂ ਦਾ ਤਾਂ ਹੱਥ। ਆਪਾਂ ਪਿੱਛੇ ਕਿਸਾਨ ਮੋਰਚਾ ਲਾਇਆ ਸੀ ਨਾ ਬਈ ਜ਼ਮੀਨਾਂ ਨਹੀਂ ਦੱਬਣ ਦੇਣੀਆਂ, ਇੱਥੇ ਅਸੀਂ ਸਰੀਰ ਦੇ ਤੇ ਉਹਨਾਂ ਨੂੰ ਆਪਣੇ ਆਲੂ ਲਾ ਦਿਓ, ਟੀਕਾ ਲਾ ਦਿਓ ਸਾਡੇ। ਉਹ ਕੀ ਆ, ਉਹ ਤੁਹਾਡੀ ਸਰੀਰ ਸੌਂਪ ਤਾਂ ਤੁਹਾਡੀ ਚੋਇਸ ਥੋੜ੍ਹੀ ਸੀ ਉਹਦੇ ਵਿੱਚ ਜੀ, ਰਾਈਟ। ਅਤੇ ਸੋਚਣਾ ਪੈਣਾ ਆਪਣੇ ਕੌਮ ਨੂੰ ਸਪੈਸ਼ਲੀ ਵੀ ਪਹਿਲਾਂ ਤਾਂ ਆਪਾਂ ਗੁਰੂ ਨਾਲੋਂ ਟੁੱਟੇ ਹੋਏ ਹਾਂ ਜੀ, ਨੋ ਡਾਊਟ। ਗੁਰਦੁਆਰਿਆਂ ਦੇ ਵਿੱਚੋਂ ਆਹ ਹੋਕੇ ਹੋਣੇ ਚਾਹੀਦੇ ਸੀ ਤਾਂ ਹੀ ਕੋਈ ਲੋਕ ਜਾਗਰੂਕ ਹੁੰਦੇ ਆ। ਗੁਰਦੁਆਰਿਆਂ 'ਚੋਂ ਇਹ ਹੋਕੇ ਨਹੀਂ ਦਿੱਤੇ ਜਾ ਰਹੇ। ਹਾਂ, ਉੱਥੇ ਅਸੀਂ ਪੰਜਾਬ ਦੇ ਹਿੰਦੁਸਤਾਨ ਦੇ ਮਗਰ ਪਏ ਰਹਿੰਦੇ ਹਾਂ, ਸਾਨੂੰ ਇਹ ਦੱਸਿਆ ਨਹੀਂ ਜਾਂਦਾ ਵੀ ਕੈਨੇਡਾ 'ਚ ਕੀ ਹੋਈ ਜਾਂਦਾ। ਅਤੇ ਸਾਡੇ ਪੋਲੀਟੀਸ਼ੀਅਨ ਆਉਂਦੇ ਆ ਉੱਥੇ, ਗੋਰੇ ਆਉਂਦੇ ਆ, ਫਤਿਹ ਬੁਲਾ ਕੇ, ਸਤਿ ਸ਼੍ਰੀ ਅਕਾਲ ਬੁਲਾ ਕੇ, ਤੁਸੀਂ ਕਹਿੰਦੇ ਲਓ ਜੀ ਉਹਨੇ ਫਤਿਹ ਬੁਲਾਈ ਆ, ਚਲੋ ਵੋਟਾਂ ਪਾ ਦਿਓ ਇਹਨੂੰ। ਉਹ ਗੁਰੂ ਨਾਨਕ ਦੇਵ ਜੀ ਸਟਰੀਟ ਦਾ ਨਾਂ ਰੱਖਤਾ ਜੀ, ਵੋਟਾਂ ਪਾ ਦਿਓ ਇਹਨਾਂ ਨੂੰ। ਨਹੀਂ ਬਾਬਾ ਜੀ, ਤੁਹਾਨੂੰ ਉਹ ਨਹੀਂ ਚਾਹੀਦਾ। ਅਸਲੀ ਮੁੱਦੇ ਪਛਾਣੋ ਬਰੈਂਪਟਨ ਦੇ ਕੀ ਆ, ਅਤੇ ਪੋਲੀਟੀਸ਼ੀਅਨਾਂ ਨੂੰ ਘੇਰੋ ਇਹਨਾਂ ਨੂੰ। ਤੁਹਾਡਾ ਮੇਅਰ ਕੀ ਕਰਦਾ ਪਿਆ, ਸਿਰੇ ਦਾ ਕਰਪਟ ਬੰਦਾ ਆ ਜਿਹੜਾ ਤੁਹਾਡਾ ਮੇਅਰ ਆ, ਉਹਦੇ ਹਿਸਟਰੀ ਫਰੋਲ ਲਓ ਤੁਸੀਂ ਉਹਦੀ ਬੰਦੇ ਦੀ, ਕੀ ਬਰੈਂਪਟਨ ਦਾ ਸਵਾਰਿਆ ਉਹਨੇ ਜਿਹੜਾ ਤੁਸੀਂ ਵਾਰ-ਵਾਰ ਜਿਤਾ ਦਿੰਦੇ ਹੋ ਬੰਦੇ ਨੂੰ, ਅਤੇ ਜਿਤਾਉਂਦਾ ਕੌਣ ਹੈ ਇਹ ਵੀ ਪਤਾ ਹੈ ਸਭ ਨੂੰ। ਸੋ ਪੋਲੀਟੀਕਲੀ ਲੋਕਾਂ ਨੂੰ ਸੁਚੇਤ ਹੋਣਾ ਪੈਣਾ। ਜੇ ਇੱਥੇ ਤੁਸੀਂ ਆਪਣਾ ਕਹਿੰਦੇ ਹੋ ਵੀ ਅਸੀਂ ਜੀ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਆਏ ਹਾਂ, ਜੇ ਸੱਚੀ ਤੁਸੀਂ ਫਿਕਰਮੰਦ ਹੋ ਨਾ ਆਪਣੇ ਬੱਚਿਆਂ ਨੂੰ ਲੈ ਕੇ, ਆਹ ਦੇਖ ਲਓ ਬਰੈਂਪਟਨ ਦਾ ਕੀ ਹਾਲ ਹੋਈ ਜਾਂਦਾ। ਕਿਉਂ? ਇਹ 'ਚ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ, ਸਾਡਾ ਹੀ ਕਸੂਰ ਹੈ 100%। ਅਸੀਂ ਅਵੇਅਰ ਬੱਚੇ ਦੀ ਗੱਲ ਤਾਂ ਉੱਥੇ ਹੀ ਹੈ। ਹਾਂ, ਵਿੱਚ ਸਾਡੀ ਗੱਲ ਹੋਈ ਸੀ, ਮੈਂ ਉਦੋਂ ਪੁੱਛਣਾ ਭੁੱਲ ਗਿਆ, ਸਾਡੀ ਗੱਲ ਹੋ ਰਹੀ ਸੀ ਕਿ ਕਿਵੇਂ ਡੈਮੋਕ੍ਰੇਸੀ ਆਈ ਹੈ ਅਤੇ ਡੈਮੋਕ੍ਰੇਸੀ ਰੂਲ ਕਰਦੀ ਪਈ ਹੈ ਨਾ। ਐਂਡ ਮੈਜੋਰਿਟੀ ਵਾਈਜ਼ ਜਿੰਨੀ ਵੀ ਕੰਟਰੀਜ਼ ਦੁਨੀਆ 'ਤੇ ਹੈਗੀਆਂ, ਜ਼ਿਆਦਾਤਰ ਡੈਮੋਕ੍ਰੇਸੀ ਹੈਗੀ ਆ ਫੋਰ ਓਬਵੀਅਸ ਰੀਜ਼ਨਸ, ਹੈ ਨਾ। ਅਤੇ ਵਿੱਚ ਜੇ ਤੁਸੀਂ ਪਲੱਗ ਇਨ ਕੀਤਾ ਸੀ ਕਿ ਜੇ ਮੈਂ ਸੱਚ ਗੱਲ ਦੱਸਾਂ ਤਾਂ ਜਿਹੜਾ ਖਾਲਸਾ ਪੰਥ ਦਾ ਜਿਹੜਾ ਸਿਸਟਮ ਹੈ, 5 ਪਿਆਰੇ ਸਿਸਟਮ ਕਹਿ ਲਓ, ਜਾਂ ਜਿਹੜਾ ਵੀ ਆਪਣਾ ਇੱਕ ਸਿਸਟਮ ਮਹਾਰਾਜ ਦੇ ਕੇ ਗਏ ਹੈ, ਉਹ ਡਿਕਟੇਟਰਸ਼ਿਪ ਹੈ। ਹਾਂਜੀ। ਅਤੇ ਕਈਆਂ ਦੇ ਮਨ ਵਿੱਚ ਕਿਉਂਕਿ ਇਹ ਗੱਲ ਆ ਸਕਦੀ, ਇਸ ਲਈ ਮੈਂ ਪੁੱਛ ਰਿਹਾ ਤੁਹਾਨੂੰ, ਕਿਉਂਕਿ ਕਈ ਵਾਰ ਹੁੰਦਾ ਸਾਨੂੰ ਗੱਲ ਪਤਾ ਹੁੰਦੀ ਬੜੀ ਕਲੀਅਰ ਟਰਮਸ ਵਿੱਚ, ਬਟ ਉਹ ਨਹੀਂ ਪਤਾ ਹੁੰਦੀ ਬੜਿਆਂ ਨੂੰ। ਸੋ ਉਹਨਾਂ ਨੂੰ ਦੱਸਣ ਦੇ ਮਕਸਦ ਦੇ ਨਾਲ ਤੁਸੀਂ ਕਿਹਾ ਕਿ ਡਿਕਟੇਟਰਸ਼ਿਪ ਆਪਣਾ ਹੋ ਗਿਆ, ਜਿਹੜਾ ਆਪਣਾ ਫਾਰਮ ਹੋ ਗਿਆ, ਤਾਨਾਸ਼ਾਹੀ ਹੋ ਗਈ। ਅਤੇ ਐਕਸਪਲੇਨ ਕਰੋ ਕਿ ਸਾਡੀ ਡਿਕਟੇਟਰਸ਼ਿਪ ਜਾਂ ਸਿੱਖਾਂ ਦੀ ਡਿਕਟੇਟਰਸ਼ਿਪ ਦੁਨੀਆ ਨਾਲੋਂ ਕਿਉਂ ਵੱਖਰੀ ਹੈ, ਕਿਉਂਕਿ ਆਫਕੋਰਸ ਸਾਨੂੰ ਪਤਾ ਕਿ ਉਹ ਕੋਈ ਅੱਛਾ ਕਹਿ ਲਓ ਕਿ ਮੈਕੈਨਿਜ਼ਮ ਨਹੀਂ ਹੈਗਾ ਲੋਕਾਂ ਨੂੰ ਕੰਟਰੋਲ ਕਰਨ ਦਾ ਜਾਂ ਗਵਰਨ ਕਰਨ ਦਾ। ਸੋ ਕਿਉਂ ਤੁਸੀਂ ਇੱਦਾਂ ਕਿਹਾ ਅਤੇ ਕਿਉਂ ਨਿਰਾਲਾ ਹੈਗਾ ਆਪਣਾ ਮੈਕੈਨਿਜ਼ਮ? ਪਹਿਲਾਂ ਤਾਂ ਡੈਮੋਕ੍ਰੇਸੀ ਦੀ ਗੱਲ ਕਰ ਲਈ ਆਪਾਂ। ਓਕੇ। ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹੜੀ ਹੈ ਦੁਨੀਆ ਦੀ? ਇੰਡੀਆ। ਉੱਥੇ ਦੇਖ ਲਓ ਲੋਕਾਂ ਦਾ ਕੀ ਹਾਲ ਆ ਜੀ। ਪ੍ਰਾਈਮ ਐਗਜ਼ਾਮਪਲ ਪਈਆਂ ਨੇ, ਜਿੱਦਾਂ ਮੈਂ ਕਹਿੰਦਾ ਨਾ, ਆਪਾਂ ਇੱਕ ਤਾਂ ਕੌਂਸਪੀਰੇਸੀ ਥਿਊਰੀ ਹੋ ਗਈ, ਇੱਕ ਤੁਹਾਡੇ ਕੋਲ ਫੈਕਟ ਪਏ ਆ। ਇੰਡੀਆ ਦਾ ਕੀ ਹਾਲ ਆ, ਡੈਮੋਕ੍ਰੇਸੀ ਹੈਗੀ ਹੈ ਕੀ ਇੰਡੀਆ 'ਚ? ਠੀਕ ਹੈ ਜੀ। ਅਤੇ ਹੁਣ ਪਲੱਸ ਜਿਹੜਾ ਵੋਟਿੰਗ ਸਿਸਟਮ ਆ, ਮਸਕੀਨ ਜੀ ਦੀ ਕਥਾ ਤੁਸੀਂ ਸੁਣੀ ਹੋਣੀ ਹੈ ਸ਼ਾਇਦ, ਉਹ ਕਹਿੰਦੇ ਵੀ 49 ਸ਼ੇਰਾਂ ਦੇ ਉੱਤੇ 51 ਗਧੇ ਬਿਠਾ ਦੇਣੇ ਡੈਮੋਕ੍ਰੇਸੀ ਆ, ਵੋਟਿੰਗ ਸਿਸਟਮ ਆ। ਹੁਣ ਸਾਰੇ ਲੋਕ ਸਮਝਦਾਰ ਨਹੀਂ ਹੁੰਦੇ। ਹੁਣ ਟਰੂਡੋ ਇਹਨਾਂ ਨੇ ਜਿਤਾਇਆ ਨਾ ਦੁਬਾਰਾ, ਫਿਰ ਆਹੀ ਮੈਂਡੇਟਸ ਦੇ ਬਾਅਦ ਵੋਟਾਂ ਪਈਆਂ ਸੀਗੀਆਂ ਅਤੇ ਟਰੂਡੋ ਜਿੱਤ ਕੇ ਚੌੜਾ ਹੋ ਗਿਆ ਸੀ, ਕਹਿੰਦਾ ਮੈਂ ਤਾਂ ਸਹੀ ਹਾਂ ਜੀ। ਅਤੇ ਫਿਰ ਸਾਡੇ ਜਗਮੀਤ ਸਿੰਘ ਨੇ ਇਹਨੂੰ ਸਮਰਥਨ ਦਿੱਤਾ ਆ, ਉਹਦੇ ਕਰਕੇ ਟਰੂਡੋ ਪਾਵਰ 'ਚ ਅੱਜ। ਠੀਕ ਹੈ ਜੀ। ਸੋ ਜਿਹੜੀ ਇਹ ਡੈਮੋਕ੍ਰੇਸੀ ਹੈ ਨਾ, ਇਹ ਲੋਲੀਪੋਪ ਹੀ ਇੱਕ ਤਰ੍ਹਾਂ ਦਾ। ਸਾਨੂੰ ਲੱਗਦਾ ਆ ਵੀ ਅਸੀਂ ਮਰਜ਼ੀ ਕੀਤੀ ਆ। ਹੁਣ ਤੁਹਾਡੀ ਮਰਜ਼ੀ ਕਾਹਦੇ ਨਾਲ ਬਣੀ ਆ? ਜੋ ਤੁਹਾਨੂੰ ਮੀਡੀਆ 'ਚ ਦਿਖਾਇਆ, ਉਹਨਾਂ ਨੇ ਸਪੀਚਾਂ ਸੁਣਾਈਆਂ, ਉਹ ਵੀ ਇੱਕ ਤਰ੍ਹਾਂ ਦਾ ਕੰਟਰੋਲ ਹੈ। ਤੁਹਾਡੀ ਮਰਜ਼ੀ ਉਹ ਤੁਹਾਡੀ ਨਹੀਂ ਹੈਗੀ, ਤੁਸੀਂ ਡਿਸਾਈਡ ਕਿੱਥੋਂ ਕੀਤਾ। ਹੁਣ ਲੈਟਸ ਸੇ ਪ੍ਰਾਈਮ ਐਗਜ਼ਾਮਪਲ ਫਿਰ ਆ ਗਈ ਭਗਵੰਤ ਮਾਨ ਦੀ। ਆਪਾਂ ਨੇ ਕਿਹਾ ਵੀ ਡੈਮੋਕ੍ਰੇਸੀ ਹੈ ਜੀ, ਲੋਕਾਂ ਦੀ ਸਰਕਾਰ ਆ। ਹੁਣ ਦੇਖੋ ਜੀ, ਹੁਣ ਭਗਵੰਤ ਮਾਨ ਨੂੰ ਜਿਤਾਤਾ ਲੋਕਾਂ ਨੇ। ਠੀਕ ਹੈ ਜੀ। ਹੁਣ ਉਹ ਦੇਖ ਲਓ ਡੈਮੋਕ੍ਰੇਸੀ ਦਾ ਕੀ ਹਾਲ ਹੋਈ ਜਾਂਦਾ ਪੰਜਾਬ ਦੇ ਵਿੱਚ। ਠੀਕ ਆ। ਹੁਣ ਖਾਲਸਾ ਕੀ ਆ? ਸਾਨੂੰ ਕੰਸੈਪਟ ਹੈਗਾ, ਮਹਾਰਾਜ ਨੇ ਦਿੱਤਾ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਨੂੰ ਭਲਾ ਗੁਰੂ ਸਾਹਿਬ ਨੇ ਮੰਗਣਾ ਹੀ ਨਹੀਂ ਸਿਖਾਇਆ, ਸਾਨੂੰ ਕਰਨਾ ਵੀ ਸਿਖਾਇਆ ਹੈ ਅਤੇ ਕੀਤਾ ਵੀ ਆ। ਸਿੱਖ ਇਤਿਹਾਸ ਪੜ੍ਹ ਲਓ ਸਾਰਾ। ਫਿਰ ਖਾਲਸਾ ਰਾਜ, ਫਿਰ ਆਪਾਂ ਕਹਿੰਦੇ ਡਿਕਟੇਟਰਸ਼ਿਪ ਦਾ ਵੀ ਦੱਸੋ ਕੁਛ। ਹੁਣ ਆਪਣਾ ਖਾਲਸਾ ਰਾਜ 40 ਸਾਲ ਦਾ ਆ, ਕੋਈ 5 ਸਾਲ ਦਾ ਨਹੀਂ, ਕੋਈ 10 ਸਾਲ ਦਾ ਨਹੀਂ। ਸਰਕਾਰਾਂ ਵੱਧ ਤੋਂ ਵੱਧ 10-20 ਸਾਲ ਤੱਕ ਜਾਂਦੀਆਂ ਹੋਣਗੀਆਂ ਇੱਕ, ਹੈ ਨਾ। ਖਾਲਸੇ ਦਾ ਰਾਜ ਰਿਹਾ 40 ਸਾਲ ਬਾਬਾ ਜੀ। ਹੁਣ 40 ਸਾਲ ਦੇ ਵਿੱਚ ਤੁਸੀਂ ਆਪ ਰਿਸਰਚ ਕਰੋ, ਮੇਰੇ 'ਤੇ ਵਿਸ਼ਵਾਸ ਨਾ ਕਰੋ, ਮੈਨੂੰ ਇੱਕ ਵੀ ਦੰਗਾ ਫਸਾਦ ਕੱਢ ਕੇ ਲਿਆ ਦਿਓ ਵੀ ਦੰਗਾ ਹੋ ਗਿਆ, ਧਾਰਮਿਕ ਲੋਕ ਇੱਕ ਦੂਜੇ ਨਾਲ ਲੜ ਕੇ ਮਰੇ, ਕਿਸੇ ਇੱਕ ਧਰਮ ਦੇ ਨਾਲ ਧੱਕੇਸ਼ਾਹੀ ਹੋਈ ਹੋਵੇ, ਇੱਕ ਜਾਤ ਦੇ ਨਾਲ ਧੱਕੇਸ਼ਾਹੀ ਹੋਈ ਹੋਵੇ। ਠੀਕ ਹੈ ਜੀ। ਉਹ ਰਾਜ ਇੱਦਾਂ ਦਾ ਸੀਗਾ,
ਉਹ ਸਾਡਾ ਮਹਾਰਾਜਾ ਜਿਹੜਾ ਸੀ ਬਈ ਗੁਰੂ ਦੇ ਭੈ 'ਚ ਰਹਿਣ ਵਾਲਾ ਸੀ, ਠੀਕ ਹੈ ਜੀ। ਅਤੇ ਗੁਰੂ ਦਾ ਸਤਿਕਾਰ ਸੀ। ਹੁਣ ਅਕਾਲੀ ਫੂਲਾ ਸਿੰਘ ਦਾ ਜਿਹੜਾ ਜਥੇਦਾਰ ਸੀ ਸਾਡੇ ਆਪਣੇ ਉਦੋਂ ਅਕਾਲ ਤਖਤ ਸਾਹਿਬ ਦੇ, ਉਹਨਾਂ ਦੇ ਭੈ 'ਚ ਰਹਿੰਦਾ ਸੀ ਉਹ। ਇਹ ਨਹੀਂ ਸੀਗਾ ਵੀ ਮੈਂ ਰਾਜਾ ਅਤੇ ਬਸ ਮੈਂ ਮਰਜ਼ੀ ਕਰਨੀ ਹੈ ਜੀ। ਹੁਣ ਡਿਕਟੇਟਰਸ਼ਿਪ ਕਹਿਣ ਨੂੰ ਆਪਾਂ ਚਲੋ ਵਰਡ ਨਹੀਂ ਲੱਭਦਾ ਆਪਾਂ ਨੂੰ ਤਾਂ ਡਿਕਟੇਟਰਸ਼ਿਪ ਕਹਿਣਾ ਪੈਂਦਾ। ਤਾਨਾਸ਼ਾਹੀ ਇੱਕ ਲੋਕਾਂ ਦੇ ਦਿਮਾਗ 'ਚ ਨੈਗੇਟਿਵ ਜਿਹਾ ਨੋਸ਼ਨ ਬਣਿਆ ਹੋਇਆ ਤਾਨਾਸ਼ਾਹੀ ਨੂੰ ਲੈ ਕੇ, ਵਿੱਚ ਹਲਕਾ ਐਡ ਕਰਨਾ ਚਾਹੁੰਦਾ। ਵਰਡ ਹੈ ਇੱਕ ਤਰ੍ਹਾਂ ਦਾ ਜਿਹੜਾ ਹੁਣ ਆਪਾਂ ਜੇ ਵਰਡ ਲੱਭਣਾ ਹੋਵੇ ਗੁਰਮੁਖੀ ਦੇ ਵਿੱਚੋਂ ਜਾ ਕੇ ਵੀ ਇਹ ਤਾਂ ਸਰਬੱਤ ਦਾ ਭਲਾ ਕਰਨ ਨੂੰ ਬਣਿਆ ਭਈ ਇਹ ਜਿਹੜਾ ਸਾਡਾ ਜੋ ਵੀ ਰਾਜ ਸੀਗਾ ਸਾਡਾ ਜਿਹੜਾ ਹੁਣ ਮਹਾਰਾਜਾ ਸੀ, ਹੈ ਨਾ। ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਮੈਂ ਬਸ ਇਹ ਕਹਿਣਾ ਸੀ ਕਿ ਆਈ ਥਿੰਕ ਇਹ ਕਹਿਣਾ ਵਾਜਿਬ ਹੈ ਕਿ ਫਿਰ ਡਿਕਟੇਟਰਸ਼ਿਪ ਇਜ਼ ਨਾਟ ਦ ਰਾਈਟ ਵਰਡ ਸਿੱਖੀ ਨੂੰ ਡਿਫਾਈਨ ਕਰਨ ਵਾਸਤੇ ਵੀ। ਉਹ ਜਿਹੜੇ ਆਪਾਂ ਜਿਹੜੀ ਕੰਡੀਸ਼ਨਿੰਗ ਹੋਈ ਹੈ ਸਾਡੀ, ਉਹ ਡਿਕਟੇਟਰਸ਼ਿਪ ਇੱਕ ਤਰ੍ਹਾਂ ਦਾ ਨੈਗੇਟਿਵ ਵਰਡ ਬਣਿਆ ਹੋਇਆ ਸਾਡੇ ਦਿਮਾਗ ਦੇ ਵਿੱਚ। ਨਹੀਂ ਵੀਰ ਜੀ, ਆਈ ਥਿੰਕ ਡਿਕਟੇਟਰਸ਼ਿਪ ਤਾਂ ਵੀ ਸਿੱਖੀ ਨਾਲ ਨਹੀਂ ਢੁੱਕਦੀ ਕਿਉਂਕਿ ਜਿਹੜਾ ਡਿਕਟੇਟਰ ਹੁੰਦਾ ਆ ਉਹ ਮਨਮਰਜ਼ੀ ਕਰਦਾ ਹੈ। ਸੋ ਜਿਹੜੀ ਉਹਦੀ ਐਬਸੋਲੂਟ ਡੈਫੀਨੇਸ਼ਨ ਉਹ ਸਿੱਖੀ ਨਾਲ ਨਹੀਂ ਜਾ ਰਹੀ। ਮੈਂ ਇੱਥੇ ਹਲਕਾ ਜਿਹਾ ਦੈਟਸ ਕਰੈਕਟ ਐਂਡ ਹਲਕਾ ਜਿਹਾ ਹੋਰ ਫਰਕ ਨੂੰ ਸਿਰਫ ਡਿਫਾਈਨ ਕਰਨ ਦੇ ਮਾਤਰ ਵਾਸਤੇ ਇਹ ਹੁੰਦਾ ਕਿ ਜੇ ਸਿੱਖਾਂ ਦਾ ਕੋਈ ਰਾਜਾ ਕਹਿ ਲਓ ਕਿ ਅ ਸਿੱਖ ਲੀਡਰ ਔਰ ਅ ਸਿੱਖ ਕਿੰਗ is still not a king of the Sikhs because the ultimate king is ਅਕਾਲ ਪੁਰਖ ਮਹਾਰਾਜ। ਸੋ ਜੇ ਉਹ ਅੱਗੇ ਜਾ ਕੇ ਆਪਣੀ ਮਨਮਰਜ਼ੀ ਕਰਨਾ ਵੀ ਚਾਹੇ, ਸਿੱਖ ਉਹਦੀ ਨਹੀਂ ਮੰਨਣਗੇ ਭਾਵੇਂ ਉਹ ਰਾਜਾ ਹੈ। ਸੋ ਉਹ ਚੀਜ਼ ਹੋ ਗਈ ਨਾ। ਸੋ ਜਿਹੜਾ ਖਾਲਸੇ ਦਾ ਰਾਜਾ ਸੀ ਉਹ ਸੇਵਾਦਾਰ ਸੀ ਸਾਡਾ। ਹਾਂਜੀ, ਕਹਿਣ ਨੂੰ ਰਾਜਾ ਸੀ ਉਹ, ਪਰ ਉਹ ਸੇਵਾਦਾਰ ਸੀ। ਐਂਡ ਉਹਨਾਂ ਦੀ ਤਨਖਾਹ ਲੱਗੀ ਆ। ਹਾਂ, ਤਨਖਾਹ ਵੀ ਲੱਗੀ ਉਹਨਾਂ ਨੂੰ। ਫਿਰ ਉਹ ਆਪ ਭੇਸ ਬਦਲ ਕੇ ਜਾਂਦੇ ਹੁੰਦੇ ਸੀਗੇ ਦੇਖਣ ਬਈ ਮੇਰੇ ਬਾਰੇ ਲੋਕੀ ਕੀ ਸੋਚਦੇ। ਫਿਰ ਉਹਨਾਂ ਨੇ 3 ਮਹੀਨੇ ਦਾ ਕੋਰਸ ਕੰਪਲਸਰੀ ਕੀਤਾ ਸੀ ਜਿਹਦੇ ਵਿੱਚ ਤੁਸੀਂ ਫਾਰਸੀ, ਜਿਹੜੀ ਉਦੋਂ ਆਪਣੀ ਮੇਨ ਜਿਹੜੀ ਦਫ਼ਤਰੀ ਭਾਸ਼ਾ ਸੀਗੀ ਫਾਰਸੀ, ਅਤੇ ਗਣਿਤ ਜਿਹੜਾ ਹਿਸਾਬ ਕਿਤਾਬ ਆ, ਹਰੇਕ ਨੂੰ 3 ਮਹੀਨੇ ਦਾ ਕੋਰਸ ਕਰਨਾ ਜ਼ਰੂਰੀ ਸੀ ਲਾਹੌਰ ਦੇ ਵਿੱਚ, ਤਾਂ ਕਿ ਤੁਸੀਂ ਰਾਜੇ ਨੂੰ ਚਿੱਠੀ ਲਿਖ ਸਕੋ ਅਤੇ ਤੁਸੀਂ ਹਿਸਾਬ ਕਿਤਾਬ ਮੰਗ ਸਕੋ, ਹਾਂ ਵੀ ਸਾਨੂੰ ਹਿਸਾਬ ਦੇ। ਫਿਰ ਉਹਨੇ ਰਾਜੇ ਨੇ ਕਿਹਾ ਹੋਇਆ ਸੀ ਵੀ ਤੁਹਾਨੂੰ ਬਗਾਵਤ ਕਰਨ ਦੀ ਖੁੱਲ੍ਹ ਆ ਪੂਰੀ। ਤੁਹਾਨੂੰ ਲੱਗਦਾ ਮੈਂ ਗਲਤ ਕਰ ਰਿਹਾ, ਤੁਸੀਂ ਆਪੋ ਆਪਣੇ ਕਸਬਿਆਂ ਦੀਆਂ ਉਹ ਰੱਖੋ ਬਣਾ ਕੇ, ਛਾਉਣੀਆਂ ਬਣਾ ਕੇ ਰੱਖੋ, ਉੱਥੇ ਤੁਹਾਡੀ ਆਪਣੀ ਫੌਜ ਹੋਵੇ। ਤੁਹਾਨੂੰ ਲੱਗਦਾ ਰਾਜਾ ਕੱਲ੍ਹ ਨੂੰ ਗਲਤ ਆ, ਤੁਸੀਂ ਬਗਾਵਤ ਕਰੋ, ਤੁਸੀਂ ਹਥਿਆਰ ਨਹੀਂ ਛੱਡਣੇ। ਜੇ ਰਾਜ ਆ ਗਿਆ ਨਾ, ਤੁਸੀਂ ਕਹੋ ਹਥਿਆਰ ਛੱਡ ਦਈਏ ਅਸੀਂ, ਤੁਸੀਂ ਹਥਿਆਰ ਤਿਆਰ ਰੱਖਣੇ। ਜੇਕਰ ਕੱਲ੍ਹ ਨੂੰ ਰਾਜਾ ਤੁਹਾਡਾ ਬਦਲ ਗਿਆ ਫਿਰ ਕੀ ਕਰੋਗੇ? ਇਹੋ ਜਿਹਾ ਰਾਜਾ ਸੀ ਸਾਡਾ। ਫਿਰ ਇੱਕ ਹੋਰ ਕੀ ਖਾਸੀਅਤ ਸੀ, ਜੇ ਮੰਥਲੀ ਗਰਾਂਟਾਂ ਜਾਂਦੀਆਂ ਸੀਗੀਆਂ ਗੁਰਦੁਆਰਿਆਂ ਨੂੰ ਵੀ, ਮਸਜਿਦਾਂ ਨੂੰ ਵੀ, ਮੰਦਰਾਂ ਨੂੰ ਵੀ, ਜਿਹੜੇ ਵੀ ਧਾਰਮਿਕ ਅਦਾਰੇ ਹੁੰਦੇ ਸੀ, ਪਰ ਇੱਕ ਸ਼ਰਤ ਹੁੰਦੀ ਸੀ, ਉਹਦੇ ਨਾਲ ਸਕੂਲ ਹੋਣਾ ਚਾਹੀਦਾ। ਹੁਣ ਸਕੂਲਿੰਗ ਦੀ ਗੱਲ ਆਉਂਦੀ ਇੱਥੇ, ਉਹ ਜਿਹੜੇ ਸਾਡੀ ਸਕੂਲਿੰਗ ਸੀ, ਜੋ ਤੁਸੀਂ ਪੜ੍ਹੋਗੇ, ਲੈਟਨਰ ਦੀ ਕਿਤਾਬ ਆ ਐਜੂਕੇਸ਼ਨ ਆਫ ਇੰਡੀਜੀਨਸ ਪੰਜਾਬ, ਇੱਦਾਂ ਦੀ ਇੱਕ ਕਿਤਾਬ ਹੈਗੀ ਆ, ਗੋਰੇ ਦੀ ਲਿਖੀ ਹੋਈ ਆ, ਉਹ ਆਪਣੇ ਐਜੂਕੇਸ਼ਨ ਸਿਸਟਮ ਬਿਆਨ ਕੀਤਾ ਉਹਦੇ ਵਿੱਚ। ਉਹਦੀ ਇੱਕ ਸ਼ਾਰਟ ਕਲਿੱਪ ਤੁਹਾਨੂੰ ਲੱਭ ਜਾਣੀ ਆ। ਸਾਇੰਟਿਸਟ ਨੇ ਆਪਣੇ ਪ੍ਰੋਫੈਸਰ ਵਰਿੰਦਰਪਾਲ ਸਿੰਘ, ਓਕੇ, ਉਹਨਾਂ ਦੀ ਇੱਕ ਕਲਿੱਪ ਲੱਭ ਜਾਣੀ, ਬੜੀ ਸੁਣਨੇ ਵਾਲੀ ਚੀਜ਼ ਆ ਵੀ ਖਾਲਸਾ ਰਾਜ ਦੇ ਵਿੱਚ ਕੀ ਕੁਛ ਹੁੰਦਾ ਸੀ ਅਤੇ ਗੋਰਿਆਂ ਨੇ ਕਿੱਦਾਂ ਸਾਡੇ ਤੋਂ ਚੋਰੀ ਕੀਤਾ, ਕਿੱਦਾਂ ਉਹ ਲੈ ਕੇ ਗਏ ਖੋ ਕੇ ਸਾਰਾ ਕੁਛ, ਉਹ ਸਾਰੀਆਂ ਗੱਲਾਂ ਨਿਕਲ ਆਉਂਦੀਆਂ ਜੋ ਖਾਲਸਾ ਰਾਜ ਦੀ ਆਪਾਂ ਗੱਲ ਕਰਦੇ ਹਾਂ। ਸੋ 40 ਸਾਲ ਦਾ ਸਾਡੇ ਕੋਲ ਬਾਬਾ ਜੀ ਪ੍ਰੈਕਟੀਕਲ ਪਿਆ ਆ, ਲੋਕ ਇਤਿਹਾਸ ਪੜ੍ਹ ਲੈਣ ਜਾ ਕੇ, ਅਤੇ ਅੱਜ ਤੱਕ ਸਿੱਖਾਂ ਨੇ ਕਿਸੇ 'ਤੇ ਵਾਧਾ ਕੀਤਾ ਹੋਵੇ, ਕਿਸੇ ਦਾ ਹੀ ਧੱਕਾ ਕੀਤਾ ਹੋਵੇ। ਅੱਜ ਅਸੀਂ ਦੇਖੋ ਸਾਡਾ ਰਾਜ ਵੀ ਨਹੀਂ ਹੈਗਾ, ਠੀਕ ਆ ਜੀ, ਫਿਰ ਵੀ ਲੋਕਾਂ ਨੂੰ ਅਸੀਂ ਭੁੱਖਾ ਨਹੀਂ ਮਰਨ ਦਿੰਦੇ। ਪਹਿਲੀ ਗੱਲ ਤਾਂ ਇਹ, ਗੁਰਦੁਆਰਾ ਸਾਹਿਬ ਜਾਓਗੇ ਲੰਗਰ ਤਾਂ ਤੁਹਾਨੂੰ ਮਿਲ ਹੀ ਜਾਣਾ, ਭੁੱਖਮਰੀ ਤਾਂ ਬਚਾਅ ਹੋ ਜਾਣਾ ਤੁਹਾਨੂੰ। ਫਿਰ ਇੱਥੇ BC ਦੇ ਵਿੱਚ ਹੜ੍ਹ ਆਏ ਸੀਗੇ, ਜਦੋਂ ਸਭ ਤੋਂ ਵੱਡੇ ਫਲੱਡਿੰਗ ਹੋਈ, ਉਦੋਂ ਟਵਿੱਟਰ ਭਰ ਗਿਆ ਸੀਗਾ ਵੀ ਵੀ ਆਰ ਵੈਰੀ ਗ੍ਰੇਟਫੁਲ ਦੈਟ ਬਾਈ ਸਿੱਖਸ ਆਰ ਲਿਵਿੰਗ ਇਨ ਆਵਰ ਪ੍ਰੋਵਿੰਸ, ਜੋ ਵੀ ਗੋਰਿਆਂ ਨੇ ਟਵਿੱਟਰ 'ਤੇ ਵਾਇਰਲ ਕਰਤਾ ਸੀ ਕੰਮ। ਸਰਕਾਰ ਹਲੇ ਕਹਿੰਦੇ ਪਾਰਲੀਮੈਂਟ ਦੇ ਵਿੱਚ ਸੈਸ਼ਨ ਬੁਲਾਇਆ ਵੀ ਇਹਨੂੰ ਡਿਕਲੇਅਰ ਕਰਨਾ ਐਮਰਜੈਂਸੀ ਨਹੀਂ ਕਰਨਾ, ਅਤੇ ਇੱਧਰ ਆਪਣੇ ਪੰਜਾਬੀਆਂ ਨੇ ਉੱਥੇ ਹੈਲੀਕਾਪਟਰ ਜਹਾਜ਼ ਰੈਂਟ ਕਰਕੇ ਉਹਨਾਂ ਨੇ ਆਪਣਾ ਲੰਗਰ ਸ਼ੁਰੂ ਕਰਤੇ ਸੀ, ਲੋਕਾਂ ਦੀ ਰੈਸਕਿਊ ਸ਼ੁਰੂ ਕਰਤਾ ਸੀਗਾ ਅਸੀਂ। ਸੋ ਸਾਡੇ ਖੂਨ ਦੇ ਵਿੱਚ ਚੀਜ਼ ਆ ਸਰਬੱਤ ਦੇ ਭਲੇ ਦੀ। ਫਿਰ ਸਾਡੇ ਖੂਨ ਦੇ ਵਿੱਚ ਇਹ ਨਹੀਂ ਹੈਗਾ ਜੇ ਸਾਡਾ ਕੋਈ ਬੰਦਾ ਕਿਸੇ ਨੇ ਮਾਰਤਾ ਅਤੇ ਅਸੀਂ ਹਜ਼ਾਰਾਂ ਲੋਕਾਂ ਨੂੰ ਵੱਢ ਦਾਂਗੇ। ਸਾਡੇ ਨਾਲ ਹੋਇਆ, ਅਸੀਂ ਕਿਸੇ ਇੱਕ ਬੰਦੇ ਤੱਕ ਨੂੰ ਨਹੀਂ ਮਾਰਿਆ। ਰਿਵੈਂਜ ਵਾਲਾ ਉਹ ਵਾਲਾ ਹੈ ਨਹੀਂ ਸਾਡੇ ਕੋਲ ਵੀ ਅਸੀਂ ਜੇ ਮੇਨ ਬੰਦਾ ਮਰ ਗਿਆ ਸਾਡਾ, ਅਸੀਂ ਜੈਨੋਸਾਈਡ ਕਰ ਦਾਂਗੇ ਕਿਸੇ ਦਾ, ਅਸੀਂ ਜੈਨੋਸਾਈਡ ਨਹੀਂ ਕਰ ਸਕਦੇ। ਐਂਡ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਕਿ ਜੂਨ ਜੁਲਾਈ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਆਉਂਦੀ 31 ਤਵੀ ਦੀ, ਅਤੇ ਅਸੀਂ ਛਬੀਲਾਂ ਛਕਾਉਂਦੇ ਬਸ, ਸੋ ਉਹ ਚੀਜ਼ ਆ ਜਾਂਦੀ ਹੈ। ਇੱਕ ਬੜੀ ਵਧੀਆ ਚੀਜ਼ ਕਿਸੇ ਗੁਰਸਿੱਖ ਨੇ ਦੱਸੀ ਸੀ ਕਿ ਕਿਉਂਕਿ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਹਾਂ, ਅਤੇ ਖਾਲਸਾ ਰਾਜ ਦਾ ਇੱਕ ਮੋਟਿਵ ਹੀ ਹੈ ਕਿ ਅਸੀਂ ਧਰਮ ਨਹੀਂ ਪੁੱਛਦੇ, ਕਿਸੇ ਵੀ ਰੇਸ ਕਲਰ ਦਾ ਬੰਦਾ ਆ ਸਕਦਾ, ਸਾਰਿਆਂ ਵਾਸਤੇ ਸਾਂਝਾ ਹੋਏਗਾ। ਅਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਉਹਨਾਂ ਨੂੰ ਬੰਦਾ ਮਿਲਿਆ ਏਥੀਸਟ ਸੀ, ਰੱਬ ਨੂੰ ਨਹੀਂ ਮੰਨਦਾ ਸੀ। ਉਹਨੇ ਗੱਲ ਬੜੀ ਪਿਆਰੀ ਕਹੀ, ਕਹਿੰਦਾ ਕਿ ਆਈ ਡੋਂਟ ਬਿਲੀਵ ਇਨ ਐਨੀ ਰਿਲੀਜਨ ਬਟ ਇਫ ਆਈ ਵੁੱਡ ਐਵਰ ਬੀ ਇਨ ਸਪਿਰਿਚੁਅਲ ਆਈ ਵੁੱਡ ਹੈਵ ਬੀਨ ਅ ਸਿੱਖ, ਕਿ ਮੈਂ ਇੰਨਾ ਉਹਦੇ ਨਾਲ ਸਿਮਿਲੈਰਿਟੀਜ਼ ਰੱਖਦਾ ਵਾਂ ਉਸ ਪਾਸਿਓ। ਅਤੇ ਵੀ ਜੀ ਤੁਸੀਂ ਹੁਣ ਇੰਨੀ ਤੁਸੀਂ ਬੁੱਕਸ ਰੈਫਰ ਵਿੱਚ ਰੈਫਰੈਂਸ ਤੁਸੀਂ ਪਾ ਰਹੇ ਹੋ ਹੈ ਨਾ ਕਿ ਇਹ ਪੜ੍ਹੋ, ਥੋੜ੍ਹੀ ਜਿਹੀ ਬੁੱਕਸ ਜਾਂ ਵੈਬਸਾਈਟਸ ਕਿਸੇ ਤਰ੍ਹਾਂ ਦੀ ਵੀ ਰੈਫਰ ਕਰੋ ਉੱਥੇ, ਕਿ ਜੋ ਪੜ੍ਹ ਕੇ ਬੰਦਾ ਹੋਰ ਕਹਿ ਲਓ ਦੇ ਕੈਨ ਬੀ ਆਰਮਡ ਵਿਦ ਨੌਲੇਜ ਅਬਾਊਟ ਨਿਊ ਵਰਲਡ ਆਰਡਰ, ਅਬਾਊਟ ਐਨੀਥਿੰਗ
in regards to the vaccine? Any truth related to the government? ਵੈਕਸੀਨ ਦਾ ਪਹਿਲੀ ਗੱਲ ਆ, ਜਿਹੜੇ ਵੈਕਸੀਨੇਸ਼ਨ ਆ ਜੋ ਵੀ ਹੁਣ ਦੁਨੀਆ 'ਚ ਚੱਲੀ ਇਹਨਾਂ ਦੀ ਸ਼ੁਰੂ ਤੋਂ ਹੈ ਨਾ, ਉਦੋਂ ਬਾਅਦ 'ਚ ਬੰਦੇ ਜ਼ਿਆਦਾ ਬਿਮਾਰ ਹੋਣਾ ਸ਼ੁਰੂ ਹੋਏ ਆ। ਉਹਦੇ ਲਈ ਤਾਂ ਬੈਸਟ ਹੈਗੇ ਸਾਡੇ ਕਮਲਪ੍ਰੀਤ ਸਿੰਘ ਨੇ ਕਿਤਾਬ ਲਿਖੀ ਹੋਈ ਹੈ, ਐਮਾਜ਼ੋਨ 'ਤੇ ਅਵੇਲੇਬਲ ਆ ਉਹ, ਦਾ ਵੈਕਸੀਨ ਕ੍ਰਾਈਮ ਰਿਪੋਰਟ ਹੈ ਨਾ। ਉਹ ਕੋਈ ਉਹਨਾਂ ਨੇ ਆਪਣੀ ਗੱਲਬਾਤ ਨਹੀਂ ਲਿਖੀ, ਉਹਦੇ ਵਿੱਚ ਉਹ ਸਾਰੇ ਫੈਕਟਸ ਕੱਢ ਕੇ ਜੋ ਵੀ ਰਿਸਰਚ ਹੋਈ ਆ ਉਹ ਉਹਦੇ ਵਿੱਚ ਪਈ ਆ, ਤੁਸੀਂ ਪੜ੍ਹ ਲਿਓ ਵੀ ਵੈਕਸੀਨਾਂ ਸਹੀ ਨੇ, ਤੁਹਾਡੀਆਂ ਸਰਕਾਰਾਂ ਸਹੀ ਨੇ ਜਾਂ ਗਲਤ ਨੇ, ਉੱਥੋਂ ਤੁਹਾਨੂੰ ਸਾਇੰਸ ਦਾ ਪਤਾ ਲੱਗ ਜੂਗਾ ਜੀ। ਬਾਕੀ ਜਿਹੜੀ ਨਿਊ ਵਰਲਡ ਆਰਡਰ ਦੀ ਗੱਲ ਆ, ਰੌਥਸਚਾਈਲਡ ਬਾਰੇ ਪੜ੍ਹੋ, ਦੈਟਸ ਇਟ। ਰੌਥਸਚਾਈਲਡ ਕੌਣ ਸੀ ਸਰਚ ਕਰ ਲਓ, ਗੂਗਲ ਕਰ ਲਓ, ਬਿਟਸ਼ੂਟ 'ਤੇ ਚਲ ਜਾਓ, ਬਰੇਵ ਪਲੇਟਫਾਰਮ ਹੈਗਾ, ਡਕ ਗੋ ਹੈਗੇ, ਉੱਥੇ ਸਰਚ ਕਰੋ, ਨਿਊ ਵਰਲਡ ਆਰਡਰ ਸਰਚ ਕਰੋ ਜਾ ਕੇ। ਉਹਨਾਂ ਦੀ ਫੈਮਿਲੀ ਅਜੇ ਵੀ ਚੱਲ ਰਹੀ ਹੈ? ਹਾਂ, ਰੌਥਸਚਾਈਲਡ ਹਾਲੇ ਤੱਕ ਸਾਰਾ ਕੁਛ ਪਿਆ ਉਹਨਾਂ ਦਾ ਬਰੋ, ਲਾਈਕ ਚੱਲਦਾ ਆ ਰਿਹਾ, 300 ਸਾਲ ਤੋਂ ਪੁਰਾਣੀ ਗੱਲ ਆ ਸਾਰੀ, ਰਾਈਟ। ਅਤੇ ਉਹ ਸਟਰਕਚਰ ਸਾਰਾ ਬਣਿਆ ਹੋਇਆ ਉਹਨਾਂ ਦਾ ਹੀ ਹੈ ਨਾ, ਜਿਹੜਾ ਹੁਣ ਵਰਲਡ ਇਕਨੋਮਿਕ ਫੋਰਮ ਜਿਹੜੀ ਅੱਜ ਚੱਲ ਰਹੀ ਆ, ਕਰੰਟਲੀ ਐਕਟਿਵਲੀ ਵਰਕ ਕਰਦੀ ਪਈ ਹੈ ਗਵਰਨਮੈਂਟ ਦੇ ਨਾਲ। ਹੁਣ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਮੈਂ ਕਹਿੰਦਾ ਤੁਸੀਂ ਜਾ ਕੇ ਸਰਚ ਕਰੋ ਹਰਸਿਮਰਤ ਕੌਰ ਬਾਦਲ, ਉੱਥੇ ਸਰਚ ਕਰ ਲਓ ਜਾ ਕੇ, ਸਰਚ ਬਾਰ 'ਚ ਕੌਰ, ਉਹਦੇ ਵਿੱਚ ਪਰਨੀਤ ਕੌਰ ਅਤੇ ਹਰਸਿਮਰਤ ਕੌਰ ਬਾਦਲ ਦਾ ਨਾਂ ਆ ਜਾਣਾ ਹੈ। ਅਤੇ ਫਿਰ ਜਗਮੀਤ ਸਿੰਘ ਦਾ ਨਾਂ, ਫਿਰ ਅੰਬਾਨੀ, ਅੰਡਾਨੀ, ਰਾਘਵ ਚੱਡਾ, ਜਿਹਨਾਂ ਨੂੰ ਆਪਾਂ ਸਮਝਦੇ ਹਾਂ ਵੀ ਬੰਦੇ ਸਾਰੇ ਅਲੱਗ-ਅਲੱਗ ਨੇ, ਇਹ ਸਾਰੇ ਮੁਲਕਾਂ ਦੇ ਉਹਨਾਂ ਨੇ ਬੰਦੇ ਇਕੱਠੇ ਕਰ ਲਏ ਉੱਥੇ ਪਰ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਇਹ ਦੇਖਣ ਨੂੰ ਤੁਹਾਨੂੰ ਲੱਗਦਾ ਵੀ ਇਹ ਇੱਥੋਂ ਦਾ ਆ, ਜਿਹੜੀ ਵਨ ਵਰਲਡ ਗਵਰਨਮੈਂਟ ਦਾ ਉਹਨਾਂ ਦਾ ਹੈਗਾ ਆ ਕਰਨ ਦਾ। ਜਿੱਦਾਂ ਹੁਣ ਉਹਨਾਂ ਦੀ ਜਿਹੜੀ ਸਮਿਟ ਹੁੰਦੀ ਆ, ਉਹਨਾਂ ਦੀ ਇੱਕ ਸਮਝੋ ਵਰਲਡ ਗਵਰਨਮੈਂਟ ਸਮਿਟ। ਸੋ ਬੇਸਿਕਲੀ ਦੇ ਵਾਣਾ ਉਹ ਹੁਣ ਪਲੈਨਟ ਰੌਥਸਚਾਈਲਡ ਕਦੋਂ ਕਿਹਾ ਜਾਂਦਾ, ਪਲੈਨਟ, ਦੇ ਆਰ ਡੀਲਿੰਗ ਵਿਦ ਦਿਸ ਹੋਲ ਥਿੰਗ ਐਜ਼ ਏ ਪਲੈਨਟ। ਆਪਾਂ ਨੂੰ ਉਹਨਾਂ ਨੇ ਮੁਲਕ ਦੇ ਦਿੱਤੇ ਵੀ ਤੁਸੀਂ ਹਿੰਦੁਸਤਾਨੀ, ਤੁਸੀਂ ਪਾਕਿਸਤਾਨੀ, ਲੜੀ ਚਲੋ ਆਪਸ 'ਚ। ਹੁਣ ਪਾਕਿਸਤਾਨ ਦਾ ਡਿਵਾਈਡ ਕਾਹਤੋਂ ਹੋਇਆ ਸੀਗਾ, ਜੇ ਇਕੱਠਾ ਰਹਿੰਦਾ ਇਹ ਇਹਨਾਂ ਨੂੰ 'ਤੇ ਆਪਣਾ ਕਹਿ ਲਓ ਬਈ ਰਾਜ ਕਰਨਾ ਔਖਾ ਆ, ਸੋ ਡਿਵਾਈਡ ਕਰਤਾ। ਤੁਸੀਂ ਵੀ ਜੀ ਵਰਲਡ ਇਕਨੋਮਿਕ ਫੋਰਮ ਦੀ ਗੱਲ ਕੀਤੀ ਇੱਕ ਮਿੰਟ, ਕਿਉਂਕਿ ਤੁਸੀਂ ਜਿੱਦਾਂ ਬੋਲ ਰਹੇ ਮੇਰੇ ਮਨ ਸਵਾਲ ਆਇਆ ਕਿ ਡੋਂਟ ਯੂ ਥਿੰਕ ਕਿ ਇੰਨਾ ਈਜ਼ੀ ਐਕਸੈਸਿਬਲ ਉਹ ਹਰ ਪੋਲੀਟੀਸ਼ੀਅਨ ਦਾ ਨਾਮ ਪਾ ਕੇ ਉਹਨੂੰ ਪਬਲਿਕ ਕੀਤੀ ਹੋਈ ਵੈਬਸਾਈਟ ਉਹ ਨਾ ਕਰਦੇ, ਅਤੇ ਕਿਉਂ ਇਹ ਕਰਨ ਦਾ ਮਕਸਦ ਕੀ ਹੈ? ਜਾਂ ਇੱਦਾਂ ਨਹੀਂ ਹੋ ਸਕਦਾ ਕਿ ਕਿਉਂਕਿ ਜਿਹੜੇ ਪਾਵਰਫੁਲ ਲੋਕ ਜਾਂ ਫੇਮਸ ਪੋਲੀਟੀਸ਼ੀਅਨਸ ਆਲ ਓਵਰ ਹੈਗੇ ਆ, ਮੇ ਵੀ ਉਹਨਾਂ ਦਾ ਨਾਮ ਉੱਥੇ ਆ ਰਿਹਾ ਹੋਏ। ਹਾਂਜੀ, ਅਸੀਂ ਉਹਨੂੰ ਇੱਦਾਂ ਕਿ ਸੋਚ ਰਹੇ ਹਾਂ ਕਿ ਨਹੀਂ ਇਹ ਸਾਰੇ ਜੁੜੇ ਹੈ ਅਤੇ ਈਜ਼ੀਲੀ ਪਬਲਿਕ ਉਹਨਾਂ ਨੇ ਵੈਬਸਾਈਟ ਕੀਤੀ ਹੋਈ ਹੈ ਅਤੇ ਅਸੀਂ ਉਹਨੂੰ ਦੇਖ ਪਾ ਰਹੇ ਹਾਂ। ਅਗਰ ਇੰਨਾ ਵੱਡਾ ਟਰੂਥ ਹੈਗਾ ਆ ਅਤੇ ਫਿਰ ਉਹ ਇੰਨਾ ਪਬਲਿਕ ਕਿਉਂ ਕੀਤਾ ਹੋਇਆ ਵੈਬਸਾਈਟ 'ਤੇ? ਜੇ ਤੁਸੀਂ ਉਹਨੂੰ ਓਪਰੀਆਂ ਨਿਗਾਹ ਨਾਲ ਜੇ ਤੁਸੀਂ ਉਹਨਾਂ ਦੀ ਪਾਲਿਸੀਆਂ ਦੇਖੋਗੇ, ਵਰਲਡ ਇਕਨੋਮਿਕ ਫੋਰਮ ਦੀਆਂ ਇਸ ਟਾਈਮ ਲਈ ਐਕਟਿਵਲੀ ਵਰਕ ਕਰਦੀ ਪਈ ਆ ਉਹ ਔਨ ਦਾ ਨੇਮ ਆਫ ਕਲਾਈਮੇਟ ਚੇਂਜ ਐਂਡ ਐਵਰੀਥਿੰਗ, ਰਾਈਟ। ਸੋ ਉਹ ਜਿਹੜੀ ਆਮ ਜਨਤਾ ਜਿਹਨੂੰ ਉਹ ਜੇ ਜਾ ਕੇ ਵੈਬਸਾਈਟ ਦੇਖੂਗਾ, ਆਮ ਲੋਕ ਦੇਖਣਗੇ, ਉਹਨਾਂ ਨੇ ਕਹਿਣਾ ਬਹੁਤ ਸੋਹਣਾ ਕੰਮ ਹੋ ਰਿਹਾ, ਉਹਨੂੰ ਲੱਗਣੇ ਨਹੀਂ ਮਾੜਾ ਕੁਛ ਹੋ ਰਿਹਾ ਉੱਥੇ, ਕਿਉਂਕਿ ਸ਼ੋਅ ਕਰ ਰਿਹਾ। ਹਾਂ, ਉੱਥੇ ਬੜਾ ਸੋਹਣਾ ਦੱਸਿਆ। ਹੁਣ ਇੱਕ ਪ੍ਰਾਈਮ ਐਗਜ਼ਾਮਪਲ ਲੈ ਲੈਂਦੇ ਹਾਂ, ਗੂਗਲ ਕਰਕੇ ਦੇਖਿਓ 15 ਮਿੰਟ ਸਿਟੀ ਆਕਸਫੋਰਡ, ਇੰਗਲੈਂਡ ਦੇ ਵਿੱਚ ਆ। ਉੱਥੇ ਕੌਨਸੈਪਟ ਲੈ ਕੇ ਆ ਰਹੇ, ਉਹ ਕਹਿੰਦੇ ਜੀ ਕਲਾਈਮੇਟ ਚੇਂਜ ਆ ਰਿਹਾ, ਹੁਣ ਉਹਦੇ ਕਰਕੇ ਬੈਟਰੀ ਵਾਲੀਆਂ ਕਾਰਾਂ ਪੁਸ਼ ਕਰ ਰਹੇ। ਹੁਣ ਕੈਨੇਡਾ ਦੇ ਵਿੱਚ 2025 ਤੱਕ ਉਹਨਾਂ ਨੇ ਮੈਂਡੇਟਰੀ ਕਰ ਦੇਣੀ ਆ ਸੇਲ, ਵੀ ਉਹ ਪੁਸ਼ ਕਰ ਰਹੇ ਜਿੰਨੀਆਂ ਵੀ ਆਹ ਤੁਹਾਡੀਆਂ ਏਜੰਸੀਆਂ ਹੈਗੀਆਂ ਨੇ ਇਲੈਕਟ੍ਰੀਕਲ ਕਾਰਾਂ ਹੀ ਵੇਚਣ। 2035 ਤੋਂ ਬਾਅਦ ਤਾਂ ਕਹਿੰਦੇ ਬਸ ਇਲੈਕਟ੍ਰੀਕਲ ਕਾਰਾਂ ਚੱਲਣੀਆਂ। ਉਹ ਕੋਈ ਜੇ ਤੁਸੀਂ ਉਹਦੀ ਰਿਸਰਚ ਕਰੋਗੇ, ਲੀਥੀਅਮ ਸਾਰਾ ਉਹ ਜਿਹੜੀਆਂ ਇੰਨੀਆਂ ਧਾਤਾਂ ਪੈਂਦੀਆਂ ਉਹਦੇ ਵਿੱਚ ਮੈਟਲਸ, ਉਹ ਕਿੱਥੋਂ ਕੱਢ ਕੇ ਲਿਆਉਂਦੇ ਆ ਉਹ। ਸੋ ਹਾਊ ਦੈਟ ਆਈਡੀਆ ਇਜ਼ ਇਕੋ ਫਰੈਂਡਲੀ, ਰਾਈਟ। ਸੋ ਉਹ ਹੁਣ ਕੀ ਕਰ ਰਹੇ, ਹੁਣ ਉੱਥੇ ਆਪਾਂ ਇਮੋਸ਼ਨਲ ਹੋ ਜਾਂਦੇ ਹਾਂ। ਹੁਣ 15 ਮਿੰਟ ਦੀ ਉਹਨਾਂ ਨੇ ਕਹਿ ਤਾ ਵੀ 15 ਮਿੰਟ ਸਿਟੀ, ਮਤਲਬ ਕਿ ਜਿੱਥੇ ਤੁਹਾਡਾ ਧੁਰਾ ਹੈ ਇੱਥੋਂ 15 ਮਿੰਟ ਦੀ ਵਾਕ ਅਤੇ 15 ਮਿੰਟ ਦਾ ਸਾਈਕਲ ਡਿਸਟੈਂਸ, ਉਹਦੇ ਵਿੱਚ ਤੁਹਾਡੇ ਸਾਰੇ ਗਰੋਸਰੀ ਸਟੋਰ, ਤੁਹਾਡਾ ਹੈਲਥ ਸਟੋਰ, ਤੁਹਾਡਾ ਕੰਮ ਉਹਦੇ ਵਿੱਚ ਹੋਊਗਾ। ਜੇ ਤੁਸੀਂ ਉਹ 15 ਮਿੰਟ ਤੋਂ ਬਾਹਰ ਜਾਣਾ ਹੈ, ਤੁਹਾਨੂੰ ਸਪੈਸ਼ਲ ਪਰਮਿਟ ਲੈਣਾ ਪੈਣਾ, ਪਰਮਿਸ਼ਨ ਲੈਣੀ ਪੈਣੀ ਆ, ਕਿੰਨੀ ਦੂਰ ਜਾਣਾ, ਕਿੱਥੇ ਜਾਣਾ, ਅਤੇ ਉਹਦੇ ਵਿੱਚ ਤੁਹਾਡਾ ਕਲਾਈਮੇਟ ਕ੍ਰੈਡਿਟ ਲੱਗਣਗੇ, ਬਈ ਤੁਹਾਡਾ ਕਿੰਨਾ ਤੁਸੀਂ ਆਪਣਾ ਯੂਜ਼ ਕਰ ਲਿਆ, ਕ੍ਰੈਡਿਟ ਕਿੰਨਾ ਰਹਿੰਦਾ ਤੁਹਾਡਾ। ਸੋ ਬੇਸਿਕਲੀ ਜੇ ਤੁਸੀਂ ਉੱਦਾਂ ਦੇਖਣਾ ਨੂੰ ਦੇਖੋ ਜੀ, ਬਹੁਤ ਸੋਹਣਾ ਕੰਮ ਹੈ ਜੀ, ਪੋਲਿਊਸ਼ਨ ਘੱਟ ਜਾਣਾ ਇਹਦੇ ਨਾਲ, ਲੋਕ ਤੁਰ ਕੇ ਜਾਇਆ ਕਰਨਗੇ, ਸਾਈਕਲਾਂ 'ਤੇ ਜਾਇਆ ਕਰਨਗੇ। ਪਰ ਇਹਦੇ ਵਿੱਚ ਨਾਲ ਹੀ ਉਹ ਪਰੋਸ ਕੇ ਦੇ ਰਿਹਾ ਤੁਹਾਨੂੰ ਕੰਟਰੋਲ ਜੀ। 15 ਮਿੰਟ ਦੀਆਂ ਉਹਨਾਂ ਨੇ ਜੇਲ੍ਹਾਂ ਬਣਾ ਲਈਆਂ, ਜੇਲ੍ਹਾਂ ਦੀ ਲੋੜ ਨਹੀਂ। ਹੁਣ ਲੋਕਡਾਊਨ 'ਚ ਕੀ ਕੀਤਾ ਉਹਨਾਂ ਨੇ ਟੈਸਟ, ਜੇਲ੍ਹਾਂ ਦੀ ਲੋੜ ਹੀ ਨਹੀਂ ਪਈ, ਲੋਕ ਘਰਾਂ 'ਚ ਬਿਠਾ ਤੇ। ਸੋ ਅਸੀਂ ਜਿਹੜੇ ਇਹਨੂੰ ਦੂਜੇ ਹਿਸਾਬ ਨਾਲ ਦੇਖਦੇ ਹਾਂ, ਬੰਦੇ ਜਿਹੜੇ ਦੇਖ ਰਹੇ ਆ, ਸਾਰਾ ਸਮਝ ਰਹੇ ਆ, ਉਹ ਹੋਰ ਨਿਗਾਹ ਨਾਲ ਦੇਖਣਗੇ। ਹੁਣ ਜੇ ਇਹੀ ਵਰਲਡ ਇਕਨੋਮਿਕ ਫੋਰਮ 'ਤੇ ਪਈ ਆ ਵੀਡੀਓ 15 ਮਿੰਟ ਸਿਟੀ, ਤੁਸੀਂ ਕਹਿਣਾ ਵਾਹ ਜੀ ਵਾਹ, ਬੜਾ ਸੋਹਣਾ ਆਈਡੀਆ ਹੈ। ਅਤੇ ਉਹ ਹੁਣ ਜੇ ਤੁਸੀਂ ਕਹੋਗੇ ਲਓ ਜੀ ਤਾਂ ਹਰਸਿਮਰਤ ਬਾਦਲ ਵੀ ਹੈਗੀ ਆ, ਸਾਰੇ ਲੀਡਰ ਹੈਗੇ, ਬਹੁਤ ਸੋਹਣਾ ਕੰਮ ਹੋ ਰਿਹਾ। ਸੋ ਉਹ ਤਾਂ ਪੋਲਿਸ਼ ਕੀਤਾ ਹੋਇਆ ਬਰੋ, ਉਹ ਤਾਂ ਈਵਲ ਕੁਛ ਦਿਖ ਨਹੀਂ ਰਿਹਾ ਉੱਥੇ ਤਾਂ। ਫਿਰ ਇਹਨਾਂ ਦਾ ਇੱਕ ਮੋਟੋ ਹੁੰਦਾ ਸੀ ਪਹਿਲਾਂ, ਜਦੋਂ ਸ਼ੁਰੂ 'ਚ ਵਰਲਡ ਇਕਨੋਮਿਕ ਫੋਰਮ ਵਾਲੇ ਲੈ ਕੇ ਨਾ ਏਜੰਡਾ 2030, ਯੂ ਵਿਲ ਓਨ ਨਥਿੰਗ ਐਂਡ ਯੂ ਵਿਲ ਬੀ ਹੈਪੀ। ਕਿੰਨਾ ਸੋਹਣਾ ਕੰਸੈਪਟ ਹੈ, ਸਪਿਰਿਚੁਅਲ ਜੇ ਤੁਸੀਂ ਦੇਖਣਾ ਵੀ ਤਿਆਗ ਤੋਂ ਸਾਰਾ ਕੁਛ, ਖੁਸ਼ ਰਹੋਗੇ ਤੁਸੀਂ। ਅਤੇ ਉਹ ਤੁਹਾਡੇ ਤੋਂ ਖੋਣਾ ਹੈ ਉਹਨਾਂ ਨੇ। ਹੁਣ ਇਹਨਾਂ ਨੇ ਲਿਟਰਲੀ ਇਹਨਾਂ ਦੀਆਂ ਆਲਰੇਡੀ ਆਰਟੀਕਲ ਆਉਣ ਲੱਗ ਗਏ। ਯੂਵਲ ਹਰਾਰੀ ਦੀ ਗੱਲ ਵਿੱਚ ਰਹਿ ਗਈ ਸੀ ਆਪਣੀ, ਹੈ ਨਾ? ਕਿਹੜੀ ਲਈ? ਯੂਵਲ ਹਰਾਰੀ ਮੈਂ ਮੈਂਸ਼ਨ ਕੀਤਾ ਸੀ, ਉਦੋਂ ਬਾਅਦ ਆਪਣੀ ਕੀਤਾ ਸੀ, ਹਾਂਜੀ ਦੱਸਿਆ, ਗੱਲ ਟੁੱਟ ਗਈ ਸੀ ਆਪਣੀ ਉੱਥੋਂ। ਦੱਸੋ। ਹੁਣ ਯੂਵਲ ਹਰਾਰੀ ਬੰਦਾ ਜਿਹੜਾ,
ਉਹਦੀ ਆਪਾਂ ਗੱਲ ਚੱਲ ਰਹੀ ਸੀ ਜਦੋਂ ਬੁੱਲ ਵਾਲਾ ਐਕਸਪੈਰੀਮੈਂਟ ਹਾਂਜੀ ਕੀਤਾ ਚਿਪਸ ਦਾ, ਹਾਂਜੀ। ਹੈ ਨਾ। ਹੁਣ ਆਪਾਂ ਆਹ ਗੱਲ ਆਪਾਂ ਕਿੱਥੇ ਛੱਡੀ ਸੀ ਹੁਣ? ਤੁਸੀਂ ਦੱਸ ਰਹੇ ਸੀ ਕਿ ਕੁਝ ਸਰਚ ਕਰਨਾ। ਸੋ ਯੂਵਲ ਹਰਾਰੀ, ਹੁਣ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਦੋਂ ਸਰਚ ਕਰੋਗੇ ਯੂਵਲ ਹਰਾਰੀ, ਉਹ ਬੰਦਾ ਬੜਾ ਸਮਾਰਟ ਬੰਦਾ ਆ। ਉਹ ਕਹਿੰਦਾ ਜੀ ਸਾਡੇ ਕੋਲ ਇਨਫ ਡੇਟਾ ਹੈਗਾ ਹੁਣ ਬਾਡੀ ਦਾ, ਹਿਊਮਨ ਬਾਡੀ ਦਾ, ਦੈਟ ਇਟ ਕੈਨ ਬੀ ਹੈਕਡ ਲਿਟਰਲੀ ਬ్రో। ਹੁਣ ਨਿਊਰਾ ਲਿੰਕ ਕੀ ਆ ਰਹੀ ਆ ਇਲੋਨ ਮਸਕ ਦੀ ਜੀ, ਨਿਊਰਾ ਲਿੰਕ ਕੀ ਆ ਪਤਾ ਤੁਹਾਨੂੰ ਆਈਡੀਆ ਉਹਦਾ ਥੋੜ੍ਹਾ ਬਹੁਤਾ? ਸਿਰਫ ਨਾਮ ਸੁਣਿਆ ਇਹਦਾ। ਹਾਂ, ਨਿਊਰਾ ਲਿੰਕ ਕੀ ਆ? ਉਹ ਕਹਿੰਦਾ ਤੁਹਾਡੇ ਬ੍ਰੇਨ ਤੇ ਲੱਗ ਜਾਣੀ ਹੈ। ਮੋਨੀਟਰ ਕਰਦੇ ਨੇ ਜਨਾ, ਮੋਨੀਟਰ ਨਹੀਂ, ਤੁਹਾਨੂੰ ਤਾਂ ਚੰਗੀ ਚੀਜ਼ ਦੱਸਣੀ ਉਹਨਾਂ ਨੇ। ਲੈਟਸ ਸੇ ਉਹ ਕਹਿੰਦਾ ਤੁਸੀਂ ਐਡੀ ਮੋਟੀ ਕਿਤਾਬ ਪੜ੍ਹਨੀ ਆ, ਕਹਿੰਦੇ ਪੜ੍ਹਨ ਦੀ ਲੋੜ ਨਹੀਂ, ਡਾਊਨਲੋਡ। ਓਕੇ, ਹਾਂਜੀ। ਤੇ ਉਹ ਕੀ ਤੁਸੀਂ ਹੱਥ ਕਰ ਰਹੇ ਹੋ? ਕੀ ਮਤਲਬ ਨਿਊਰਾ ਲਿੰਕ ਆ, ਚਿਪ ਹੈ ਕੋਈ ਬ੍ਰੇਨ ਦੇ ਜੋ ਵੀ ਉਹਨਾਂ ਨੇ ਲਾਉਣੀ ਆ ਤੁਹਾਡੇ ਦਿਮਾਗ ਨੂੰ, ਕਿਉਂਕਿ ਉਹਨਾਂ ਕੋਲ ਇਨਫ ਡੇਟਾ ਹੈਗਾ ਤੁਹਾਡੇ ਬ੍ਰੇਨ ਦਾ, ਤੁਹਾਡੀ ਬਾਡੀ ਦਾ। ਲਾਈਕ ਜਿੱਦਾਂ ਮੈਂ ਉਹਦੀ ਆਪਾਂ ਗੱਲ ਕਰਦੇ ਪਏ ਸੀ ਬੁੱਲ ਦੀ, ਉਹਦੇ ਮੋਟਰ ਫੰਕਸ਼ਨ ਕੰਟਰੋਲ ਕਰ ਲਏ ਸੀ ਉਹਨਾਂ ਨੇ। ਬ్రో ਦੇ ਲਿਟਰਲੀ ਵਾਂਟ ਮੇਕ ਯੂ ਰੋਬੋਟਸ, ਬਈ ਉਹ ਕੰਟਰੋਲ ਕਰ ਸਕਦੇ ਆ ਤੁਹਾਨੂੰ, ਉਹ ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ। ਪਰ ਜੇ ਤੁਸੀਂ ਨਿਊਰਾ ਲਿੰਕ ਸਰਚ ਕਰੋਗੇ, ਇਲੋਨ ਮਸਕ ਦਾ ਪ੍ਰੋਪਰ ਪੇਜ ਆ ਨਿਊਰਾ ਲਿੰਕ, ਉਹਦੇ ਉੱਤੇ ਪਿਆ ਆ, ਬੜਾ ਸਫਿਸਟੀਕੇਟਡ ਆਈਡੀਆ ਆ ਵੀ ਇਹਨਾਂ ਐਡਵਾਂਸ ਹੋ ਜਾਣੀ ਹੈ ਹਿਊਮੈਨਿਟੀ, ਜਿਨ੍ਹਾਂ ਦੇ ਹੱਥ ਪੈਰ ਜਿੱਦਾਂ ਕੰਮ ਨਹੀਂ ਕਰਦੇ, ਜੋ ਵੀ ਕੁਛ ਆ ਵੀ ਪੋਜ਼ਿਟਿਵ ਤਰੀਕੇ ਨਾਲ ਦੱਸ ਰਹੇ ਆ। ਪਰ ਮੇਰੀ ਗੱਲ ਆ ਕੇ ਇੱਥੇ ਮੁੱਕ ਜਾਂਦੀ ਆ ਬਈ ਦੇਖੋ ਕਿੰਨੀ ਐਡਵਾਂਸ ਹੋ ਗਈ ਟੈਕਨੋਲੋਜੀ, ਆਸੇ ਪਾਸੇ ਬਿਲਡਿੰਗਾਂ ਦੇ ਬਿਲਡਿੰਗਾਂ ਖੜੀਆਂ ਹੋਈ ਜਾਂਦੀਆਂ ਨੇ, ਆਹ ਸਾਰੀ ਟੈਕਨੋਲੋਜੀ ਸਾਡੇ ਕੋਲੇ ਆ ਗਈ ਆ। ਘਰੇ ਸਾਡੇ ਰੋਬੋਟ ਝਾੜੂ ਲਾਉਂਦੇ ਫਿਰਦੇ ਆ, ਮਸ਼ੀਨਾਂ ਸਾਡੇ ਕੱਪੜੇ ਧੋਈ ਜਾਂਦੀਆਂ ਨੇ, ਅਤੇ ਆਪਣੇ ਡਿਸ਼ਵਾਸ਼ਰ ਸਾਡੇ ਭਾਂਡੇ ਧੋਈ ਜਾਂਦੇ ਨੇ, ਠੀਕ ਆ ਜੀ। AI ਆ ਗਈ, ਗੂਗਲ ਅਲੈਕਸਾ ਆ ਗਈ, ਸਾਰੇ ਸਾਡੇ ਕੰਮ ਕਰੀ ਜਾਂਦੇ ਆ। ਕੀ ਸਾਡੇ ਕੋਲੇ ਟਾਈਮ ਵੱਧ ਗਿਆ? ਜੇ ਮੈਂ ਕਹਾਂ ਸਮਾਂ ਵੱਧ ਗਿਆ ਸਾਡੇ ਕੋਲੇ? ਘਟਿਆ ਹੀ ਆ ਸਗੋਂ। ਉਹੀ ਤਾਂ ਮੈਂ ਸੋਚ ਕੇ ਹੈਰਾਨ ਹੋਈ ਜਾਂਦਾ ਵੀ ਟੈਕਨੋਲੋਜੀ ਤਾਂ ਐਡਵਾਂਸ ਹੋਈ ਜਾਂਦੀ ਆ, ਅਸੀਂ ਕਿੱਥੇ ਖੜ੍ਹੇ ਹਾਂ ਟੈਕਨੋਲੋਜੀ ਦੇ ਵਿੱਚ? ਕੀ ਅਸੀਂ ਸੰਤੁਸ਼ਟ ਹਾਂ ਸਾਰੇ ਕਾਸੇ ਨਾਲ? ਕੀ ਅਸੀਂ ਖੁਸ਼ ਹਾਂ? ਅਤੇ ਕੀ ਸਾਨੂੰ ਉਹ ਆਨੰਦ ਆ ਰਿਹਾ ਜ਼ਿੰਦਗੀ ਦਾ? ਜੋ ਗੁਰੂ ਸਾਹਿਬ ਕਹਿੰਦੇ ਆ ਬਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿ ਤੁਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਲਾਹਾ ਲਈ ਜਾਂਦੇ ਆਪਾਂ ਟੈਕਨੋਲੋਜੀ ਦੇ ਵਿੱਚ। ਉਹੀ ਤਾਂ ਮੈਂ ਕਨਫਿਊਜ਼ ਹੋ ਰਿਹਾ ਦੇਖ ਕੇ ਬਈ ਐਡਵਾਂਸ ਹੋਈ ਜਾਂਦਾ ਦਿਨੋਂ ਦਿਨ ਸਾਰਾ ਕੁਛ। ਅਤੇ ਬੰਦੇ ਨੂੰ ਤਾਂ ਪੁੱਛ ਲਓ ਹੁਣ ਸਭ ਤੋਂ ਵੱਧ ਬ్రో ਅੱਜ ਦੇ ਟਾਈਮ। ਹੁਣ ਇੱਥੇ ਹੋਰ ਟੌਪਿਕ ਆ ਗਿਆ ਆਪਣਾ ਵਿੱਚ ਇੱਕ, ਹੁਣ ਉਹੀ ਮੈਂ ਕਹਿੰਦਾ ਨਾ ਵੀ ਉਹ ਗੱਲਾਂ ਵਿੱਚੋਂ ਟੁੱਟ ਜਾਂਦੀਆਂ ਨੇ ਲਿੰਕ ਦੀਆਂ। ਵੈਸੇ ਮੈਂ ਤੁਹਾਡੇ ਵਾਲੇ ਟੌਪਿਕ 'ਤੇ ਖਾਸ ਕਰਕੇ ਤਾਂ ਵਿੱਚ ਬੋਲਣਾ ਚਾਹ ਰਿਹਾ ਕਿ ਕਿਸੇ ਨੂੰ ਸੁਣ ਕੇ ਨਾ ਲੱਗੇ ਕਿ ਬਹੁਤ ਆਊਟ ਆਫ ਨੋਵੇਅਰ ਹੀ ਗੱਲਾਂ ਕਰ ਰਹੇ, ਇੱਦਾਂ ਨਹੀਂ ਹੁੰਦਾ। ਆਈ ਥਿੰਕ ਇੱਕ ਗੱਲ ਤਾਂ ਸਪਸ਼ਟ ਹੀ ਕਿ ਜੋ ਉਹਨਾਂ ਨੇ ਸਾਨੂੰ ਮਾਸਕ ਪਵਾ ਕੇ ਟੀਕੇ ਲਗਵਾ ਕੇ ਕਰਵਾਤਾ, ਦੇ ਕੈਨ ਮੇਕ ਐਨੀਥਿੰਗ ਪੋਸੀਬਲ, ਹੈ ਨਾ। ਉਹ ਕੁਝ ਵੀ ਕਰਵਾ ਸਕਦੇ। ਹੁਣ ਜਿੱਦਾਂ VR ਦੀ ਗੱਲ ਕਰਦੇ ਆ, ਪੱਤੇ ਦਿਖਾਤੇ ਆਪਣੇ, ਹਾਂਜੀ, ਕਿ ਸਾਨੂੰ ਉਹਨਾਂ ਨੂੰ ਪਤਾ ਹੁਣ ਸਾਡੇ ਬਾਰੇ, ਹੈ ਨਾ। ਜਿੱਦਾਂ ਅਸੀਂ VR ਦੀ ਗੱਲ ਕਰੀ ਕਿ ਅਸੀਂ 24/7 VR ਲਗਾ ਕੇ ਰੱਖਾਂਗੇ, ਉਹਦੇ 'ਚ ਡਰੀਮ ਵਰਲਡ ਹੈ, ਉਹ 'ਚ ਅਸੀਂ ਫਰੈਂਡਸ ਬਣਾ ਰਹੇ ਹਾਂ ਆਪਣੇ। ਐਂਡ ਉਹ ਵਾਲੀ ਗੱਲ ਵੀ ਕਈਆਂ ਨੂੰ ਕਹਿੰਦੇ ਕਿ ਜਿਵੇਂ ਹੋਚੀ ਲੱਗਦੀ ਹੈ ਕਿ ਨਹੀਂ, ਇਟਸ ਟੂ ਇਨ ਦ ਫਿਊਚਰ, 100 ਸਾਲ ਬਾਅਦ ਦੀ ਗੱਲ ਹੈ। ਬਟ ਕਿਸੇ ਦੇ ਵੀ ਮੈਂ ਇੰਟਰਵਿਊ ਸੁਣ ਰਿਹਾ ਸੀ, ਕਹਿੰਦੇ ਵੀ ਆਰ ਆਲਰੇਡੀ ਡੂਇੰਗ ਇਟ, ਕਿਉਂਕਿ ਜਦੋਂ ਅਸੀਂ ਕੰਮ 'ਤੇ ਹੁੰਦੇ ਹਾਂ ਅਸੀਂ ਲੈਪਟਾਪ ਸਕਰੀਨਸ ਦੇਖ ਰਹੇ ਹਾਂ, ਅਸੀਂ ਕੰਪਿਊਟਰ 'ਤੇ ਹੁੰਦੇ ਹਾਂ। ਜਦੋਂ ਹੀ ਉਹ ਬੰਦ ਹੁੰਦਾ ਅਸੀਂ ਕੀ ਫੜਦੇ ਨਾਲ ਹੀ ਫੋਨ ਫੜ ਲੈਂਦੇ ਹਾਂ, ਐਂਡ ਅਸੀਂ 24 ਘੰਟੇ ਦੇਖ ਰਹੇ ਹਾਂ ਸਕਰੀਨਸ ਆਲਰੇਡੀ, ਅਸੀਂ ਬਸ ਅੱਖਾਂ 'ਤੇ ਨਹੀਂ ਪਾਈਆਂ ਹੋਈਆਂ। ਆਸੇ ਪਾਸੇ ਸਾਡੇ ਫੈਮਿਲੀ ਬੈਠੀ ਹੈ, ਫਰੈਂਡ ਬੈਠੇ ਆ, ਸਾਰੇ ਫੋਨਾਂ 'ਤੇ ਲੱਗੇ ਹੋਏ, ਡਿਸਕਨੈਕਟ। ਆਈਨਸਟਾਈਨ ਨੇ ਕਿਹਾ ਸੀ ਫੈਮਿਲੀ ਆਫ ਇਡੀਅਟਸ, ਕਿ ਉਹ ਇਕੱਠੇ ਬਹਿ ਕੇ ਵੀ ਆਪਸ ਗੱਲ ਨਹੀਂ ਕਰਦੇ ਹੋਣਗੇ। ਹੁਣ ਮੈਂ ਕਿੱਥੇ ਗੱਲ ਲਿਆਂਦੀ ਸੀ, ਮੈਂਟਲ ਹੈਲਥ ਲੈ ਕੇ ਆ ਰਿਹਾ ਸੀ ਮੈਂ ਗੱਲ। ਹੁਣ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਮੈਂਟਲ ਹੈਲਥ ਪੇਸ਼ੈਂਟ ਨੇ। ਸਟੈਟਸ ਕਹਿੰਦੇ ਆ ਕੈਨੇਡਾ ਦੇ MAID ਜਿਹੜਾ ਇਹਨਾਂ ਦਾ ਸਿਸਟਮ ਹੈ ਨਾ, ਪ੍ਰੋਗਰਾਮ ਮੈਡੀਕਲ ਅਸਿਸਟੈਂਸ ਇਨ ਡਾਇੰਗ, ਪਿਛਲੇ ਸਾਲ ਬਾਬਾ ਜੀ 2020 ਦੇ ਵਿੱਚ ਇਹਨਾਂ ਨੇ 10,000 ਬੰਦਿਆਂ ਨੂੰ ਅਸਿਸਟੈਂਟ ਸੁਸਾਈਡ ਕਰਾਏ ਆ। 10,000 ਅਸਿਸਟਡ ਕਿੱਦਾਂ? ਅਸਿਸਟੈਂਟ ਸੁਸਾਈਡ। ਲੈਟਸ ਸੇ ਤੂੰ ਗਰੀਬ ਆ, ਜ਼ਿਆਦਾ ਹੋਮਲੈਸ ਆ, ਬੰਦਾ ਕਹਿੰਦਾ ਜੀ ਮੇਰੇ ਕੋਲੇ ਹੈ ਨਹੀਂ ਗਾ ਕੁਛ, ਉਹਨੂੰ ਕਨਵਿੰਸ ਕੀਤਾ ਉਹਨਾਂ ਨੇ ਵੀ ਤੂੰ ਮਰ ਜਾ। 10,000 ਅਸਿਸਟਡ ਸੁਸਾਈਡ ਬ్రో। ਜਿੱਦਾਂ ਜ਼ਮੀਰ ਮਰੀ ਹੁੰਦੀ ਜਿਨ੍ਹਾਂ ਦੇ, ਇੱਦਾਂ ਜਿਹੜੇ ਹੈਲਪ ਕਰਵਾ ਰਹੇ ਆ। ਡਾਕਟਰ ਚੌੜੇ ਹੋ ਕੇ ਦੱਸ ਰਿਹਾ, ਕਹਿੰਦੀ ਮੈਂ 400 ਬੰਦਿਆਂ ਨੂੰ ਕੀਤਾ, ਉਹ ਜਿਹੜਾ ਟੀਕਾ ਲਾਉਂਦੇ ਹੁੰਦੇ ਆ, ਇੱਕ ਕਹਿੰਦੀ ਮੈਂ 300 ਨੂੰ ਲਾਇਆ। ਅਤੇ ਇੱਕ ਖਬਰ ਵਾਇਰਲ ਹੋਈ ਸੀ ਪਿੱਛੇ ਜੇ, ਵੈਟਰਨ ਸੀ ਆਪਣੀ ਓਲਡ, ਹੈ ਨਾ, ਡਿਸੇਬਲ। ਉਹ ਕਹਿੰਦੀ ਬਈ ਮੇਰਾ ਇਹ ਡਿਲੇ ਕਰਦੇ ਪਏ ਸੀ ਜਿੱਦਾਂ ਪੌੜੀਆਂ 'ਤੇ ਚੜ੍ਹਨਾ ਨਾ, ਵੀ ਮੈਨੂੰ ਉਹ ਲਿਫਟ ਲਵਾ ਕੇ ਦੇ ਦਿਓ ਪੌੜੀਆਂ 'ਤੇ ਜਾਣ ਨੂੰ, ਵੀ ਮੈਨੂੰ ਮੁਸ਼ਕਿਲ ਆ ਰਹੀ ਆ ਜੀ। ਕਹਿੰਦੀ ਉਹ ਡਿਲੇ ਸੀਗਾ, ਅਤੇ ਮੈਨੂੰ ਪਤਾ ਕੀ ਇਹਨਾਂ ਨੇ ਸੁਜੈਸਟ ਕੀਤਾ, ਕਹਿੰਦੇ ਤੂੰ MAID ਕੰਸੀਡਰ ਕਰ ਲਾ। ਖਬਰ ਆਈ ਆ ਇਹ, ਆਮ ਨੋਟ ਜੋਕਿੰਗ। ਸੋ ਲਿਟਰਲੀ ਬ్రో ਤਾਂ ਕਹਿੰਦੇ ਤੁਸੀਂ ਮਰ ਜਾਓ ਭਾਈ, ਹੂ ਕੇਅਰਸ। ਹੁਣ ਫਿਰ ਹੁਣ ਮੈਂ ਕੈਨੇਡਾ ਦੇ ਸਕੂਲਾਂ ਦੀ ਗੱਲ ਕਰਦੇ ਹੁੰਦੇ ਆਪਾਂ, MAID ਤੁਸੀਂ, ਮੈਂ ਤੁਹਾਨੂੰ ਮੇਰੇ ਕੋਲ ਪਈ ਆ ਕਿਤਾਬ ਪੂਰੀ ਐਨ ਕਲਰਿੰਗ ਬੁੱਕ MAID ਦੇ ਉੱਤੇ। ਓਕੇ, ਬੱਚਿਆਂ ਨੂੰ ਉਹ ਕਹਿੰਦੇ ਜੀ ਤੁਹਾਨੂੰ ਦੱਸਾਂਗੇ ਵੀ MAID ਕੀ ਹੁੰਦਾ। ਹੁਣ ਤੁਸੀਂ ਮੈਨੂੰ ਦੱਸੋ ਵੀ ਨਿਆਣਿਆਂ ਨੂੰ ਜਾਣਨ ਦੀ ਲੋੜ ਆ ਵੀ ਸੁਸਾਈਡ ਕੀ ਹੁੰਦਾ ਹੈ? ਉਹ ਤਾਂ ਬਿਲ ਗੇਟਸ ਬੇੜਾ ਬਾਬਾ ਜੀ ਗਰਕ ਹੋਇਆ ਪਿਆ ਆ। ਆਪਾਂ ਕਹਿੰਦੇ ਨਾ ਵੈਸਟ ਨੇ ਜੀ ਡੁੱਬਣਾ ਪਹਿਲਾਂ,
ਆਪਾਂ ਗੱਲਾਂ ਸੁਣਦੇ ਹੁੰਦੇ ਸੀ ਮਹਾਂਪੁਰਸ਼ਾਂ ਤੋਂ ਪਹਿਲਾਂ ਵੀ ਪਹਿਲਾਂ ਪੱਛਮ ਨੇ ਡੁੱਬਣਾ, ਪੱਛਮ ਤਾਂ ਕਹਿੰਦੇ ਡੁੱਬੇ ਹੀ ਹੋਇਆ ਪਹਿਲਾਂ ਹੀ, ਆਪਾਂ ਇੱਧਰ ਨੂੰ ਭੱਜ ਆਏ ਹਾਂ। ਬਾਬਾ ਜੀ ਗਰਕ ਹੋਇਆ ਪਿਆ ਬੇੜਾ, ਇੱਥੇ ਦਿਸ ਨਹੀਂ ਰਿਹਾ, ਬਸ ਸੜਕਾਂ ਨੇ, ਗੱਡੀਆਂ ਨੇ, ਆ ਜਿਹੜਾ ਘਰ ਆ ਮੈਂ ਕਹਿੰਦਾ ਇਹ ਕਰਜ਼ੇ ਦਾ ਢੇਰ ਆ ਜਿਹੜਾ ਲੱਗਾ ਹੋਇਆ ਆ। ਅਤੇ ਬੰਦੇ ਸਿਰਫ ਇੱਥੇ ਮੈਂ ਕਹਿੰਦਾ ਡਿਲੀਜਨਲ ਜੇਲ੍ਹ ਕਹਿੰਦਾ ਹੁੰਦਾ, ਬਸ ਰਾਤਾਂ ਕੱਟਣ ਆ ਰਹੇ ਨੇ ਇੱਥੇ, ਪਤਾ ਨਹੀਂ ਹੈ ਕੀ ਕਰੀ ਜਾਂਦਾ, ਕਿੱਧਰ ਨੂੰ ਜਾਈ ਨੇ। ਹੁਣ ਇੱਥੇ ਉਹੀ ਫਿਰ ਗੱਲ ਆ ਕੇ ਮੁੱਕ ਜਾਂਦੀ ਹੈ, ਔਰਗੈਨਿਕ ਲਾਈਫ ਤੁਹਾਡੀ ਕੀ ਸੀਗੀ ਜੀ। ਉਹ ਸਾਨੂੰ ਦੱਸਣੀ ਸੀ ਗੁਰੂ ਸਾਹਿਬ ਨੇ, ਗੁਰਬਾਣੀ ਨੇ ਦੱਸਣੀ। ਪੁਰਾਣੀ ਤੂੰ ਆਇਆ ਲਾਹਾ ਲੈਣ, ਲਾਹਾ ਲਾਈਕ ਬਰੋ ਲਾਹਾ ਲੈ ਰਹੇ ਅਸੀਂ ਨੋ। ਹੁਣ ਸਭ ਤੋਂ ਵੱਧ ਦਿਮਾਗ 'ਚ ਕੀ ਚੱਲਦਾ ਹੁੰਦਾ, ਰੈਂਟ ਦੇਣਾ, ਮੋਰਗੇਜ ਜਾਣੀ ਆ, ਇੰਸ਼ੋਰੈਂਸ ਜਾਣੀ ਆ, ਫੋਨ ਕੱਢ ਕੇ ਦੇਖੀ ਦਾ ਵੀ ਪੈਸੇ ਹੈਗੇ ਅਕਾਊਂਟ ਦੇ ਵਿੱਚ, ਲਾਹਾ ਤਾਂ ਉੱਧਰ ਜਾਈ ਜਾਂਦਾ ਸਰ। ਅਸੀਂ ਲਾਹਾ ਕਿੱਥੋਂ ਲੈਣਾ ਹੈ, ਰਾਈਟ। ਸੋ ਉਹੀ ਆ ਬਾਬਾ ਜੀ, ਅਨੰਦਪੁਰ ਵਸਾਉਣਾ ਪੈਣਾ ਜੇ ਕੁਛ ਕਰਨਾ ਹੈ। ਵੀ ਜੇ ਇਹਦਾ ਨਾ ਬੜਾ ਮਨ ਵਿੱਚ ਆਉਂਦਾ ਕਈ ਵਾਰੀ ਕਿ ਪੰਥ ਵਾਸਤੇ ਸੋਚਣ ਦਾ ਟਾਈਮ ਨਹੀਂ ਹੈਗਾ। ਦੇਖੋ ਗੱਲ ਉਹੀ ਆ ਗਈ, ਪੰਥ ਵਾਲੇ ਛੋਟੋ ਆਪਣੇ ਬਾਰੇ ਸੋਚਣ ਦਾ ਨਹੀਂ ਹੈਗਾ, ਪੰਥ ਨੂੰ ਬਾਅਦ 'ਚ ਸੋਚਾਂਗੇ। ਜਿਵੇਂ ਤੁਸੀਂ ਕਿਹਾ ਕਿ ਆਪਣਾ ਬੇੜਾ ਗਰਕ ਹੋਇਆ ਪਿਆ। ਅਸੀਂ ਪਹਿਲੇ ਗੱਲ ਕਰ ਰਹੇ ਸੀ ਕਿ ਮਹਾਰਾਜ ਕਹਿੰਦੇ ਕਿ ਨਰਦ ਗਰਦ ਮੈਂ ਮਿਲਾਉਂ ਜੋ ਮਾਤੇ ਅਭਿਮਾਨ ਕੇ, ਇਹਨਾਂ ਨੂੰ ਗਰਦ 'ਚ ਮਿਲਾਏਗਾ ਖਾਲਸਾ। ਅਤੇ ਕਹਿ ਲਓ ਆਖਰੀ, ਕਿਉਂਕਿ ਅਸੀਂ ਪ੍ਰੋਬਲਮਸ ਵਾਵਾ ਡਿਸਕਸ ਕਰ ਲਈਆਂ, ਅਤੇ ਸੋਲਿਊਸ਼ਨ ਸਪੈਸੀਫਿਕਲੀ ਫॉर ਸੈਕਸ, ਕਿਉਂਕਿ ਤੁਸੀਂ ਕਾਫੀ ਕੁਝ ਦੱਸਿਆ ਕਿ ਨੋਰਮਲ ਲੋਕ ਕੀ ਕਰ ਸਕਦੇ ਆ, ਉਹ ਨੌਲੇਜ ਕਿੱਥੋਂ ਗੇਨ ਕਰ ਸਕਦੇ ਆ। ਬਟ ਅਗੇਨ ਜੇ ਕਹਿ ਲਓ ਸਿੱਖਾਂ ਦੀ ਗੱਲ ਕਰੀਏ, ਖਾਲਸੇ ਦੀ ਗੱਲ ਕਰੀਏ, ਅਤੇ ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਹੈਲਪਫੁਲ ਚੀਜ਼ਾਂ ਹੈਗੀਆਂ ਜੋ ਸਾਨੂੰ ਕਰਨੀ ਚਾਹੀਦੀਆਂ ਐਟ ਦ ਪ੍ਰੈਜ਼ੈਂਟ, ਕਹਿ ਲਓ ਸਟਾਰਟਿੰਗ ਟਮੋਰੋ? ਸੋ ਨੌਲੇਜ ਨੌਲੇਜ ਦਾ ਕੁਛ ਨਹੀਂ ਕਿਸੇ ਨੇ ਸਵਾਰਨਾ, ਉਹ ਤਾਂ ਪੜ੍ਹਿਆ ਪਿਆ ਆ, ਪੜ੍ਹ ਲਓਗੇ, ਜਿਹੜੀਆਂ ਗੱਲਾਂ ਮੈਂ ਦੱਸਤੀਆਂ ਤੁਹਾਨੂੰ ਉੱਥੋਂ ਵੈਲੀਡੇਸ਼ਨ ਮਿਲ ਜਾਣੀ ਵੀ ਹਾਂ ਹੈਗੀਆਂ ਨੇ। ਪਰ ਸੋਲਿਊਸ਼ਨ ਕੀ ਆ ਉਹਦਾ? ਜੀ ਸੋਲਿਊਸ਼ਨ ਬਾਬਾ ਜੀ ਉਹੀ ਆ ਬਈ ਜਿੱਦਾਂ ਆਪਾਂ ਕਹਿੰਦੇ ਹੁੰਦੇ, ਆਪਣੇ ਪਿੰਡ ਵਾਲੇ ਸੰਤ ਵੀ ਕਹਿੰਦੇ ਸੀ, ਹੁਣ ਵੀ ਪੰਜਾਬ 'ਚ ਹੁੱਕਾ ਦਿੱਤਾ ਜਾ ਰਿਹਾ ਵੀ ਅਨੰਦਪੁਰ ਘਰੇ ਵੜਨਾ ਪੈਣਾ। ਠੀਕ ਆ, ਪਹਿਲੀ ਤੋਂ ਕੰਮ ਸ਼ੁਰੂ ਕਰਨਾ ਪੈਣਾ, ਪਹਿਲੀ ਜਮਾਤ ਤੋਂ। ਅਸੀਂ ਕੀ ਹੋਇਆ, ਅਸੀਂ ਦੁਨਿਆਵੀ ਪੜ੍ਹਾਈਆਂ ਪੜ੍ਹ ਕੇ ਟੋਕਰੇ ਸਿਰ 'ਤੇ ਚੱਕ ਲਏ, ਅਸੀਂ ਕਹਿੰਦੇ ਅਸੀਂ ਬਹੁਤ ਸਿਆਣੇ ਹਾਂ। ਪਰ ਉਹਦੇ ਨਾਲ ਤੁਸੀਂ ਆਪਣੀ ਸਿਆਣਪ ਡਿਫਾਈਨ ਨਹੀਂ ਕਰ ਸਕਦੇ। ਜਿੱਦਾਂ ਗੁਰੂ ਸਾਹਿਬ ਕਹਿੰਦੇ ਪੜ੍ਹਿਆ ਮੂਰਖਾ ਕੀ ਹੈ, ਜਿਤ ਲੱਭ ਲੋਭ ਅਹੰਕਾਰ, ਹੈ ਨਾ। ਸੋ ਜਿਹੜਾ ਅਸਲੀ ਸਾਡਾ ਗਿਆਨ ਆ ਬਾਬਾ ਜੀ, ਉਹ ਗੁਰਬਾਣੀ 'ਚ ਪਿਆ ਆ। ਠੀਕ ਆ, ਗੁਰੂ ਸਾਹਿਬ ਸਾਨੂੰ ਸਾਰਾ ਕੁਝ ਦੇ ਕੇ ਗਏ ਆ। ਉਹ ਗੁਰਬਾਣੀ ਪੜ੍ਹਨ ਵਾਲਿਆਂ ਨੇ ਰਾਜ ਲੈ ਕੇ ਆਂਦਾ, ਉਹ ਗੁਰਬਾਣੀ ਪੜ੍ਹਨ ਵਾਲਿਆਂ ਨੇ ਬੰਦ ਕਟਾਏ, ਉਹ ਗੁਰਬਾਣੀ ਪੜ੍ਹਨ ਵਾਲਿਆਂ ਨੇ ਲੋਕ ਸਰਬੱਤ ਦਾ ਭਲਾ ਮੰਗਿਆ ਵੀ ਅਤੇ ਕੀਤਾ ਵੀ, ਹੈ ਨਾ। ਉਹਨਾਂ ਨੇ ਕੋਈ ਡਿਗਰੀਆਂ ਨਹੀਂ ਸੀ ਲਈਆਂ ਹੋਈਆਂ, ਉਹਨਾਂ ਨੇ ਕੋਈ ਪੜ੍ਹਾਈਆਂ ਦੇ ਟੋਕਰੇ ਨਹੀਂ ਸੀ ਸਿਰ 'ਤੇ ਚੱਕੇ ਹੋਏ, ਪੜ੍ਹੇ ਹੋਏ ਅਸੀਂ ਨੇ। ਹਾਂ ਵਿੱਦਿਆ ਹੁੰਦੀ ਸੀ ਉਦੋਂ, ਸਾਰੀ ਕੰਪੈਰੇਟਿਵ ਵਿੱਦਿਆ 'ਚ ਸੰਸਕ੍ਰਿਤ ਦੀ ਹੋ ਗਈ, ਹੋਰ ਧਰਮਾਂ ਦੀ ਹੋ ਗਈ, ਲੈਂਦੇ ਹੁੰਦੇ ਸੀ ਆਪਣੇ ਸਿੰਘ। ਬੇਸਿਕਲੀ ਚੀਜ਼ ਸਿੱਖਾਂ ਨੂੰ ਜੇ ਕਹਾਂ, ਆਪਣੀ ਜਨਰੇਸ਼ਨ ਨੂੰ, ਮੈਂ ਕਿਸੇ ਨੂੰ ਨਹੀਂ ਕਹਿਣਾ ਹੋਰ, ਆਪਣੀ ਜਨਰੇਸ਼ਨ ਆ ਜਿਹੜੀ ਜੀ, ਆਪਾਂ ਮੇਨ ਪਾਰਟ ਆ ਹੁਣ ਜਨਜ਼ੀ। ਹਾਂ, ਆਪਾਂ ਨੂੰ ਉਹ ਬਣਨਾ ਪੈਣਾ, ਜਿੱਦਾਂ ਕਹਿ ਲਓ ਵੀ ਫੌਜਾਂ ਆਪਾਂ ਕਹਿੰਦੇ ਨਾ ਫੌਜ, ਜਿੱਦਾਂ ਇਹ ਬੋਲੇ ਦਿੱਤੇ ਗਏ ਸਾਨੂੰ ਨਵਾਬ ਕਪੂਰ ਸਿੰਘ ਵੱਲੋਂ, ਜੇ ਇੱਕ ਬੰਦਾ ਤਾਂ ਸਿੰਘ ਆ ਤਾਂ ਫੌਜ, ਦੋ ਤਾਂ ਫੌਜਾਂ, 1.25 ਲੱਖ। ਹਾਂ, ਸਾਨੂੰ ਫੌਜਾਂ ਬਣਨਾ ਪੈਣਾ। ਉਹਦੇ ਵਿੱਚ ਕੀ ਆ, ਸਾਡਾ ਬਾਣਾ, ਸਾਡੀ ਬਾਣੀ, ਸਾਡਾ ਇਤਿਹਾਸ। ਸਾਨੂੰ ਪਹਿਲਾਂ ਇਹ ਪਤਾ ਕਰਨਾ ਪੈਣਾ ਅਸੀਂ ਹੈਗੇ ਕੌਣ ਆ, ਅਸੀਂ ਕਿੱਥੋਂ ਆਏ ਹਾਂ, ਅਸੀਂ ਕੀ ਕਰ ਸਕਦੇ ਹਾਂ। ਠੀਕ ਆ, ਗੁਰੂ ਸਾਹਿਬ ਕਹਿੰਦੇ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਮੈਨੂੰ ਸਾਰੇ ਇਹੀ ਕਹਿੰਦੇ ਆ, ਉਹ ਤਾਂ ਜੀ ਅਲੀਟ ਆ, ਉਹ ਤਾਂ ਰੌਥ ਚਾਈਲਡ ਹੋਣੀ ਆ, ਉਹਨੇ ਤਾਂ ਨਪੋਲੀਅਨ ਵਰਗੇ ਨਹੀਂ ਛੱਡੇ, ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਅਸੀਂ ਬਾਬਾ ਜੀ ਗੁਰੂ ਨਾਨਕ ਜੀ ਦੇ ਬਾਗ ਦੀ ਮੂਲੀਆਂ ਸੀ। ਠੀਕ ਆ, ਹੁਣ ਜਦੋਂ ਆਪਾਂ ਕਹਿੰਦੇ ਕਿਵੇਂ ਹੋਊਗਾ, ਆਪਾਂ ਕੁਛ ਨਹੀਂ ਕਰਨਾ ਬਰੋ, ਗੁਰੂ ਸਾਹਿਬ ਕਰੀ ਜਾਂਦੇ ਆ। ਕਹਿੰਦੇ ਆਪਾਂ ਭਾਣੇ 'ਚ ਸਾਰਾ ਕੁਛ, ਹੁਕਮ 'ਚ ਸਾਰਾ ਕੁਛ, ਹੈ ਨਾ, ਉਹ ਕਰਾ ਰਹੇ ਨੇ। ਆਪਾਂ ਤਾਂ ਸਿਰਫ ਇੱਕ ਜ਼ਰੀਆ ਬਣ ਰਹੇ ਹਾਂ, ਲਾਈਕ ਕਰਦੇ ਪਏ ਆਪਾਂ ਜੋ ਵੀ ਕਰਦੇ ਪਏ। ਜਿੱਦਾਂ ਹੁਣ AI ਨਾ ਉਹ ਬੰਦਿਆਂ ਨੂੰ ਕੰਟਰੋਲ ਨੂੰ ਕਰਨ ਨੂੰ ਫਿਰਦੇ ਆ, ਆਪਾਂ ਨੂੰ ਆਲਰੇਡੀ ਅਕਾਲ ਪੁਰਖ ਨੇ ਕੰਟਰੋਲ 'ਚ ਲਿਆ ਹੋਇਆ ਹੈ। ਜਦੋਂ ਆਪਾਂ ਸਰੈਂਡਰ ਕਰਦੇ ਹਾਂ, ਸੀਸ ਦੇਤਾ ਨਾ ਗੁਰੂ ਸਾਹਿਬ ਨੂੰ ਵੀ ਗੁਰੂ ਸਾਹਿਬ ਕਰਾ ਲਓ ਜੋ ਕਰਾਉਣਾ ਹੈ, ਆਪਾਂ ਸਰੈਂਡਰ ਕਰਨਾ ਗੁਰੂ ਸਾਹਿਬ ਅੱਗੇ ਵੀ ਗੁਰੂ ਸਾਹਿਬ ਅਸੀਂ ਇੱਥੇ ਜੋ ਸਾਡਾ ਪਰਪਸ ਆ ਸਾਨੂੰ ਕਲੀਅਰ ਕਰਾਓ। ਅਰਦਾਸ ਪਹਿਲੀ ਚੀਜ਼ ਅਰਦਾਸ ਆ, ਹੈ ਨਾ। ਅਤੇ ਅਰਦਾਸ ਕਰੋ ਭਾਈ, ਪਹਿਲਾਂ ਤੁਹਾਨੂੰ ਵੀ ਪਤਾ ਲੱਗੇ ਜ਼ਿੰਦਗੀ ਹੈ ਕੀ ਆ, ਜਿਉਣੀ ਕਿਵੇਂ ਆ, ਤੁਹਾਡਾ ਪਰਪਸ ਕੀ ਆ, ਇਹ ਮਨੁੱਖਾ ਜਨਮ ਮਿਲਿਆ ਕਿਉਂ। ਜੇ ਗੁਰਬਾਣੀ ਤੋਂ ਪੁੱਛੋਗੇ ਤਾਂ ਗੁਰਬਾਣੀ ਕਹਿੰਦੀ ਆ ਬਈ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰਿ ਕੀ ਸੇਵ, ਹੈ ਨਾ। ਇਹਨੂੰ ਤਾਂ ਦੇਵ ਤੇ ਤਰਸਦੇ ਆ, ਏਂਜਲਸ ਜਿਹਨੂੰ ਕਹਿੰਦੇ ਉਹ ਤਰਸਦੇ ਆ ਵੀ ਸਾਨੂੰ ਸਰੀਰ ਮਿਲ ਜਾਵੇ, ਅਸੀਂ ਮੁਕਤੀ ਕਰਾ ਲਈਏ। ਅਤੇ ਅਸੀਂ ਸਰੀਰ ਨਾਲ ਕੀ ਕਰੀ ਜਾਂਦੇ ਅੱਜ। ਫਿਰ ਗੁਰੂ ਸਾਹਿਬ ਕਹਿੰਦੇ ਆ ਹਰਮੰਦਰ ਇਹੋ ਸਰੀਰ ਹੈ, ਵੀ ਇਹ ਤਾਂ ਹਰਮੰਦਰ ਆ। ਕੀ ਅਸੀਂ ਵਾਕਈ ਨੂੰ ਹਰਮੰਦਰ ਵਾਂਗੂ ਡੀਲ ਕਰਦੇ ਪਏ ਹਾਂ ਸਰੀਰ ਦੇ ਨਾਲ? ਸੋ ਉਹ ਚੀਜ਼ਾਂ ਸਾਰੀਆਂ ਬੈਕ ਟੂ ਬੇਸਿਕ ਜਾਣਾ ਪੈਣਾ, ਪਹਿਲੀ ਜਮਾਤ ਤੋਂ ਕੰਮ ਸ਼ੁਰੂ ਕਰਨਾ ਪੈਣਾ। ਇੱਕ ਓਂਕਾਰ, ਇਹ ਸਾਡੀ ਗੱਲ ਸਾਰੀ ਮਹਾਰਾਜ 'ਤੇ ਆ ਕੇ, ਮਹਾਰਾਜ ਤੋਂ ਸ਼ੁਰੂ ਹੋਣੀ ਆ ਅਤੇ ਮਹਾਰਾਜ 'ਤੇ ਮੁੱਕਣੀ ਆ ਕੇ। ਠੀਕ ਆ,
ਸਾਨੂੰ ਇਹਨਾਂ ਨੇ ਬ੍ਰੇਨ ਵਾਸ਼ ਕੀਤਾ। ਜਿੱਦਾਂ ਕਲਚਰ ਪੰਜਾਬੀ ਗਾਣਿਆਂ ਦੀ ਗੱਲ ਕਰਦੇ ਸੀ ਆਪਾਂ ਪਹਿਲਾਂ, ਜਿਹੜਾ ਸਾਡਾ ਅੱਜ ਦਾ ਯੂਥ ਆ ਉਹ ਸਾਰਾ ਅਫੈਕਟਡ ਬਾਏ ਹੈਗਾ ਆ ਸਾਡਾ ਸੋ ਕਾਲਡ ਸੱਭਿਆਚਾਰ ਜਿਹੜਾ ਸਾਨੂੰ ਦਿੱਤਾ ਗਿਆ ਥਰੂ ਦਾ ਟੀਵੀ। ਹੁਣ ਟੀਵੀਆਂ ਦੀ ਗੱਲ ਆ ਗਈ ਨਾ ਇੱਥੇ, ਫਿਰ ਟੀਵੀ ਦੇ ਥਰੂ ਰੰਗਾ ਰੰਗ ਪ੍ਰੋਗਰਾਮ, ਲਿਸ਼ਕਾਰੇ, ਚਿੱਤਰ ਗੀਤ, ਚਿੱਤਰਹਾਰ ਦਿਖਾਏ ਗਏ। ਉਹਦੀ ਕੰਡੀਸ਼ਨਿੰਗ ਕੀਤੀ ਗਈ ਬੱਚਿਆਂ ਦੀ, ਬਈ ਤੁਸੀਂ ਆਸ਼ਕੀ ਕਰਨੀ ਆ ਜਵਾਨ ਹੋ ਕੇ, ਤੁਸੀਂ ਮਹਿੰਗੀਆਂ ਗੱਡੀਆਂ। ਹੁਣ ਇੱਥੇ ਆ ਕੇ ਯੂਥ ਆਪਣਾ ਕੀ ਕਰ ਰਿਹਾ, ਮਹਿੰਗੀਆਂ ਗੱਡੀਆਂ ਲੈ ਰਿਹਾ, ਬ੍ਰਾਂਡਡ ਕੱਪੜੇ ਅਤੇ ਦਾਰੂ ਜੀ। ਇਹ ਚੀਜ਼ਾਂ ਨੇ ਨਾ ਆਪਣੇ, ਜੇ ਤੂੰ ਓਵਰਆਲ ਜੇ ਪੰਜਾਬ ਦਾ ਯੂਥ ਦੇਖਣਾ ਹੋਵੇ, ਨਸ਼ੇ, ਆਸ਼ਕੀ, ਗੱਡੀਆਂ, ਬ੍ਰਾਂਡਡ ਕੱਪੜੇ, ਬੁਲਟ ਮੋਟਰਸਾਈਕਲ, ਆਹੀ ਕੁਛ ਆ ਸਾਡੇ ਪੱਲੇ। ਹਾਂਜੀ। ਅਤੇ ਇਹਦੇ ਨਾਲ ਰਾਜ ਨਹੀਂ ਹੋਣਾ। ਜੇ ਰਾਜ ਲੈਣਾ, ਜਿਹੜੇ ਤੁਸੀਂ ਆਪਾਂ ਕਹਿੰਦੇ ਜੀ ਸਾਡਾ ਹਰੂ ਸਿੰਘ ਨਲੂਆ ਹੁੰਦਾ ਸੀ, ਅਸੀਂ ਇਤਿਹਾਸ ਪੜ੍ਹ ਕੇ ਨਹੀਂ ਜਾਣਾ, ਅਸੀਂ ਇਤਿਹਾਸ ਸਿਰਜਣ ਆਏ ਹੋਏ ਹਾਂ। ਅਤੇ ਆਹ ਸਮਾਂ ਚੱਲ ਰਿਹਾ ਆ ਇਸ ਟਾਈਮ। ਮੈਂ ਕਹਿੰਦਾ ਵੀ ਇਕੱਲੇ ਪੰਜਾਬ ਨੂੰ ਨਹੀਂ, ਪੂਰੀ ਦੁਨੀਆ ਨੂੰ ਲੋੜ ਆ ਖਾਲਸੇ ਦੀ। ਇੱਥੇ ਵੀ ਲੋਕਾਂ ਨਾਲ ਉੱਦਾਂ ਹੀ ਧੱਕਾ ਹੋਈ ਜਾਂਦਾ ਆ। ਗੋਰੇ ਰੋ ਰੋ ਕੇ ਦੱਸਦੇ ਆ ਵੀ ਕਦੋਂ ਸਾਡਾ ਖਹਿੜਾ ਛੁੱਟੂਗਾ ਇਹਨਾਂ ਚੀਜ਼ਾਂ ਤੋਂ। ਅਤੇ ਮੈਂ ਕਹਿੰਦਾ ਵੀ ਖਾਲਸਾ ਹੀ ਖਹਿੜਾ ਛੁਡਾ ਸਕਦਾ ਆ, ਪਰ ਜੇ ਖਾਲਸੇ ਅਸਲ ਖਾਲਸ ਰੂਪ ਦੇ ਵਿੱਚ ਆਉਣਗੇ, ਕਿਉਂਕਿ ਅਸੀਂ ਆਪ ਹੀ ਉਲਝੇ ਹੋਏ ਹਾਂ ਵੀ ਆਹ ਕਰ ਲਈਏ ਇੰਡੀਵਿਜੂਅਲ। ਹੁਣ ਹੱਲ ਦੀ ਗੱਲ ਕਰੀ ਜਾਂਦੇ ਆਪਾਂ, ਫਿਰ ਸਭ ਤੋਂ ਵੱਡੀ ਗੱਲ ਇੱਕ ਹੋਣਾ ਪੈਣਾ ਸਾਨੂੰ। ਜੇ ਤੁਸੀਂ ਇਤਿਹਾਸ 'ਚ ਜਾਂਦੇ ਹੋ, ਜਦੋਂ ਨਵਾਬ ਕਪੂਰ ਸਿੰਘ ਹੋਣੀ ਸੀਗੇ, ਜਦੋਂ ਉਹ ਇਤਿਹਾਸ ਪੜ੍ਹਦੇ ਹੋ, ਉਸ ਤੋਂ ਪਹਿਲਾਂ ਸਾਡੇ ਨਾਲ ਕੀ ਹੋ ਕੇ ਹਟਿਆ, ਬੀਬੀਆਂ ਟੋਟੇ ਟੋਟੇ ਕਰਾ ਕੇ ਬੱਚਿਆਂ ਦੇ ਗਲਾਂ 'ਚ ਪਾ ਰਹੀਆਂ ਨੇ, ਸ਼ਹੀਦੀਆਂ ਹੋ ਰਹੀਆਂ ਨੇ, ਸਿੰਘਾਂ ਦੀਆਂ ਸਿਰਾਂ ਦੇ ਮੁੱਲ ਪੈ ਰਹੇ ਨੇ। ਠੀਕ ਹੈ ਜੀ, ਸ਼ੁਰੇਆਮ ਕਤਲ ਕੀਤਾ ਜਾ ਰਿਹਾ ਸਾਨੂੰ ਬਾਜ਼ਾਰਾਂ ਦੇ ਵਿੱਚ ਖੜਾ ਕੇ। ਜਿਹੜਾ ਵੀ ਸਿੱਖ ਲੱਭਦਾ ਵੀ ਬਸ ਸਿੱਧਾ ਮਾਰਨ ਦਾ ਹੁਕਮ ਹੈ ਜੀ। ਠੀਕ ਆ, ਸਿੱਧਾ ਹੀ ਬਸ ਜਿੱਥੇ ਲੱਭਦਾ ਮਾਰ ਦਿਓ। ਸ਼ੂਰਤ ਸਾਈਟ। ਹਾਂ, ਅਤੇ ਉਸ ਟਾਈਮ 'ਚੋਂ ਲੰਘੇ ਅਸੀਂ। ਭਾਈ ਮਨੀ ਸਿੰਘ ਦੀ ਸ਼ਹੀਦੀ ਹੁੰਦੀ ਆ, ਬੰਦ ਕੱਟੇ ਜਾਂਦੇ ਆ ਉਹ। ਫਿਰ ਜਿਹੜੇ ਆਪਣੇ ਜਰਨੈਲ ਹੁੰਦੇ ਆ, ਨਵਾਬ ਕਪੂਰ ਸਿੰਘ ਹੋਣੀ, ਹੋਰ ਦੋ ਤਿੰਨਾਂ ਦੇ ਮੈਨੂੰ ਨਾਮ ਵਿਸਰ ਗਏ ਆ, ਉਹ ਇੱਕ ਕਰਦੇ ਆ। ਉਹ ਕਹਿੰਦੇ ਜੇ ਬਚਣਾ ਆ ਨਾ, ਸਾਨੂੰ ਇਕੱਠੇ ਹੋਣਾ ਪੈਣਾ। ਹੁਣ ਜਿੰਨੇ ਸਿੱਖ ਇਕੱਠੇ ਕਰਕੇ ਜਥੇ ਬਣਾਏ, ਜਿੱਦਾਂ ਬੁੱਢਾ ਦਲ, ਤਰਨਾ ਦਲ, ਹੈ ਨਾ, ਮਿਸਲਾਂ ਬਣਾਈਆਂ। ਹਾਂ, ਬੁੱਢਾ ਦਲ, ਤਰਨਾ ਦਲ ਬਣੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਆਪਾਂ ਅਸੀਂ ਪਹਿਲਾਂ ਕੀਤੀ ਸੀ ਤੋਂ ਪਹਿਲਾਂ ਸ਼ੁਰੂ ਸੋ ਇੱਕਾ ਹੋਣਾ ਪੈਣਾ। ਉਹੀ ਕਹਿਣਾ ਪੈਣਾ ਸਾਨੂੰ, ਇਤਿਹਾਸ ਤੋਂ ਸਿੱਖਣਾ ਪੈਣਾ। ਇਤਿਹਾਸ ਤੁਹਾਡੇ ਹਮੇਸ਼ਾ ਨਾਲ ਰਹਿੰਦਾ ਆ, ਪੈਰਲਲ ਚੱਲਦਾ। ਜਿੱਦਾਂ ਜੇ ਤੁਸੀਂ ਕੁਆਂਟਮ ਫਿਜ਼ਿਕਸ ਵਗੈਰਾ 'ਚ ਪੈ ਜਾਂਦੇ ਹੋ, ਕਹਿੰਦੇ ਡਿਮੈਂਸ਼ਨ ਅਲੱਗ-ਅਲੱਗ ਆ, ਪਰ ਸਾਰਾ ਕੁਛ ਨਾਲ ਹੀ ਪੈਰਲਲ ਚੱਲ ਰਿਹਾ ਹੁੰਦਾ ਤੁਹਾਡੇ, ਹੈ ਨਾ। ਸੋ ਇਤਿਹਾਸ ਤੋਂ ਸੇਧ ਲੈਣੀ ਪੈਣੀ ਆ, ਇਕੱਠੇ ਹੋਣਾ ਪੈਣਾ। ਹੁਣ ਅਸੀਂ ਪਿੱਛੇ ਜੇ ਇਹਨਾਂ ਨੇ ਲੋਕਡਾਊਨ 'ਚ ਆਈਸੋਲੇਟ ਕਰਤਾ ਤੁਹਾਨੂੰ ਨਾ, ਘਰੋਂ ਘਰੀ ਬਹਿ ਜਾਓ। ਅਸੀਂ ਹੁੰਦੇ ਨਹੀਂ ਆਈਸੋਲੇਟ ਹੋਏ ਪਿਛਲੇ, ਮੈਂ ਕਹਿੰਦਾ ਵੀ 100-150 ਸਾਲ ਤੋਂ ਆਈਸੋਲੇਟਡ ਅਸੀਂ। ਕਿਉਂਕਿ ਅਸੀਂ ਆਪੋ ਆਪਣੇ ਪਰਿਵਾਰ ਪਾਲਣ ਲੱਗ ਗਏ। ਪਹਿਲਾਂ ਵਾਲੇ ਸਿੰਘ ਕੀ ਹੁੰਦੇ ਸੀ, ਜੱਥਿਆਂ 'ਚ ਹੁੰਦੇ ਸੀ। ਹਾਲੇ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ, ਉਹ ਪੂਰਾ ਇੱਕ ਵਹੀਰ ਚੱਲਦਾ ਹੁੰਦਾ ਨਾ ਇਕੱਠਾ, ਸਾਰਾ ਲੰਗਰ ਸਾਂਝਾ, ਖਜ਼ਾਨਾ ਸਾਂਝਾ, ਸਾਰਾ ਕੁਛ ਆ। ਉਹ ਚੀਜ਼ ਵਾਪਸ ਲਿਆਉਣੀ ਪੈਣੀ ਹੈ। ਉਹੀ ਬਾਹਰਲੇ ਮੁਲਕਾਂ 'ਚ ਵੀ, ਇੱਥੇ ਵੀ ਸਾਨੂੰ ਜੇ ਰਹਿਣਾ ਆ, ਇੱਥੇ ਵੀ ਅਨੰਦਪੁਰ ਵਸਾਉਣਾ ਪੈਣਾ, ਅਤੇ ਵਸਾ ਸਕਦੇ ਹਾਂ। ਸਾਡੇ ਉਦੋਂ ਦਾ ਯਾਰ ਸਿੰਘਾਂ ਕੋਲ ਦੇਖ, ਜੰਗਲਾਂ 'ਚ ਰਹੇ ਹਾਂ ਅਸੀਂ 100 ਸਾਲ, ਪੱਤੇ ਖਾ ਕੇ ਗੁਜ਼ਾਰਾ ਕੀਤਾ, ਸੱਕ ਖਾਧੇ ਦਰੱਖਤਾਂ ਦੇ, ਕਾਲੇ ਚਣੇ ਖਾ ਕੇ ਗੁਜ਼ਾਰੇ ਕੀਤੇ, ਉਹਨਾਂ ਨੂੰ ਅਸੀਂ ਬਦਾਮ ਕਹਿੰਦੇ ਹੁੰਦੇ ਸੀ। ਅੱਜ ਤਾਂ ਮੈਂ ਕਹਿੰਦਾ ਵੀ ਯਾਰ ਸਾਡੇ ਕੋਲ ਕੀ ਨਹੀਂ ਹੈਗਾ, ਮਹਾਰਾਜ ਦਾ ਦਿੱਤਾ ਹੋਇਆ। ਬਾਹਰਲੇ ਮੁਲਕਾਂ 'ਚ ਬੈਠੇ, ਸਾਡੇ ਕੋਲ ਗੱਡੀਆਂ, ਸਾਡੇ ਕੋਲ ਮਹਿੰਗੇ ਘਰ, ਸਾਡੇ ਕੋਲ ਬਿਜ਼ਨਸ, ਸਾਡੇ ਕੋਲ ਪੈਸਾ, ਸਾਡੇ ਕੋਲ ਪੋਲੀਟੀਕਲ ਪਾਵਰ, ਸਾਡੇ ਕੋਲ। ਅਤੇ ਅੱਜ ਤਾਂ ਮੈਂ ਕਹਿੰਦਾ ਵੀ ਚੁਟਕੀ ਦੀ ਖੇਡ, ਸੰਤੋਖ ਹੀ ਨਹੀਂ ਬਸ ਪ੍ਰੋਬਲਮ ਕੀ ਆ, ਸਾਨੂੰ ਸੰਤੋਖ ਨਹੀਂ ਹੈਗਾ। ਦੂਜੀ ਗੱਲ, ਸਾਨੂੰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਆਦਤ ਪੈ ਗਈ। ਆਪਣੀ ਕੌਮ ਦੇ ਵਿੱਚ ਸਭ ਤੋਂ ਵੱਧ ਜਦੋਂ ਆਪਾਂ ਚੀਜ਼ ਨੋਟ ਕਰਦੇ ਹਾਂ, ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਇੱਥੇ ਆਪਣੇ, ਸਭ ਤੋਂ ਵੱਧ ਧੱਕਾ ਉਹਨਾਂ ਨਾਲ ਕੌਣ ਕਰਦਾ? ਇੰਟਰਨੈਸ਼ਨਲ ਸਟੂਡੈਂਟਸ ਨਾਲ ਆਪਣੇ ਕਰਦੇ ਆ। ਸੋ ਉਹ ਚੀਜ਼ ਕਿਤੇ ਨਾ ਕਿਤੇ ਮੈਂ ਕਹਿੰਦਾ ਬਹੁਤ ਗੰਭੀਰ ਮੁੱਦੇ ਆ ਇਹ, ਹੈ ਨਾ। ਪਰ ਉਹੀ ਆ ਵੀ ਜੇ ਕੁਛ ਹੋਣਾ ਹੈ, ਜੇ ਹੱਲ ਆ ਤਾਂ ਉਹਦਾ ਇੱਕ 'ਚ ਹੀ ਬਰਕਤ ਆ। ਇਕੱਠੇ ਹੋ ਕੇ ਚੱਲੋਗੇ। ਇੱਥੇ ਮੈਂ ਕਹਿੰਦਾ ਵੀ ਲਿਖਾ ਕੇ ਲੈ ਲਓ, ਇਕੱਠੇ ਹੋ ਕੇ ਪਿੰਡ ਵਸਾ ਲਓ, ਜ਼ਮੀਨ ਲੈ ਲਓ, 10 ਸਿੰਘ 100 ਸਿੰਘ ਇਕੱਠੇ ਹੋ ਜਾਓ, ਭਰਾਵਾਂ ਵਰਗੇ, ਜਿਨ੍ਹਾਂ ਨੂੰ ਭਰਾਵਾਂ ਵਰਗੇ ਹੋਣ, ਜਿਹੜੇ ਇਹ ਨਾ ਹੋਵੇ ਵੀ ਮੈਂ ਹਿੱਸਾ ਲੈਣਾ, ਮੈਂ ਪ੍ਰੋਫਿਟ ਲੈਣਾ, ਮੈਂ ਇੰਨੇ ਪੈਸੇ ਦਿੱਤੇ। ਭਰਾਵਾਂ ਵਾਲਾ ਕੰਮ ਹੋਵੇ, ਵੀ ਭਰਾਵਾਂ ਤੋਂ ਵੀ ਵੱਧ ਹੋਵੇ, ਭਰਾਵਾਂ 'ਚ ਵੀ ਮੇਰ ਤੇਰ ਹੋ ਜਾਂਦੀ ਹੈ। ਜਿਹੜਾ ਸਿੰਘਾਂ ਵਾਲਾ ਕੰਮ ਹੋਵੇ, ਮੈਂ ਕਹੂੰਗਾ ਸਿੰਘਾਂ ਵਾਲਾ ਕੰਮ ਹੋਵੇ, ਬਈ ਜਮਾ ਹੀ ਨਹੀਂ ਹੈਗੀ ਮੇਰ ਤੇਰੇ ਵਿੱਚ, ਵੀ ਜੋ ਹੈਗਾ ਗੁਰੂ ਦਾ ਹੈ। ਜੇ ਮੈਂ 10 ਲੱਖ ਪਾਤਾ, ਉਹਨੇ 5 ਲੱਖ ਪਾਤਾ, ਬਰਾਬਰ ਹੀ ਆ ਬਸ ਉਹ। ਕਿਉਂਕਿ 10 ਲੱਖ ਜਿਹੜਾ ਮੈਨੂੰ ਦਿੱਤਾ ਉਹ ਵੀ ਗੁਰੂ ਨੇ ਦਿੱਤਾ, ਉਹਨੂੰ ਵੀ ਉਹ ਗੁਰੂ ਨੂੰ ਨਾਲ ਲੈ ਕੇ ਚੱਲਾਂਗੇ। ਇੱਕ ਮੈਂ ਕਹਿੰਦਾ ਪਿੰਡ ਵਸਾ ਲਓ ਬਾਬਾ ਜੀ ਤੁਸੀਂ। ਮੈਂ ਕੰਸਟਰਕਸ਼ਨ ਦੇ ਵਿੱਚ ਆ, ਸਾਰਿਆਂ ਨੂੰ ਪਤਾ ਘਰ ਬਣਾਉਣ ਨੂੰ ਕਿੰਨਾ ਕੁ ਪੈਸਾ ਲੱਗਣਾ ਆ। ਜਦੋਂ ਇਕੱਠੇ ਹੋਵੋਗੇ ਤੁਸੀਂ, ਤੁਹਾਡੇ ਘਰ ਬਣ ਜਾਣਗੇ। ਠੀਕ ਆ, ਵਧੀਆ ਬਣਾ। ਜਿੱਦਾਂ ਆਹ ਘਰ ਨਹੀਂ ਐਵੇਂ ਫਾਲਤੂ ਦੀ ਸਪੇਸ ਪਈ ਹੈ ਜਿਹੜੀ ਤੁਹਾਨੂੰ ਚਾਹੀਦੀ ਵੀ ਨਹੀਂ। ਆਹ ਰੂਮ, ਉਹ ਰੂਮ, ਡਾਇਨਿੰਗ ਰੂਮ, ਐਵੇਂ ਫਾਲਤੂ ਦੀ ਸਪੇਸ ਆ। ਜਿੰਨਾ ਕੁ ਤੁਹਾਨੂੰ ਚਾਹੀਦਾ ਹੈ ਜੀ, ਘਰ ਬਣਾਓਗੇ। ਖੇਤੀ ਤੁਹਾਨੂੰ ਆਉਂਦੀ ਆ, ਸਾਡੇ ਖੂਨ 'ਚ ਹੈਗੀ ਆ। ਆਪਣੇ ਬੀਜ ਸਾਂਭੋ, ਮੇਨ ਚੀਜ਼ ਹੈ ਜਿਹੜੀ। ਕਿਉਂਕਿ ਜਿਹੜੇ GMO ਆ ਗਏ, ਸਾਰਾ ਕੁਛ ਆ ਗਿਆ, ਇਹਨਾਂ ਨੇ ਸਾਡਾ ਫੂਡ ਕੰਟਰੋਲ ਕੀਤਾ ਹੋਇਆ। ਬੀਜ ਮਿਲ ਜਾਂਦੇ ਅੱਜ ਵੀ, ਆਪਣੀ ਖੇਤੀ ਕਰੋ। ਠੀਕ ਆ ਜੀ, ਅਤੇ ਆਪਣਾ ਪਿੰਡ ਵਸਾ ਕੇ ਰਹੋਗੇ ਜੇ
ਪੋਸੀਬਲ ਆ। ਆਮ ਨਾਟ ਸੇਇੰਗ ਇਟਸ ਨਾਟ ਇੰਪੋਸੀਬਲ। ਲੋਕ ਗੋਰੇ ਕਰਦੇ ਪਏ ਆਲਰੇਡੀ, ਦੇ ਆਰ ਟਾਈਨੀ ਹੋਮ ਕਮਿਊਨਿਟੀਜ਼ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਜੀ। ਤੁਹਾਡੇ ਸਿਰ 'ਤੇ ਮੋਰਗੇਜ ਨਹੀਂ ਹੋਊਗੀ, ਤੁਹਾਨੂੰ ਫੂਡ ਦਾ ਫਿਕਰ ਨਹੀਂ ਹੋਊਗਾ, ਫੂਡ ਐਂਡ ਸ਼ੈਲਟਰ ਦੀ ਪ੍ਰੋਬਲਮ ਤੁਹਾਡੀ ਸੋਲਵ ਆ ਇਕੱਠੇ ਰਹਿ ਕੇ। ਉਸ ਤੋਂ ਬਾਅਦ ਜੋ ਤੁਸੀਂ ਕਰੋਗੇ ਤੁਹਾਡਾ ਬੋਨਸ ਆ ਉਹ, ਤੁਹਾਨੂੰ ਟੈਨਸ਼ਨ 'ਚ ਜਾ ਕੇ ਕੰਮ 'ਤੇ ਨਹੀਂ ਜਾਣਾ ਪੈਣਾ। ਇੱਕ ਉਹ ਹਾਸੂਹੀਣੀ ਗੱਲ ਆ, ਕਹਿੰਦੇ ਹੁਣ ਮੈਨੂੰ ਨਹੀਂ ਪਤਾ ਸੱਚ ਆ ਕਿ ਝੂਠ ਆ, ਕਹਿੰਦੇ ਸਭ ਤੋਂ ਵੱਧ ਹਾਰਟ ਅਟੈਕ ਪਤਾ ਕਿਹੜੇ ਦਿਨ ਹੁੰਦੇ ਆ ਲੋਕਾਂ ਨੂੰ? ਬਿਫੋਰ ਐਵਰੀਥਿੰਗ ਦਿਸ ਕੋਵਿਡ ਤੋਂ ਪਹਿਲਾਂ ਸਭ ਤੋਂ ਵੱਧ ਹਾਰਟ ਅਟੈਕ ਕਿਹੜੇ ਦਿਨ ਆਉਂਦੇ ਆ ਲੋਕਾਂ ਨੂੰ ਪਤਾ? ਦੱਸੋ। ਮੰਡੇ ਨੂੰ ਸਵੇਰੇ ਉੱਠਦੇ ਸਦਮੇ 'ਚ ਲੇਟ ਹੋ ਗਏ ਕੰਮ 'ਤੇ ਜਾਣਾ। ਕੰਮ 'ਤੇ ਜਾਣ ਨੂੰ ਜੀ ਕਿਹਦਾ ਕਰਦਾ ਯਾਰ? ਬਾਹਰ ਧੁੰਦ ਪਈ ਆ, ਸਨੋ ਪਈ, ਅਗਲਾ ਕਹਿੰਦਾ ਯਾਰ ਕਾਹਤੋਂ ਕੰਮ 'ਤੇ ਜਾਈਏ। ਗੋਰਿਆਂ ਦਾ ਪੂਰਾ ਰੋਲਰ ਕੋਸਟਰ ਚੱਲਦਾ ਹੁੰਦਾ ਨਾ, ਹੁਣ ਮੈਂ ਇਹ ਨਹੀਂ ਕਹਿ ਰਿਹਾ ਇੱਥੇ ਫਿਰ ਲੋਕ ਮਤਲਬ ਦੂਜੇ ਪਾਸੇ ਲੈਂਦੇ ਵੀ ਕੰਮ ਤਾਂ ਕਰਨਾ ਹੀ ਪੈਣਾ। ਬਾਬਾ ਜੀ ਕੰਮ ਨਹੀਂ ਕਰ ਰਹੇ ਤੁਸੀਂ, ਗੁਲਾਮੀ ਕਰ ਰਹੇ ਹੋ। ਉਹ ਕੰਮ ਨਹੀਂ ਹੈਗਾ, ਉਹ ਕੰਮ ਹੁੰਦਾ ਕਿਰਤ ਜਿਹੜਾ ਤੁਸੀਂ ਐਨ ਜੀ ਨਾ ਕਹਾ। ਮੈਂ ਇਹ ਨਹੀਂ ਡਿਨਾਈ ਕਰਦਾ ਵੀ ਲੋਕ ਜੀ ਨਾ ਨਹੀਂ ਕਰਦੇ, ਆਪਣੇ ਲੋਕ ਮਿਹਨਤ ਬਹੁਤ ਕਰਦੇ ਆ, ਪਰ ਇੱਕ ਤਰ੍ਹਾਂ ਦੀ ਗੁਲਾਮੀ ਆ ਉਹ। ਤੁਹਾਨੂੰ ਕਰਨਾ ਪੈ ਰਿਹਾ ਮਾਰੀ ਦਿਆਂ ਨੂੰ। ਕਈ ਨਹੀਂ ਵੀ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਫਿਰ ਵੀ ਕਰਨਾ ਪੈ ਰਿਹਾ। ਕਿਉਂ? ਘਰ ਦੀ ਕਿਸ਼ਤ ਜਾਣੀ ਹੈ, ਕਦੋਂ ਤੱਕ ਜਾਣੀ ਆ? 25 ਤੋਂ 30 ਸਾਲ। ਅਤੇ ਹੁਣ ਤਾਂ ਮੈਂ ਕਹਿੰਦਾ ਵੀ ਇਕੱਲਾ ਇੰਟਰਸਟ ਰੇਟ ਇੰਨੇ ਵਧੇ ਹੋਏ ਆ, ਹੁਣ ਤਾਂ ਇਕੱਲਾ ਵਿਆਜ ਹੀ ਜਾ ਰਿਹਾ, ਮੂਲ ਤਾਂ ਜਾ ਹੀ ਨਹੀਂ ਰਿਹਾ। ਅਤੇ ਮੈਂ ਕਹਿੰਦਾ 30 ਸਾਲ ਦੀ ਕਹਾਣੀ 60 ਸਾਲ 'ਤੇ ਚਲੀ ਜਾਣੀ ਹੈ। ਸੋ ਇਕੱਠੇ ਰਹਿਣ 'ਚ ਬਰਕਤ ਹੈਗੀ ਆ। ਇਹ ਪ੍ਰੈਕਟੀਕਲੀ ਪੋਸੀਬਲ ਹੈ ਜਿਹੜੇ ਮੈਂ ਚੀਜ਼ ਕੀਤੀ ਆ। ਵੀ ਆਲਰੇਡੀ ਸਟਾਰਟਡ ਵਰਕਿੰਗ ਔਨ ਇਟ। ਬਈ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਨੇ ਵੀ ਜੇ ਇੱਥੇ ਰਹਿਣਾ ਆ, ਅਨੰਦਪੁਰ ਇੱਥੇ ਵੀ ਵਸਾਉਣਾ ਪੈਣਾ ਆਪਣਾ। ਉੱਥੇ ਤੁਹਾਡਾ ਆਪਣਾ ਸਕੂਲ ਹੋਵੇ, ਸਾਡਾ ਗੁਰਦੁਆਰਾ ਜਿਹੜਾ ਅਸੀਂ ਕਹਿੰਦੇ ਆ, ਇੱਕ ਗੁਰਦੁਆਰਾ ਬਣਾ ਲਓ, ਉਹਦੇ ਪਾਸੇ ਆਸੇ ਪਾਸੇ ਆਪਣੇ ਘਰ ਬਣਾ ਲਓ, ਅਤੇ ਗੁਰਦੁਆਰੇ 'ਚ ਤੁਹਾਡਾ ਲੰਗਰ ਸਾਂਝਾ ਆ, ਉੱਥੇ ਤੁਹਾਡਾ ਸਕੂਲ ਚੱਲਦਾ ਪਿਆ, ਉੱਥੇ ਤੁਹਾਡੀ ਫਾਰਮੇਸੀ, ਜਿਹੜੇ ਚੰਗੇ ਡਾਕਟਰ, ਨਿਊਟ੍ਰੀਸ਼ਨਿਸਟ ਆ, ਕਾਇਰੋਪ੍ਰੈਕਟਰ ਆ, ਕਮਿਊਨਿਟੀ 'ਚ ਸਾਡੇ ਕੌਣ ਨਹੀਂ ਹੈਗਾ ਯਾਰ? ਬਸ ਇੱਕੋ ਹੀ ਆ, ਇਕੱਠੇ ਹੋਣਾ ਪੈਣਾ। ਹੁਣ ਇਕੱਲੇ ਧੱਕੇ ਖਾਂਦੇ ਫਿਰਦੇ ਹਾਂ, ਖੁਆਰ ਹੋਈ ਜਾਂਦੇ ਹਾਂ। ਇਕੱਠੇ ਹੋ ਜਾਵਾਂਗੇ ਤਾਂ ਲਾਹਾ ਲੈ ਲਓਗੇ। ਤੁਸੀਂ ਬੜਾ ਸੋਹਣਾ ਸਮ ਅਪ ਕੀਤਾ। ਮੈਨੂੰ ਬਾਬਾ ਫਤਿਹ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਕਥਨੀ ਕਹੀ ਸੀ ਨਾ ਕਚਹਿਰੀ ਦੇ ਵਿੱਚ, ਉਹ ਬਸ ਪੂਰੀ ਹੁੰਦੀ ਲੱਗ ਰਹੀ ਹੈ। ਉਹਨਾਂ ਦਾ ਦੇਖੋ ਮੇਨ ਪੁਆਇੰਟ ਕੀ ਰਿਹਾ ਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਕਰੋਗੇ ਤੁਸੀਂ ਜੇ ਤੁਹਾਨੂੰ ਛੱਡਦਾ? ਤੇ ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ। ਅਗੇਨ ਆਈਸੋਲੇਸ਼ਨ ਤੋਂ ਗੱਲ ਹੋਈ ਕਿ ਆਈਸੋਲੇਸ਼ਨ 'ਚ ਨਹੀਂ ਰਹਿਣਾ, ਫੌਜਾਂ ਇਕੱਠੀਆਂ ਕਰਾਂਗੇ, ਪਿੰਡ ਵਸਾਵਾਂਗੇ। ਅਤੇ ਗਿਆਨੀ ਸ਼ੇਰ ਸਿੰਘ ਜੀ ਦੀ ਵੀ ਕਥਾ 'ਚ ਹੀ ਕਹਿੰਦੇ ਕਿ ਸਿੱਖਾਂ ਨੇ ਕਦੀ ਪੱਕੇ ਘਰ ਪਾਏ ਨਹੀਂ ਆ ਇਤਿਹਾਸ 'ਚ, ਕੱਚੇ ਪਾ ਲੈਂਦੇ ਸੀ ਰਹਿਣ ਨੂੰ, ਕਿ ਪਤਾ ਜੰਗਾਂ ਜੁੱਦਾਂ 'ਚ ਰਹਿਣਾ, ਨਾ ਵੀ ਰਹੇ ਤਾਂ ਕਿੰਨਾ ਟਾਈਮ ਇੱਥੇ ਰਹਿਣਾ ਧਰਤੀ 'ਤੇ, ਹੈ ਨਾ। ਸੋ ਗੱਲ ਉੱਥੇ ਮੁੱਕਦੀ ਹੈ। ਅਤੇ ਵੀਰ ਜੀ ਜਾਂਦੇ ਤੁਸੀਂ ਦੱਸ ਦਿਓ, ਜੇ ਕੋਈ ਹੋਰ ਸੱਚ ਬਾਰੇ ਜਾਣਨਾ ਚਾਹੁੰਦਾ ਹੈ ਤੁਹਾਨੂੰ ਕਿੱਦਾਂ ਰੀਚ ਆਊਟ ਕੀਤਾ ਜਾ ਸਕਦਾ ਹੈ, ਜਾਂ ਤੁਹਾਡੇ ਥਰੂ ਕਿੱਦਾਂ ਪਤਾ ਲੱਗ ਸਕਦੀਆਂ ਚੀਜ਼ਾਂ ਜੋ ਵਾਪਰਦੀਆਂ? ਹਾਂਜੀ, ਅਸੀਂ ਅਪ ਟੂ ਡੇਟ ਰੱਖੀਦਾ ਸਾਰਾ ਕੁਛ। ਆਪਣੀ ਜਿਹੜੀ ਆਡੀਅנס ਆ, ਜੋ ਵੀ ਸੱਚ ਆਉਂਦਾ, ਜਿੱਦਾਂ 15 ਮਿੰਟ ਸਿਟੀ ਹੈ, ਕਨਸੈਪਟ ਹੁਣੀ ਆਇਆ, ਹਾਲੇ ਹਫ਼ਤਾ ਹੀ ਹੋਇਆ ਜੀ, ਨਾਲ ਨਾਲ ਇਨਫੋਰਮੇਸ਼ਨ ਦੇਈਦੀ ਆ। ਹੁਣ ਪਲਮਿੰਦਰ ਸਿੰਘ ਸਰਚ ਕਰ ਲਓ ਤੁਸੀਂ ਯੂਟਿਊਬ 'ਤੇ, ਫੇਸਬੁੱਕ 'ਤੇ, ਤੁਹਾਨੂੰ ਲੱਭ ਜਾਣਾ, ਮੇਰੀ ਸ਼ਕਲ ਪਛਾਣ ਲਿਓ। ਅਤੇ ਇੰਸਟਾਗ੍ਰਾਮ 'ਤੇ ਵੀ ਪਲਮਿੰਦਰ 1990 ਵੀ ਹੈਗਾ ਮੇਰਾ, ਉਹ ਸ਼ੈਡੋ ਬੈਨ ਹੋਇਆ ਆ। ਫਿਰ _ 2.0 ਬਣਾਇਆ ਫਿਰ ਮੈਂ। ਅੱਛਾ ਜੀ। ਉਹ ਚੱਲਦਾ ਪਿਆ ਅਕਾਊਂਟ। ਟਿਕਟੋਕ 'ਤੇ ਵੀ ਹੈਗਾ ਆ ਪਲਮਿੰਦਰ.ਸਿੰਘ ਭਰੋਂਗੇ, ਉੱਥੇ ਮੇਰੇ 3 ਅਕਾਊਂਟ ਲੱਭ ਜਾਣਗੇ ਤੁਹਾਨੂੰ। ਅਤੇ ਟਵਿੱਟਰ 'ਤੇ ਜ਼ਿਆਦਾ ਜਿਹੜਾ ਸੱਚ ਜ਼ਿਆਦਾ ਆਉਂਦਾ ਆ ਉੱਭਰ ਕੇ ਟਵਿੱਟਰ 'ਤੇ, ਕਿਉਂਕਿ ਅਨਸੈਂਸਰਡ ਚੱਲ ਰਿਹਾ ਆ ਓਕੇ ਟਵਿੱਟਰ, ਅਤੇ ਉਹਦੇ ਉੱਤੇ ਵੀ ਸੇਮ ਪਲਮਿੰਦਰ 1990 ਆ, ਅਤੇ ਸਾਰੇ ਕਿਤੇ ਹੈਗਾ ਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਪਣਾ ਹੁਣ ਐਕਟਿਵਲੀ ਇਨਵੋਲਵ ਹੋਣਾ ਹੈ ਪੰਜਾਬੀ ਕਮਿਊਨਿਟੀ ਨੂੰ ਲੈ ਕੇ। ਫੇਸਬੁੱਕ 'ਤੇ, ਯੂਟਿਊਬ 'ਤੇ ਵੀਡੀਓਜ਼ ਪੈਣਗੀਆਂ ਡਿਟੇਲਸ ਦੇ ਵਿੱਚ, ਇਕੱਲੀ ਗੱਲ ਵਰਲਡ ਇਕਨੋਮਿਕ ਫੋਰਮ ਕੀ ਆ, ਨਿਊ ਵਰਲਡ ਆਰਡਰ ਕੀ ਆ, ਕਿੱਦਾਂ ਸਾਨੂੰ ਇਫੈਕਟ ਕਰ ਰਿਹਾ। ਉੱਦਾਂ ਲੋਕਾਂ ਨੂੰ ਮੋਟਾ ਪਤਾ ਹੀ ਆ, ਪਰ ਜੇ ਡਿਟੇਲ 'ਚ ਤੁਸੀਂ ਸੁਣਨੀਆਂ ਗੱਲਾਂ ਸੁਣਾਵਾਂਗੇ ਤੁਹਾਨੂੰ। ਫਿਰ ਮਾਲਟਨ ਗੁਰਦੁਆਰਾ ਸਾਹਿਬ ਫਿਜ਼ੀਕਲੀ ਇਕੱਠੇ ਹੋਈਦਾ ਆ ਹਰੇਕ ਐਤਵਾਰ 4 ਤੋਂ 7 ਵਜੇ ਤੱਕ। ਉੱਥੇ ਆਪਾਂ ਰਲ ਕੇ ਸੰਗਤੀ ਰੂਪ 'ਚ ਸੁਖਮਨੀ ਸਾਹਿਬ ਦੇ ਜਾਪ ਕਰੀਦੇ ਆ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਆਹ ਵਿਚਾਰਾਂ ਕਰੀਦੀਆਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਅਸਲੀ ਕਨਵਰਸੇਸ਼ਨ ਆ ਜਿਹੜੀ। ਅਤੇ ਬਹੁਤ ਗੱਲਾਂ ਹੋਣ ਵਾਲੀਆਂ। ਜਦੋਂ ਤੁਹਾਨੂੰ ਮੈਂ ਵਧਾਈ ਦਿੰਦਾ, ਤੁਸੀਂ ਆਹ ਪੋਡਕਾਸਟ ਸ਼ੁਰੂ ਕੀਤਾ ਆ, ਵੀ ਨੀਡ ਇਟ। ਸਾਡੀ ਕਮਿਊਨਿਟੀ 'ਚ ਗੱਲ ਹੋਣੀ ਚਾਹੀਦੀ ਹੈ। ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਹੋ ਹੀ ਨਹੀਂ ਰਹੀਆਂ ਹਾਲੇ ਵੀ, ਉਹ ਹੋਣੀਆਂ ਚਾਹੀਦੀਆਂ ਨੇ, ਹੈ ਨਾ। ਅਤੇ ਤੁਹਾਨੂੰ ਵੀ ਵਧਾਈ ਦਿੰਦਾ, ਮਹਾਰਾਜ ਤੁਹਾਡੇ 'ਤੇ ਇੱਦਾਂ ਹੀ ਕਿਰਪਾ ਰੱਖੀ ਰੱਖਣ, ਅਤੇ ਤੁਸੀਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋ। ਹਾਂਜੀ ਤੁਹਾਡਾ ਜੀ ਫਿਰ ਤੋਂ ਬਹੁਤ ਧੰਨਵਾਦ ਵੀਰ ਜੀ। ਮਹਾਰਾਜ ਕਿਰਪਾ ਰੱਖਣ, ਅਤੇ ਤੁਸੀਂ ਕਹਿ ਲਓ ਕਿ ਅਕਾਲ ਦੀ ਅਧੀਨਗੀ ਵਿੱਚ ਸਰਬਤ ਦੇ ਭਲੇ ਵਾਸਤੇ ਲੱਗੇ ਰਹੋ। ਹਾਂਜੀ। ਅਤੇ ਜੋ ਤੁਸੀਂ ਦੱਸਿਆ ਕਿ ਔਰਗੈਨਿਕ ਲਿਵਿੰਗ ਕਿੱਦਾਂ ਜੀਣਾ, ਸਾਦਾ ਜੀਵਨ ਕਿੱਦਾਂ ਹੋਣਾ ਚਾਹੀਦਾ, ਉੱਦਾਂ ਅਸੀਂ ਅੱਗੇ ਵਧਦੇ ਰਹੀਏ ਜੀ। ਅਤੇ ਖਾਲਸਾ ਵਾਹਿਗੁਰੂ ਜੀ ਦਾ ਜਾਣ ਕੇ ਮਹਾਰਾਜ ਦੀ ਫਤਿਹ ਕੇ ਜਾਂਦੇ ਹਾਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।